ਸ੍ਰੀ ਅਕਾਲ ਜੀ। ਮੈਂ ਬੱਬੂ, ਤੁਸੀਂ ਮੇਰਾ ਮਾਂ। ਜੂਝਣਾ ਤਾਂ ਪਊਗਾ, ਇਸ ਲਈ ਮੰਚ ਬਣਾਇਆ। ਜੂਝ ਦਾ ਪੰਜਾਬ ਨਾਂ ਦੀ ਇੱਕ ਜਥੇਬੰਦੀ ਜੋ ਅਸੀਂ ਭਰਾਵਾਂ ਨੇ ਰਲ ਕੇ ਇੱਕ ਆਰਗੇਨਾਈਜੇਸ਼ਨ ਬਣਾਈ ਹੈ ਵੀ ਹੈ, ਜਿਹਦੇ 'ਚ ਪੰਜਾਬ ਦੇ ਹਰ ਇੱਕ ਵਰਗ 'ਚੋਂ ਸਾਡੇ ਨਾਲ ਲੋਕ ਆਏ ਆ। ਲੀਡਰ ਕਦੇ ਵੀ ਕਿਸੇ ਕੌਮ ਨੂੰ, ਕਿਸੇ ਪ੍ਰਦੇਸ਼ ਨੂੰ, ਕਿਸੇ ਇਲਾਕੇ ਨੂੰ, ਕਿਸੇ ਦੇਸ਼ ਨੂੰ ਬਿਹਤਰ ਨਹੀਂ ਕਰਦੇ। ਲੋਕ ਕਰਦੇ। ਤੁਸੀਂ ਕਰਨਾ ਹੈ, ਇਹ ਤੁਹਾਡੀ ਜ਼ਿੰਮੇਵਾਰੀ। ਇਹ ਜਿਹੜਾ ਅੰਦੋਲਨ ਜਿੱਤਿਆ, ਤੁਸੀਂ ਜਿੱਤਿਆ। ਬਾਅਦ 'ਚ ਪਹੁੰਚੇ ਨੁਮਾਇੰਦੇ, ਫਿਰ ਤੁਸੀਂ ਉਹਨਾਂ ਨੂੰ ਅੱਗੇ ਲਾਇਆ, ਉਹਨਾਂ ਨੇ ਟੇਬਲ ਤੇ ਜਿੱਤ ਪ੍ਰਾਪਤ ਕੀਤੀ। ਸੋ ਇਹ ਜਿੱਤ ਤੁਹਾਡੀ ਹੈ। ਦੋਸਤੋ, ਇਸ ਵਾਰ ਸਰਕਾਰ ਥੋੜੀ ਧਿਆਨ ਨਾਲ ਚੁਣਿਓ, ਕਿਉਂਕਿ ਜੇ ਇਸ ਵਾਰ ਵੀ ਅਸੀਂ ਗਲਤੀ ਕਰ ਗਏ ਜਿਵੇਂ ਅਸੀਂ ਪਿੱਛੇ ਕਰਦੇ ਆ ਰਹੇ ਹਾਂ ਤਾਂ ਸਾਡੇ ਪੱਲੇ ਕੁਝ ਨਹੀਂ ਬਚਣਾ। ਜੇ ਹੁਣ ਵੀ ਬੇਪਰਵਾਹ ਸਰਕਾਰ ਬਣ ਗਈ, ਨਾ ਪੰਜਾਬ, ਨਾ ਸਾਡਾ ਪਾਣੀ, ਨਾ ਸਾਡੀ ਮਿੱਟੀ, ਨਾ ਸਾਡੇ ਯੰਗਸਟਰ, ਕੁਝ ਨਹੀਂ ਬਚਣਾ। ਔਰ ਇਹ ਵੀ ਤੁਹਾਨੂੰ ਵਹਿਮ ਹੈ ਕਿ ਸਿਆਸਤਦਾਨ ਪੰਜਾਬ ਨੂੰ ਬਦਲ ਦੇਣਗੇ। ਤੁਹਾਨੂੰ ਬਦਲਣਾ। ਲੀਡਰ ਵੋਟਾਂ ਮੰਗਣ ਵਾਸਤੇ ਆਊਗਾ ਤਾਂ ਉਹਨੂੰ ਸਵਾਲ ਜ਼ਰੂਰ ਕਰਿਓ ਕਿ ਤੁਹਾਡਾ ਏਜੰਡਾ ਕੀ ਹੈ। ਕਿਸੇ ਕੋਲ ਕੋਈ ਏਜੰਡਾ ਨਹੀਂ ਹੈ। ਏਜੰਡਾ ਮਤਲਬ ਤੁਸੀਂ ਕੀ ਸੋਚ ਲੈ ਕੇ ਸਾਡੇ ਕੋਲੇ ਵੋਟ ਮੰਗਣ ਆਏ ਹੋ, ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰਨੇ ਨੇ। ਪੰਜਾਬ ਦੇ ਜਿਹੜੇ ਅਸਲ ਮੁੱਦੇ ਜਿਹੜੇ ਹੋਣੇ ਚਾਹੀਦੇ ਆ, ਪੋਲੀਟੀਕਲ ਪਾਰਟੀਆਂ ਦੇ ਏਜੰਡੇ ਤੇ ਹੋਣੇ ਚਾਹੀਦੇ ਆ, ਉਹ ਮੁੱਦਿਆਂ ਦੀ ਗੱਲ ਜੂਝ ਦਾ ਪੰਜਾਬ ਕਰ ਰਿਹਾ ਹੈ। ਪਰ ਜੇ ਕਿਸੇ ਲੀਡਰ ਦੇ ਕੋਲੇ ਏਜੰਡਾ ਹੀ ਹੈ ਨਹੀਂ ਤਾਂ ਮੇਰੇ ਹਿਸਾਬ ਨਾਲ ਉਹਨੂੰ ਵੋਟ ਨਾ ਪਾਇਓ। ਤੁਹਾਡੀ ਵੋਟ ਖਰਾਬ ਜਾਊਗੀ, ਤੁਹਾਡੇ ਬੱਚਿਆਂ ਦਾ ਫਿਊਚਰ ਖਰਾਬ ਹੋ ਜਾਊਗਾ। ਲੋਕਾਂ ਦੇ ਜਿਹੜੇ ਅਸਲੀ ਏਜੰਡੇ ਆ, ਜਿਹੜਾ ਸਾਡੀ ਟੈਂਪਲੇਟ ਜਾਰੀ ਕੀਤੀ ਹੈ, ਉਹਦੇ ਵਿੱਚ ਪੰਜਾਬ ਦਾ ਹਰ ਇੱਕ ਏਜੰਡਾ ਜਿਹੜਾ ਲੋਕਾਂ ਦਾ ਏਜੰਡਾ ਹੈ, ਖਾਸ ਕਰਕੇ ਨੌਜਵਾਨੀ ਜਿਹੜੀ ਲਗਾਤਾਰ ਪ੍ਰਵਾਸ ਕਰਦੀ ਜਾ ਰਹੀ ਹੈ, ਪੰਜਾਬ ਦੇ ਵਾਤਾਵਰਨ ਦੀ ਗੱਲ, ਜਿਹਦੇ 'ਚ ਹਵਾ, ਪਾਣੀ, ਮਿੱਟੀ, ਪੰਜਾਬ ਦੇ ਰੁਜ਼ਗਾਰ ਦੀ ਗੱਲ, ਪੰਜਾਬ ਦੇ ਹੈਲਥ ਦੀ ਗੱਲ, ਅਨਐਮਪਲੋਇਮੈਂਟ ਦੀ ਗੱਲ, ਬਹੁਤ ਹਰ ਇੱਕ ਮੁੱਦਾ ਜਿਹੜਾ ਬੜੀ ਸੰਜੀਦਗੀ ਨਾਲ ਉਹਨਾਂ ਦਿਮਾਗਾਂ ਵੱਲੋਂ ਚੱਕਿਆ ਗਿਆ, ਜਿਹੜੇ ਪਾਲਿਸੀ ਮੇਕਰ ਲੋਕ ਨੇ, ਜਿਹੜੇ ਜੂਝ ਦਾ ਪੰਜਾਬ ਨਾਲ ਜੁੜੇ ਆ। ਅਸੀਂ ਉਹ ਏਜੰਡਿਆਂ ਤੇ ਗੱਲ ਕਰਾਂਗੇ ਤਾਂ ਕਿ ਤੁਹਾਡੇ ਜ਼ਿਹਨ 'ਚ ਉਹ ਏਜੰਡੇ ਫਿਕਸ ਹੋ ਜਾਣ। ਅਸੀਂ ਪੰਜਾਬ ਨੂੰ ਇਸ ਏਜੰਡੇ ਤੇ ਲੈ ਕੇ ਆਉਣਾ ਹੈ, ਪੰਜਾਬ ਦੀ ਪਾਰਟੀਆਂ ਨੂੰ ਇਸ ਏਜੰਡੇ ਤੇ ਲੈ ਕੇ ਆਉਣਾ ਹੈ। ਜਿਹੜੀ ਵੀ ਪਾਰਟੀ ਇਸ ਏਜੰਡੇ ਨੂੰ ਮੰਨਦੀ ਹੈ, ਕਬੂਲ ਕਰਦੀ ਹੈ, ਅਸੀਂ ਉਹਨਾਂ ਦੇ ਨਾਲ ਹਾਂ। ਜਿਹੜੀ ਨਹੀਂ ਮੰਨਦੀ, ਅਸੀਂ ਉਹਨਾਂ ਦੇ ਖਿਲਾਫ ਹਾਂ। ਏਜੰਡੇ ਦੀ ਗੱਲ ਕਰਦੇ ਹਾਂ। ਪਹਿਲੇ ਏਜੰਡੇ ਬਾਰੇ ਅਮਿਤੋਜ ਮਾਨ ਸਾਹਿਬ ਦੱਸਣਗੇ। ਹਾਂਜੀ, ਫੈਡਰਲ ਢਾਂਚਾ, ਰਾਜਾਂ ਦੇ ਵੱਧ ਅਧਿਕਾਰ। ਮੈਨੂੰ ਲੱਗਦਾ ਜੋ ਸਾਡੀ ਵੰਨ-ਸੁਵੰਨਤਾ ਹੈ ਦੇਸ਼ ਦੀ, ਜਿਸ ਤਰ੍ਹਾਂ ਨਾਲ ਅਸੀਂ ਵੱਖਰੇਵੇਂ ਹਾਂ ਸਾਡੇ ਬਹੁਤ ਸਾਰੀਆਂ ਚੀਜ਼ਾਂ 'ਚ, ਰਹਿੰਦੇ ਕਿਵੇਂ ਅਸੀਂ, ਜ਼ਮੀਨੀ ਹਾਲਾਤ ਕੀ ਨੇ ਸਾਡੇ, ਸੋਚਣ ਦਾ ਵੀ ਫਰਕ ਹੈ, ਜ਼ੁਬਾਨਾਂ ਦਾ ਵੀ ਫਰਕ ਹੈ। ਉਹਦੇ ਲਈ ਇੱਕ ਸ਼ਾਇਦ ਉਦੋਂ ਦੇ ਜਿਹੜੇ ਸੰਵਿਧਾਨ ਬਣਾਉਣ ਵਾਲੇ ਸੀ, ਉਹਨਾਂ ਨੇ ਇਸ ਗੱਲ ਨੂੰ ਸਮਝਿਆ ਸੀ, ਇਸੇ ਕਰਕੇ ਸਾਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਸੀਗੇ। ਇਸ ਵਕਤ ਸਾਡੀ ਸਭ ਤੋਂ ਵੱਡੀ ਮੰਗ ਇਹ ਹੈ ਕਿ ਜੋ 1950 ਦੀ ਸਥਿਤੀ ਸੀਗੀ, ਉਹੀ ਅਧਿਕਾਰ ਵਾਪਸ ਦਿੱਤੇ ਜਾਣ ਸਾਰੇ ਰਾਜਾਂ ਨੂੰ, ਕਿਉਂਕਿ ਜੋ 76 ਜਾਂ ਉਸ ਤੋਂ ਪਹਿਲਾਂ ਤੋਂ ਸ਼ੁਰੂ ਹੋਇਆ, ਜੋ ਖੋਹਣੇ ਸ਼ੁਰੂ ਕੀਤੇ ਆ ਇਹਨਾਂ ਨੇ, ਸੈਂਟਰ ਨੇ ਸਟੇਟਾਂ ਤੋਂ, ਉਹ ਵਾਪਸ ਕੀਤੇ ਜਾਣ ਔਰ ਵਾਪਸ ਲੈਣ ਲਈ ਪੰਜਾਬ ਉਹਦੀ ਅਗਵਾਈ ਕਰੇ ਔਰ ਸਾਰੀ ਲਾਮਬੰਦੀ ਕਰੇ, ਸਾਰੀਆਂ ਸਟੇਟਾਂ ਨੂੰ, ਪਾਰਟੀਆਂ ਨੂੰ ਨਾਲ ਜੋੜੇ ਔਰ ਫਿਰ ਉਹ ਅਧਿਕਾਰ ਵਾਪਸ ਲਵੇ। ਫੋਰ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਅਮਰੀਕਾ ਹੈਗਾ, ਉਹਦੇ ਨਾਲ ਹੀ ਅਸੀਂ ਸਟੇਟਾਂ ਵਾਈਜ਼, ਦੇਸ਼ ਵਾਈਜ਼ ਜ਼ਿਆਦਾ ਤਰੱਕੀ ਕਰਾਂਗੇ, ਇਹ ਮੈਨੂੰ ਲੱਗ ਰਿਹਾ। ਕਿਉਂ ਤੁਹਾਡੀ ਗੱਲ? ਤੁਸੀਂ ਕੇਂਦਰ ਸਰਕਾਰ ਤੋਂ ਤਾਂ ਅਧਿਕਾਰਾਂ ਦੀ ਗੱਲ ਕੀਤੀ ਹੈ, ਪਰ ਪੰਜਾਬ ਸਰਕਾਰ ਦੀ ਵੀ ਗੱਲ ਕਰਨੀ ਬਣਦੀ ਹੈ ਇੱਥੇ। ਪੰਜਾਬ ਸਰਕਾਰ ਨੇ, ਕੇਂਦਰ ਸਰਕਾਰ ਨੇ ਇੱਕ 73rd ਤੇ 74th ਅਮੈਂਡਮੈਂਟ ਪਾਸ ਕੀਤੀ ਸੀ ਸੰਵਿਧਾਨ ਦੀ। ਉਸ ਤੋਂ ਬਾਅਦ ਪੰਚਾਇਤਾਂ ਨੂੰ ਅਧਿਕਾਰ ਦੇਣੇ ਸੀਗੇ ਤੇ ਨਾਲ ਦੀ ਨਾਲ ਲੋਕਲ ਬਾਡੀ, ਜਿਹਨੂੰ ਨਗਰ ਪਾਲਿਕਾ ਕਹਿੰਦੇ ਆਪਾਂ, ਉਹਨਾਂ ਨੂੰ ਅਧਿਕਾਰ ਦੇਣੇ ਸੀ। ਪੰਚਾਇਤਾਂ ਨੂੰ ਜਿਹੜੇ ਅਧਿਕਾਰ ਦੇਣੇ ਸੀ, ਉਹ 29 ਵਿਸ਼ੇ ਸੀਗੇ ਜਿਹੜੇ ਕਿ ਉਹਨਾਂ ਕੋਲ ਜਾਣੇ ਸੀ। ਇਕੱਲੇ ਵਿਸ਼ੇ ਨਹੀਂ ਸੀ ਜਾਣੇ, ਨਾਲ ਮੁਲਾਜ਼ਮ ਵੀ ਜਾਣੇ ਸੀ, ਨਾਲ ਫਾਈਨਾਂਸ ਵੀ ਜਾਣਾ ਸੀ, ਉਹਨਾਂ ਨੂੰ ਆਰਥਿਕ ਵਿੱਤੀ ਸਹਾਇਤਾ ਵੀ ਮਿਲਣੀ ਸੀਗੀ। ਉਹ ਅਜੇ ਤੱਕ ਪੰਜਾਬ ਨੇ ਹਾਲੇ ਤੱਕ ਪੰਚਾਇਤਾਂ ਨੂੰ ਅਧਿਕਾਰ ਨਹੀਂ ਦਿੱਤੇ। ਇਹਦੇ ਨਾਲ ਨਾਲ ਲੋਕਲ ਬਾਡੀ ਜਿਹੜੇ ਹੈਗੀਆਂ ਨੇ, ਜਿਹਨਾਂ ਨੂੰ ਆਪਾਂ ਨਗਰ ਪਾਲਿਕਾ ਕਹਿੰਦੇ ਹਾਂ ਜਾਂ ਕਾਰਪੋਰੇਸ਼ਨ ਕਹਿੰਦੇ ਹਾਂ, ਨਿਗਮ ਕਹਿੰਦੇ ਹਾਂ, ਉਹਨਾਂ ਨੂੰ 18 ਜਿਹੜੇ ਵਿਸ਼ੇ ਸੀ ਜਾਣੇ ਸੀ, 18 ਵਿਭਾਗ ਜਾਣੇ ਸੀ। ਉਹਨਾਂ ਦਾ ਕੰਮਕਾਜ ਉਹਨਾਂ ਨੇ ਦੇਖਣਾ ਸੀ, ਲੋਕਲ ਲੈਵਲ 'ਤੇ ਕਰਨਾ ਸੀ।
ਪੰਜਾਬ ਸਰਕਾਰ ਕਬਜ਼ਾ ਕਰੀ ਬੈਠੀ ਹੈ। ਪੰਜਾਬ ਸਰਕਾਰ ਹੁਣ ਤੱਕ ਮੰਗ ਕਰਦੀ ਰਹੀ ਹੈ ਕੇਂਦਰ ਤੋਂ ਵੀ ਸਾਨੂੰ ਵੱਧ ਅਧਿਕਾਰ ਦਿਓ, ਸੂਬਿਆਂ ਨੂੰ ਵੱਧ ਅਧਿਕਾਰ ਦਿਓ, ਪਰ ਪੰਜਾਬ ਸਰਕਾਰ ਨੇ ਆਪ ਕਬਜ਼ਾ ਕੀਤਾ ਹੋਇਆ ਹੈ। ਨਾ ਤਾਂ 29 ਜਿਹੜੇ ਵਿਸ਼ੇ ਪੰਚਾਇਤਾਂ ਕੋਲੇ ਜਾਣੇ ਸੀ ਜਾਂ ਉਹ ਵਿਭਾਗ ਜਾਣੇ ਸੀ ਉਹ ਦਿੱਤੇ ਨੇ ਹਾਲੇ ਤੱਕ, ਨਾ ਹੀ 18 ਜਿਹੜੇ ਮਹਿਕਮੇ ਸੀ ਜਾਂ ਵਿਭਾਗ ਸੀ ਆਪਣਾ ਨਗਰਪਾਲਿਕਾਵਾਂ ਕੋਲੇ ਜਾਣੇ ਸੀ ਜਾਂ ਲੋਕਲ ਬਾਡੀਜ਼ ਕੋਲੇ ਜਾਣੇ ਸੀ ਉਹ ਦਿੱਤੇ ਨੇ। ਇਸ ਕਰਕੇ ਮੇਰਾ ਖਿਆਲ ਹੈ ਕਿ ਜੇ ਪੰਜਾਬ ਸਰਕਾਰ ਨਗਰਪਾਲਿਕਾਵਾਂ ਨੂੰ ਅਧਿਕਾਰ ਦਿੰਦੀ ਹੈ, ਪੰਚਾਇਤਾਂ ਨੂੰ ਅਧਿਕਾਰ ਦਿੰਦੀ ਹੈ, ਤਾਂ ਉਹਦੇ ਨਾਲ ਵੀ ਇੱਕ ਬਹੁਤ ਵੱਡੀ ਮਜ਼ਬੂਤੀ ਆਏਗੀ। ਗ੍ਰਾਸ ਰੂਟ ਡੈਮੋਕ੍ਰੇਸੀ ਨੂੰ ਕਹਿੰਦੇ ਆਪਣਾ ਲੋਕਲ ਲੈਵਲ 'ਤੇ ਜਿਹੜੀ ਆਪਣਾ ਲੋਕ ਰਾਜ ਹੈਗਾ ਉਹ ਬੜਾ ਮਜ਼ਬੂਤ ਹੋਏਗਾ ਅਤੇ ਉਹਦੇ ਨਾਲ ਲੋਕਾਂ ਨੂੰ ਆਪਣੇ ਲੈਵਲ 'ਤੇ ਫੈਸਲੇ, ਪਿੰਡਾਂ ਦੇ ਲੈਵਲ 'ਤੇ ਫੈਸਲੇ ਕਰਨ ਦਾ ਅਧਿਕਾਰ ਮਿਲੇਗਾ। ਮੇਰਾ ਖਿਆਲ ਹੈ ਕਿ ਇਹ ਵੀ ਹੋਣਾ ਚਾਹੀਦਾ। ਠੀਕ, ਆਪਾਂ ਜ਼ਰਾ ਉਹ ਕੁਛ ਕਹਿ ਰਹੇ ਨੇ ਆਪਣੇ ਕਿਸਾਨ ਮਿੱਤਰ, ਉਹ ਵੀ ਸੁਣ ਲਈਏ। ਬਲਵਿੰਦਰ ਜੀ ਸ਼ਰਮਾ ਜੀ, ਤੁਸੀਂ ਖੇਤੀਬਾੜੀ ਦੇ ਕਮਾਰ ਹੋ। ਮੈਂ ਇੱਕ ਨਿੱਕਾ ਕਿਸਾਨ ਹਾਂ। ਮੇਰੀ ਫਸਲ ਦਾ ਪੱਕਾ ਮੁੱਲ ਕਿਉਂ ਨਹੀਂ? ਤਨਖਾਹ ਜਿਹੜੀ ਜੱਟ ਦੀ ਵੀ ਕਦੋਂ ਯਕੀਨੀ ਪੱਕੀ ਹੋਊਗੀ? ਮੇਰੀ ਆਮਦਨੀ ਕਦੋਂ ਤੇ ਕਿਵੇਂ ਪੱਕੀ ਹੋਊਗੀ, ਜੋ ਇੱਕ ਸੇਵਾਦਾਰ ਦੀ ਵੀ ਤਨਖਾਹ ਮਹੀਨੇ ਦੀ ਪੱਕੀ ਆ। ਇਸ ਕਰਕੇ ਇਹ ਬਹੁਤ ਜ਼ਰੂਰੀ ਹੋ ਗਿਆ ਹੈਗਾ ਕਿ ਪੰਜਾਬ ਸ਼ੁੱਡ ਸੈਟ ਅਪ ਏ ਪੰਜਾਬ ਸਟੇਟ ਫਾਰਮਰਸ ਇਨਕਮ ਕਮਿਸ਼ਨ। ਤਾਂ ਉਹ ਜਿਹੜਾ ਹੈਗਾ ਇਹ ਤੈਅ ਕਰੇ ਕਿ ਘੱਟ ਤੋਂ ਘੱਟ ਕਿਸਾਨਾਂ ਨੂੰ 25,000 ਰੁਪਏ ਪਰ ਮੰਥ ਦੀ ਇਨਕਮ ਬਾਈ ਵੇ ਆਫ ਪ੍ਰੋਡਕਸ਼ਨ ਜਾਂ ਬਾਈ ਵੇ ਆਫ ਅਸ਼ੋਰਡ ਪ੍ਰਾਈਸਿਸ ਜਿਹੜਾ ਹੈਗਾ ਉਹਨੂੰ ਦੇਖਦੇ ਹੋਏ, ਮੈਚ ਕਰਦੇ ਹੋਏ ਕਿਸਾਨਾਂ ਨੂੰ ਉਹ ਜ਼ਰੂਰ ਮਿਲਣਾ ਚਾਹੀਦਾ ਹੈਗਾ। ਔਰ ਜੂਝ ਦਾ ਪੰਜਾਬ ਦਾ ਇਹ ਐਫਰਟ ਹੋਏਗਾ ਕਿ ਜੋ ਜਿੰਨੇ ਵੀ ਆਪਣੇ ਪੋਲੀਟੀਕਲ ਕੈਂਡੀਡੇਟਸ ਹੈਗੇ ਆ ਜਾਂ ਪੋਲੀਟੀਕਲ ਪਾਰਟੀਜ਼ ਹੈਗੀਆਂ ਇਸ ਗੱਲ ਨੂੰ ਕਮਿਟ ਕਰਨ ਕਿ ਅਸੀਂ ਕਿਸਾਨਾਂ ਨੂੰ ਇੱਕ ਨਿਊਨਤਮ ਅਸ਼ੋਰਡ ਪ੍ਰਾਈਸ ਬਾਈ ਵੇ ਆਫ ਵਿਚ ਵੀ ਕੈਨ ਕੈਲਕੂਲੇਟ ਦੀ ਇਨਕਮ ਜਿਹੜੀ ਉਹਨੂੰ ਗਰੰਟਿਡ ਮਿਲਣੀ ਚਾਹੀਦੀ ਹੈ, ਉਹ ਕਿਸੇ ਵੀ ਤਰੀਕੇ ਨਾਲ ਉਹ ਅਸ਼ੋਰ ਕਿਸਾਨ ਨੂੰ ਕੀਤੀ ਜਾਏ। ਮੈਂ ਸਬਜ਼ੀਆਂ ਸਰੋਂ ਉਗਾਉਣਾ, ਮੈਥੋਂ ਅੱਧ ਰੇਟ ਦੇ ਵਿੱਚ ਇਹ ਖਰੀਦਦੇ ਆ ਜੀ, ਤੇ ਮੈਨੂੰ ਜਦੋਂ ਮੈਂ ਲੈਣ ਜਾਂਦਾ ਉਦੋਂ ਮੈਨੂੰ ਇਹ ਦੁੱਗਣੇ ਰੇਟ ਤੇ ਦਿੰਦੇ ਆ ਜੀ। ਇਹਦੇ ਬਾਰੇ ਮੈਨੂੰ ਜ਼ਰੂਰ ਦੱਸੋ ਜੀ। ਕਿ ਦਬਕੇ ਬਾਅਦ ਰਚ ਕੇ ਖਾ ਯਾਨੀ ਇੰਟੈਂਸਿਵ ਕਲਟੀਵੇਸ਼ਨ ਨੂੰ ਬੜਾਵਾ ਦਿੱਤਾ ਗਿਆ, ਜਿਹਦੇ ਕਰਕੇ ਅਸੀਂ ਦੇਖਿਆ ਹੈਗਾ ਕਿ ਕੈਮੀਕਲਸ ਦਾ ਉਪਯੋਗ ਬਹੁਤ ਹੋਇਆ, ਕੈਮੀਕਲ ਫਰਟੀਲਾਈਜ਼ਰ, ਪੈਸਟੀਸਾਈਡਸ ਦਾ। ਉਹਦੇ ਨਾਲ ਅਸੀਂ ਇਹ ਵੀ ਦੇਖਿਆ ਕਿਉਂਕਿ ਹਾਈ ਯੀਲਡਿੰਗ ਵੈਰਾਈਟੀਜ਼ ਦੀ ਰਿਕੁਆਇਰਮੈਂਟ ਸੀਗੀ। ਨਾਲ ਇੱਕ ਚੀਜ਼ ਹੋਰ ਹੋਈ ਹੈ ਕਿ ਪਾਣੀ ਦਾ, ਕਿਉਂਕਿ ਵਾਟਰ ਮਾਈਨਿੰਗ ਲਿਟਰਲੀ ਹੋਈ ਹੈਗੀ ਹੈ ਤਾਂ ਪਾਣੀ ਦਾ ਸਤਰ ਬਹੁਤ ਥੱਲੇ ਤੱਕ ਗਿਆ ਹੈਗਾ, ਵਿਚ ਇਜ਼ ਅ ਕਾਜ਼ ਫॉर ਵਰੀ। ਕ੍ਰਾਈਸਿਸ ਤੋਂ ਕੱਢਣ ਵਾਸਤੇ ਇੱਕ ਜਿਹੜਾ ਇਕੋਲੋਜੀਕਲ ਕ੍ਰਾਈਸਿਸ ਜਿਹੜਾ ਸਾਡੇ ਸਾਹਮਣੇ ਆ ਗਿਆ ਪੰਜਾਬ ਵਿੱਚ, ਉਹਨੂੰ ਕੱਢਣ ਵਾਸਤੇ ਕ੍ਰੌਪ ਡਾਇਵਰਸੀਫਿਕੇਸ਼ਨ ਦੀ ਗੱਲ ਹੁੰਦੀ ਹੈ, which is perfectly all right। ਲੇਕਿਨ ਉਸ ਕ੍ਰੌਪ ਡਾਇਵਰਸੀਫਿਕੇਸ਼ਨ ਤਾਂ ਹੀ ਹੋ ਸਕਦਾ ਹੈ ਜਾਂ ਤਾਂ ਹੀ ਉਹਨੂੰ ਅਸੀਂ ਇੱਕ ਇੰਜ਼ਾਮ ਤੱਕ ਲੈ ਕੇ ਜਾ ਸਕਦੇ ਹੈਗੇ ਹਾਂ ਜਦ ਆਪਾਂ ਇਹ ਅਸ਼ੋਰ ਕਰੀਏ ਕਿ ਵੀ ਕਿਸਾਨ ਨੂੰ, ਅਗਰ ਅਸੀਂ ਕਹਿੰਦੇ ਕਿ ਕਣਕ ਔਰ ਝੋਨੇ ਦੇ ਕ੍ਰੌਪਿੰਗ ਪੈਟਰਨ ਤੋਂ ਬਦਲ ਕਰ ਕਿਸੇ ਹੋਰ ਆਲਟਰਨੇਟਿਵ ਕ੍ਰੌਪਸ 'ਤੇ ਜਾਏਗਾ ਤਾਂ ਹੀ ਜਾ ਪਾਏਗਾ। ਜੇ ਉਹਨੂੰ ਉਹ ਜਿਹੜਾ ਆਲਟਰਨੇਟਿਵ ਕ੍ਰੌਪਿੰਗ ਦਾ ਜਿਹੜਾ ਸਿਸਟਮ ਹੈਗਾ ਜਾਂ ਫਾਰਮਿੰਗ ਸਿਸਟਮ ਹੈ ਉਹ ਉਨਾ ਹੀ ਇਕਨੋਮਿਕਲੀ ਵਾਇਬਲ ਹੋਏ ਜਾਂ ਉਹ ਤੋਂ ਵੀ ਜ਼ਿਆਦਾ ਵਾਇਬਲ ਹੋਏ ਜੋ ਅਸੀਂ ਆਲਰੇਡੀ ਉਹਨੂੰ ਦੇ ਰਹੇ ਹੈਗੇ ਹਾਂ। ਉਹਦੇ ਵਾਸਤੇ ਇੱਕ ਮਿਨੀਮਮ ਸਪੋਰਟ ਪ੍ਰਾਈਸ ਨੂੰ ਗਾਰੰਟੀ ਕਰਨਾ, ਬਾਕੀ ਫਸਲਾਂ 'ਤੇ ਵੀ ਜਿਨ੍ਹਾਂ ਦੇ ਉੱਪਰ ਇਸੇ ਪੰਜਾਬ ਵਿੱਚ ਅਸੀਂ ਦੇਖਿਆ ਹੈਗਾ ਜਾਂ ਦੇਸ਼ ਵਿੱਚ ਦੇਖਿਆ ਹੈਗਾ ਜਿਹੜੇ ਵਿੱਚ ਸਿਰਫ ਉਹ ਕਾਗਜ਼ਾਂ ਵਿੱਚ ਰਹਿ ਜਾਂਦਾ ਹੈਗਾ, ਜਦ ਤੱਕ ਕਿਸਾਨ ਨੂੰ ਉਹ ਡਿਲੀਵਰ ਨਹੀਂ ਹੋ ਪਾਏਗਾ ਉਹ ਪੋਸੀਬਲ ਨਹੀਂ ਹੈ ਕਿ ਕਿਸਾਨ ਇੱਕ ਆਲਟਰਨੇਟਿਵ ਕ੍ਰੌਪ ਦੀ ਤਰਫ ਸ਼ਿਫਟ ਕਰੇਗਾ ਜਾਂ ਕ੍ਰੌਪ ਡਾਇਵਰਸੀਫਿਕੇਸ਼ਨ ਤਰਫ ਉਹਦਾ ਬੜਾਵਾ ਹੋਏਗਾ। ਜੇ ਅਸੀਂ ਹੁਣ ਝੋਨੇ ਦੀ ਪੈਦਾਵਾਰ ਨੂੰ ਦੇਖ ਲਈਏ ਵੀ 1 ਏਕੜ ਸਾਡਾ, ਦੇਖੋ ਸਾਡਾ ਐਵਰੇਜ ਝਾੜ ਝੋਨੇ ਦਾ 70 ਕੁਇੰਟਲ ਹੈ ਹੈਕਟੇਅਰ ਦਾ, ਜਾਂ 30 ਕੁਇੰਟਲ ਸਮਝ ਲਓ ਕਿੱਲੇ ਦਾ ਝਾੜ ਹੈ। 30 ਕੁਇੰਟਲ 1960 ਰੁਪਏ ਦੇ ਹਿਸਾਬ ਨਾਲ ਤਕਰੀਬਨ 57-58 ਹਜ਼ਾਰ ਦਾ ਹੋ ਜਾਂਦਾ। ਉਹਦੇ ਉੱਤੇ ਜੇ ਆਪਾਂ 3% ਅਸੀਂ ਮਾਰਕੀਟ ਫੀਸ ਲੈਂਦੇ ਹਾਂ, 3% ਲੈਂਦੇ ਹਾਂ ਉਹਦੇ ਤੇ ਰੂਰਲ ਡਿਵੈਲਪਮੈਂਟ ਫੰਡ, 2.5% ਐਡਮਿਨਿਸਟ੍ਰੇਟਿਵ ਚਾਰਜ ਲੈਂਦੀਆਂ ਜਿਹੜੀਆਂ ਏਜੰਸੀਆਂ ਇਕੱਠੀਆਂ ਕਰਦੀਆਂ, ਤੇ 2.5% ਆੜ੍ਹਤੀਆਂ ਦਾ। ਟੋਟਲ 72-73 ਹਜ਼ਾਰ ਰੁਪਇਆ ਇੱਕ ਕਿੱਲੇ ਚੋਂ ਝੋਨਾ ਪੈਦਾ ਕਰਨ ਤੇ ਭਾਰਤ ਸਰਕਾਰ ਦਾ ਖਰਚਾ ਆਉਂਦਾ। ਤੇ ਉਹ ਤੋਂ ਬਾਅਦ ਜਿਹੜਾ ਪੰਜਾਬ ਸਰਕਾਰ ਦਾ ਖਰਚਾ ਆਉਂਦਾ ਬਿਜਲੀ ਤੇ 5-4 ਹਜ਼ਾਰ ਰੁਪਇਆ, ਉਹ ਵੱਖਰਾ ਹੈ। ਜੇ ਕੇਂਦਰ ਸਰਕਾਰ ਇੰਨੀ ਹੀ ਸੁਰਤਾ ਨਾਲ ਸਾਡੀ ਹੈਲਪ ਕਰੇ ਵੀ 60-70 ਹਜ਼ਾਰ ਰੁਪਇਆ ਕਿੱਲੇ ਦਾ ਸਾਨੂੰ ਹੋਰ ਫਸਲਾਂ ਲਈ ਦੇ ਦੇਵੇ ਤਾਂ ਫਸਲੀ ਵਿਭਿੰਨਤਾ ਤਾਂ ਸ਼ਾਮ ਨੂੰ ਆ ਸਕਦੀ ਹੈ। ਮੱਕੀ ਸਾਡੇ ਕੋਲੇ ਬਹੁਤ ਵਧੀਆ ਫਸਲ ਹੈ ਜਿਹੜੀ ਕਿ ਫਸਲੀ ਵਿਭਿੰਨਤਾ 'ਚ ਆ ਸਕਦੀ ਹੈ। ਐਥਨੋਲ ਬਣਾਉਣੀ ਹੈ ਮੱਕੀ ਤੋਂ, ਇਹ ਮੱਕੀ ਜਿਹੜੀ ਹੈ ਇੱਕ ਅੱਛਾ, ਇਵੇਂ ਜਿਵੇਂ ਬਾਸਮਤੀ ਜਿਹੜੀ ਹੈ ਉਹ ਇੱਕ ਅੱਛਾ ਬਦਲ ਬਣ ਸਕਦੀ ਹੈ। ਉਹਦੇ ਵਾਸਤੇ ਸਿਰਫ ਸਾਨੂੰ ਉਹਦੀ ਪ੍ਰੋਪਰ ਬ੍ਰੈਂਡਿੰਗ ਕਰਨ ਦੀ ਲੋੜ ਹੈ। GI ਸਾਡੇ ਕੋਲ ਹੈਗੀ ਹੈ, ਬ੍ਰੈਂਡਿੰਗ ਕਰੀ ਜਾਈਏ, ਹੌਲੀ ਹੌਲੀ ਉਵੇਂ ਜਿਵੇਂ ਉਹਦਾ ਏਰੀਆ ਵਧਾਈ ਜਾਈਏ। ਤੇ ਇਹ ਜਿਹੜੀਆਂ ਨੇ ਕਪਾਹ ਜਿਹੜੀ ਹੈ ਉਹ ਇੱਕ ਸਾਡਾ ਅੱਛਾ ਬਦਲ ਹੈ। ਦੇਖੋ ਕਪਾਹ ਦਾ ਵੀ ਜੇ MSP ਤੋਂ ਪ੍ਰਾਈਸ ਕਰਦੀ ਹੈ, CCI ਪ੍ਰਾਈਸ ਆਪਰੇਸ਼ਨਸ ਕਰਦੀ ਹੈ, ਔਰ ਉਹ ਪ੍ਰਾਈਸ ਆਪਰੇਸ਼ਨ ਜਿਹੜੇ ਨੇ, ਪ੍ਰਾਈਸ ਸਪੋਰਟ ਆਪਰੇਸ਼ਨ ਜਿਹੜੇ ਨੇ, ਉਹਨਾਂ ਦੇ ਨਾਲ ਤਕਰੀਬਨ ਨੋਰਮਲੀ ਮੇਰਾ ਪਿਛਲੇ 20 ਸਾਲਾਂ ਦਾ ਤਜਰਬਾ ਹੈ, ਲਗਭਗ MSP ਦੇ ਉੱਤੇ ਮੱਕੀ ਨਰਮਾ ਜਿਹੜਾ ਵਿਕਦਾ ਹੈ। ਸਾਡੇ ਨਾਲ ਪਾਕਿਸਤਾਨ ਦਾ ਬਾਰਡਰ ਲੱਗਦਾ ਜੀ, ਉੱਥੇ ਗੰਢਾ ਵੀ ਮਹਿੰਗਾ, ਆਲੂ ਵੀ ਮਹਿੰਗਾ, ਕਿ ਅਸੀਂ ਉੱਥੇ ਨਹੀਂ ਲਿਜਾ ਸਕਦੇ ਜਾਂ ਬਾਹਰਲੇ ਦੇਸ਼ਾਂ 'ਚ ਨਹੀਂ ਵੇਚ ਸਕਦੇ। ਕੋਈ ਸਾਨੂੰ ਜਾਣਕਾਰੀ, ਕੋਈ ਸੁਝਾਅ ਦਿਓ।
ਮੱਧ ਏਸ਼ੀਆ 'ਚ ਜਿੰਨੀਆਂ ਵੀ ਸਬਜ਼ੀਆਂ ਜਾਣ ਸਾਡੇ ਇੱਥੋਂ ਜਾਣ, ਉਹਦੇ ਸਰਕਾਰ ਹੈਲਪ ਕਰੇ। ਇਸ ਤਰ੍ਹਾਂ ਦੀਆਂ ਹੱਬਾਂ ਬਣਾਈਆਂ ਜਾਣ ਜਿੱਥੇ ਸਬਜ਼ੀ ਇਕੱਠੀ ਕਰੀ ਜਾਵੇ, ਜਿੱਥੋਂ ਅੱਗੇ ਭੇਜੀ ਜਾਵੇ। ਇਹ ਸਭ ਤੋਂ ਜ਼ਰੂਰੀ ਹੈ ਸਾਡੀ ਸਟੇਟ ਦੀ ਗਰੋਥ ਲਈ। ਪਰ ਦੇਖੋ ਇੱਥੋਂ ਸਾਡੇ ਕੋਲੋਂ ਤਕਰੀਬਨ 6 ਘੰਟੇ ਦੀ ਫਲਾਈਟ ਤੇ ਆ ਜਿੰਨੇ CIS ਕੰਟਰੀਜ਼ ਨੇ, ਜਿਨੇ ਰਸ਼ੀਆ ਹੈ, ਭਾਵੇਂ ਬਾਕੀ ਕੰਟਰੀ ਨੇ, ਅਜ਼ਰਬੈਜਾਨ ਹੈ, ਉਹਨੇ ਸਾਰੇ ਵੀ ਅੰਮ੍ਰਿਤਸਰ ਤੋਂ 6 ਘੰਟੇ ਦੀ ਫਲਾਈਟ 'ਚ ਅਸੀਂ ਉੱਥੇ ਜਾ ਕੇ ਪਹੁੰਚ ਸਕਦੇ ਹਾਂ। ਅਸੀਂ ਹਰ ਰੋਜ਼ ਸਵੇਰੇ ਇੱਕ ਜਹਾਜ਼ ਤੜਕੇ ਸਬਜ਼ੀਆਂ ਦਾ ਲੱਦ ਕੇ ਤੇ ਉੱਥੇ ਲਿਜਾਦੇ ਹਾਂ। ਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਤਕਰੀਬਨ 20 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ, ਤੇ ਇਵੇਂ ਜਿਵੇਂ ਮੋਹਾਲੀ ਵਾਲੇ ਆਪਣੇ ਏਅਰਪੋਰਟ ਤੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਤੇ ਪਟਿਆਲੇ 'ਚ ਤੇ ਈਵਨ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਆਪਾਂ ਚੰਗੀਆਂ ਸਬਜ਼ੀਆਂ ਦੀ ਪੈਦਾਵਾਰ ਕਰ ਸਕਦੇ ਹਾਂ। ਔਰ ਅਸੀਂ ਰੈਗੂਲਰਲੀ ਦੇਖੋ ਜਿਹੜਾ ਇਹ ਕੰਟਰੀ ਨੇ, ਅਕਤੂਬਰ ਦੇ ਵਿੱਚ ਇੱਥੇ ਇਹ ਬਰਫ਼ ਜੰਮ ਜਾਂਦੀ ਹੈ ਤੇ ਅਪ੍ਰੈਲ ਤੱਕ ਬਰਫ਼ ਇੱਥੇ ਜੰਮੀ ਰਹਿੰਦੀ ਹੈ। ਉੱਥੇ ਤਾਂ ਕੁਝ ਹੁੰਦਾ ਹੀ ਨਹੀਂ। 6 ਮਹੀਨੇ ਇਹ ਦੁਨੀਆ ਦੀ ਦੂਸਰੀ ਮੰਡੀ ਤੋਂ, ਅਰਜਨਟੀਨਾ ਤੋਂ, ਬ੍ਰਾਜ਼ੀਲ ਤੋਂ, ਦੁਬਈ ਤੋਂ ਸਬਜ਼ੀਆਂ ਮੰਗਾ ਕੇ ਖਾਂਦੇ ਨੇ। ਤਾਂ ਬਹੁਤ ਵੱਡੀ ਮਾਰਕੀਟ ਹੈ, ਕੋਈ ਪ੍ਰੋਬਲਮ ਨਹੀਂ ਹੈ। ਔਰ ਅਸੀਂ ਜਿਹੜੀ ਕਿ ਚਲੋ ਮਹਿਕਮੇ ਦਾ ਕੰਮ ਹੈ ਜਾਂ ਸਰਕਾਰ ਦਾ ਕੰਮ ਹੈ ਲੋਕਾਂ ਨੂੰ ਐਜੂਕੇਟ ਕਰਨਾ। ਦੂਜਾ ਹੈ ਵੀ ਅਸੀਂ ਉਹਨੂੰ ਇੱਕ ਅੱਛਾ, ਇਹਨਾਂ ਦੋਨਾਂ ਏਅਰਪੋਰਟ ਦੇ ਉੱਤੇ ਇੱਕ ਅੱਛਾ ਪੈਰੀਸ਼ੇਬਲ ਕਾਰਗੋ ਸੈਂਟਰ ਬਣਾ ਲਈਏ। ਤੇ ਤੀਜਾ ਇਹਨੂੰ ਰੈਗੂਲਰਲੀ ਹਰ ਰੋਜ਼ 6 ਮਹੀਨੇ ਕੋਆਪਰੇਟਿਵ ਫਾਰਮਿੰਗ, ਇਹ ਦੋਨੇ ਚੀਜ਼ਾਂ ਬਾਰੇ ਦੇਖੋ। ਕੋਆਪਰੇਟਿਵ ਹੁਣ ਰੌਲਾ ਕੀ ਹੈ ਵੀ ਦੋ ਚੀਜ਼ਾਂ ਨੇ। ਇੱਕ ਤਾਂ ਹੈ ਆਮਦਨ ਵਾਸਤੇ ਤੁਹਾਡਾ ਖਰਚਾ ਕੀ ਹੈ ਤੇ ਤੁਹਾਨੂੰ ਮੁੱਲ ਕੀ ਮਿਲਦਾ। ਵੀ ਜੇ ਅਸੀਂ ਆਪਣਾ ਖਰਚਾ ਘੱਟ ਕਰਦੇ ਹਾਂ, ਉਹਦੇ ਨਾਲ ਵੀ ਸਾਡੀ ਆਮਦਨ ਵੱਧਦੀ ਹੈ। ਉਹ ਜਿੰਨਾ ਕੁ ਉਹਨੇ ਕਰਜ਼ਾ ਲੈ ਕੇ ਲਾਉਂਦਾ ਹੈ, ਉਨੀ ਕੁ ਉਹਨੂੰ ਆਮਦਨ ਹੁੰਦੀ ਹੈ। ਉਹ ਮੁੜ ਕੇ ਖਰਚਾ ਫਿਰ ਉੱਥੇ ਦਾ ਉੱਥੇ, ਉਹਨੇ ਟਿਊਬਵੈਲ ਬਹਿ ਜਾਂਦਾ, ਉਹਨੇ ਜਿਹਨੂੰ ਟਿਊਬਵੈਲ ਫਿਰ ਬਹਿ ਜਾਂਦਾ ਹੈ, ਪਾਣੀ ਥੱਲੇ ਚਲਾ ਜਾਂਦਾ ਹੈ, ਡੂੰਘਾ ਕਰਨਾ ਪੈ ਜਾਂਦਾ ਹੈ, ਮੋਟਰ ਵੱਡੀ ਲਾਉਣੀ ਪੈ ਜਾਂਦੀ ਹੈ, ਲੋਡ ਵਧਾਉਣ ਵਾਸਤੇ ਪੈਸੇ ਦੇਣੇ ਪੈ ਜਾਂਦੇ ਨੇ। ਗੱਲ ਉੱਥੇ ਜਾ ਵੜਦੀ, ਹਿਸਾਬ ਬਰਾਬਰ ਹੋ ਜਾਂਦਾ, ਹਿਸਾਬ ਬਰਾਬਰ। ਇਸ ਲਈ ਈਵਨ ਟਿਊਬਵੈਲਾਂ ਦੇ ਵਿੱਚ ਵੀ ਸਹਿਕਾਰਤਾ ਕੀਤੀ ਜਾਂਦੀ। ਹੁਣ ਸਾਡੇ ਅਸੀਂ ਇੱਕ ਸਰਵੇ ਕੀਤਾ ਸੀ ਵੀ ਐਵਰੇਜ ਜਿਹੜਾ ਟਿਊਬਵੈਲ ਹੈ ਸਾਡਾ ਤਕਰੀਬਨ 400 ਘੰਟਾ ਕਿਸਾਨ ਦਾ ਚੱਲਦਾ 5 ਕਿੱਲਿਆਂ ਵਾਲੇ ਦਾ, ਜਦ ਕਿ ਸਾਲ ਦੇ ਘੰਟੇ ਤਾਂ ਤੁਸੀਂ ਗਿਣ ਲਓ ਕਿੰਨੇ ਨੇ। ਜਿੰਨਾ ਮਰਜ਼ੀ ਤੁਸੀਂ ਮਤਲਬ ਘੱਟੋ ਘੱਟ ਜਿਹੜਾ ਟਿਊਬਵੈਲ 5 ਏਕੜ 8 ਏਕੜ ਪਾਲਦਾ ਹੈ, ਉਹ ਆਰਾਮ ਨਾਲ 40 ਏਕੜ ਪਾਲ ਸਕਦਾ। 40 ਏਕੜਾਂ ਮਗਰ ਇੱਕ ਟਿਊਬਵੈਲ ਲਾ ਕੇ ਜੇ ਸਾਰੇ ਜਣੇ ਉਹ ਤੋਂ ਪਾਣੀ ਲੈਣ, ਸਾਰੇ ਜਣੇ ਵਰਤਣ, ਕੋਈ ਦਿੱਕਤ ਨਹੀਂ ਹੈ। ਤੇ ਖਰਚਾ ਕਿੰਨਾ ਘਟਦਾ ਹੈ। ਇਹ ਐਂ ਟਰੈਕਟਰਾਂ ਦਾ ਵੀ ਹੈ ਤੇ ਇਵੇਂ ਜਿਵੇਂ ਮਸ਼ੀਨਰੀ ਦਾ ਹੈ ਵੀ ਜਿੰਨੇ ਸਾਡੇ ਕੋਲ ਟਰੈਕਟਰ ਨੇ ਉਹਨੇ 4.25 ਲੱਖ ਟਰੈਕਟਰ ਨੇ ਤੇ 42 ਲੱਖ ਅਸੀਂ ਦੱਸੋ ਏਕੜ ਸਾਡਾ ਰਕਬਾ। ਟਰੈਕਟਰ ਤਾਂ ਇੰਨੇ ਆਪਣੇ ਸਾਰੇ ਦੇਸ਼ ਦੀ ਵਾਰੀ ਹੈ ਭਲਾ ਜ਼ਮੀਨ। ਇਸ ਲਈ ਸਹਿਕਾਰਤਾ ਵੱਲ ਸਾਨੂੰ ਤੁਰਨਾ ਚਾਹੀਦਾ। ਮੈਂ ਤਾਂ ਕਈ ਵਾਰੀ ਇਹ ਵੀ ਕਹਿੰਦਾ ਹੁੰਦਾ ਵੀ ਬਾਹਲੀ ਨਹੀਂ ਕਰਨੀ ਯਾਰ, ਆਪਾਂ ਆਪਣੇ ਦਾਦੇ ਤੱਕ ਪੜਦਾਦੇ ਤੱਕ ਵੀ ਆਪਾਂ ਇਕੱਠੇ ਹੋ ਕੇ ਖੇਤੀ ਕਰ ਲਈਏ ਨਾ, ਤੇ ਉਹਨੇ ਨਾਲ ਵੀ ਆਪਣਾ ਕੰਮ ਕਾਫੀ ਜ਼ਿਆਦਾ ਠੀਕ ਹੋ ਸਕਦਾ। ਹੁਣ ਆਪਾਂ ਹਮੀਰ ਜੀ ਵਾਲਾ ਵਿਸ਼ਾ, ਮਜ਼ਦੂਰ ਭਾਈ ਕੁਝ ਦੱਸ ਰਹੇ ਨੇ, ਕਹਿ ਰਹੇ ਨੇ, ਜ਼ਰਾ ਸੁਣ ਲਈਏ ਕੀ ਕਹਿ ਰਹੇ ਨੇ। ਹਮੀਰ ਸਿੰਘ ਜੀ, ਅਸੀਂ ਨਰੇਗਾ ਸਕੀਮ ਦੇ ਵਿੱਚ ਕੰਮ ਕਰਦੇ ਹਾਂ। ਅਸੀਂ ਤੁਹਾਡੇ ਏਜੰਡੇ ਰਾਹੀਂ ਇਹ ਜਾਣਨਾ ਚਾਹੁੰਦੇ ਹਾਂ, ਅਰਜ਼ੀ ਨਹੀਂ ਲੱਗੀ ਗਈ, ਸਾਨੂੰ ਕੰਮ ਤੋਂ ਮੋੜ ਦਿੱਤਾ ਜਾਂਦਾ, ਕਦੇ ਸਾਡੇ ਪੈਸੇ ਨਹੀਂ ਆਉਂਦੇ। ਮਨਰੇਗਾ ਦਾ ਜਿਹੜਾ ਸਵਾਲ ਹੈ ਸਭ ਤੋਂ ਵੱਡਾ, ਕਿਉਂਕਿ ਅਸਲ ਦੇ ਵਿੱਚ ਜਿਹੜੀ ਪਹਿਲਾਂ ਖੇਤੀ ਦੀ ਗੱਲ ਚੱਲਦੀ ਸੀ ਉਹ ਪੇਂਡੂ ਅਰਥ ਵਿਵਸਥਾ ਦਾ ਮਾਮਲਾ, ਅਸਲ 'ਚ ਇਕੱਲਾ ਖੇਤੀ ਦਾ ਨਹੀਂ, ਕਿਉਂਕਿ ਪੇਂਡੂ ਅਰਥ ਵਿਵਸਥਾ ਦੇ ਵਿੱਚ ਮਜ਼ਦੂਰ ਵੀ ਹੈ, ਕਾਰੀਗਰ ਵੀ ਹੈ, ਦੁਕਾਨਦਾਰ ਵੀ ਹੈ, ਸਾਰੇ ਲੋਕ ਨੇ। ਔਰ ਜਿਵੇਂ ਜਿਵੇਂ ਟੈਕਨੀਕ ਵੱਧ ਰਹੀ ਹੈ ਤਾਂ ਬੇਰੁਜ਼ਗਾਰੀ ਪਿੰਡਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਫੈਲ ਰਹੀ ਹੈ। ਸ਼ਾਇਦ ਇਸੇ ਕਰਕੇ ਹੀ ਜਿਹੜਾ ਘੱਟੋ ਘੱਟ ਪਹਿਲੀ ਵਾਰ ਇਸ ਦੇਸ਼ ਦੇ ਵਿੱਚ 100 ਦਿਨ ਦੇ ਰੁਜ਼ਗਾਰ ਦੀ ਸੰਵਿਧਾਨਕ ਗਰੰਟੀ ਦਿੱਤੀ ਗਈ ਹੈ 2005 ਦੇ ਮਨਰੇਗਾ ਕਾਨੂੰਨ ਦੇ ਤਹਿਤ। ਇਹ ਇੱਕੋ ਇੱਕ ਐਸੀ ਚੀਜ਼ ਹੈ, ਅਧਿਕਾਰ, ਕਿ ਗੌਰਮੈਂਟ ਦੇ ਖਜ਼ਾਨੇ 'ਚ ਹੋਵੇ ਨਾ ਹੋਵੇ, ਤੁਹਾਨੂੰ ਮੰਗੇ ਉੱਤੇ ਕੰਮ ਮਿਲੂਗਾ ਔਰ ਦੇਣਾ ਪਊਗਾ। ਤੇ ਕੋਈ ਵੀ ਅਦਾਲਤ ਜਾ ਸਕਦਾ, ਜਿਹਨੂੰ ਫੰਡਾਮੈਂਟ ਬੁਨਿਆਦੀ ਅਧਿਕਾਰ ਦਾ ਮਤਲਬ ਹੁੰਦਾ ਕਿ ਤੁਹਾਨੂੰ ਨਹੀਂ ਦਿੰਦੇ ਤਾਂ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹੋ। ਪਰ ਪੰਜਾਬ ਦੇ ਵਿੱਚ ਇਹ ਹੈ ਕਿ ਮੰਗ ਦਾ ਸਿਲਸਿਲਾ ਸ਼ੁਰੂ ਨਹੀਂ ਹੋਇਆ ਕਦੇ ਅਸਲ 'ਚ, ਕਿ ਮਜ਼ਦੂਰ ਜਾਂ ਆਮ ਬੰਦਾ ਕੰਮ ਦੀ ਅਰਜ਼ੀ ਦੇਵੇ, ਅਰਜ਼ੀ ਦੀ ਰਸੀਦ ਲੈ ਲੇ, ਤੇ ਜੇ ਕੰਮ 15 ਦਿਨਾਂ ਦੇ ਅੰਦਰ ਅੰਦਰ ਨਹੀਂ ਦਿੱਤਾ ਤਾਂ ਤੁਸੀਂ ਬੇਰੁਜ਼ਗਾਰੀ ਭੱਤੇ ਦੇ ਹੱਕਦਾਰ ਹੋ। ਪਹਿਲੇ 1 ਮਹੀਨੇ ਦੇ ਵਾਸਤੇ ਦਿਹਾੜੀ ਦਾ ਚੌਥਾ ਹਿੱਸਾ, ਤੇ ਅਗਲਾ ਜਿਹੜਾ ਬਚਦਾ ਸਮਾਂ ਉਹਦੇ ਅੱਧੀ ਦਿਹਾੜੀ ਘਰ ਬੈਠੇ ਦੇਣੀ ਪਊਗੀ। ਕਾਨੂੰਨ ਇਹ ਕਹਿੰਦਾ ਇਸ ਮਾਮਲੇ ਦੇ ਵਿੱਚ। ਤੇ ਉਦੋਂ ਬਾਅਦ ਅਗਲਾ ਸਵਾਲ ਇਹ ਆ ਜਾਂਦਾ ਕਿ ਜਦੋਂ ਤੁਹਾਡਾ ਕੰਮ ਹੁੰਦਾ ਹੈ, ਤੁਹਾਨੂੰ ਕੰਮ ਅਲਾਟ ਕਰ ਦਿੱਤਾ ਜਾਂਦਾ ਹੈ, ਤਾਂ ਇੱਕ ਮਾਸਟਰ ਰੋਲ ਨਿਕਲਦਾ ਹੈ ਤੇ ਨਿਯੁਕਤੀ ਪੱਤਰ ਦਿੱਤਾ ਜਾਂਦਾ ਹੈ, ਜਿਹੜਾ ਕਿ ਅਜੇ ਤੱਕ ਪੰਜਾਬ 'ਚ ਕਿਤੇ ਨਹੀਂ ਦਿੱਤਾ ਜਾ ਰਿਹਾ, ਔਰ ਥੋੜੇ ਥਾਵਾਂ ਤੇ ਦੇਣਾ ਸ਼ੁਰੂ ਕੀਤਾ ਗਿਆ। ਬੇਈਮਾਨੀ ਕਿੱਥੇ ਹੈ? ਉਹਦੇ ਨਾਲ ਬੇਈਮਾਨੀ ਸਾਰੇ ਰਲ ਕੇ ਅਸਲ ਦੇ ਵਿੱਚ ਹੈ। ਜੇ ਉਹ ਕਾਗਜ਼ ਪੱਤਰ ਪੂਰਾ ਹੋ ਜਾਂਦਾ ਹੈ ਤਾਂ ਇੱਥੋਂ ਤੱਕ ਗਵਰਨਮੈਂਟ ਆਫ ਇੰਡੀਆ ਦਾ ਇੱਕ ਸਰਕੂਲਰ ਹੈ ਕਿ ਜਿਹੜੇ ਲੈਵਲ ਤੇ ਬੇਈਮਾਨੀ ਹੋਈ ਉਹਦੀ ਤਨਖਾਹ ਚੋਂ ਕੱਟ ਕੇ ਦਿੱਤਾ ਜਾ ਸਕਦਾ। ਫਿਰ ਉਹ ਸਾਰੇ ਮਿਲਦੇ ਨੇ ਅਸਲ ਦੇ ਵਿੱਚ ਉਸ ਸਾਰੇ ਮਾਮਲੇ ਦੇ ਵਿੱਚ। ਹੁਣ ਉਹਦੇ 'ਚ ਕੀ ਹੋ ਜਾਂਦਾ ਹੈ ਕਿ ਜਦੋਂ ਉਹ ਹਾਜ਼ਰੀ ਕੱਚੀ ਕਾਪੀ ਤੇ ਲਾਉਂਦੇ ਨੇ
ਕੱਚੀ ਕਾਪੀ ਤੇ ਹਾਜ਼ਰੀ ਲਾ ਲਈ, ਮਾਸਟਰ ਹੁਣ ਨਿਕਲੇ ਨਹੀਂ ਹੋਇਆ, ਉਹ 'ਚ ਹਾਜ਼ਰੀ ਨਹੀਂ, ਉਹ 'ਚ ਹੇਰਾ ਫੇਰੀ ਹੈ। ਕਿੰਨੀਆਂ ਖਬਰਾਂ ਛਪਦੀਆਂ ਨੇ, ਸਰਪੰਚ ਦੇ ਘਰ ਹੀ ਜਾਈ ਜਾਂਦਾ ਇੱਕ ਮਜ਼ਦੂਰ ਦਾ ਪੈਸਾ, ਤਾਂ ਕਿਉਂਕਿ ਉਹ ਹਾਜ਼ਰੀ ਉਹ ਆਪਣੀ ਲਾ ਦਿੰਦੇ, ਤੇ ਜਿਹੜਾ ਜੈਨ ਨੂੰ ਕੰਮ ਕਰਕੇ ਆਇਆ ਜਦੋਂ ਪੱਕੇ ਤੇ ਚੜਾਉਣਾ ਉਹਦਾ ਹਾਜ਼ਰੀ ਨਹੀਂ ਜਾਂਦਾ ਵਿਚਾਰੇ। ਉਹਾਂ ਦੇ ਲਈ ਕਿਹਨੂੰ ਕਹੀਏ ਜਾ ਕੇ ਤੇ ਕਿਵੇਂ ਕਹੀਏ ਕਿ ਫਿਰ ਐਕਸ਼ਨ ਹੋ ਸਕੇ? ਜ਼ਿਲ੍ਹੇ ਲੈਵਲ ਤੇ ਆਬਟਸਮੈਨ ਬਣਿਆ, ਜਿਹਨੂੰ ਲੋਕਪਾਲ ਦਾ ਨਾਮ ਦੇ ਦਿਓ, ਚਾਹੇ ਉੱਥੇ ਵੀ ਜਾ ਸਕਦੇ ਹੋ ਤੁਸੀਂ। ਸ਼ਿਕਾਇਤ ਇੰਟਰਨੈਟ ਤੇ ਜਾ ਕੇ ਸਿੱਧੀ ਭਾਰਤ ਸਰਕਾਰ ਨੂੰ ਵੀ ਪਾ ਸਕਦੇ ਹੋ, ਸ਼ਿਕਾਇਤ ਇੱਥੇ ਜੁਆਇੰਟ ਡਿਵੈਲਪਮੈਂਟ ਕਮਿਸ਼ਨਰ ਜਿਹੜਾ ਇਹਦਾ ਇੰਚਾਰਜ ਆ ਉਹਨੂੰ ਵੀ ਪਾ ਸਕਦੇ ਹੋ। ਪਰ ਇਹਨਾਂ ਸ਼ਿਕਾਇਤਾਂ ਤੋਂ ਵੀ ਜ਼ਿਆਦਾ ਪਹਿਲਾਂ ਤਾਂ ਦੋ ਗੱਲਾਂ ਉਹਨਾਂ ਨੂੰ ਖੁਦ ਕਰਨੀਆਂ ਪੈਣਗੀਆਂ। ਜਿਹੜੀ ਵੀ ਅਰਜੀ ਕਿਸੇ ਅਧਿਕਾਰੀ ਨੂੰ ਦਿੱਤੀ ਉਹਦੀ ਰਸੀਦ ਲੈਣੀ ਜ਼ਰੂਰੀ ਹੈ, ਸਭ ਤੋਂ ਵੱਡੀ ਗੱਲ, ਕਿਉਂਕਿ ਤੁਹਾਡੇ ਕੋਲ ਸਬੂਤ ਹੋਣਾ ਚਾਹੀਦਾ। ਅਧਿਕਾਰੀ ਕੀ ਕਰਦਾ, ਤੁਹਾਡੇ ਕੋਲ 200 ਅਰਜੀ ਆ ਗਈ, ਜਦੋਂ ਟਾਈਮ ਦੇ ਵਿੱਚ ਤੁਸੀਂ ਕੰਮ ਨਹੀਂ ਦਿੱਤਾ ਉਹ ਪਾੜਿਆ ਤੇ ਰੱਦੀ 'ਚ ਸੁੱਟਤੀ, ਤੁਹਾਡੇ ਕੋਲ ਕੋਈ ਸਬੂਤ ਨਹੀਂ। ਔਰ ਦੂਜੀ ਗੱਲ ਇਹ ਵੀ ਹੈ ਕਿ 5 ਏਕੜ ਤੱਕ ਵਾਲਾ ਕਿਸਾਨ ਤਾਂ ਆਪਣੇ ਖੇਤ 'ਚ ਕੰਮ ਕਰਕੇ ਦਿਹਾੜੀ ਵੀ ਲੈ ਸਕਦਾ। ਅੱਛਾ, 5 ਏਕੜ ਤੱਕ ਵਾਲਾ, ਪਰ ਕਿਹੜੀ ਉਦੋਂ ਘੱਟ ਵਾਲਾ ਕੋਈ ਉਹਦੇ 'ਚ 28 ਕੰਮ ਨੇ। ਅੱਛਾ, ਮਤਲਬ ਕਣਕ ਝੋਨਾ ਨਹੀਂ, ਸਗੋਂ ਸਾਡੇ ਲਈ ਤਾਂ ਇਹ ਬਹੁਤ ਫਾਇਦੇਮੰਦ ਹੈ। ਜਿਹਦੇ ਜਿੰਨੀ ਬਾਗਬਾਨੀ ਹੈ ਟੋਟਲ ਬਾਗਬਾਨੀ ਇਹਦੇ ਦਾਇਰੇ 'ਚ ਆਉਂਦੀ ਹੈ। ਉਹਦਾ ਮਟੀਰੀਅਲ ਦੀ ਲਾਗਤ ਵੀ ਨਾਲ ਬੰਦੇ ਨੂੰ ਮਿਲੂਗੀ ਤੇ ਨਾਲ ਜਿਹੜੀ ਦਿਹਾੜੀ ਵੀ ਮਿਲਣੀ ਹੈ। ਕੰਮ ਤਾਂ ਬੰਦਾ ਆਪ ਹੀ ਕਰਦਾ ਹੈ। ਔਰ ਇਸੇ ਤਰ੍ਹਾਂ ਜਿੰਨੀ ਜੈਵਿਕ ਖੇਤੀ ਹੈ ਉਹ ਸਾਰੀ ਇਹਦੇ ਵਿੱਚ ਆਉਂਦੀ ਹੈ। ਉਹ ਜਿੰਨਾ ਮਰਜੀ ਜਿਹੜੇ ਸੈੱਡ ਪਾਉਣੇ ਨੇ, ਕੈਟਲ ਸੈੱਡ ਜਿਹਨੂੰ ਆਪਾਂ ਪਸ਼ੂਆਂ ਦੇ ਦੁਧਾਰੂ ਪਸ਼ੂਆਂ ਲਈ, ਉਹ ਵੀ ਇਹਦੇ ਚੋਂ ਪੈ ਸਕਦੇ ਨੇ। ਮੁਰਗੀ ਪਾਲਣਾ ਉਹਦੇ ਸੈੱਡ ਨੇ, ਉਹ ਇਹਦੇ ਚੋਂ ਪੈ ਸਕਦੇ ਨੇ। ਹੋਰ ਕੋਈ ਬੱਕਰੀਆਂ ਤੋਂ ਲੈ ਕੇ ਜਿਹੜੇ ਸਹਾਇਕ ਧੰਦੇ ਨੇ ਜਿਹਨੂੰ ਆਪਾਂ ਕਹਿੰਦੇ ਖੇਤੀਬਾੜੀ, ਸਾਰੇ ਕਵਰਡ ਹੈ ਫਿਰ ਤਾਂ, ਉਹ ਸਾਰੇ ਇਹਦੇ ਚ ਕਵਰ ਹੁੰਦੇ ਨੇ। ਪੰਜਾਬ ਵਰਗੇ ਸੂਬੇ ਲਈ ਤਾਂ ਇੱਕ ਨਿਆਮਤ ਹੈ ਜੇਕਰ ਦੇਖਿਆ ਜਾਏ ਵੀ। ਸਰਕਾਰਾਂ ਨੂੰ ਇਹ ਪਤਾ ਹੀ ਨਹੀਂ ਕਿ ਸਰਕਾਰਾਂ ਲੁਕੋ ਕੇ ਰੱਖਦੀਆਂ। ਫਿਰ ਮੈਨੂੰ ਦੋਨੇ ਹੀ ਗੱਲਾਂ ਲੱਗਦੀਆਂ ਨੇ, ਦੋਨੇ ਹੀ। ਇੱਕ ਤਾਂ ਨਲਾਇਕੀ ਵੀ ਹੈ ਕਿਉਂਕਿ ਸਾਡੀ ਸਮਝਦੀ ਉਹ ਨਹੀਂ। ਔਰ ਮੈਂ ਇਸੇ ਲਈ ਦਾਅਵੇ ਨਾਲ ਕਹਿੰਦਾ 117 ਐਮਐਲਏ ਨੇ 2 ਵੀ ਲੱਭ ਦੋ ਜੇ ਮਨਰੇਗਾ ਐਕਟ ਕਿਸੇ ਨੇ ਪੜਿਆ ਹੋ। ਨਹੀਂ ਉਹ ਛੋਟੇ ਸੀ, ਜਿਹੜਾ ਉਹ ਛੋਟੇ ਸੀ ਉਹ ਜਦੋਂ ਇਹ ਐਕਟ ਬਣਿਆ ਸੀਗਾ। ਸਮਾਜਿਕ ਕਮਿਟਮੈਂਟ ਵੀ ਨਹੀਂ ਰਹੀ, ਮੈਨੂੰ ਕਮਿਟਮੈਂਟ ਨਹੀਂ ਰਹੀ। ਉਹ ਕਹਿੰਦਾ ਚੱਲ ਇਹਦੇ ਤੋਂ ਕੀ ਲੈਣਾ, ਇਹ ਚੋਂ ਕਿਹੜਾ ਮਲਾਈ ਨਿਕਲਦੀ ਹੈ ਖਾਣ ਨੂੰ। ਇਹ ਇੱਕ ਬੜਾ ਵੱਡਾ ਕੰਮ ਹੈ। ਪਰ ਇਹਦੇ ਨਾਲ ਤੁਸੀਂ ਰੁਜ਼ਗਾਰ ਕਿੰਨਾ ਪੈਦਾ ਹੁੰਦਾ ਤੇ ਰੁਜ਼ਗਾਰ ਇਹ ਹੈ ਕਿ ਹਰ 40 ਜੌਬ ਕਾਰਡਾਂ ਪਿੱਛੇ ਇੱਕ ਮੇਟ ਭਰਤੀ ਕਰਨਾ, ਨਿਗਰਾਨ ਜਿਹੜਾ ਉਹਨਾਂ ਦੀ ਹਾਜ਼ਰੀ ਲਾਉਂਦਾ ਹੈ, ਜਾਂ ਜਿਹੜੇ ਮਨਰੇਗਾ ਮਜ਼ਦੂਰਾਂ ਦੇ 20,58,000 ਜੌਬ ਕਾਰਡ ਬਣਿਆ ਹੋਇਆ। ਠੀਕ ਹੈ, ਇਹਦਾ ਮਤਲਬ 50,000 ਬੰਦਾ ਤਾਂ ਅਸੀਂ ਕੱਲ ਨੂੰ ਭਰਤੀ ਕਰ ਸਕਦੇ ਹਾਂ। ਇਹਦਾ ਪੈਸਾ ਪੰਜਾਬ ਦੇ ਖਜ਼ਾਨੇ ਚੋਂ ਨਹੀਂ ਜਾਂਦਾ, ਇੱਕ ਸਾਰਾ ਕੇਂਦਰ ਸਰਕਾਰ ਦਾ। ਆਹ ਸਭ ਤੋਂ ਅਹਿਮ ਗੱਲ ਹੈ, 100% ਪੈਸਾ ਦਿਹਾੜੀ ਦਾ ਉੱਥੋਂ ਆਉਣਾ। ਜਿੰਨੇ ਹੁਣ ਕੁਝ ਨਹੀਂ ਲੱਗ ਰਹੇ ਨੇ, ਜਿੰਨੇ ਹੁਣ ਪੰਜਾਬ ਕੰਮ ਕਰ ਰਹੇ ਨੇ ਉਹਦੇ ਨਾਲ ਪਲੱਸ 50,000 ਨੂੰ ਹੋਰ 50,000 ਨੂੰ ਜਿਹਨੇ ਦਿਹਾੜੀ ਨਹੀਂ ਕਰਨੀ, ਹਾਜ਼ਰੀ ਵਾਲਾ ਕੰਮ ਕਰਨਾ, ਵਧੀਆ ਰੁਜ਼ਗਾਰ ਨਿਗਰਾਨੀ ਰੱਖਣੀ, ਉਹਨੂੰ ਜਿਹੜਾ ਅਰਧ ਕੁਸ਼ਲ ਮਜ਼ਦੂਰ ਹੈ ਉਹਦੇ ਬਰਾਬਰ ਤਨਖਾਹ ਮਿਲਣੀ ਹੈ ਜਿਹੜਾ ਸਾਡੇ ਹੈ। ਔਰ ਦੂਜੀ ਗੱਲ ਇਹ ਹੈ ਕਿ ਹਰ ਪਿੰਡ 'ਚ ਇੱਕ, ਵੱਡੇ ਪਿੰਡ 'ਚ ਇੱਕ ਤੋਂ ਵੱਧ, ਅੱਛਾ ਜੀ, ਇੱਕ ਰੁਜ਼ਗਾਰ ਸਹਾਇਕ ਭਰਤੀ ਕਰਨਾ ਤੇ 13,000 ਤੋਂ ਵੱਧ ਉਹ ਜਦ ਮਰਜੀ ਭਰਤੀ ਕਰ ਲਓ। ਪਿੰਡ ਨੇ 13,000 ਉਹਦੇ ਚੋਂ 15 ਤੋਂ 20,000 ਰੁਪਈਆ ਉਹਨੂੰ ਮਿਲੂਗੀ ਮਹੀਨੇ ਦਾ, ਉਹ ਵੀ ਮਨਰੇਗਾ ਚੋਂ ਦਿਹਾੜੀ ਮਿਲੂ। ਫਿਰ 2500 ਜੌਬ ਕਾਰਡ ਦੇ ਪਿੱਛੇ ਇੱਕ 4 ਜੂਨੀਅਰ ਇੰਜੀਨੀਅਰ ਭਰਤੀ ਕਰਨ ਨੇ, ਜਿਹੜੇ ਡਿਪਲੋਮਾ ਹੋਲਡਰ ਫਿਰਦੇ ਨੇ, ਜਿਹੜੇ ਕੰਮ ਕਰਨਗੇ, ਜਿਹੜੇ ਡੰਡੇ ਖਾ ਰਹੇ ਨੇ। ਹਾਂ, ਜਿਹੜੇ ਡੰਡੇ ਖਾ ਰਹੇ ਨੇ। ਹਾਂ ਵੀ ਉਹਨਾਂ ਨੇ ਵੀ ਤੁਸੀਂ ਕੋਈ ਪਾਣੀ ਦੀ ਬੱਚਤ ਦਾ ਕੰਮ ਕਰਨਾ, ਕੋਈ ਹੋਰ ਕੰਮ ਕਰਨਾ, ਉਹਦੀ ਪਲੈਨਿੰਗ, ਉਹਦੀ ਟੈਕਨੀਕਲ ਪਲੈਨਿੰਗ, ਉਹਨੂੰ ਉੱਕਾ ਪੁੱਕਾ 25,000 ਦਿੱਤਾ ਜਾ ਸਕਦਾ। ਉਹਦੇ ਚ ਪੈਸੇ ਵੀ ਲਿਖ ਸਕਦੇ ਵੀ ਤਨਖਾਹ ਇੰਨੀ ਦੇਣੀ ਹੈ, ਉਹ ਆਪਣੇ ਘਰ 'ਚ ਜਿਹੜੀ ਉਹ ਸਾਰੇ ਮਾਮਲੇ ਦੇ ਵਿੱਚ ਦੇਣੀ ਹੈ। ਇਹ ਜੇ ਤੁਸੀਂ ਰਲਾਓ ਤਾਂ ਘੱਟੋ ਘੱਟ 75,000 ਨੌਕਰੀ ਬਣਦੀ ਹੈ, ਜਿੱਥੇ ਪੰਜਾਬ ਸਰਕਾਰ ਦਾ ਢੇਲਾ ਨਹੀਂ ਲੱਗਦਾ। ਸਰਕਾਰ ਕਹਿੰਦੀ ਬਾਕੀ ਬੰਦੇ ਸਰਕਾਰ ਕਹਿੰਦੀ ਲੱਖ ਨੂੰ ਦੇ ਰਹੇ ਹਾਂ ਨਾ, ਹਾਂ ਲੱਖ ਨੂੰ ਦੇ ਰਹੇ, ਜਿਹੜੀ 75 ਦੇ ਵੱਟਦੇ ਪਈ ਉਹ ਤਾਂ ਚੱਕਦੇ। ਇਹਦੇ 'ਚ ਤਾਂ ਤੁਹਾਡਾ ਪੈਸਾ ਵੀ ਨਹੀਂ ਲੱਗਦਾ, ਤੁਸੀਂ ਆਪਣੇ ਤਰੀਕੇ ਨਾਲ ਮਤਲਬ ਉਹਨੂੰ ਲਾਗੂ ਹੀ ਕਰਨਾ ਹੈ। ਸੰਵਿਧਾਨ ਹੈ, ਕਾਨੂੰਨ ਹੈ। ਜਿਹੜੇ ਪਿੰਡਾਂ ਦੇ ਵਿੱਚ ਮਾੜਾ ਮੋਟਾ ਕੰਮ ਹੁਣ ਹੋ ਰਿਹਾ, ਪਿਛਲੇ 13 ਸਾਲਾਂ ਤੋਂ ਪੰਜਾਬ ਦੇ ਬਜਟ ਚੋਂ 1 ਰੁਪਈਆ ਕਿਸੇ ਪਿੰਡ ਨੂੰ ਨਹੀਂ ਗਿਆ। 1 ਰੁਪਈਆ, 62% ਆਬਾਦੀ ਹੈ। ਇਹ ਅਪਰਾਧ ਨਹੀਂ ਹੈ ਪੰਜਾਬ ਦੇ ਲੋਕਾਂ ਨਾਲ? ਐਲਾਨ ਤਾਂ ਰੋਜ਼ ਹੁੰਦੇ ਆ ਜੀ, ਰੋਜ਼ ਐਲਾਨ, ਇਹੀ ਤਾਂ ਰੋਲ ਹੈ। ਫਿਰ ਕਿਉਂ ਨਹੀਂ ਗਿਆ? ਬਸ ਡਾਕੂਮੈਂਟ ਦਾ ਬੜਾ ਵੀ ਲਿਖਿਆ ਹੁੰਦਾ, ਬਜਟ ਦਾ ਬਹੁਤ ਕੁਝ ਲਿਖਿਆ ਹੁੰਦਾ। ਇਹੀ ਜਿਹੜੇ ਸਾਡੇ ਐਸੇ ਪੰਚਾਇਤੀ ਰਾਜ ਕਾਨੂੰਨ ਦੇ ਮੁਤਾਬਕ ਲਖਣਪਾਲ ਦੀ ਅਗਵਾਈ 'ਚ ਕਮਿਸ਼ਨ ਬਣਿਆ ਹੋਇਆ ਸਾਡਾ ਸਟੇਟ ਫਾਈਨਾਂਸ ਕਮਿਸ਼ਨ, ਉਹਦੀ ਰਿਪੋਰਟ ਆ 3 ਮਹੀਨੇ ਪਹਿਲਾਂ ਦਿੱਤੀ ਹੈ ਤੇ 1 ਰੁਪਈਆ ਨਹੀਂ ਗਿਆ। ਫਿਰ ਲੋਕ ਪੁੱਛਦੇ ਨੇ ਵੀ ਸਾਡੇ ਤਾਂ ਟਾਈਲਾਂ ਲੱਗ ਰਹੀਆਂ ਨੇ, ਉਹ ਟਾਈਲਾਂ ਮਨਰੇਗਾ ਚੋਂ ਹੀ ਲੱਗ ਰਹੀਆਂ ਨੇ, ਜਿਹੜੀਆਂ ਮਾੜੇ ਮੋਟੀਆਂ ਲੱਗ ਰਹੀਆਂ। ਅੱਛਾ, ਇਹ ਸਾਰਾ ਮਨਰੇਗਾ ਚੋਂ ਹੈ, ਇਹ ਮਨਰੇਗਾ ਦੇ ਪੈਸੇ, ਮਨਰੇਗਾ ਦਾ ਪੈਸਾ ਉਹ ਟਾਈਲਾਂ, ਕਿਉਂਕਿ 60% ਮਟੀਰੀਅਲ ਲਈ ਹੈ ਨਾ, ਮਟੀਰੀਅਲ ਲਈ ਉਹ ਜੋ ਆ ਰਹੀਆਂ ਨੇ। ਉਹ ਟਾਈਲਾਂ ਜਿਹੜੀਆਂ ਆ ਰਹੀਆਂ ਨੇ ਉਹ 'ਚ ਖਾਦਾ ਕਿੰਨਾ ਜਾਂਦਾ ਹੈ? ਟਾਇਲ ਕਿਤੋਂ ਵੀ 6-7 ਰੁਪਏ ਦੀ ਲੈ ਲਓ, ਉਹ 15 ਰੁਪਏ ਦੀ ਪਾਈ ਜਾਂਦੀ ਹੈ। ਕਰੋੜਾਂ ਟਾਇਲ ਲੱਗਦੀ ਹੈ ਤੇ ਉਹਨੂੰ ਤੁਸੀਂ ਮੋਟਾ ਜਿਹਾ ਕੰਮ ਹੈ ਜੀ। ਟਾਇਲ ਜਿਹੜੀ ਹੈ ਉਹਦੀਆਂ ਸਪੈਸੀਫਿਕ ਇਹਨਾਂ ਨੇ 80 mm ਦੀ, 8 ਸੈਂਟੀਮੀਟਰ ਮੋਟੀ। ਤੁਸੀਂ ਸਾਰੇ ਪਿੰਡ ਜਿਹੜੇ ਮਰਜ਼ੀ ਪੰਜਾਬ ਦੇ ਪਿੰਡ 'ਚ ਪੱਟ ਕੇ ਦੇਖ ਲਓ, 60 mm ਦੀ ਲੱਗੀ ਹੋਈ ਹੈ। ਚੌਥਾ ਹਿੱਸਾ ਮਾਲ ਖਾਏ ਨੇ ਉੱਥੇ, ਮਾਲ ਖਾ ਕੇ ਤੇ ਰੇਟ ਦੁੱਗਣੇ ਤੋਂ ਵੀ ਜ਼ਿਆਦਾ। ਜਿਹੜੇ ਇਹ ਜ਼ਰੂਰ ਦੱਸਿਓ ਜੇ ਵੀ ਇਹ ਪੰਚਾਇਤੀ ਰਾਜ 'ਚ ਵੀ ਤੇ ਮਨਰੇਗਾ 'ਚ ਵੀ ਕਿ ਜੋ ਗਲਤ ਹੋ ਰਿਹਾ ਹੈ ਇਹਨੂੰ ਰੋਕਣ ਲਈ ਆਮ ਪੇਂਡੂ
ਕੀ ਕਰ ਸਕਦਾ ਹੈ, ਕਿਵੇਂ ਉਹਨਾਂ ਨੂੰ ਕਾਰਨਰ ਜਾਂ ਕਿਵੇਂ ਇਸ ਗੱਲ ਨੂੰ ਸਾਹਮਣੇ ਲਿਆਂਦਾ ਜਾ ਇਹਦਾ ਸਕਦਾ ਹੈ? ਇੱਕ ਇਲਾਜ ਆ ਸਭ ਤੋਂ ਬੜਾ, ਤਾਂ ਜੇ ਇੱਕ ਬ੍ਰਹਮਾਸਤਰ ਗ੍ਰਾਮ ਸਭਾ ਹੋਣ ਲੱਗ ਜੇ, ਪਿੰਡ ਦੇ ਗ੍ਰਾਮ ਸਭਾ ਹੋਣ ਲੱਗ ਜੇ। ਹੋਰ ਬੜਾ ਗ੍ਰਾਮ ਸਭਾ ਨੂੰ ਐਕਸਪਲੇਨ ਕਰ। ਗ੍ਰਾਮ ਸਭਾ ਇਹ ਹੈ ਕਿ ਪਿੰਡ ਦਾ ਹਰ ਵੋਟਰ ਜਿਹਦੀ ਉਮਰ 18 ਸਾਲ ਤੋਂ ਵੱਡੀ ਹੈ, ਇਹ ਕਿਤੇ ਰਜਿਸਟਰਡ ਨਹੀਂ ਕਰਾਉਣੀ, ਕਈ ਲੋਕਾਂ ਨੂੰ ਲੱਗਦਾ ਕਿੱਥੇ ਬਣਾਉਣੀ ਹੈ ਕਿੱਥੇ, ਇਹ ਸੰਵਿਧਾਨ 'ਚ ਲਿਖੀ ਹੋਈ ਸੰਸਥਾ ਹੈ। ਜੂਨ ਤੇ ਦਸੰਬਰ ਦੇ ਮਹੀਨੇ ਹਰ ਹਾਲਤ 'ਚ ਗ੍ਰਾਮ ਸਭਾ ਬਣਾਉਣੀ ਜ਼ਰੂਰੀ ਹੈ। ਜੇ ਸਰਪੰਚ ਨਹੀਂ ਬੁਲਾਉਂਦਾ ਤਾਂ ਉਹ ਆਪਣੇ ਆਪ ਸਸਪੈਂਡ ਹੈ, ਨਵਾਂ ਆਰਡਰ ਨਹੀਂ ਕਰਨਾ ਪੈਂਦਾ। ਇਹਦਾ ਮਤਲਬ ਤਾਂ ਬੜੇ ਪਿੰਡਾਂ ਦੇ ਸਰਪੰਚਾਂ ਨੇ ਬੁਲਾਈ ਹੀ ਨਹੀਂ, ਕਦੇ ਵੀ ਨਹੀਂ ਤਾਂ ਸਾਰੇ ਸਸਪੈਂਡ ਹੋ ਸਕਦੇ, ਸਾਰੇ ਹੋ ਸਕਦੇ ਨੇ। ਨਹੀਂ ਉਹਨਾਂ ਨੇ ਸਾਰੋ ਹੁੰਦੇ ਕਿਉਂ ਉਹਨਾਂ ਨੇ ਸਾਰਿਆਂ ਨੇ ਮਤੇ ਪਾਏ ਹੋਏ ਨੇ। ਅੱਛਾ, ਜਾਲੀ ਪਾਏ ਹੋਏ ਨੇ, ਜਾਲੀ ਮਤੇ। ਤੇ ਮੰਨ ਲਓ ਜਿਹਨੇ ਜਾਲੀ ਪਾਇਆ ਇਹਨੂੰ ਆਪਾਂ ਕਿਵੇਂ ਕਢਾ ਸਕਦੇ ਹਾਂ? ਇੱਥੇ ਤਾਂ 420 ਦਾ ਕੇਸ ਹੋ ਸਕਦਾ। ਨਹੀਂ, ਉਹ ਤਾਂ ਹੋ ਹੀ ਸਕਦਾ, ਬਟ ਉਹਦਾ ਕਾਰਨ ਪਿੰਡ ਦੱਸੂਗਾ ਕਿ ਹਾਂ ਸਾਨੂੰ ਤਾਂ ਕਦੇ ਬੁਲਾਇਆ ਨਹੀਂ ਬੁਲਾਇਆ। ਹਾਂ, ਉਸ ਵੀਡੀਓ ਨੂੰ ਵੀ ਪਤਾ, ਸਭ ਨੂੰ ਪਤਾ, ਮਿਲੀ ਭੁਗਤ ਹੁੰਦੀ ਹੈ। ਉਹ ਮਿਲੀ ਭੁਗਤ ਹੁੰਦੀ ਹੈ ਕਿਉਂਕਿ ਕੋਈ ਅਫਸਰ ਨਹੀਂ ਚਾਹੁੰਦਾ ਪਿੰਡ ਦੇ ਲੋਕਾਂ ਨੂੰ ਆਪਣੀ ਗੱਲ ਆਪ ਪਤਾ ਲੱਗ ਜੇ। ਫਿਰ ਉਹ ਆਰਡਰ ਕਿੱਥੋਂ ਚੱਲੇਗਾ, ਫਿਰ ਜਿਵੇਂ ਵੀ ਮਰਜ਼ੀ ਕਿਉਂ ਚੱਲਣਗੇ। ਉਹਦੇ ਨਾਲ ਕੀ ਹੁੰਦਾ ਹੈ, ਉਹਦੇ ਨਾਲ ਜਦੋਂ ਗ੍ਰਾਮ ਸਭਾ ਹੁੰਦੀ, ਮਨਰੇਗਾ 'ਚ ਜਿੰਨਾ ਤੁਸੀਂ ਬਜਟ ਮੰਗਵਾਉਣਾ ਹੈ, ਅਕਤੂਬਰ ਦੇ ਮਹੀਨੇ ਤੱਕ ਗ੍ਰਾਮ ਸਭਾ ਨੇ ਇਹ ਪਾਸ ਕਰਕੇ ਭੇਜਣਾ ਹੈ। ਕਿਉਂਕਿ ਮਨਰੇਗਾ ਉਹ ਕਹਿੰਦਾ ਵੀ ਸਾਡੇ ਪਿੰਡ 200 ਜੌਬ ਕਾਰਡ ਹੈ, 269 ਰੁਪਏ ਦਿਹਾੜੀ ਹੈ, 200 ਨੂੰ 269 ਨਾਲ ਗੁਣਾ ਕਰਦਾ, ਫਿਰ 100 ਦਿਨ ਦਾ ਰੁਜ਼ਗਾਰ ਚਾਹੀਦਾ, ਫਿਰ ਉਹਨੂੰ 100 ਨਾਲ ਗੁਣਾ ਕਰਦਾ। ਇਹਦਾ ਮਤਲਬ ਤੁਹਾਡੇ ਪਿੰਡ 54 ਲੱਖ ਰੁਪਈਆ ਸਾਨੂੰ ਐਤਕੀ ਸਾਲ ਸਾਡੇ ਪਿੰਡ ਚਾਹੀਦਾ। ਇਹਦਾ ਮਤਾ ਗ੍ਰਾਮ ਸਭਾ 'ਚ ਪੈਣਾ ਲਾਜ਼ਮੀ ਹੈ। ਫਿਰ 1 ਮਹੀਨਾ ਉਹਨੂੰ ਬਲਾਕ ਲੈਵਲ ਤੇ ਡਿਸਕਸ ਕਰਨ ਨੂੰ, ਫਿਰ 1 ਜ਼ਿਲ੍ਹੇ ਤੇ, ਫਿਰ ਤੀਜਾ ਮਹੀਨਾ ਸਟੇਟ, ਤਾਂ ਕਿ ਬਜਟ ਵੰਡ ਤੋਂ ਪਹਿਲਾਂ 1 ਮਹੀਨਾ ਉਹ ਦਿੱਲੀ ਪਹੁੰਚੇ ਤੇ ਸਾਰੀਆਂ ਦੇਸ਼ ਦੀਆਂ ਗ੍ਰਾਮ ਸਭਾਵਾਂ ਦੇ ਬਰਾਬਰ ਬਜਟ ਮੰਗ ਅਨੁਸਾਰ ਪਾਸ ਹੋ ਜਾਏ। ਇਹ ਉਹਦਾ ਪ੍ਰਕਿਰਿਆ ਹੈ। ਤੇ ਹੁਣ ਇਹ ਪ੍ਰਕਿਰਿਆ ਅੰਦਰ ਬੈਠ ਕੇ ਸਾਰੇ ਵੀਡੀਓਆਂ ਤੇ ਬਣਦੀ ਹੈ। ਤੇ ਦੂਜੀ ਗੱਲ ਇਹ ਹੈ ਕਿ ਜੇ ਗ੍ਰਾਮ ਸਭਾ ਹੁੰਦੀ ਹੈ ਤੇ ਜਿੰਨੇ ਵੀ ਬਾਕੀ ਮਾਮਲੇ ਨੇ, ਚਾਹੇ ਉਹ 5 ਮਰਲੇ ਦਾ ਪਲਾਟ ਹੈ, ਚਾਹੇ ਉਹ ਪੈਨਸ਼ਨ ਹੈ, ਚਾਹੇ ਆਟਾ ਦਾਲ, ਜੋ ਵੀ, ਉਹ ਟੋਟਲ ਦੀ ਨਿਸ਼ਾਨਦੇਹੀ ਗ੍ਰਾਮ ਸਭਾ ਨੇ ਕਰਨੀ ਹੈ। ਠੀਕ ਹੈ। ਜਿਹੜਾ ਪੰਚਾਇਤ ਦੀ ਜਿੰਨੀ ਬਜਟ ਹੈ ਜਾਂ ਸਕੀਮਾਂ ਨੇ, ਉਹਦਾ ਟੋਟਲ ਸਾਲ ਦਾ ਬਜਟ ਗ੍ਰਾਮ ਸਭਾ ਤੋਂ, ਜਿਵੇਂ ਵਿਧਾਨ ਸਭਾ ਤੋਂ ਮਨਜ਼ੂਰ ਕਰਾਉਣਾ ਜ਼ਰੂਰੀ ਹੈ, ਉਵੇਂ ਗ੍ਰਾਮ ਸਭਾ ਤੋਂ ਮਨਜ਼ੂਰ ਕਰਾਉਣਾ ਜ਼ਰੂਰੀ ਹੈ। ਉਹਦੇ 'ਚ ਪੇਸ਼ ਕਰਨਾ ਪੈਂਦਾ ਕਿ ਸਾਡਾ ਆਹ ਬਜਟ ਹੈ, ਇੱਥੇ ਖਰਚ ਕਰਨਾ। ਗ੍ਰਾਮ ਸਭਾ ਮਤਾ ਪਾ ਦੇ ਵੀ ਇੱਥੇ ਨਹੀਂ ਖਰਚ ਕਰਨਾ ਜਿੱਥੇ ਤੁਸੀਂ ਕਹਿੰਦੇ ਹੋ, ਸਾਡੀ ਤਰਜੀਹ ਆ ਇੱਥੇ ਖਰਚ ਕਰਨਾ। ਪੰਚਾਇਤ ਦੀ ਕੋਈ ਔਕਾਤ ਨਹੀਂ ਕਿ ਇੱਧਰ ਉੱਧਰ ਖਰਚ ਕਰਦੇ। ਮਤਲਬ ਪਿੰਡ ਦੇ ਵਿਧਾਨ ਸਭਾ ਵਾਂਗੂ ਹੈ ਵੀ ਜੋ ਉੱਥੇ ਪਾਸ ਹੋ ਗਿਆ ਉਹੀ ਹੋਣਾ, ਜਿਵੇਂ ਸਾਡੇ ਬਜਟ 'ਚ ਜੋ ਪਾਸ ਹੋ ਗਿਆ ਉਹੀ ਖਰਚਾ ਹੋਣਾ। ਪੰਚਾਇਤ ਪਿੰਡ ਦੀ ਸਰਕਾਰ ਹੈ, ਹਾਂ, ਗ੍ਰਾਮ ਸਭਾ ਪਿੰਡ ਦੀ ਪੂਰੀ ਪਾਰਲੀਮੈਂਟ ਜਾਂ ਵਿਧਾਨ ਸਭਾ ਮਤਲਬ ਆਪਾਂ ਕਹਿ ਸਕਦੇ ਹਾਂ। ਔਰ ਜੇ ਉਹਨਾਂ ਨੂੰ ਪਤਾ ਲੱਗ ਜੇ ਲੋਕ ਇੰਨੇ ਸਰਗਰਮ ਹੋ ਜਾਣ ਤਾਂ ਪਿੰਡ ਦੀ ਵਿਉਂਤਬੰਦੀ ਪਿੰਡ 'ਚ ਸਟਾਰਟ ਹੋ ਜੇ। ਤੁਸੀਂ ਕਰਨਾਟਕਾ ਤੇ ਕੇਰਲਾ ਵਿਜ਼ਿਟ ਕਰਕੇ ਦੇਖ ਲਓ ਜੋ ਹਾਲਾਤ ਨੇ, ਹਰ ਹਾਲ ਦੁਨੀਆ ਨੇ। ਉੱਥੇ ਡੀਸੀ ਨਹੀਂ ਲੱਗਣ ਲਈ ਤਿਆਰ ਕੋਈ, ਜ਼ਿਲ੍ਹਾ ਪ੍ਰੀਸ਼ਦ ਦਾ ਸੀਓ ਲੱਗਣ ਲਈ ਤਿਆਰ ਹੈ, ਕਿਉਂਕਿ ਪੈਸਾ ਤਾਂ ਉੱਥੇ ਹੈ, ਡੀਸੀ ਕੋਲ ਪੈਸਾ ਨਹੀਂ ਬਚਿਆ। ਤੇ ਉਹ ਕਾਰਨ ਇਹ ਹੈ ਕਿ ਕਰਨਾਟਕ ਦਾ 40% ਬਜਟ ਸਿੱਧਾ ਪੰਚਾਇਤੀ ਰਾਜ ਸੰਸਥਾਵਾਂ ਦੇ ਖਾਤੇ 'ਚ ਜਾਂਦਾ। ਉਸ ਇੱਥੇ ਕੇਰਲਾ ਦਾ 23% ਬਜਟ ਸਿੱਧਾ ਪੰਚਾਇਤੀ ਰਾਜ ਸੰਸਥਾਵਾਂ ਦੇ ਖਾਤੇ 'ਚ ਜਾਂਦਾ। ਬਹੁਤ ਸਟਰੋਂਗ ਸਿਸਟਮ ਹੈ, ਉਹ ਸਟਰੋਂਗ ਸਿਸਟਮ ਹੈ। ਗ੍ਰਾਮ ਸਭਾਵਾਂ ਬੈਠਦੀਆਂ ਨੇ, ਦੇਖਦੀਆਂ ਨੇ। ਔਰ ਸਾਡੇ ਇਹਦੇ ਤੇ ਗੱਲ ਨਹੀਂ ਹੋ ਰਹੀ, ਅਸਲ 'ਚ ਅਸੀਂ ਇਹਦੇ ਤੇ ਜਾਗਰੂਕਤਾ ਨਹੀਂ ਹੋਈ। ਅਸਲ 'ਚ ਜੇ ਆਪਾਂ ਛੋਟੇ 'ਚ ਦੱਸੀਏ ਕਿ ਇਸ ਚੀਜ਼ ਨੂੰ ਵਧੀਆ ਤਰੀਕੇ ਨਾਲ ਇੰਪਲੀਮੈਂਟ, ਜਾਂ ਚੋਰੀ ਜੋ ਹੋ ਰਹੀ ਉਹਨੂੰ ਰੋਕ ਸਕੀਏ ਤੇ ਇੰਪਲੀਮੈਂਟ ਕਰ ਸਕੀਏ, ਤਾਂ ਉਹਦਾ ਸਹੀ ਛੋਟੇ 'ਚ ਕੀ ਐਂ ਕਰ ਲਓ ਤਾਂ ਆਪੇ ਹੋ ਜਾਊਗਾ। ਇਹਦੇ 'ਚ ਕਰਨ 'ਚ ਇੱਕੋ ਇੱਕ ਤਰੀਕਾ ਹੈ। ਜੇ ਤਾਂ ਮਨਰੇਗਾ 'ਚ ਜੌਬ ਕਰਨਾ, ਉਹ ਸਭ ਬੰਦਿਆਂ ਨੂੰ ਜਿਹੜੇ ਲਾਗੂ ਕਰ ਰਹੇ, ਜਿਹੜੇ ਮੰਗਣਾ ਚਾਹੁੰਦੇ ਨੇ ਕੰਮ, ਉਹ ਇੱਕ ਗੱਲ ਮਤ ਲੈਣ, ਹੋਰ ਕੁਝ ਨਾ ਕਹਿਣ। ਵੀ ਜੇ ਕੰਮ ਮੰਗਣਾ ਤਾਂ ਵੀ ਅਰਜੀ ਦੀ ਰਸੀਦ ਲੈਣੀ ਹੈ, ਜੇ ਬੇਰੁਜ਼ਗਾਰੀ ਭੱਤਾ ਮੰਗਣਾ ਤਾਂ ਵੀ ਅਰਜੀ ਦੀ ਰਸੀਦ ਲੈਣੀ ਹੈ, ਤੇ ਜੇ ਕੰਮ ਤੇ ਲਾਉਂਦੇ ਨੇ ਤਾਂ ਵੀ ਨਿਯੁਕਤੀ ਪੱਤਰ ਤੋਂ ਬਿਨਾਂ ਨਹੀਂ ਜਾਣਾ। ਬਸ ਹੁਣ ਐਂ ਹੀ 1 2 1 2 3 ਕਰਕੇ ਪੰਚਾਇਤੀ ਰਾਜ ਦੇ ਵਿੱਚ ਗ੍ਰਾਮ ਸਭਾ ਪੰਚਾਇਤ ਨੂੰ ਕਿਵੇਂ ਕਾਬੂ ਕਰੇ, ਜਾਂ ਪੈਸੇ ਨੂੰ ਜਾਂ ਵੀਡੀਓ ਨੂੰ, ਉਹ ਦੱਸ ਦਿਓ ਮਾੜਾ ਜਿਹਾ। ਗ੍ਰਾਮ ਸਭਾ ਵੀ ਇਹ ਹੈ ਕਿ ਲੋਕਾਂ ਨੂੰ ਜਦੋਂ ਇਹ ਪਤਾ ਲੱਗ ਗਿਆ, ਸਰਪੰਚ ਨੇ ਤਾਂ ਜਦੋਂ ਮਰਜ਼ੀ ਬੁਲਾ ਲੇ, ਜੇ ਸਰਪੰਚ ਨਾ ਬੁਲਾਵੇ, ਵੀਡੀਓ ਨਾਲ ਮਿਲ ਜੇ, ਕੋਈ ਵੀ ਹੋ ਜੇ ਕਾਰਨ, ਤਾਂ 20% ਵੋਟਰ ਪਿੰਡ ਦੇ ਲਿਖ ਕੇ ਵੀਡੀਓ ਨੂੰ ਦੇਣ, ਤਾਂ 1 ਮਹੀਨੇ ਦੇ ਅੰਦਰ ਅੰਦਰ ਉਹਨੂੰ ਗ੍ਰਾਮ ਸਭਾ ਬੁਲਾਉਣੀ ਹੀ ਪੈਂਦੀ ਹੈ। ਅੱਛਾ। ਅਗਲੀ ਗੱਲ ਇਹ ਹੈ ਕਿ ਉਹ ਜਦੋਂ ਆਉਂਦਾ ਹੈ, ਉਸ ਸਮੇਂ ਸਰਪੰਚ ਜੇ ਆਏ ਤਾਂ ਉਹ ਪ੍ਰਧਾਨਗੀ ਕਰਦਾ, ਜੇ ਸਰਪੰਚ ਨਾ ਆਏ ਤਾਂ ਕੋਈ ਗੱਲ ਨਹੀਂ, ਕੋਈ ਵੀ ਮੈਂਬਰ ਨੂੰ ਉੱਥੋਂ ਪ੍ਰਧਾਨ ਬਣਾ ਦਿੰਦੇ ਨੇ। ਉਹਦਾ ਪਾਇਆ ਮਤਾ ਸਰਪੰਚ ਦੀ ਗੈਰ ਹਾਜ਼ਰੀ 'ਚ ਵੀ, ਵੀਡੀਓ ਦੀ ਗੈਰ ਹਾਜ਼ਰੀ 'ਚ ਵੀ ਉਨਾ ਹੀ ਕਾਨੂੰਨੀ ਹੈ ਜਿੰਨਾ ਉਹਨਾਂ ਦੇ ਵੱਲੋਂ ਪਾਏ ਮਤੇ। ਉਹਦੇ ਮਤੇ ਵਾਸਤੇ ਕੋਈ ਕਾਰਵਾਈ ਰਜਿਸਟਰ ਚਾਹੀਦਾ ਜਾਂ ਵੈਸੇ ਪਾਸ ਹੋ? 29 ਰਜਿਸਟਰ ਪੰਚਾਇਤਾਂ ਕੋਲ ਪਹਿਲਾਂ ਹੀ ਲੱਗੇ ਨੇ। ਜਿਹੜਾ ਪੰਚਾਇਤ ਦਾ ਕਾਰਵਾਈ ਰਜਿਸਟਰ ਹੈ ਉਹਦੇ 'ਚ ਹੀ ਗ੍ਰਾਮ ਸਭਾ ਦਾ ਮਤਾ ਪੈਂਦਾ ਹੈ। ਜੇ ਉਹ ਰੱਖ ਲੇ, ਸੈਕਟਰੀ ਨਾ ਬਣੇ, ਸਰਪੰਚ ਨਾ ਦੇਵੇ, ਤਾਂ ਨਵਾਂ ਰਜਿਸਟਰ ਲਾ ਕੇ ਨਵੀਂ ਕਾਰਵਾਈ ਪਾਈ ਜਾ ਸਕਦੀ ਹੈ। ਅੱਛਾ, ਬਸ ਕਿ ਸਾਡੇ ਕੋਲ ਇਹ ਹੈ। ਜੇ ਸੈਕਟਰੀ ਵੀ ਜਵਾਬ ਦੇ ਜੇ ਵੀ ਮੈਂ ਨਹੀਂ ਪਾਉਣਾ,
ਤਾਂ ਗ੍ਰਾਮ ਮਿਲੇ ਹੁੰਦੇ ਸਭਾ ਆਮ ਕਿਸੇ ਤੌਰ ਵੀ ਤੇ। ਪੜ੍ਹੇ ਲਿਖੇ ਮੁੰਡੇ ਕੁੜੀ ਨੂੰ ਕਹਿ ਸਕਦੀ ਹੈ ਕਿ ਅਸੀਂ ਮਤਾ ਪਾਵੇ ਉਹਦੇ ਚ ਰਜਿਸਟਰ ਚ ਕਿ ਅੱਜ ਦੇ ਕਾਰਵਾਈ ਲਈ ਅਸੀਂ ਇਹਨੂੰ ਅਧਿਕਾਰਤ ਕਰਦੇ ਹਾਂ, ਅੱਜ ਦੇ ਮਤੇ ਦੀ ਕਾਰਵਾਈ ਇਹ ਪਾਊਗਾ। ਵੈਸੇ ਇਹ ਵੀ ਗੱਲ ਹੈ ਕਿ ਬਹੁਤ ਸਾਰੇ ਸਰਪੰਚ ਬਲੈਕਮੇਲ ਹੋ ਰਹੇ ਨੇ। ਹਾਂ, ਬਲੈਕਮੇਲ ਹੋ ਉਹ ਰਿਹਾ। ਨਾ ਹੋਣ, ਉਹ ਕੀ ਕਰਨ, ਉਹ ਕਿਵੇਂ ਬਚ ਸਕਦੇ ਨੇ, ਛੋਟੇ ਚੋ ਵੀ ਦੱਸਿਓ ਜੀ। ਅਸਲ 'ਚ ਜੇਕਰ ਸਰਪੰਚ ਦਿਲੋਂ ਚਾਹੁੰਦਾ ਹੈ ਕਿ ਮੈਂ ਪਿੰਡ ਦਾ ਭਲਾ ਕਰਨਾ ਹੈ, ਆਪਾਂ ਕੋਈ ਕਮਾਉਣ ਨਹੀਂ ਆਏ, ਹਰ ਮਤਾ ਉਹ ਥਰੂ ਗ੍ਰਾਮ ਸਭਾ ਪਾ ਲੇ। ਸੈਕਟਰੀ ਤਾਂ ਕੀ, ਕੋਈ ਥਾਣੇਦਾਰ, ਕੋਈ ਜੱਜ, ਕੋਈ ਫਲਾਨਾ ਉਹਦਾ ਕੱਖ ਨਹੀਂ ਵਿਗਾੜ ਸਕਦਾ। ਪਿੰਡ ਦੇ 20% ਵੋਟਰ ਨਾਲ ਹੁਣ ਹਾਂ, ਉਹਦੇ 'ਚ ਇਕੱਠ ਸੱਦ ਕੇ ਬਸ ਉਹ 'ਚ ਜਿੰਨੇ ਮਰਜ਼ੀ ਮਤੇ ਪਵਾ ਲੇ, ਉਹਨਾਂ ਥਰੂ ਕਰੇ। ਮੰਨ ਲਓ ਇੱਕ 'ਚ ਬਲੈਕਮੇਲ ਕਿੱਥੇ ਹੁੰਦੇ ਨੇ। ਸਾਡੇ ਇੱਟਾਂ ਦਾ ਰੇਟ ਨਾ ਥੋੜਾ ਹੈ ਪੰਚਾਇਤ ਲਈ, ਇਹਨਾਂ ਨੇ ਕੀਤਾ ਹੋਇਆ, ਤੇ ਤੁਸੀਂ ਕਹਿੰਦੇ ਵੀ 3000 ਚ ਇੱਟ ਲਾਓ ਜੀ, ਇੱਟ 7000 ਤੋਂ ਘੱਟ ਨਹੀਂ ਮਿਲਦੀ ਹੈ ਨਾ, 70 ਰੁਪਏ ਤੋਂ ਘੱਟ ਇੱਟ ਨਹੀਂ ਮਿਲਦੀ। ਤੇ ਉਹ ਕਹਿੰਦਾ DC ਇੰਨੇ ਚ ਲਓ, ਤੇ ਸਰਪੰਚ ਤੋਂ ਸੈਕਟਰੀ ਕੀ ਕਹਿੰਦਾ, ਉਹ ਕਹਿੰਦਾ ਇੱਕ ਵਾਰ ਪਾ ਦੇ, ਚੱਲ ਡਬਲ ਪਾ ਦੇ, ਆਪਾਂ ਅੱਧਾ ਕਰਕੇ ਲੈ ਲੈਂਦੇ ਆ। ਉਦੋਂ ਬਾਅਦ ਉਹ ਬਲੈਕਮੇਲ ਹੁੰਦਾ, ਜਾਲੀ ਪਵਾ ਲਿਆ ਇੱਕ ਵਾਰ ਪਵਾ ਲਿਆ। ਤੇ ਜੇ ਉਹ ਗ੍ਰਾਮ ਸਭਾ ਤੋਂ ਪਾ ਲੇ, ਚਾਹੇ DC ਜਿੱਧਰ ਮਰਜੀ ਜਾਏ, ਵੀ ਅਸੀਂ ਹਦਾਇਤ ਕਰਦੇ, ਗ੍ਰਾਮ ਸਭਾ ਪੰਚਾਇਤ ਨੂੰ ਹਦਾਇਤ ਕਰਦੀ ਆ ਕਿ ਜੇ ਮਾਰਕੀਟ 'ਚ ਇੰਨਾ ਰੇਟ ਆ ਤਾਂ ਇੰਨੇ ਤੇ ਚੱਲੂਗਾ, ਮਤੇ ਨੂੰ ਅਸੀਂ ਦਿੰਦੇ ਆ, ਜਾਂ ਡਿਪਟੀ ਕਮਿਸ਼ਨਰ ਨੂੰ ਇੱਕ ਚਿੱਠੀ ਲਿਖਦੇ ਆ, ਤੂੰ ਇੰਨੇ 'ਚ ਦਬਾਉਣਾ ਤਾਂ ਦਵਾ, ਨਹੀਂ ਪੰਚਾਇਤ ਇੰਨੇ 'ਚ ਖਰੀਦੇਗੀ। ਪੰਚਾਇਤ ਦਾ ਕੱਖ ਨਹੀਂ ਵਿਗੜ ਸਕਦਾ, ਜੋ ਮਰਜੀ ਆ ਜਿਹੜੀ ਇੱਟ ਦਾ ਰੇਟ ਹੈ, ਇਹਦੀ ਕਰੈਕਸ਼ਨ ਕੌਣ ਕਰ ਸਕਦਾ, ਸੈਂਟਰ ਜਾਂ ਸਟੇਟ? ਇਹ ਜਾਣਬੁੱਝ ਕੇ ਅਫਸਰ ਨਹੀਂ ਕਰਦੇ ਨਾ, ਉਹਨਾਂ ਨੇ ਵੀ ਮਲਾਈ ਖਾਣੀ ਹੈ DC ਨੇ ਫਸਾਉਣ ਲਈ। ਇੱਕ ਹੋਰ ਗੱਲ ਤੁਸੀਂ ਸੁਣੋ ਕਿ ਪਿੰਡ ਦਾ ਸਰਪੰਚ 751 ਦੀ ਜ਼ਮਾਨਤ ਤੱਕ ਲੈ ਸਕਦਾ ਹੈ। ਮੈਂ ਸਹੀ ਕਹਿ ਰਿਹਾ ਜੀ? ਬਿਲਕੁਲ। ਤੇ ਨਾਲ ਦੀ ਉਹ ਨਿਆਂ ਪੰਚਾਇਤਾਂ ਬਣੀਆਂ ਨੇ, ਜਿਹੜੀਆਂ ਨਿਆਂ ਪੰਚਾਇਤਾਂ ਦਾ ਹਾਲ ਹੈ, ਸਰਪੰਚ ਨੇ ਥਾਣੇਦਾਰ ਨਾਲ ਡਾਇਰੈਕਟ ਗੱਲ ਨਹੀਂ ਕਰਨੀ, ਉਹਨੇ ਮੈਜਿਸਟ੍ਰੇਟ ਨੂੰ ਚਿੱਠੀ ਲਿਖੇ, ਮੈਜਿਸਟ੍ਰੇਟ ਸਰਪੰਚ ਦੇ ਬਿਹਾਫ ਤੇ ਗੱਲ ਥਾਣੇਦਾਰ ਨਾਲ ਕਰੂਗਾ, ਥਾਣੇਦਾਰ ਨੂੰ ਉੱਥੇ ਆ ਕੇ ਜਵਾਬ ਦੇਣਾ ਪਊਗਾ। ਤਾਂ ਇਹਦੇ ਮਾਮਲੇ ਤਰੀਕਾ ਅਡਾਪਟ ਕਰਨਾ, ਇਹਦੇ ਮਾਮਲੇ ਚੁਣੇ ਹੋਏ ਟੈਕਸ ਲਾ ਸਕਦੇ ਲੋਕ, ਸਰਪੰਚ ਪਿੰਡ ਦਾ ਟੈਕਸ ਲਾ ਸਕਦੇ ਆ, ਬਹੁਤ ਕੁਝ ਕਰ ਸਕਦੇ। ਮਤਲਬ ਅਧਿਕਾਰ ਸਾਰੇ ਦਿੱਤੇ ਹੋਏ ਨੇ, ਸਿਰਫ ਐਗਜ਼ੀਕਿਊਸ਼ਨ 'ਚ ਪ੍ਰੋਬਲਮ ਹੈ। ਕੁਛ ਤਾਂ ਅੱਗੇ ਹੇਠਾਂ ਹਜੇ ਦੇਣੇ ਨੇ, ਜਿਵੇਂ ਪੰਜਾਬ ਸਰਕਾਰ ਨੇ ਕੁਛ ਰਹਿੰਦੇ ਨੇ ਜਿਹੜੇ ਨਹੀਂ, ਕੁਝ ਜਿਹੜੇ 29 ਡਿਪਾਰਟਮੈਂਟ ਟੋਟਲ ਨੇ, ਉਹਨਾਂ ਦਾ ਕੰਮ, ਉਹਨਾਂ ਦੇ ਕਰਮਚਾਰੀ, ਉਹਨਾਂ ਦਾ ਪੈਸਾ, ਇਹ ਤਾਂ ਦੇਣਾ ਹੈ। ਅਜੇ ਤੱਕ ਜਿਵੇਂ ਮੈਂ ਕਿਹਾ, ਇੱਕ ਪੈਸਾ ਨਹੀਂ ਦੇ ਰਹੇ ਜੀ। ਇਹ ਸਾਰੀ ਲੁੱਟ ਪਿੰਡਾਂ ਦੀ ਹੋ ਰਹੀ ਹੈ, ਤੇ ਜਿਹੜੇ ਆਲਰੇਡੀ ਕਾਨੂੰਨ 'ਚ ਉਹਨੂੰ ਮਿਲੇ ਹੋਏ ਨੇ, ਉਹ ਉਹਨਾਂ ਦੀ ਅਣਜਾਣਤਾ ਕਰਕੇ ਲਾਗੂ ਨਹੀਂ ਹੋ ਰਹੇ। ਲੋਕਾਂ ਦੇ ਜਿਹੜੇ ਪ੍ਰਮੁੱਖ ਨੇ ਨਾ, ਉਹ ਤਾਂ ਡਰੇ ਹੀ ਫਿਰਦੇ ਨੇ। ਮਾਨ ਸਾਹਿਬ, ਕਈ MLA ਨੇ ਆਪਣੀ ਇੰਨੀ ਬੁੱਕ ਘਟਾ ਰਹੀ, ਥਾਣੇ ਦੇ ਬਾਹਰ ਖੜੇ ਰਹਿੰਦੇ ਨੇ, ਨਹੀਂ ਬਣਦੇ, ਜਦ ਬੁਲਾਊਗਾ ਉਦੋਂ ਜਾਵਾਂਗੇ। ਇਹਦੇ 'ਚ ਇੱਕ ਹੋਰ ਗੱਲ ਹੈ, ਤੁਸੀਂ ਦੇਖੋ ਕਿ ਅਸੀਂ ਬਲਾਕ ਸੰਮਤੀ ਦੇ ਮੈਂਬਰ ਵੀ ਚੁਣਦੇ ਹਾਂ, ਬਲਾਕ ਸੰਮਤੀ ਦਾ ਚੇਅਰਮੈਨ ਚੁਣਦੇ ਹਾਂ, BDO ਉਹਦਾ ਮੈਂਬਰ ਸੈਕਟਰੀ ਹੈ ਬਲਾਕ ਸੰਮਤੀ ਦਾ, ਬੌਸ ਉਹਦਾ ਚੇਅਰਮੈਨ ਹੈ ਬਲਾਕ ਸੰਮਤੀ ਦਾ, ਜਿਹੜਾ ਵੀ ਚਾਹੇ ਬੀਬੀ ਬਣੇ, ਚਾਹੇ ਜਿਹੜਾ ਵੀ ਬੰਦਾ ਬਣੇ। ਸੋ ਭਾਈ, ਹੁਣ ਕਿਸੇ ਪੰਚਾਇਤ ਸੈਕਟਰੀ ਦੇ ਪਿੱਛੇ ਨਹੀਂ ਲੱਗਣਾ, ਕਿਸੇ BDO ਦੇ ਨਹੀਂ, ਆਪਦੇ ਅਧਿਕਾਰਾਂ ਤੋਂ ਜਾਣਕਾਰੀ ਰੱਖੋ, ਔਰ ਫਿਰ ਜੋ ਤੁਸੀਂ ਕਰ ਸਕਦੇ ਹੋ ਉਹ ਬਹੁਤ, ਜਿਵੇਂ ਹੁਣੇ ਗੱਲ ਕਹੀ ਬਲਵਿੰਦਰ ਜੀ ਨੇ, ਤੁਸੀਂ ਮੁੱਖ ਮੰਤਰੀ ਹੋ ਆਪਦੇ ਪਿੰਡ ਦੇ, ਸੋ ਤੁਹਾਡੇ ਅਧਿਕਾਰ 'ਚ ਆ ਸਾਰਾ ਕੁਝ। ਔਰ ਜਿੱਥੇ ਪਿੰਡ ਖੜਾ ਹੋ ਜੇ, ਕਿਸੇ ਅਫੀਸਰ, ਕਿਸੇ थानेदार ਦੀ मजाल नहीं थोड़े खड़ जे सामने, सो आपकी ताकत को पहचानो। टीमन्ना का एक प्रयास था कि एक ऐसी बॉडी बने जो कि करप्शन के बहुत ही एक मजबूत तरीके से उसको एड्रेस कर पाए, उसको फोकस करने के लिए बहुत चिंतन भी हुआ, मंथन हुआ, और रिसर्च के बाद या लोगों को डिबेट करने के बाद एक एग्रीमेंट ये हुआ था कि भाई एक लोकपाल जैसी बॉडी देश को चाहिए हर स्टेट लेवल पे और सेंट्रल लेवल पे, जो कि करप्शन एट हायर प्लेसेस जो है उसको एड्रेस कर पाए, उसको एक तरह का ख़त्म कर पाए। और जहाँ जहाँ लोकपाल की पोस्ट क्रिएट भी हुई है वो विदाउट टीथ है, उसका कोई ज़्यादा महत्व नहीं है इन दिस सेंस, क्योंकि हमने देखा है कि कोई नहीं चाहता कि एक इफेक्टिव लोकपाल का जो बॉडी है उसको पोजीशन को इख्तियार किया जाए। बिल्कुल, जिवें दविंदर शर्मा जी ने दस्सिया ही है कि लोकपाल होंद च है, पर ਉਹਦੀ ਸਥਿਤੀ ਕੀ ਹੈ, ਖਾਸ ਕਰ ਪੰਜਾਬ ਨੂੰ ਲੈ ਕੇ ਜਦੋਂ ਅਸੀਂ ਦੇਖਦੇ ਹਾਂ ਤਾਂ ਪੰਜਾਬ 'ਚ ਲੋਕਪਾਲ ਕਾਗਜ਼ਾਂ 'ਚ ਹੈ, ਹਕੀਕਤ 'ਚ ਕਿਤੇ ਨਹੀਂ ਹੈ। ਜਦੋਂ ਕਿ ਚਾਹੀਦਾ ਇਹ ਹੈ ਕਿ ਲੋਕਪਾਲ ਖੁਦ ਜਿੰਨੇ ਵੀ ਭ੍ਰਸ਼ਟਾਚਾਰ ਵਾਲੇ ਘਪਲਿਆਂ ਵਾਲੇ ਮਾਮਲੇ ਹੋਣ ਸਵੈ ਨੋਟਿਸ ਲਵੇ। ਇਸ ਲੋਕਪਾਲ ਦੇ ਦਾਇਰੇ ਦੇ ਵਿੱਚ ਅਫਸਰ, ਚਾਹੇ ਉਹ ਪ੍ਰਸ਼ਾਸਨਿਕ ਅਫਸਰ ਹੋਣ ਚਾਹੇ ਪੁਲਿਸ ਅਫਸਰ ਹੋਣ, ਉਹ ਵੀ ਆਉਂਦੇ ਹੋਣ। ਇੱਥੋਂ ਤੱਕ ਕਿ ਮੁੱਖ ਮੰਤਰੀ, ਮੰਤਰੀ, ਵਿਰੋਧੀ ਧਿਰ ਦੇ ਲੀਡਰ, MLA ਸਾਰੇ ਇਹਦੇ ਘੇਰੇ 'ਚ ਹੋਣ। ਸੋ ਇਸ ਨੂੰ ਲੈ ਕੇ ਉਹਨਾਂ ਦੀ ਜਾਂਚ, ਖਾਸ ਕਰਕੇ ਜਦੋਂ ਕੋਈ ਵੀ ਵਿਅਕਤੀ ਜਿਹੜਾ ਚੋਣ ਲੜਨ ਲਈ ਮੈਦਾਨ 'ਚ ਉਤਰਦਾ ਹੈ, ਉਹ ਆਪਣਾ ਹਲਫੀਆ ਬਿਆਨ ਦਿੰਦਾ ਹੈ, ਉਸ ਹਲਫੀਆ ਬਿਆਨ ਦੇ ਆਧਾਰ ਤੇ ਉਹਦੀ ਜਾਇਦਾਦ ਦੀ, ਉਹਦੀ ਚੱਲ ਸੰਪਤੀ ਦੀ ਉਹ ਸਾਰੀ ਜਾਂਚ ਹੋਣੀ ਜ਼ਰੂਰੀ ਹੈ,
ਕਿ ਉਹਦੀ ਬੇਨਾਮੀ ਜਾਇਦਾਦ ਕਿੰਨੀ ਹੈ, ਨਾਮੀ ਜਾਇਦਾਦ ਕਿੰਨੀ ਹੈ, ਉਹਦੀ ਜਾਂਚ ਲੋਕਪਾਲ ਕੋਲ ਅਧਿਕਾਰ ਹੋਵੇ, ਜਦੋਂ ਚਾਹੇ ਉਹਦੀ ਜਾਂਚ ਕਰ ਸਕੇ, ਉਹਦੀ ਛਾਣਬੀਨ ਕਰ ਸਕੇ, ਉਹਦੀ ਪੁੱਛ ਪੜਤਾਲ ਕਰ ਸਕੇ, ਤੇ ਜੇ ਲੋੜ ਪਈ ਤਾਂ ਕਾਨੂੰਨੀ ਕਾਰਵਾਈ ਵੀ ਕਰ ਸਕੇ। ਔਰ ਲੋਕਪਾਲ ਸਿਰਫ ਤੇ ਸਿਰਫ ਸਿੱਧਾ ਵਿਧਾਨ ਸਭਾ ਨੂੰ ਜਵਾਬਦੇਹ ਹੋਵੇ, ਨਾ ਕਿ ਕਿਸੇ ਹੋਰ ਧਿਰਾਂ ਨੂੰ, ਨਾ ਕਿ ਕਿਸੇ ਚੁਣੇ ਹੋਏ ਆਪੇ ਬਣੇ ਨੁਮਾਇੰਦਿਆਂ ਨੂੰ। ਹਾਂ, ਜਾਂਚ ਉਹ ਕਿਸੇ ਦੀ ਵੀ ਕਰ ਸਕੇ। ਔਰ ਜਿਹੜਾ ਲੋਕਪਾਲ ਲਾਉਣਾ ਹੈ ਉਹਦਾ ਅਧਿਕਾਰ ਘੱਟੋ ਘੱਟ ਮਤਲਬ ਕਿ ਮੁੱਖ ਮੰਤਰੀ, ਵਿਰੋਧੀ ਧਿਰ ਦਾ ਲੀਡਰ ਔਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਦੇ ਆਧਾਰ ਤੇ ਪੈਨਲ ਬਣੇ, ਉਹ ਕਮੇਟੀ ਬਣੇ, ਉਹ ਤਿੰਨੇ ਬੰਦੇ ਲਾਓ। ਬਿਲਕੁਲ, ਉਹ 3 ਬੰਦੇ ਉਸ ਦੀ ਨਿਯੁਕਤੀ ਕਰਨ ਔਰ ਉਹ ਫਿਰ ਵਿਧਾਨ ਸਭਾ ਨੂੰ ਜਵਾਬ ਦੇਵੇ। ਜੇਕਰ ਲੋਕਪਾਲ ਦੇ ਕਿਸੇ ਫੈਸਲੇ ਨੂੰ ਚੁਣੌਤੀ ਦੇਣੀ ਆ, ਉਹ ਕਿਸੇ ਹੇਠਲੀ ਅਦਾਲਤ 'ਚ ਨਹੀਂ ਦਿੱਤੀ ਜਾ ਸਕਦੀ, ਉਹ ਸਿਰਫ ਸੁਪਰੀਮ ਕੋਰਟ 'ਚ ਦਿੱਤੀ ਜਾ ਸਕਦੀ। ਆਪਾਂ ਜਿਵੇਂ ਐਫੀਡੇਵਿਟ ਲੈ ਰਹੇ ਹਾਂ, ਜੋ ਲਿਖ ਕੇ ਦੇ ਰਹੇ ਨੇ ਉਮੀਦਵਾਰ, ਤਾਂ ਉਹਦੀ ਜਾਂਚ ਵੀ ਲੋਕਪਾਲ ਕਰ ਸਕੇ ਕਿੰਨਾ ਕੁ ਸੱਚਾ ਹੈ, ਇਹਨੇ ਜੋ ਹਲਫੀਆ ਬਿਆਨ ਦਿੱਤਾ ਹੈ ਕਿੰਨਾ ਕੁ ਝੂਠਾ ਹੈ। ਬਿਲਕੁਲ, ਸੋ ਰੇਡ ਕਰਨ ਦੀ, ਸਰਚ ਕਰਨ ਦੀ ਵੀ ਹਾਂ, ਉਹਨਾਂ ਨੂੰ ਜਾਂਚ ਕਰਨ ਦੀ, ਛਾਣਬੀਨ ਕਰਨ ਦੀ, ਛਾਪਾ ਮਾਰਨ ਦੇ ਸਾਰੇ ਅਧਿਕਾਰ ਜੀ ਉਹਨਾਂ ਕੋਲੇ ਆਪਦੀ ਫੋਰਸ ਹੋਊਗੀ, ਆਪਦੀ, ਜਿਹਦੇ ਨਾਲ ਉਹ ਸਰਪ੍ਰਾਈਜ਼ ਦੇ ਸਕੇ ਜਿਸ ਵੀ ਬੰਦੇ ਤੇ, ਕਿਉਂਕਿ ਸਰਪ੍ਰਾਈਜ਼ ਆਫ ਰੇਟ ਤਾਂ ਹੋਣਾ ਹੀ ਚਾਹੀਦਾ। ਮਤਲਬ ਵੀ ਉਹ ਕਿਸੇ ਨੂੰ ਜਾਂਚ ਲਈ ਕਹਿ ਸਕਦਾ, ਡੈਫੀਨਿਟਲੀ ਉਹ ਕਹਿ ਵੀ ਸਕਦਾ। ਉਹਦੇ ਕੋਲੇ ਵੀ ਆਪਾਂ ਪ੍ਰੋਵਾਈਡ, ਆਪਾਂ ਜੋ ਪ੍ਰਪੋਜ਼ ਕਰ ਰਹੇ ਹਾਂ ਕਿ ਉਹਦੇ ਕੋਲੇ ਇਹ ਜੀ ਜਾਂਚ ਏਜੰਸੀ ਜਾਂ ਤੁਸੀਂ ਕਹ ਲਓ ਕੁਝ ਬੰਦੇ ਅਧਿਕਾਰ 'ਚ ਹੋਣਗੇ ਜੋ ਰੇਡ ਕਰ ਸਕਣ। ਅੱਛਾ, ਇੱਕ ਆਪਾਂ ਨਾਲ ਨਾਲ ਆਪਦੇ ਆਪਣਾ ਜੂਝਦਾ ਪੰਜਾਬ ਦੇ ਏਜੰਡੇ 'ਚ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਪਹਿਲਾਂ ਬਹੁਤ ਕਰਪਸ਼ਨਾਂ ਹੋ ਚੁੱਕੀਆਂ ਨੇ, ਸਤਿਆਨਾਸ਼ ਹੋ ਚੁੱਕਿਆ ਹੈ, ਇੱਕ ਪੈਰਲਲ ਇਕਨੋਮੀ ਖੜੀ ਕਰਤੀ ਹੈ ਇਹਨਾਂ ਲੋਕਾਂ ਨੇ, ਔਰ ਪੰਜਾਬ ਦਾ ਖਜ਼ਾਨਾ ਖਾਲੀ ਕਰਤਾ ਹੈ, ਆਪਦੀਆਂ ਜੇਬਾਂ ਬੈਂਕਾਂ ਭਰ ਲਈਆਂ। ਉਹਦੇ ਲਈ ਅਸੀਂ ਪਹਿਲਾਂ ਤਾਂ ਸੋਚ ਰਹੇ ਸੀ 92 ਤੋਂ ਲੈ ਕੇ, ਜਦੋਂ ਤੋਂ ਬੇਅੰਤ ਸਿੰਘ ਹੋਰਾਂ ਦੀ ਸਰਕਾਰ ਬਣੀ ਹੈ, ਬਟ ਕਈ ਵਾਰੀ 20-30 ਸਾਲ ਦਾ ਰੌਲਾ ਪੈ ਜਾਂਦਾ ਹੈ ਕਿ ਪਿਛਲੇ 20 ਸਾਲਾਂ ਤੋਂ 2002 ਤੋਂ ਲੈ ਕੇ 20 ਸਾਲਾਂ ਤੋਂ ਹੁਣ ਤੱਕ ਜਿੰਨੇ ਵੀ ਲੀਡਰ, ਮੰਤਰੀ ਰਹੇ, MLA ਰਹੇ, ਮੁੱਖ ਮੰਤਰੀ ਰਹੇ, ਔਰ ਸਾਰੇ ਆਫੀਸਰਸ, ਬਿਊਰੋਕਰੇਟਸ, ਪੁਲਿਸ ਵਾਲੇ, ਇਹਨਾਂ ਦੀ ਜਾਂਚ ਕੀਤੀ ਜਾਵੇ, ਸਪੈਸ਼ਲੀ ਇਹਨਾਂ ਦੀ ਜਾਇਦਾਦਾਂ ਦੀ, ਕਿ ਉਹ ਵਧੇ ਕਿਵੇਂ ਨੇ, ਕਿ ਉਹਨਾਂ ਦੀ ਗਰੋਥ ਨੈਚੁਰਲ ਹੈ ਜਾਂ ਫਿਰ ਇਹਨਾਂ ਕੋਲੇ ਕੋਈ ਅਜੀਬ ਫਾਰਮੂਲਾ ਆ ਜਾਂਦਾ ਹੈ ਕਿ 300%, 200% ਥੜਕਦੇ ਨੇ ਤਾਂ ਜਾਂਦੀ ਹੈ। ਉਹਦੀ ਜਾਂਚ ਕੀਤੀ ਜਾਵੇ ਔਰ ਉਹ ਲੋਕਪਾਲ ਕਰੇ। ਇੰਡੀਪੈਂਡੈਂਟ ਵੇ ਨਾਲ ਜਦੋਂ ਜਾਂਚ ਹੋਊਗੀ ਤਾਂ ਪਤਾ ਲੱਗੂਗਾ ਕਿ ਇਹਦੇ 'ਚ ਬੇਈਮਾਨੀ ਵਾਲੇ ਕਿੰਨੇ ਕਿੰਨੇ, ਕਿਉਂਕਿ ਤਨਖਾਹਾਂ ਦੇ ਹਿਸਾਬ ਨਾਲ ਸਾਡੇ ਕੋਲੇ ਬੈਠੇ ਨੇ A ਗ੍ਰੇਡ ਆਫੀਸਰ ਨੇ, ਇਹਨਾਂ ਨੂੰ ਪਤਾ ਹੈ ਕਿ ਤਨਖਾਹਾਂ ਦੇ ਹਿਸਾਬ ਨਾਲ ਇੱਕ ਹੱਦ ਤੋਂ ਜ਼ਿਆਦਾ ਗਰੋਥ ਨਹੀਂ ਹੁੰਦੀ। ਅਦਰਵਾਈਜ਼ ਇੱਥੇ ਤਾਂ ਲੋਕਾਂ ਦੇ ਹੋਟਲ ਹੀ ਨਹੀਂ, ਪਤਾ ਨਹੀਂ ਕੀ ਕੀ ਬਣਾਈ ਬੈਠੇ ਨੇ, ਉਹ ਕਿਹੜੇ ਦੁਬਈ ਤੱਕ, ਉਹ ਕਿਹੜੇ ਸੋਰਸ ਨਾਲ ਬਣੇ ਹੈ। ਜੇ ਉਹ ਸੋਰਸ ਕੋਈ ਹੈ ਵਾਕਈ ਬਾਕਮਾਲ, ਤਾਂ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਦੱਸੀਏ, ਸਾਰੇ ਅਮੀਰ ਹੋ ਜਾਈਏ। ਹੁਣੇ ਤਾਂ ਦੱਸ ਰਹੇ ਸੀਗੇ ਕਿ ਟਾਈਲਾਂ ਲੱਗਣੀਆਂ ਪਿੰਡ ਦਾ, ਟਾਈਲਾਂ ਦੀ ਫੈਕਟਰੀ ਲਾ ਲਓ, ਸ਼ਰਾਬ ਵੇਚਣੀ ਸ਼ਰਾਬ, ਆਪਣਾ ਰੇਤ ਆਪਣਾ, ਇਹ ਜਿਹੜੀ ਚੀਜ਼ ਹੈ ਆਪਣੇ ਜੇਕਰ ਨਿਕਲੇ ਆਉਂਦਾ ਹੈ ਮਤਲਬ ਇਹ ਫਿਰ ਜ਼ਬਤ ਕਰਾਂਗੇ। ਜਿਹੜੀ ਬੇਨਾਮੀ ਹੋਈ ਜਾਂ ਜਿਹੜੀ ਨਹੀਂ ਸਾਬਤ ਕਰ ਸਕੇ ਉਹ ਜ਼ਬਤ ਹੋਵੇ, ਉਹ ਜ਼ਬਤ। ਔਰ ਨਹੀਂ ਹਮੀਰ ਜੀ, ਜਿਹੜੀ ਨਾਮੀ ਵੀ ਅਨਨੈਚੁਰਲ ਗਰੋਥ ਹੋਈ ਹੈ ਜਿਹਦੀ, ਉਹ ਵੀ ਜ਼ਬਤ ਹੋਵੇ, ਬੇਨਾਮੀ ਤਾਂ ਹੋਵੇ, ਉਹ ਸਰਕਾਰ ਦੇ ਖਜ਼ਾਨੇ 'ਚ ਆਵੇ, ਤਾਂ ਉਹ ਖਜ਼ਾਨਾ ਜਿਹੜਾ ਇਹਨਾਂ ਨੇ ਖਾਲੀ ਕੀਤਾ ਸੀ ਉਹਨੂੰ ਥੋੜਾ ਬਹੁਤ ਭਰ ਸਕੀਏ। ਮਤਲਬ ਇੱਕ ਜਾਂਚ ਹੋ, ਇਹ ਜੂਝਦੇ ਪੰਜਾਬ ਦਾ ਏਜੰਡਾ ਹੈ। ਬਿਲਕੁਲ, ਇਹਦਾ ਮਤਲਬ ਸਾਫ਼ ਹੈ ਕਿ ਜੇ 20 ਸਾਲੀ ਜਾਂਚ ਹੁੰਦੀ ਆ ਤਾਂ ਸਾਡਾ ਖਜ਼ਾਨਾ ਤਾਂ ਨੱਕੋ ਨੱਕ ਭਰ ਜਾਊਗਾ। ਚਲੋ ਜਿੰਨਾ ਭਰੀਏ ਸਹੀ। ਅੱਛਾ, ਹੁਣ ਬੱਬੂ, ਹਮੇਸ਼ਾ ਬੱਬੂ ਤੂੰ ਗੱਲ ਕਰਦਾ ਹੁੰਦਾ ਆ ਪੁਲਿਸ ਬਾਰੇ, ਭਾਈ ਤੇ ਤੂੰ ਕੁਝ ਪੁੱਛਣਾ ਚਾਹ ਰਿਹਾ। ਬੱਬੂ ਮਾਨ ਜੀ, ਸਤਿ ਸ੍ਰੀ ਅਕਾਲ। ਪਿਛਲੇ ਦਿਨੀ ਮੈਂ ਜੂਝਦਾ ਪੰਜਾਬ ਸੰਬੰਧੀ ਸੋਸ਼ਲ ਮੀਡੀਆ ਤੇ ਪੜ੍ਹਿਆ ਸੀ, ਜਿਸ ਵਿੱਚ ਤੁਸੀਂ ਪੰਜਾਬ ਪੁਲਿਸ ਬਾਰੇ ਕਾਫੀ ਕੁਝ ਲਿਖਿਆ ਸੀ, ਤੇ ਇਸ ਲਈ ਮੈਂ ਸੋਚਦਾ ਵੀ ਜੇ ਤੁਸੀਂ ਉਸ ਨੂੰ ਵਿਸਥਾਰਪੂਰਵਕ ਬੋਲ ਕੇ ਦੱਸ ਸਕੋ ਤਾਂ ਪੰਜਾਬ ਪੁਲਿਸ ਦੀ ਬਿਹਤਰੀ ਵਾਸਤੇ ਤੁਸੀਂ ਕੀ ਕੁਝ ਏਜੰਡੇ 'ਚ ਹੋਰ ਲੈ ਕੇ ਆ ਰਹੇ ਹੋ। ਦੇਖੋ, ਪੁਲਿਸ ਦੀ ਜਿਹੜੀ ਡਿਊਟੀ ਹੈ ਉਹਦਾ ਜਿਹੜਾ ਵਕਤ ਉਹ ਤੈਅ ਹੋਣਾ ਚਾਹੀਦਾ, 8 ਘੰਟੇ। ਜੇ ਤੁਸੀਂ ਵਧਾਉਣੇ ਤਾਂ ਉਹਦਾ ਓਵਰ ਟਾਈਮ ਹੋਣਾ ਚਾਹੀਦਾ। ਔਰ ਜਿਹੜੀ ਇਹਨਾਂ ਦੀ ਸਿਖਲਾਈ ਹੈ ਉਹ ਬਰਤਾਨਵੀ ਤਰੀਕੇ ਦੀ ਹੈ, ਕੁੱਟ ਕੇ, ਮਾਰ ਕੇ, ਨੱਪਣਾ, ਇਹ ਬਦਲਣੀ ਚਾਹੀਦੀ ਹੈ। ਇਹਨਾਂ ਦਾ ਜਿਹੜਾ ਵਰਤਾਰਾ ਉਹ ਚੰਗਾ ਹੋਣਾ ਚਾਹੀਦਾ। ਔਰ ਇਹਨੂੰ ਜਿੱਦਾਂ 80 ਤੋਂ ਪਹਿਲਾਂ ਸਿਵਲ ਨਾਲ ਜੋੜਿਆ ਹੋਇਆ ਸੀ, ਸਿਵਲ ਪ੍ਰਸ਼ਾਸਨ ਥੱਲੇ ਕੰਮ ਕਰੇ, ਉੱਦਾਂ ਹੀ ਕਰਨਾ ਚਾਹੀਦਾ, ਜਿਹਦੇ ਨਾਲ ਕੀ ਹੈ ਕਿ ਥੋੜ੍ਹਾ ਜਿਹਾ ਜਿਹੜਾ ਮਾਹੌਲ ਆ ਉਹ ਸਾਜ਼ਗਾਰ ਹੋਊਗਾ। ਔਰ ਜਿੱਦਾਂ ਵੈਸੇ ਸੁਪਰੀਮ ਕੋਰਟ ਤੋਂ ਪਿੱਛੇ ਜੇ ਹੋਇਆ ਸੀ ਹਦਾਇਤ ਕਿ ਪਹਿਲਾਂ ਇਨਕੁਆਇਰੀ ਕਰੋ ਫਿਰ ਪਰਚਾ ਦਰਜ ਕਰੋ, ਪਰ ਅਜੇ ਵੀ ਧੱਕਾ ਹੁੰਦਾ ਹੈ। ਇਹਦੇ 'ਚ ਇਹ ਹੋਣਾ ਚਾਹੀਦਾ ਕਿ ਜਿਹੜੀ ਹਾਈ ਕੋਰਟ ਨੇ ਜਿਹੜੀ FIR ਖਾਰਜ ਕਰਤੀ, ਉਹਦਾ ਪਰਚਾ ਫਿਰ ਸੰਬੰਧਿਤ ਥਾਣੇ ਜਿਹੜਾ ਮਹਿਕਮਾ ਉਹਦੇ 'ਤੇ ਹੋਣਾ ਚਾਹੀਦਾ, ਜਿਹਨੇ ਕਰੀ ਆ ਉਹ, ਤਾਂ ਕਰਕੇ ਸੋਧ ਹੋਊਗੀ। ਔਰ ਇਹਨੂੰ ਸਿਆਸੀ ਪ੍ਰਭਾਵ ਤੋਂ ਕੱਢੋ। ਪੁਲਿਸ ਦੀਆਂ ਜ਼ਿਆਦਤੀਆਂ ਨੂੰ ਰੋਕਣ ਲਈ
ਇੱਕ ਗਵਰਨਮੈਂਟ ਵੱਲੋਂ ਡਿਸਟ੍ਰਿਕਟ ਵਾਈਜ਼ ਇੱਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਸਿਵਲ ਬੰਦਿਆਂ ਨੂੰ ਲੈ ਕੇ, ਔਰ ਉਸ ਕਮੇਟੀ ਦੇ ਵਿੱਚ ਪੁਲਿਸ ਦੀ ਜ਼ਿਆਦਤੀ ਦੇ ਖਿਲਾਫ ਕੋਈ ਵੀ ਬੰਦਾ ਜਾ ਕੇ ਰਿਪੋਰਟ ਕਰ ਸਕੇ ਤੇ ਉਹ ਕਮੇਟੀ ਅੱਗੇ ਉਸੇ ਰਿਪੋਰਟ ਨੂੰ ਡੀਸੀ ਅੱਗੇ ਤੇ ਐਸਐਸਪੀ ਸਾਹਮਣੇ, ਉਸੇ ਡਿਸਟ੍ਰਿਕਟ ਦੇ ਡੀਸੀ ਔਰ ਐਸਐਸਪੀ ਸਾਹਮਣੇ ਰੈਫਰ ਕਰ ਸਕੇ ਔਰ ਉਹਨਾਂ ਤੋਂ ਉਸ 'ਤੇ ਕਾਰਵਾਈ ਕਰਵਾ ਸਕੇ। ਇਸ ਦੇ ਨਾਲ ਹੀ 1980 ਤੋਂ ਪਹਿਲਾਂ ਪੁਲਿਸ ਸਿਵਲ ਐਡਮਿਨਿਸਟ੍ਰੇਸ਼ਨ ਦੇ ਥੱਲੇ ਹੁੰਦੀ ਸੀ। ਉਹਨਾਂ ਦੀ ECR, SSP ਦੀ ECR ਐਨੂਅਲ ਕੌਨਫੀਡੈਂਸ਼ੀਅਲ ਰਿਪੋਰਟ DC ਲਿਖਦਾ ਹੁੰਦਾ ਸੀ SSP ਦੀ, ਲੇਕਿਨ 1980 ਤੋਂ ਬਾਅਦ ਉਹ ਬੰਦ ਕਰ ਦਿੱਤੀ ਗਈ। ਅਸੀਮ ਅਧਿਕਾਰ ਦਿੱਤੇ, ਉਹਨਾਂ ਨੂੰ ਹੁਣ ਬੰਦ ਕਰਨਾ ਚਾਹੀਦਾ ਹੈ ਔਰ ਦੁਬਾਰਾ ਤੋਂ SSP ਦੀ ECR DC ਲਿਖੇ, ਡਿਪਟੀ ਕਮਿਸ਼ਨਰ ਲਿਖੇ, ਕਿਉਂਕਿ ਫੋਰਸ ਕਿਤੋਂ ਦੀ ਵੀ ਹੋਵੇ, ਕਿਤੇ ਵੀ ਹੋਵੇ, ਇੱਕ ਸਿਵਲ ਐਡਮਿਨਿਸਟ੍ਰੇਸ਼ਨ ਦੇ ਥੱਲੇ ਹੋਣੀ ਚਾਹੀਦੀ ਹੈ, ਜਿਹਦੇ ਨਾਲ ਉਹਨਾਂ ਦੀਆਂ ਜ਼ਿਆਦਤੀਆਂ ਰੁਕ ਜਾਂਦੀਆਂ ਨੇ। ਔਰ ਇੱਕ ਹੋਰ, ਪੰਜਾਬ ਦੇ ਵਿੱਚ ਹਜੇ ਵੀ ਕਈ ਪੁਲਿਸ ਡਿਸਟ੍ਰਿਕਟ ਐਗਜ਼ਿਸਟ ਕਰਦੇ ਨੇ, ਹੈਗੇ ਨੇ, ਉਹਨਾਂ ਨੂੰ ਖਤਮ ਕੀਤਾ ਜਾਵੇ। ਬਿਲਕੁਲ ਸਹੀ ਕਿਹਾ ਵੀਰ। ਇੱਕ ਕੰਮ ਜਿਹੜਾ ਬਹੁਤ ਜ਼ਰੂਰੀ ਹੈ, ਜਿਹੜਾ ਸਾਡੀ ਪੁਲਿਸ ਵਾਸਤੇ ਸਹਾਇਕ ਹੈ ਔਰ ਸਾਡੀਆਂ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ, ਉਹ ਹੈਗਾ CCTV ਕੈਮਰੇ। ਜਿਹੜਾ ਕੰਮ ਯੂਰਪ ਨੇ, ਕੈਨੇਡਾ, ਅਮਰੀਕਾ ਵਰਗੀਆਂ ਕੰਟਰੀਆਂ ਨੇ ਬਹੁਤ ਸਾਲ ਪਹਿਲਾਂ ਕਰਤਾ ਕਿ ਉਹਨਾਂ ਨੇ ਆਪਣੀਆਂ ਸਾਰੀਆਂ ਕੰਟਰੀਆਂ ਦੇ ਵਿੱਚ ਜਿਹੜੇ ਕੈਮਰੇ ਨੇ ਉਹ ਜਗ੍ਹਾ ਜਗ੍ਹਾ ਦੇ ਉੱਪਰ ਲਗਾ ਦਿੱਤੇ, ਗਲੀਆਂ ਦੇ ਉੱਪਰ, ਸੜਕਾਂ ਦੇ ਉੱਪਰ, ਜਿਹਦੇ ਕਰਕੇ ਕ੍ਰਾਈਮ ਰੇਟ ਆ ਜਿਹੜਾ ਉਹ ਬਹੁਤ ਘੱਟ ਹੋ ਗਿਆ, ਜਿਹਦੇ ਕਰਕੇ ਬਹੁਤ ਆਸਾਨੀ ਹੋ ਗਈ ਹਰੇਕ ਚੀਜ਼ ਦੇ ਉੱਪਰ ਨਿਗਾਹ ਰੱਖਣੀ ਜਿਹੜੀ ਹੈ ਉਹ ਸੌਖੀ ਹੋ ਗਈ। ਔਰ ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਇਹ ਸਾਰੀਆਂ ਜਿਹੜੀਆਂ ਚੀਜ਼ਾਂ 'ਤੇ ਕੰਮ ਕਰਨਾ ਚਾਹੀਦਾ ਤਾਂ ਕਿ ਆਪਾਂ ਇੱਕ ਦੂਜੇ ਨਾਲ ਜੁੜੇ ਰਹੀਏ, ਔਰ ਜਦ ਤੱਕ ਤੁਸੀਂ ਨਹੀਂ ਇਕੱਠੇ ਹੁੰਦੇ ਇਹ ਚੀਜ਼ਾਂ ਸੰਭਵ ਨਹੀਂ। ਜੇ ਐਂ ਹੋ ਜਾਏ ਜਿਵੇਂ ਤੁਸੀਂ ਕਹਿ ਰਹੇ ਹੋ ਤਾਂ ਕਮਾਲ ਹੀ ਹੋ ਜੇ, ਜੋ ਪੰਜਾਬ ਪੁਲਿਸ ਤੇ ਦੂਸ਼ਣਬਾਜ਼ੀਆਂ ਜਾਂ ਇਲਜ਼ਾਮਬਾਜ਼ੀਆਂ ਲੱਗਦੀਆਂ ਤੇ ਉਹ ਵੀ ਸਾਰਾ ਕੰਮ ਸਹੀ ਹੋ ਜੇ। ਪੰਜਾਬ ਵਿੱਚ ਜੋ ਨਸ਼ਿਆਂ ਦੇ ਹਾਲਾਤ ਹੈ, ਖਾਸ ਕਰਕੇ ਨੌਜਵਾਨਾਂ ਵਿੱਚ, ਇਸ ਬਾਰੇ ਜੂਝਦਾ ਪੰਜਾਬ ਦੀ ਕੀ ਮੰਗ ਹੈ? ਨਸ਼ੇ ਇੱਕ ਬਹੁਤ ਵੱਡਾ ਮੁੱਦਾ ਬਣ ਕੇ ਆਏ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਪੂਰੀ ਹਲਚਲ ਹੋਈ ਤੇ ਉਹਦੇ ਨਤੀਜੇ ਵੀ ਅਸੀਂ ਦੇਖੇ, ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈਗੀ ਹੈ। ਅਸੀਂ ਚਾਹੁੰਦੇ ਹੈਗੇ ਕਿ ਜਿਹੜੇ ਵੀ ਹੁਣ ਪੋਲੀਟੀਸ਼ੀਅਨਸ, ਜਿਹੜੇ ਵੀ ਹੁਣ ਮਤਲਬ ਕਿ ਰਾਜਨੇਤਾ ਨੇ, ਉਹ ਸੱਤਾ ਵਿੱਚ ਆਉਣਾ ਚਾਹੁੰਦੇ ਨੇ, ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਤੇ ਪੂਰੀ ਤਰੀਕੇ ਦੇ ਨਾਲ ਨਜਿੱਠਣ। ਤੇ ਜਦੋਂ ਤੱਕ ਸਪਲਾਈ ਲਾਈਨ ਦੀ ਗੱਲ ਹੈ ਤਾਂ ਜਿਸ ਤਰ੍ਹਾਂ ਦੱਸਿਆ ਕਿ ਪੋਲੀਟੀਸ਼ੀਅਨਸ, ਪੁਲਿਸ ਪ੍ਰਸ਼ਾਸਨ, ਇਸ ਦੇ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਬਣਾਈ ਜਾਵੇ। ਤੇ ਚਾਹੇ ਸਾਰੀਆਂ ਸਰਕਾਰਾਂ ਜ਼ੀਰੋ ਟੋਲਰੈਂਸ ਦੀ ਗੱਲ ਕਰਦੀਆਂ ਨੇ ਪਰ ਉਸ ਦੇ ਉੱਤੇ ਕਾਇਮ ਨਹੀਂ ਰਹਿੰਦੀਆਂ, ਤਾਂ ਕਿਉਂਕਿ ਉਹ ਆਪ ਇਸ ਦੇ ਵਿੱਚ ਇਨਵਾਲਵ ਹੁੰਦੇ ਨੇ। ਤਾਂ ਜਿਹੜੀ ਹੁਣ ਨਵੀਂ ਸਰਕਾਰ ਬਣਨ ਜਾ ਰਹੀ ਹੈ ਜਾਂ ਜਿਹੜੇ ਵੀ ਲੋਕ ਇਹਦੇ ਵਿੱਚ ਆਉਣਾ ਚਾਹੁੰਦੇ ਨੇ, ਤਾਂ ਜੂਝਦਾ ਪੰਜਾਬ ਦੀ ਇਹ ਮੰਗ ਹੈਗੀ ਹੈ ਕਿ ਪੰਜਾਬ ਨੂੰ ਬਚਾਉਣ ਦੇ ਲਈ, ਨੌਜਵਾਨੀ ਨੂੰ ਬਚਾਉਣ ਦੇ ਲਈ ਇਸ ਪ੍ਰਤੀ ਜਿਹੜਾ ਹੈ ਜਿਹੜੀ ਸਰਕਾਰ ਹੈਗੀ ਹੈ, ਸਰਕਾਰ ਦੀ ਜਿਹੜੀ ਤਿਕੜੀ ਹੈਗੀ ਹੈ, ਪੋਲੀਟੀਸ਼ੀਅਨਸ ਅਤੇ ਆਪਣੇ ਪ੍ਰਸ਼ਾਸਨ ਤੇ ਪੁਲਿਸ, ਇਹ ਗੰਭੀਰਤਾ ਦੇ ਨਾਲ ਇਹਨਾਂ ਨੂੰ ਲਿਆ ਜਾਵੇ। ਦੂਜਾ ਪੱਖ ਜਿਹੜਾ ਹੈਗਾ ਸਪਲਾਈ ਆਪਣੀ ਡਿਮਾਂਡ ਵਾਲਾ, ਉਹ ਜਿਹੜਾ ਨੌਜਵਾਨ ਹੈ ਉਹ ਕਿਉਂ ਮਤਲਬ ਕਿ ਇਸ ਪ੍ਰਤੀ ਰੁਚਿਤ ਹੁੰਦਾ ਹੈਗਾ, ਉਹ ਕਿਹੜਾ ਮਾਹੌਲ ਹੈਗਾ ਜਿਹੜਾ ਉਸ ਨੂੰ ਨਸ਼ੇ ਕਰਨ ਦੇ ਵਾਸਤੇ ਮਜਬੂਰ ਕਰਦਾ ਹੈਗਾ। ਪਹਿਲੀ ਗੱਲ ਤਾਂ ਇਹ ਵੀ ਜਿਹੜੇ ਆਪਣੇ ਸਪੋਰਟਸਮੈਨ ਨੇ ਉਹ ਨਸ਼ੇ ਵਿੱਚ ਤੇ ਕ੍ਰਾਈਮ ਵਿੱਚ ਕਿਉਂ ਜਾਂਦੇ, ਇਹਦਾ ਸਭ ਤੋਂ ਵੱਡਾ ਕਾਰਨ ਹੈ ਜੀ ਅਵੇਅਰਨੈਸ ਦੀ ਘਾਟ, ਕਾਉਂਸਲਿੰਗ ਦੀ ਘਾਟ। ਉਸ ਤੋਂ ਬਾਅਦ ਜਦੋਂ ਉੱਥੇ ਜਾਂਦੇ ਨੇ ਫਿਰ ਜੇਲ੍ਹਾਂ ਦੇ ਵਿੱਚ ਜਾ ਕੇ ਜਿਹੜਾ ਇੱਕ ਨਾਰਮਲ ਕ੍ਰਿਮੀਨਲ ਵੀ ਹੁੰਦਾ ਆ ਉਹ ਵੀ ਉੱਥੇ ਜਾ ਕੇ ਮਾਸਟਰਮਾਈਂਡ ਬਣ ਜਾਂਦਾ, ਕਿਉਂਕਿ ਜੇਲ੍ਹਾਂ ਦੇ ਹਾਲਾਤ ਕੁਝ ਇਹੋ ਜਿਹੇ ਨੇ ਪੰਜਾਬ ਦੇ, ਉਹਨਾਂ ਦੀ ਨਾਂ ਦੇ ਪ੍ਰੋਪਰ ਨਿਗਰਾਨੀ ਹੁੰਦੀ ਆ। ਇਹਦੇ ਵਾਸਤੇ ਡਿਪਟੀ ਕਮਿਸ਼ਨਰ ਦੇ ਅੰਡਰ ਮਹੀਨੇ 'ਚ ਜਾਂ ਹਫ਼ਤਾਵਾਰੀ 3 ਜਾਂ 4 ਇੰਸਪੈਕਸ਼ਨਾਂ ਹੋਣੀਆਂ ਚਾਹੀਦੀਆਂ ਵਾ ਜੇਲ੍ਹਾਂ ਦੀਆਂ। ਹਾਂਜੀ, ਜਿਹਦਾ ਜਿਹੜਾ ਜ਼ਿੰਮੇਵਾਰ ਹੈ ਉਹ ਜੇਲ੍ਹ ਸੁਪਰਡੈਂਟ ਹੋਵੇ ਤਾਂ ਕਿ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਾ ਸਕੇ ਤੇ ਉਹਨੂੰ ਪਤਾ ਹੋਵੇ ਕਿ ਮੇਰੇ ਅੰਡਰ ਜਿਹੜੇ ਵੀ ਕੈਦੀ ਨੇ ਉਹਨਾਂ ਦਾ ਜ਼ਿੰਮੇਵਾਰ ਮੈਂ ਹਾਂ। ਸੈਕੰਡਲੀ, ਨਾਭਾ ਜੇਲ੍ਹ ਦੀ ਤਰਜ਼ ਦੇ ਉੱਪਰ ਹਰੇਕ ਜੇਲ੍ਹ ਦੇ ਵਿੱਚ ਇੱਕ ਓਪਨ ਜੇਲ੍ਹ ਦਾ ਕਨਸੈਪਟ ਆਉਣਾ ਚਾਹੀਦਾ ਹੈ, ਜਿੱਥੇ ਉਹਨਾਂ ਨੂੰ ਇੱਕ ਸਿਹਤਮੰਦ ਤੇ ਸੁਚੱਜੀ ਜ਼ਿੰਦਗੀ ਜੀਣ ਦਾ ਮੈਸੇਜ ਮਿਲੇ, ਜਿਵੇਂ ਕਿ ਪੱਛਮੀ ਮੁਲਕਾਂ 'ਚ। ਹਾਂਜੀ ਬਿਲਕੁਲ, ਪੱਛਮੀ ਮੁਲਕਾਂ 'ਚ ਕਾਫੀ ਦੇਸ਼ਾਂ ਦੇ ਵਿੱਚ ਇਹ ਕਨਸੈਪਟ ਹੈਗਾ। ਸੋ ਇਹ ਦੋ ਗੱਲਾਂ ਨੇ ਜੀ ਜਿਨ੍ਹਾਂ ਤੋਂ ਆਪਾਂ ਜੇਲ੍ਹਾਂ ਦੇ ਵਿੱਚ ਜਿਹੜੇ ਕ੍ਰਾਈਮ ਹੋ ਰਹੇ ਨੇ ਜਾਂ ਇੱਕ ਆਮ ਇਨਸਾਨ ਵੀ ਜੇਲ੍ਹ ਦੇ ਵਿੱਚ ਜਾ ਕੇ ਕ੍ਰਿਮੀਨਲ ਬਣ ਜਾਂਦਾ, ਉਸ ਤੋਂ ਆਪਾਂ ਛੁਟਕਾਰਾ ਪਾ ਸਕਦੇ ਹਾਂ। ਦੇਖੋ ਗੱਲ ਇਹ ਹੈ ਵੀ ਜੇਲ੍ਹਾਂ ਦੀ ਗੱਲ ਤਾਂ ਆਪਾਂ ਕਰਦੇ ਹਾਂ, ਪਰ ਜੇਲ੍ਹਾਂ ਦੇ ਨਾਲ ਨਾਲ ਜਿਹੜਾ ਬੇਸਿਕਲੀ ਕੀ ਹੈ ਕਿ ਜਿਹੜੇ ਐਡਮਿਨਿਸਟ੍ਰੇਟਿਵ ਰਿਫਾਰਮਸ ਨੇ, ਪ੍ਰਸ਼ਾਸਨਿਕ ਸੁਧਾਰਾਂ ਦੀ ਬਹੁਤ ਲੋੜ ਹੈ। ਔਰ ਜਿਹੜੇ ਸਾਡੇ ਅਫਸਰ ਨੇ ਜਾਂ ਜਿਹੜੀ ਇਹ ਬਾਬੂਸ਼ਾਹੀ ਹੈ, ਇਹਦੀ ਵੀ ਜਵਾਬਦੇਹੀ ਨਿਰਧਾਰਿਤ ਕਰਨ ਦੀ ਲੋੜ ਹੈ। ਪ੍ਰਸ਼ਾਸਨ ਦੀ ਢਿੱਲ ਜਿਹੜੀ ਹੈ, ਜੇ ਪ੍ਰਸ਼ਾਸਨ ਦੀ ਨਾਲ ਜਵਾਬਦੇਹੀ ਨਾ ਹੋਣਾ, ਉਹ ਦੋਨੇ ਚੀਜ਼ਾਂ ਜਿਹੜੀਆਂ ਨੇ ਜ਼ਿੰਮੇਵਾਰ ਨੇ। ਤਾਂ ਇਸ ਲਈ ਇੱਕ ਤਾਂ ਸਾਨੂੰ ਇਹ ਹੈ ਵੀ ਜਿਹੜੀ ਘੱਟੋ ਘੱਟ ਵਿਜੀਲੈਂਸ ਡਿਪਾਰਟਮੈਂਟ ਜਿਹੜਾ ਹੈ ਉਹਦੀ ਸਾਨੂੰ ਜਵਾਬਦੇਹੀ ਇਸ ਤਰ੍ਹਾਂ ਦੀ ਬਣਾਉਣੀ ਚਾਹੀਦੀ ਹੈ ਕਿ ਵੀ ਦੇਸ਼ ਉਹ ਆਨਸਰੇਬਲ ਹੋਣ ਵਿਧਾਨ ਸਭਾ ਦੀ ਕਮੇਟੀ ਨੂੰ।
ਜਿਹੜੇ ਚੰਗੇ ਬੰਦੇ ਨੇ ਸਰਕਾਰ ਦੇ ਵਿੱਚ, ਜਿਹੜੇ ਸਭ ਤੋਂ ਵੱਡਾ ਇਹ ਹੈ ਵੀ ਨਾ ਤਾਂ ਚੰਗੇ ਕੰਮ ਨੂੰ ਉਹਨੂੰ ਕੋਈ ਸ਼ਾਬਾਸ਼ ਦਿੰਦੇ ਤੇ ਨਾ ਮਾੜੇ ਕੰਮ ਦੀ ਕੋਈ ਸਜ਼ਾ ਮਿਲਦੀ ਹੈ। ਵੀ ਇਹ ਵੀ ਕੰਮ ਕਰਨ ਦੀ ਲੋੜ ਹੈ ਵੀ ਜਿਹੜੇ ਚੰਗੇ ਅਫਸਰ ਨੇ ਉਹਨਾਂ ਨੂੰ ਸ਼ਾਬਾਸ਼ ਦਿੱਤੀ ਜਾਵੇ, ਉਹਨਾਂ ਨੂੰ ਪਬਲਿਕਲੀ ਸਨਮਾਨਿਤ ਕੀਤਾ ਜਾਵੇ। ਕੋਈ ਇਸ ਤਰ੍ਹਾਂ ਸਿਸਟਮ ਬਣਾਉਣੇ। ਸਾਡੇ ਕੀ ਹੁੰਦਾ ਹੈ, ਜਿਹੜਾ ਸਭ ਤੋਂ ਮਾੜਾ ਹੁੰਦਾ ਹੈ ਉਸੇ ਨੂੰ ਸਭ ਤੋਂ ਵੱਧ ਇਨਾਮ ਮਿਲਦੇ ਨੇ। ਜਿਹੜਾ ਜੁੜੀਆਂ ਹੋਈਆਂ ਨੇ ਸਾਰੀਆਂ ਕ੍ਰਿਮੀਨਲਸ ਦੇ ਨਾਲ, ਉਹ ਮੁੱਦਾ ਹੈ ਭ੍ਰਿਸ਼ਟਾਚਾਰ ਦਾ। ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਜਿਹੜੀ ਅਫਸਰਸ਼ਾਹੀ ਹੈ ਇਹਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ। ਇਸ ਵਾਸਤੇ ਦੇਖੋ ਰਾਈਟ ਟੂ ਸਰਵਿਸ ਐਕਟ ਬਣਿਆ ਹੋਇਆ ਪੰਜਾਬ ਦੇ ਵਿੱਚ, ਕਮਿਸ਼ਨ ਵੀ ਬਣਿਆ ਸੀ, ਪਰ ਬੇਸਿਕਲੀ ਉਹਦੀ ਜਿਹੜੀ ਡੀਸੈਂਟਰਲਾਈਜੇਸ਼ਨ ਬਿਲਕੁਲ ਨਹੀਂ ਹੋਈ, ਥੱਲੇ ਤੱਕ ਪਾਵਰਾਂ ਗਈਆਂ ਹੀ ਨਹੀਂ। ਨਾ ਉਹਨਾਂ ਕੋਲੇ ਕੋਈ ਸਟਾਫ ਸੀ, ਨਾ ਕੋਈ ਉਹਨਾਂ ਕੋਲੇ ਨੀਚੇ ਢਾਂਚਾ ਸੀ। ਇਸ ਕਰਕੇ ਉਹ ਵੀ ਜਿਹੜੀ ਸਰਵਿਸ ਵੀ ਉਹਦੇ ਲਈ ਮਿਥੀ ਗਈ, ਕੋਈ ਸੀਮਾ ਵੀ ਤੁਸੀਂ ਆਰਮਸ ਦਾ ਲਾਇਸੈਂਸ ਬਣਾਉਣਾ ਹੈ 20 ਦਿਨਾਂ ਦੇ ਵਿੱਚ ਬਣਾ ਕੇ ਦੇਣਾ ਹੈ, ਇਹਨੂੰ ਚੈੱਕ ਕਰਨ ਵਾਸਤੇ ਹੀ ਰਾਈਟ ਟੂ ਸਰਵਿਸ ਐਕਟ ਬਣਿਆ ਸੀ ਵੀ ਹਰ ਸਰਵਿਸ ਜਿਹੜੀ ਹੈ ਉਹਦੀ ਇੱਕ ਸੀਮਾ ਮਿਥੀ ਗਈ ਸੀ ਵੀ ਇੰਨੇ ਦਿਨਾਂ ਦੇ ਵਿੱਚ ਨਾਗਰਿਕ ਨੂੰ ਉਹ ਸਰਵਿਸ ਮਿਲ ਜਾਣੀ ਚਾਹੀਦੀ ਹੈ। ਇਹਦੇ 'ਚ ਹੀ ਨਾ ਇੱਕ ਹੋਰ ਬੜੀ ਜ਼ਰੂਰੀ ਚੀਜ਼ ਹੈ ਜਿਹੜੀ ਆਪਾਂ ਇਹਦੇ 'ਚ ਦੇ ਰਹੇ ਹਾਂ ਏਜੰਡੇ 'ਚ ਆਪਣੇ, ਕਿ ਇੱਕ ਜਿਹੜੀ ਸਰਕਾਰ ਦੀ ਇਕਨੋਮੀ ਹੁੰਦੀ ਹੈ ਜਿਹੜੀ, ਜਾਂ ਤੁਸੀਂ ਕਹ ਲਓ ਜੋ ਉਹਨਾਂ ਦੇ ਕੋਲੇ ਪੈਸਾ ਹੁੰਦਾ ਹੈ, ਉਹਦੇ ਬਰਾਬਰ ਨਾ ਇੱਕ ਸਿੱਧੂ ਸਾਹਿਬ ਇੱਕ ਪੈਰਲਲ ਇਕਨੋਮੀ ਖੜੀ ਕਰ ਲਈ ਹੈ ਸਿਆਸਤਦਾਨਾਂ ਨੇ। ਜੀ ਥੋੜੇ ਬਹੁਤ ਉਹਦੇ 'ਚ ਬਿਊਰੋਕਰੈਟਸ ਵੀ ਸ਼ਾਮਲ ਨੇ। ਟਰਾਂਸਪੋਰਟ ਹੋਵੇ, ਐਕਸਾਈਜ਼ ਹੋਵੇ, ਜਿਹੜਾ ਮਰਜ਼ੀ ਤੁਸੀਂ ਲੈ ਲਓ ਮਾਮਲਾ, ਉਹਦੇ ਵਿੱਚ ਉਹਨਾਂ ਨੇ ਇੱਕ ਪੈਰਲਲ ਇਕਨੋਮੀ, ਐਜੂਕੇਸ਼ਨ ਹੋਵੇ, ਹੈਲਥ ਹੋਵੇ, ਉਹ ਜਿਹੜੀ ਇੱਕ ਪੈਰਲਲ ਇਕਨੋਮੀ ਖੜੀ ਕਰ ਲਈ ਹੈ ਕਰਪਸ਼ਨ ਨਾਲ, ਉਹਨੂੰ ਤਵਸਤ ਕੀਤਾ ਜਾਵੇ। ਕੰਫਲਿਕਟ ਆਫ ਇੰਟਰਸਟ ਕਾਨੂੰਨ ਬਣਨਾ ਚਾਹੀਦਾ, ਸਟੇਟ ਬਣਾਵੇ ਆਪਣੇ ਪੱਧਰ ਦਾ। ਕਮਾਲ ਦੀ ਗੱਲ ਹੈ ਕਿ ਰੇਤੇ ਨੂੰ ਜੋ ਆਪਸ਼ਨ ਕੀਤਾ ਜਾਂਦਾ ਹੈ, ਮਤਲਬ ਤਾਂ 3 ਜਾਂ 400 ਕਰੋੜ ਹੀ ਹੈ ਨਾ, ਇੰਨਾ ਕੀ ਬਿਲਕੁਲ 400 ਕਰੋੜ ਤੋਂ ਵੱਧ। ਕਰਪਸ਼ਨ ਪੂਰੇ ਪੰਜਾਬ 'ਚ ਰੌਲਾ ਪਿਆ ਹੋਇਆ, ਬਦਨਾਮੀ ਪੂਰੇ ਪਾਸੇ। ਉਹ ਤੋਂ 1000-1500 ਕਰੋੜ ਰੁਪਏ ਸਰਕਾਰ ਨੂੰ ਘੱਟ ਆਉਂਦਾ ਹੈ, ਪਰ ਇਹਦਾ ਬੜਾ ਸੋਹਣਾ ਇਲਾਜ ਹੈ, ਸਰਕਾਰ ਨੂੰ ਘਾਟਾ ਵੀ ਨਾ ਪਵੇ ਤੇ ਰੇਤਾ ਮੁਫਤ ਵੀ ਹੋ ਜੇ। ਇਹਦੇ ਲਈ ਸਾਡੇ ਕੋਲ ਇੱਕ ਮਾਡਲ ਹੈ। ਮਾਡਲ ਇਹ ਹੈ ਜਿਹੜਾ ਉਸਾਰੀ ਮਜ਼ਦੂਰ ਵੈਲਫੇਅਰ ਫੰਡ ਬਣਿਆ ਹੋਇਆ ਦੇਸ਼ ਦੇ ਵਿੱਚ। ਉਹ ਇਹ ਹੈ ਕਿ 20 ਲੱਖ ਤੋਂ ਉੱਪਰ ਦੀ ਲਾਗਤ ਵਾਲਾ ਕੋਈ ਵੀ ਉਸਾਰੀ, ਉਹ ਤੇ 1% ਸੈਸ ਲਾਤਾ, ਟੈਕਸ ਲਾਤਾ, ਉਹ ਸਿੱਧਾ ਉਸੇ ਖਾਤੇ 'ਚ ਜਾਂਦਾ ਹੈ। ਜਿਹੜੀ ਮਿਊਨਿਸਪੈਲਿਟੀ ਦੇ ਦਾਇਰੇ 'ਚ ਆਉਂਦਾ ਉਹਦਾ ਨਕਸ਼ਾ ਹੀ ਪਾਸ ਤਾਂ ਹੁੰਦਾ, ਜਦੋਂ ਨਕਸ਼ਾ ਪਾਸ ਕਰਾਉਣ ਜਾਓ ਉਦੋਂ ਲੈਣਾ ਉਹ। ਤੇ ਜਿਹੜਾ ਪ੍ਰੋਜੈਕਟ ਕਿਸੇ ਡਿਪਾਰਟਮੈਂਟ ਕੋਲ ਜਾਏਗਾ ਅਪਰੂਵ, ਉਹ ਪ੍ਰੋਜੈਕਟ ਵਾਲੇ ਨੇ ਕੱਟ ਲੈਣਾ। ਉਹ ਜਿੰਨਾ ਪੈਸਾ ਆਉਂਦਾ ਹੈ, ਉਹ ਜਿੰਨਾ ਰੇਤੇ ਤੋਂ ਹੋਣਾ ਹੁੰਦਾ, ਇਸ ਤੋਂ ਵੱਧ ਪੈਸੇ ਵੀ ਆ ਜਾਣਗੇ, ਕਰਪਸ਼ਨ ਬੰਦ ਹੋ ਜੂਗੀ। ਸੁਣ ਲਿਆ ਜੀ, ਤੇ ਬਾਕੀ ਦੀਆਂ ਚੀਜ਼ਾਂ ਆਪਣੇ ਆਪ ਠੀਕ ਹੋ ਜਾਣਗੀਆਂ ਉਹਦੇ ਮੁਕਾਬਲੇ। ਦੋ ਰੇਤੇ ਨੂੰ ਫ੍ਰੀ ਕਰ ਦਿੱਤਾ ਜਾਵੇ, ਮੁਫਤ, ਔਰ ਉਹਦੇ 'ਚੋਂ ਜਿੰਨਾ ਕੁ ਪੈਸਾ ਆਉਂਦਾ ਸੀ ਉਸ ਤੋਂ ਡਬਲ ਜਾਂ ਟ੍ਰਿਪਲ ਸਰਕਾਰ ਦਾ ਰੈਵਨਿਊ ਵੀ ਵੱਧ ਜੂਗਾ। ਜੋ ਅਸੀਂ ਇੱਕ ਟੈਕਸ ਪ੍ਰਪੋਜ਼ ਕਰ ਰਹੇ ਹਾਂ 20 ਲੱਖ ਤੋਂ ਉੱਪਰ ਵਾਲੇ ਤੇ, ਮਾਫੀਆ ਖਤਮ ਹੋਊਗਾ, ਕਰਪਸ਼ਨ ਖਤਮ ਹੋਊਗੀ। ਔਰ ਸਭ ਤੋਂ ਅਹਿਮ ਜੋ এনवायरमेंट ਦਾ ਨੁਕਸਾਨ ਹੋ ਰਿਹਾ ਹੈ, ਖੱਡ ਦਿੱਤੀ ਇੰਨੀ ਕਿ ਜਾਂਦੀ ਹੈ ਤੇ ਕਰ ਲਈ ਜਾਂਦੀ ਹੈ ਕਮਰੇ ਜਿੰਨੀ, ਇਹ এনवायरमेंट ਦਾ ਜੋ ਸਤਿਆਨਾਸ਼ ਹੁੰਦਾ ਹੈ ਇਹ ਵੀ ਰੁਕ ਜੂਗਾ। ਸੋ ਇਹ ਵੀ ਸਾਡੇ ਏਜੰਡੇ 'ਚ ਹੈ। ਤੁਸੀਂ ਕੁਝ ਦੱਸ ਰਹੇ ਸੀ ਅੱਗੇ ਵਿਧਾਨ ਸਭਾ। ਮੈਂ ਉਹੀ ਕਹਿ ਰਿਹਾ ਸੀਗਾ ਜਦੋਂ ਭਾਜੀ ਇਹ ਗੱਲ ਕਰ ਰਹੇ ਸੀਗੇ ਕਿ ਇਹ ਸਾਰੇ ਕੰਮ ਕਰਨ ਲਈ ਵਿਧਾਨ ਸਭਾ 'ਚ ਬੈਠਣਾ ਪੈਂਦਾ। ਇਸ ਲਈ ਅਸੀਂ ਆਪਣੇ ਇਸ ਏਜੰਡੇ ਰਾਹੀਂ ਇਹ ਮੰਗ ਰੱਖੀ ਆ ਕਿ ਭਾਈ ਘੱਟੋ ਘੱਟ ਸਾਲ 'ਚ 90 ਦਿਨ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਚਾਹੀਦਾ, ਔਰ ਐਮਐਲਏਆਂ ਦੀ ਹਾਜ਼ਰੀ 75% ਹਰ ਐਮਐਲਏ ਦੀ ਹੋਣੀ ਚਾਹੀਦੀ। ਪ੍ਰਤੀ ਐਮਐਲਏ ਦੀ ਆਪਣੀ ਹਾਜ਼ਰੀ ਕੁੱਲ ਸਾਲ ਦੇ ਸੈਸ਼ਨ 'ਚ 75% ਹੋਣੀ ਚਾਹੀਦੀ ਹੈ, ਨਹੀਂ ਤਾਂ ਕੋਈ ਪਤਾ ਨਹੀਂ। ਬਿਲਕੁਲ, ਸਵਾਲ ਇੱਥੇ ਤੱਕ ਹੀ ਨਹੀਂਗਾ। ਸਵਾਲ ਇਹ ਵੀ ਹੈ ਕਿ ਉਹ ਤੋਂ ਬਾਅਦ ਉਹ 75% ਆ ਕੇ ਬੈਠਣਾ ਹੀ ਨਹੀਂਗਾ। ਕੀ ਕੀਤਾ ਉਹਨੇ ਪੰਜਾਬ ਲਈ, ਪੰਜਾਬ ਦੇ ਮਸਲਿਆਂ ਲਈ, ਆਪਣੇ ਹਲਕੇ ਲਈ ਜਿੱਥੋਂ ਚੁਣਿਆ ਗਿਆ, ਉਹਦੇ ਲਈ ਉਹ ਕੀ ਕੀਤਾ, ਉਹਦੀ ਜਵਾਬਦੇਹੀ ਜਾ ਕੇ ਆਪਣੇ ਹਲਕੇ 'ਚ ਜ਼ਰੂਰ ਦੇਵੇ। ਉਹਦੇ ਨਾਲ ਅੱਜ ਜਿਹੜੀ ਜਵਾਬਦੇਹੀ ਆ ਉਹ ਸੋਸ਼ਲ ਮੀਡੀਆ ਤੇ ਖੜੀ ਹੈ, ਫੇਸਬੁੱਕ ਹੈ, ਤੁਹਾਡਾ ਟਵਿੱਟਰ ਹੈ, ਤੁਹਾਡੇ ਹੋਰ ਅਕਾਊਂਟ ਨੇ, ਉਹਦੇ ਪਰ ਵੀ ਉਹ ਜਾਣਕਾਰੀ ਸਾਂਝੀ ਕਰੇ। ਉਸ ਤੋਂ ਬਾਅਦ ਜਦੋਂ ਜਾਣਕਾਰੀ ਸਾਂਝੀ ਕਰੇਗਾ ਤਾਂ ਉਹਦੇ ਵਿੱਚ ਕੁਝ ਦੱਸੇਗਾ ਕਿ ਮੈਂ ਆਹ ਮੰਗ ਕੀਤੀ ਹੈ, ਇੰਨੀ ਦੇਰ 'ਚ ਅਸੀਂ ਆਹ ਕਰਨ ਜਾ ਰਹੇ ਹਾਂ। ਜੇ ਉਹ ਅਮਲ ਨਹੀਂ ਹੁੰਦਾ ਉਸ ਗੱਲ ਤੇ, ਤਾਂ ਉਹਦੀ ਤਨਖਾਹ ਰੋਕ ਲਈ ਜਾਵੇ। ਔਰ ਇਹੀ ਨਹੀਂ, ਜੇ ਇਹ ਤੋਂ ਬਾਅਦ ਵੀ ਤਨਖਾਹ ਰੋਕਣ ਤੋਂ ਬਾਅਦ ਵੀ ਉਹ ਐਕਸ਼ਨ ਨਹੀਂ ਲੈਂਦਾ, ਕੰਮ ਨਹੀਂ ਕਰਕੇ ਦਿੰਦਾ, ਤਾਂ ਉਹਦੀ ਪੈਨਸ਼ਨ ਵੀ ਰੋਕ ਲਈ ਜਾਵੇ ਕਿ ਭਾਈ ਤੇਰੀ ਪੈਨਸ਼ਨ ਪੱਕੀ ਬੰਦ। ਤੁਸੀਂ ਆਪਦੇ ਇਲਾਕੇ ਦੀ ਗੱਲ ਹੀ ਨਹੀਂ ਉਠਾਈ ਆ ਕਿ ਵਿਧਾਨ ਸਭਾ ਦੱਸਿਆ ਹੀ ਨਹੀਂ। ਪਰ ਜਿਹੜਾ ਮਸਲਾ ਭਾਜੀ ਆਪਾਂ ਕਹਿ ਰਹੇ ਹਾਂ ਕਿ ਤਨਖਾਹ ਰੋਕ ਲਓ, ਪੈਨਸ਼ਨ ਰੋਕ ਲਓ, ਜਿੱਦਣ ਜੀ ਕਰਦਾ ਹੈ ਉਦਣ ਆਪ ਇਹ ਸਾਰੇ ਮਤਾ ਲਿਆਉਂਦੇ ਨੇ, ਆਪਣੀ ਤਨਖਾਹ ਵਧਾ ਲੈਂਦੇ ਨੇ। ਸੋ ਇਸ ਲਈ ਇਹ ਵੀ ਆਪਣਾ ਇਹ ਮੰਗ ਕਰਦਾ ਆਪਣਾ ਏਜੰਡਾ ਕਿ ਘੱਟੋ ਘੱਟ ਚਾਹੇ ਉਹ ਮੁੱਖ ਮੰਤਰੀ ਹੋਵੇ, ਚਾਹੇ ਉਹ ਸਪੀਕਰ ਹੋਣ, ਚਾਹੇ ਉਹ ਡਿਪਟੀ ਸਪੀਕਰ ਹੋਣ, ਚਾਹੇ ਉਪ ਮੁੱਖ ਮੰਤਰੀ ਹੋਣ, ਚਾਹੇ ਵਿਰੋਧੀ ਧਿਰ ਦੇ ਆਗੂ ਹੋਣ, ਚਾਹੇ ਐਮਐਲਏ ਹੋਣ, ਜਿਹੜੇ ਵੀ ਵਿਧਾਨ ਸਭਾ ਦੇ ਚੁਣੇ ਹੋਏ ਨੁਮਾਇੰਦੇ ਨੇ, ਉਹਨਾਂ ਦੇ ਤਨਖਾਹਾਂ, ਉਹਨਾਂ ਦੇ ਭੱਤਿਆਂ ਲਈ ਇੱਕ ਨਿਰਪੱਖ ਕਮੇਟੀ ਬਣੇ। ਉਹ ਕਮੇਟੀ ਤੈਅ ਕਰੇ, ਨਾ ਕਿ ਉਹ ਆਪ ਹੀ ਤੈਅ ਕਰੇ। ਮਤਲਬ ਉਹ ਵਿਧਾਨ ਸਭਾ 'ਚ ਚੁਣਿਆ ਹੋਇਆ ਜੋ ਕਮੇਟੀ ਨਾ ਹੋਵੇ, ਬਾਹਰ ਹੋਣੀ ਚਾਹੀਦੀ, ਬਾਹਰ ਹੋਣੀ ਚਾਹੀਦੀ। ਜਿਵੇਂ ਆਪਾਂ ਪੇਇੰਗ ਕਮਿਸ਼ਨ, ਜਿਵੇਂ ਪੇ ਕਮਿਸ਼ਨ ਨਾਲ ਉਹਨਾਂ ਦੇ ਚੈੱਕ ਆਊਟ ਹੋਵੇ।
15-15 ਹਜ਼ਾਰ ਰੁਪਈਆ ਹਰ ਐਮਐਲਏ ਨੂੰ ਟੈਲੀਫੋਨ ਭੱਤਾ ਮਿਲਦਾ। 400 500 600 ਦਾ ਪੈਕੇਜ ਹੈ, ਅਨਲਿਮਿਟਿਡ ਫੋਨ ਦਾ, ਸਾਰੇ ਗੱਲ ਦਾ, ਤੇ ਉਹਨਾਂ ਨੂੰ 15,000 ਰੁਪਈਆ ਮਹੀਨੇ ਦਾ ਭੱਤਾ ਮਿਲਦਾ। ਜੀਪਾਂ ਦੀਆਂ ਤਾਂ ਜੀਪਾਂ ਕਾਰਾਂ ਦੇਖੋ ਸੀ। ਨਹੀਂ, ਇਹਦਾ ਜਿਹੜਾ ਇਹ ਬਹੁਤ ਸੋਹਣਾ ਕੰਮ ਰਮਨਿੰਦਰ ਜੀ ਹੋਰਾਂ ਨੇ ਕੀਤਾ ਹੈ, ਉਹਨਾਂ ਤੋਂ ਸੁਣਦੇ ਆ ਵੀ ਉਹ ਕੀ ਕਹਿ ਰਹੇ ਨੇ, ਕਿਉਂਕਿ ਉਹਨਾਂ ਨੇ ਬਹੁਤ ਕੰਮ ਕੀਤਾ ਹੈ। ਮੇਰੇ ਹੁੰਦੇ ਇੱਕ ਵਾਰੀ ਇਹਨਾਂ ਨੂੰ ਸਰਕਾਰੀ ਗੱਡੀਆਂ ਦਾ ਆਰਡਰ ਦਿੱਤਾ ਗਿਆ ਸੀ ਇਹਨਾਂ ਵੱਲੋਂ। ਸਾਨੂੰ ਸਭ ਤੋਂ ਇੰਟਰਸਟਿੰਗ ਗੱਲ ਇਹ ਲੱਗੀ ਕਿ ਬਾਕੀ ਹੋਰ ਭਾਵੇਂ ਕਿਸੇ ਇਸ਼ੂ 'ਤੇ ਇਹਨਾਂ ਦੀ ਰਾਸ ਮਿਲਦੀ ਜਾਂ ਨਹੀਂ ਮਿਲਦੀ ਸੀ, ਬਟ ਜਦ ਗੱਡੀਆਂ ਔਰ ਆਪਣੇ ਭੱਤੇ ਵਧਾਉਣ ਦੀ ਗੱਲ ਆਉਂਦੀ ਸੀ, ਅਕ੍ਰੋਸ ਪਾਰਟੀ ਲਾਈਨ ਸਾਰੇ ਇਕੱਠੇ ਬੈਠ ਕੇ ਮਿਲ ਜੁਲ ਕੇ ਡਿਸੀਜਨ ਲੈਂਦੇ ਸਨ ਵੀ ਅਸੀਂ ਕਿਹੜੀਆਂ ਗੱਡੀਆਂ ਲੈਣੀਆਂ ਨੇ, ਉਹਨਾਂ 'ਚ ਮੇਕ ਕਿਹੜੀ ਹੋਣੀ ਚਾਹੀਦੀ ਹੈ, ਰੰਗ ਕਿਹੜਾ ਹੋਣਾ ਚਾਹੀਦਾ ਹੈਗਾ, ਸੋਲਿਡ ਕਿੰਨੀਆਂ ਦਿਖਣੀਆਂ ਚਾਹੀਦੀਆਂ ਨੇ, ਰੋਪ ਕਿਹਦੇ ਨਾਲ ਜ਼ਿਆਦਾ ਪੈਂਦਾ ਹੈ। ਤੁਹਾਨੂੰ ਇਹ ਦੱਸ ਦਈਏ ਵੀ ਇਹ ਗੱਡੀਆਂ ਸਾਡੀ ਇਨਫੋਰਮੇਸ਼ਨ ਮੁਤਾਬਿਕ ਸਿਰਫ ਪੰਜਾਬ ਦੇ ਵਿਧਾਇਕਾਂ ਨੂੰ ਹੀ ਦਿੱਤੀਆਂ ਜਾਂਦੀਆਂ ਨੇ, ਔਰ ਇਹ ਸ਼ੁਰੂਆਤ ਹੋਈ ਸੀ ਖਾੜਕੂਵਾਦ ਦੇ ਦਿਨਾਂ ਤੋਂ, ਜਿਸ ਵੇਲੇ ਸੁਰੱਖਿਆ ਦੇ ਮੱਦੇਨਜ਼ਰ ਇਹਨਾਂ ਨੂੰ ਇਹ ਗੱਡੀਆਂ ਦਿੱਤੀਆਂ ਗਈਆਂ ਸਨ। ਅੱਜ ਜਦ ਸਾਰੇ ਪੋਲੀਟੀਸ਼ੀਅਨਸ, ਸਾਰੇ ਲੀਡਰ, ਸਾਰੀ ਬਿਊਰੋਕ੍ਰੇਸੀ ਇਹ ਕਹਿੰਦੀ ਹੈ ਕਿ ਪੰਜਾਬ 'ਚ ਹਾਲਾਤ ਨਾਰਮਲ ਹੋ ਗਏ ਨੇ, ਤੇ ਫਿਰ ਇਹਨਾਂ ਲਾਮ ਲਸ਼ਕਰ, ਇੰਨੀ ਗੱਡੀਆਂ, ਇੰਨਾ ਵੱਡਾ ਜਿਹੜਾ ਆਡੰਬਰ ਰਚਿਆ ਜਾਂਦਾ ਹੈ ਇੱਕ ਪੋਲੀਟੀਸ਼ੀਅਨ ਦੀ ਮੂਵਮੈਂਟ ਦੇ ਨਾਲ, ਉਹ ਕਿਉਂ? ਜਿਹੜੀ ਵੀ ਪਾਰਟੀ ਪੰਜਾਬ 'ਚ ਇਲੈਕਸ਼ਨ ਲੜਨਾ ਚਾਹੁੰਦੀ ਹੈ, ਚਾਹੇ ਉਹ ਵਿਧਾਨ ਸਭਾ ਦਾ ਚੋਣ ਹੋਵੇ ਜਾਂ ਲੋਕ ਸਭਾ ਦਾ, ਅਸੀਂ ਚਾਹੁੰਦੇ ਹਾਂ ਕਿ ਆਪਣੀ ਟਿਕਟਾਂ 'ਚੋਂ 33% ਟਿਕਟਾਂ ਉਹ ਔਰਤਾਂ ਨੂੰ ਦੇਣ। ਇਹ ਸਾਡਾ ਏਜੰਡਾ ਹੈ। ਇਹਦੇ ਨਾਲ ਨਾਲ ਮੈਂ ਸਿਹਤ 'ਤੇ ਵੀ ਗੱਲ ਕਰਨਾ ਚਾਹੁੰਦੀ ਹਾਂ। ਜਿਹੜੇ ਸਾਡੇ ਨੁਮਾਇੰਦੇ ਨੇ, ਚਾਹੇ ਉਹ MLA ਹੋਣ ਜਾਂ ਮੰਤਰੀ ਹੋਣ ਜਾਂ ਮੁੱਖ ਮੰਤਰੀ ਹੋਣ, ਉਹਨਾਂ ਸਾਰਿਆਂ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਹੋਣਾ ਚਾਹੀਦਾ ਹੈ, ਅਤੇ ਜੇਕਰ ਉਹ ਇਲਾਜ ਪ੍ਰਾਈਵੇਟ ਹਸਪਤਾਲਾਂ ਤੋਂ ਕਰਾਉਂਦੇ ਨੇ ਤਾਂ ਉਹਨਾਂ ਦਾ ਭੁਗਤਾਨ ਸਰਕਾਰੀ ਖਜ਼ਾਨੇ 'ਚੋਂ ਨਾ ਹੋਵੇ। ਥੈਂਕ ਯੂ ਗੁਰਨਾਗ। ਹੁਣ ਸਿਹਤ ਦੀ ਗੱਲ ਮੈਂ ਅੱਗੇ ਤੁਰਦਾ ਹਾਂ। ਸਭ ਤੋਂ ਵੱਡੀ ਗੱਲ ਹੈ ਕਿ ਸਿਹਤ ਸਾਡਾ ਸੰਵਿਧਾਨਿਕ ਅਧਿਕਾਰ ਹੈ, ਮਤਲਬ ਕਿ ਦੇਸ਼ ਦੀ ਜ਼ਿੰਮੇਵਾਰੀ ਹੈ ਸਾਰੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ। ਆਜ਼ਾਦੀ ਤੋਂ ਬਾਅਦ 70 ਸਾਲ ਦੇ ਵਿੱਚ ਅਸੀਂ ਇੱਕ ਬਹੁਤ ਵਧੀਆ ਸਿਹਤ ਢਾਂਚਾ ਤਿਆਰ ਕੀਤਾ। ਪ੍ਰਾਇਮਰੀ ਹੈਲਥ ਸੈਂਟਰ ਪਿੰਡਾਂ ਦੇ ਲੈਵਲ 'ਤੇ, ਉਸ ਤੋਂ ਉੱਪਰ ਕਮਿਊਨਿਟੀ ਹੈਲਥ ਸੈਂਟਰ, ਫਿਰ ਡਿਸਟ੍ਰਿਕਟ ਹਸਪੀਟਲ ਅਤੇ ਉਸੇ ਤਰ੍ਹਾਂ ਮੈਡੀਕਲ ਕਾਲਜ। ਇੱਕ ਪੂਰੀ ਚੇਨ ਹੈ ਜਿਸ ਦੇ ਤਹਿਤ ਲੋਕਾਂ ਨੂੰ ਵੱਖ-ਵੱਖ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਪਰ ਅਸੀਂ ਦੇਖਦੇ ਹਾਂ ਕਿ ਪਿਛਲੇ 70 ਸਾਲਾਂ ਦੇ ਇਸ ਢਾਂਚੇ ਦੇ ਬਾਵਜੂਦ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਵਿੱਚ 85% ਲੋਕਾਂ ਨੂੰ ਜਦੋਂ ਵੀ ਆਪਣੀਆਂ ਸਿਹਤ ਸਹੂਲਤਾਂ ਹਾਸਲ ਕਰਨੀਆਂ ਹੁੰਦੀਆਂ ਨੇ, ਉਹ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਦੇ ਹਨ। ਅਤੇ ਸਾਡਾ ਇਹ ਏਜੰਡਾ ਹੈ ਕਿ ਇਹਨਾਂ ਜਿਹੜਾ ਢਾਂਚਾ ਸਾਡੇ ਕੋਲ ਆਲਰੇਡੀ ਬਣਿਆ ਚੁੱਕਿਆ ਹੈਗਾ, ਇਸ ਢਾਂਚੇ ਨੂੰ ਪੂਰੀ ਤਰ੍ਹਾਂ ਮਤਲਬ ਕਿ ਮਜ਼ਬੂਤ ਕਰਨ ਦੀ ਲੋੜ ਹੈ। ਇੱਥੇ ਸਾਰੀਆਂ ਸਿਹਤ ਸਹੂਲਤਾਂ, ਡਾਕਟਰ ਅਤੇ ਨਰਸਿਸ ਅਤੇ ਸਿਹਤ ਕਾਮੇ ਅਤੇ ਪਲੱਸ ਦਵਾਈਆਂ ਅਤੇ ਹੋਰ ਸਾਜੋ ਸਮਾਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਉੱਥੇ ਮੌਜੂਦ ਹੋਣਾ ਚਾਹੀਦਾ ਹੈ। ਇਹਦੇ ਨਾਲ ਹੀ ਜੁੜਦੀ ਗੱਲ ਹੈਗੀ ਹੈ ਕਿ ਜਦੋਂ ਅਸੀਂ ਇਹ ਸਾਰਾ ਕੁਝ ਕਰਨਾ ਹੈ ਤਾਂ ਸਾਨੂੰ ਸਿਹਤ ਬਜਟ ਜਿਹੜਾ ਹੈ ਉਹ ਵਧਾਉਣ ਦੀ ਲੋੜ ਹੈ। ਵਧਾਉਣ ਦੀ ਕੀ ਗੱਲ ਹੈ, 5.5% ਬਜਟ ਜਿਹੜਾ ਹੈ ਉਹ ਰਾਜ ਸਰਕਾਰਾਂ ਨੇ ਖਰਚ ਕਰਨਾ ਹੁੰਦਾ, ਪਰ ਪੰਜਾਬ ਸਰਕਾਰ ਇਹ 4% ਹੀ ਖਰਚ ਕਰ ਰਹੀ ਹੈ। ਤੀਸਰੀ ਗੱਲ ਹੈਗੀ ਹੈ ਕਿ ਜਿਹੜੀ ਇੱਥੇ ਸਾਡੇ ਕੋਲ ਇੱਕ ਰੈਫਰੈਂਸ ਚੇਨ ਸਿਸਟਮ ਹੈਗਾ, ਅਤੇ ਇੱਕ ਰੈਫਰੈਂਸ ਸਿਸਟਮ ਹੋਣਾ ਚਾਹੀਦਾ ਡੈਫੀਨੇਟ, ਕਿ ਇੱਕ ਪਰਚੀ ਜਿਹੜੀ ਹੈਗੀ ਹੈ ਪ੍ਰਾਇਮਰੀ ਹੈਲਥ ਸੈਂਟਰ ਪੇਂਡੂ ਪੱਧਰ ਤੋਂ ਬਣੇ ਅਤੇ ਉਹ ਉੱਪਰ ਤੱਕ ਡਿਸਟ੍ਰਿਕਟ ਹਸਪਤਾਲ ਜਾਂ ਮੈਡੀਕਲ ਕਾਲਜ ਤੱਕ ਚੱਲੇ, ਅਤੇ ਫਿਰ ਉਹੀ ਪਰਚੀ ਜਿਹੜੀ ਹੈਗੀ ਵਾਪਸ ਉੱਥੋਂ ਦੀ ਇਲਾਜ ਕਰਵਾ ਕੇ ਵਾਪਸ ਜਿਹੜੀ ਹੈਗੀ ਹੈ ਪ੍ਰਾਇਮਰੀ ਹੈਲਥ ਸੈਂਟਰ 'ਤੇ ਆਵੇ। ਯਾਨੀ ਕਿ 2 ਵੇ ਇੱਕ ਰੈਫਰੈਂਸ ਸਿਸਟਮ ਹੋਵੇ, ਅਤੇ ਇਸ ਦੇ ਵਾਸਤੇ ਇੱਕ ਮੁਸਤੈਦੀ ਦੇ ਨਾਲ ਸਾਡੇ ਕੋਲ ਟਰਾਂਸਪੋਰਟ ਸਿਸਟਮ ਵੀ ਹੋਵੇ, ਕਹਿੰਦਾ ਮਤਲਬ ਐਂਬੂਲੈਂਸ ਵਗੈਰਾ ਵੀ ਹੋਣ, ਤਾਂ ਕਿ ਜਿਹੜੇ ਨੇ ਮਰੀਜ਼ ਉਹ ਸਮੇਂ ਸਿਰ ਉੱਥੇ ਅਗਲੇ ਪੱਧਰ 'ਤੇ ਸੇਵਾਵਾਂ ਦੇ ਲਈ ਪਹੁੰਚਾਏ ਜਾ ਸਕਣ। ਤਾਂ ਇਹ 3 ਜਿਹੜੀਆਂ ਚੀਜ਼ਾਂ ਨੇ ਇਹ ਇੰਪੋਰਟੈਂਟ ਨੇ। ਅਤੇ ਜੇ ਅਸੀਂ ਕਹਿੰਦੇ ਹਾਂ ਕਿ ਇਹਨਾਂ ਸੰਸਥਾਵਾਂ ਦੇ ਵਿੱਚ ਡਾਕਟਰ ਜਾਂ ਕਾਮੇ ਰਹਿ ਨਹੀਂ ਰਹੇ, ਉੱਥੇ ਉਹ ਜਾਂਦੇ ਨਹੀਂ, ਤਾਂ ਉਹਦੇ ਵਾਸਤੇ ਸਭ ਤੋਂ ਵੱਡੀ ਜਿਹੜੀ ਗੱਲ ਦਿੱਕਤ ਦੇਖਣ ਜਾ ਰਹੀ ਹੈ ਉਹ ਹੈਗੀ ਹੈ ਕਿ ਸਾਡੇ ਕੋਲ ਕੋਈ ਡੈਫੀਨੇਟ ਟਰਾਂਸਫਰ ਪਾਲਿਸੀ ਨਹੀਂ ਹੈ। ਡਾਕਟਰ ਨੂੰ ਪਤਾ ਨਹੀਂ ਹੁੰਦਾ ਕਿ ਉਹਨੇ ਕਿੰਨਾ ਚਿਰ ਪਿੰਡ ਵਿੱਚ ਰਹਿਣਾ ਹੈ, ਕਿੰਨਾ ਚਿਰ ਉਹਨੇ ਸ਼ਹਿਰ ਦੇ ਵਿੱਚ ਰਹਿਣਾ ਹੈ, ਜਾਂ ਕਿੰਨਾ ਜ਼ਿਲ੍ਹਾ ਪੱਧਰ 'ਤੇ ਰਹਿਣਾ ਹੈ। ਤਾਂ ਇੱਕ ਡੈਫੀਨੇਟ ਟਰਾਂਸਫਰ ਪਾਲਿਸੀ ਚਾਹੀਦੀ ਹੈ, ਅਤੇ ਡਾਕਟਰ ਨੂੰ ਪਤਾ ਹੋਵੇ, ਕਾਮਿਆਂ ਨੂੰ ਪਤਾ ਹੋਵੇ ਕਿ ਉਹਨਾਂ ਨੇ ਕਿਸ ਪੱਧਰ 'ਤੇ ਕਿੰਨਾ ਸਮਾਂ ਰਹਿਣਾ ਹੈ। ਇਸ ਦੇ ਨਾਲ ਹੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਡੇ 85% ਲੋਕ ਜਿਹੜੇ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਰਹੇ ਨੇ ਜਾਂ ਪ੍ਰਾਈਵੇਟ ਕਲੀਨਿਕ ਵਿੱਚ ਜਾ ਰਹੇ ਨੇ, ਇਹਦਾ ਮਤਲਬ ਇਹ ਹੈਗਾ ਕਿ ਸਾਡੇ ਕੋਲ ਸੇਵਾਵਾਂ ਨਹੀਂ ਨੇ। ਪਰ ਦੂਜੇ ਪਾਸੇ ਇਹ ਵੀ ਹੈਗਾ ਕਿ ਸਾਡੇ ਕੋਲੋਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਕੰਮ ਕਰਨ ਦੇ ਵਾਸਤੇ ਉਹਨਾਂ ਦੇ ਲੋਕਾਂ ਤੋਂ ਜੇਬ ਵਿੱਚ ਪੈਸੇ ਲੈਣ ਦੇ ਵਾਸਤੇ ਉਹਨਾਂ ਦੇ ਕੋਈ ਨਿਯਮ ਨਹੀਂ ਹਨ। ਪਰ ਸਾਡੇ ਕੋਲ ਇੱਕ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਹੈ ਜੋ ਕਿ ਬਣਿਆ ਪਿਆ ਹੈਗਾ, ਪਰ ਉਹ ਵਿਧਾਨ ਸਭਾ ਦੇ ਵਿੱਚ ਪਾਸ ਨਹੀਂ ਹੋਇਆ ਹੈ। ਤਾਂ ਜਿਹੜੀ ਵੀ ਸਰਕਾਰ ਜਿਹੜੀ ਵੀ ਸੱਤਾ ਵਿੱਚ ਆਉਂਦੀ ਹੈ ਉਹ ਵਾਅਦਾ ਕੀ ਕਰੇ, ਇਹਨੂੰ ਲਾਗੂ ਕਰਵਾਉਣ ਦੇ ਵਾਸਤੇ ਮੁਸਤੈਦੀ ਦੇ ਨਾਲ ਅੱਗੇ ਆਵੇ, ਅਤੇ
ਤਾਂ ਕਿ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਜਿਹੜਾ ਹੈ ਉਹ ਪਾਸ ਕੀਤਾ ਜਾ ਸਕੇ। ਅਤੇ ਆਖਰੀ ਗੱਲ ਇਹ ਹੈਗੀ ਹੈ ਕਿ ਸਾਡੇ ਕੋਲੋਂ ਆਪਣੀ ਪੰਜਾਬ ਦੀ, ਸਾਡੇ ਰਾਜ ਦੀ ਇੱਕ ਵੱਖਰੀ ਸਿਹਤ ਨੀਤੀ ਹੋਵੇ, ਭਾਵੇਂ ਭਾਰਤ ਸਰਕਾਰ ਦੀ ਸਿਹਤ ਨੀਤੀ ਹੈ, ਪਰ ਰਾਜ ਸਰਕਾਰਾਂ ਜਿਹੜੀਆਂ ਨੇ ਉਹ ਸਿਹਤ ਦੇ ਵਾਸਤੇ ਉਹਨਾਂ ਦਾ ਹੱਕ ਹੈ। ਇਸ ਕਰਕੇ ਵੈਸੇ ਵੀ ਆਪਾਂ ਦੇਖ ਸਕਦੇ ਹਾਂ ਕਿ ਆਬੋ ਹਵਾ ਦੇ ਸੱਭਿਆਚਾਰ ਦੇ ਮੱਦੇਨਜ਼ਰ ਹਰੇਕ ਰਾਜ ਦੇ ਵਿੱਚ ਆਪਣੀਆਂ ਹੀ ਸਿਹਤ ਸਮੱਸਿਆਵਾਂ ਨੇ, ਤਾਂ ਸਾਨੂੰ ਪਤਾ ਹੋਵੇ ਸਾਡੀਆਂ ਸਿਹਤ ਸਮੱਸਿਆਵਾਂ ਕੀ ਨੇ, ਅਸੀਂ ਉਹਨਾਂ ਨੂੰ ਕਿਵੇਂ ਹੱਲ ਕਰਨਾ ਹੈ, ਕਿੰਨੇ ਸਾਨੂੰ ਕਾਮੇ ਚਾਹੀਦੇ ਨੇ, ਕਿੰਨੇ ਸਾਨੂੰ ਸੰਸਥਾਵਾਂ ਚਾਹੀਦੀਆਂ ਨੇ। ਜਿੱਥੇ ਸਿਹਤ ਵਾਲਾ ਮਾਮਲਾ ਉੱਥੇ ਉਹਦੇ ਨਾਲ ਸਿੱਖਿਆ ਔਰ ਭਾਸ਼ਾ ਵਾਲਾ ਮਾਮਲਾ ਵੀ ਬਹੁਤ ਅਹਿਮ ਖੜਾ। ਖਾਸ ਕਰਕੇ ਜਿਹੜਾ ਆਪਣੇ ਏਜੰਡੇ ਦੇ ਵਿੱਚ ਅਸੀਂ ਇਹਨੂੰ ਲੈ ਕੇ ਆਏ ਕਿ ਹੁਣ ਕਿਤਾਬਾਂ ਦੇ ਵਿੱਚੋਂ ਪੰਜਾਬ ਦੇ ਇਤਿਹਾਸ ਨੂੰ, ਸਾਡੇ ਸੱਭਿਆਚਾਰ ਨੂੰ, ਸਾਡੀ ਜੀਵਨ ਜਾਂਚ ਨੂੰ ਬਾਹਰ ਕੀਤਾ ਜਾ ਚੁੱਕਿਆ। ਸੋ ਇਸ ਲਈ ਇਸ ਏਜੰਡੇ ਤੇ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਤਾਂ ਭਾਸ਼ਾ ਨੂੰ ਬਣਦਾ ਉਸਦਾ ਸਥਾਨ ਮਿਲੇ ਸਾਡੇ ਸਿਲੇਬਸ ਦੇ ਵਿੱਚ, ਸਾਡੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ, ਤੇ ਉਹਦੇ ਨਾਲ ਨਾਲ ਸਾਡੇ ਇਤਿਹਾਸ ਨੂੰ, ਸਾਡੀ ਜੀਵਨ ਜਾਂਚ ਨੂੰ, ਸਾਡੇ ਸੱਭਿਆਚਾਰ ਨੂੰ ਪ੍ਰਮੁੱਖ ਤੌਰ ਦੇ ਉੱਤੇ ਪਹਿਲ ਦੇ ਆਧਾਰ ਤੇ ਰੱਖਿਆ ਜਾਵੇ। ਪਰ ਇਹਦੇ ਨਾਲ ਨਾਲ ਬੱਚਿਆਂ ਦੇ ਉੱਤੇ ਜਿਹੜਾ ਬੋਝ ਵੱਧ ਰਿਹਾ ਝੋਲੇ ਵਾਲਾ, ਪ੍ਰਾਇਮਰੀ ਸਿੱਖਿਆ ਖਾਸ ਕਰ ਛੋਟੇ ਵਿਦਿਆਰਥੀ ਨੇ ਜਿਹੜੇ 5ਵੀਂ ਤੱਕ ਕਹਿ ਸਕਦੇ ਆ, ਉਹਨਾਂ ਵਿਦਿਆਰਥੀਆਂ ਦੇ ਜਿਹੜਾ ਉਹਨਾਂ ਬੱਚਿਆਂ ਦੇ ਝੋਲੇ ਵਾਲਾ ਬੋਝ ਵੱਧ ਰਿਹਾ, ਉਹਨੂੰ ਹਲਕਾ ਕਰਨ ਲਈ ਜ਼ਰੂਰੀ ਹੈ ਕਿ ਉਹਨੂੰ ਪਹਿਲਾਂ ਭਾਸ਼ਾ 'ਚ ਨਿਪੁੰਨ ਬਣਾਇਆ ਜਾਵੇ, ਆਪਣੀ ਮਾਂ ਬੋਲੀ ਪੰਜਾਬੀ 'ਚ ਨਿਪੁੰਨ ਬਣਾਇਆ ਜਾਵੇ, ਨਾਲ ਉਹਨੂੰ ਜਿਸ ਹਿਸਾਬ ਮਾੜਾ ਮੋਟਾ ਪੜਾਉਣ ਦਾ ਉਹ ਪੜਾਇਆ ਜਾਵੇ। ਸੋ ਇਸ ਤੱਕ ਸੀਮਤ ਰੱਖਿਆ। ਅਸੀਂ ਕਹਿ ਰਹੇ ਹਾਂ ਕਿ ਪ੍ਰਾਇਮਰੀ ਜਿਹੜੀ ਐਜੂਕੇਸ਼ਨ ਹੈ ਉਹ ਸਿਰਫ ਲੈਂਗੁਏਜ, ਭਾਸ਼ਾ ਆਪਣੀ ਬੋਲੀ 'ਚ ਹੋਵੇ ਤੇ ਮੈਥ ਤੱਕ ਰਵੇ। ਬਿਲਕੁਲ, ਤੇ ਹੋਵੇ ਵੀ ਆਪਣੀ ਬੋਲੀ ਡੈਫੀਨਿਟਲੀ, ਉਹ ਤਾਂ ਮੀਡੀਅਮ ਤਾਂ ਸਾਡਾ ਪੰਜਾਬੀ ਹੋਵੇ। ਔਰ ਉਹ ਪਰ ਇਹ ਸਾਰਾ ਕੁਝ ਲਾਗੂ ਕਰਨ ਲਈ ਜੇਕਰ ਆਪਾਂ ਸਕੂਲੀ ਸਿੱਖਿਆ ਵਾਲੀ ਵੀ ਗੱਲ ਕਰੀਏ ਤਾਂ ਉਹਦੇ ਲਈ ਵੀ ਸਰਕਾਰਾਂ ਨੂੰ ਆਪਣੇ ਬਜਟ 'ਚ ਵਾਧਾ ਕਰਨ ਦੀ ਲੋੜ ਹੈ, ਬਹੁਤ ਮਤਲਬ ਕਿ ਇਹਦੇ ਅੱਗੇ ਕੰਮ ਕਰਨ ਦੀ ਕਿੰਨਾ ਹੈਗਾ ਤੇ ਕਿੰਨਾ ਕਰਨਾ ਚਾਹੀਦਾ। ਸ਼ੁਰੂ ਤੋਂ ਲੈ ਕੇ ਜਿੰਨੇ ਕਮੇਟੀਆਂ ਤੇ ਕਮਿਸ਼ਨ ਬਣੇ ਨੇ ਜੀ, ਉਹ ਸਾਰਿਆਂ ਨੇ ਕਿਹਾ ਕਿ ਦੇਸ਼ ਦੇ ਵਿੱਚ ਤਾਂ GDP ਕੁੱਲ ਘਰੇਲੂ ਪੈਦਾਵਾਰ ਜਿੰਨੀ ਇੱਕ ਸਾਲ 'ਚ ਪੈਦਾਵਾਰ ਹੁੰਦੀ ਹੈ ਉਹਦੀ, ਰਾਜਾਂ ਦੇ ਵਿੱਚ GSDP ਉਹਨੂੰ ਕਹਿ ਦਿੰਦੇ ਆ, ਕੁੱਲ ਰਾਜਕੀ ਘਰੇਲੂ ਪੈਦਾਵਾਰ, ਰਾਜ ਦੀ ਸੂਬੇ ਦੀ ਆਪਣੀ, ਸੂਬੇ ਦੀ, ਉਹਦਾ 6% ਜ਼ਰੂਰ ਹੋਣਾ ਚਾਹੀਦਾ। ਤੇ ਹੁਣ 3.5% ਹੈ। ਤੇ ਉਹ ਸਾਡੇ ਤਾਂ ਪ੍ਰਾਈਵੇਟ ਬਹੁਤ ਹੈ, 85% ਸਾਡੇ ਜੇਬਾਂ 'ਚ ਹੁੰਦਾ, ਬਾਕੀ ਸਰਕਾਰੀ ਤਾਂ ਉਦੋਂ ਵੀ ਘਟਦਾ ਜਾਂਦਾ। ਹੁਣ ਐਲੋਕੇਸ਼ਨ ਹੈਗੀ ਜਿਹੜੀ ਉਹ 3.5 ਹੈ। ਹਾਂ, ਮੁਸ਼ਕਲ ਨਾਲ 3.5% ਆ, ਉਹਦੇ 'ਚ ਵੀ ਬਹੁਤਾ ਹਿੱਸਾ ਕੇਵਲ ਤਨਖਾਹਾਂ 'ਚ ਜਾਂਦਾ, ਉਹਦੇ ਤੋਂ ਬਿਨਾਂ ਮਤਲਬ ਬਚਦਾ ਨਹੀਂ ਹੈ। ਤਾਂ ਹੀ ਫਿਰ ਇਹਨੂੰ 6 ਕਰੀਏ, ਇਸੇ ਲਈ 6 ਕਰੀਏ। ਅੱਛਾ, ਇੱਕ ਇਹਦੇ 'ਚ ਬੱਬੂ ਨੇ ਵੀ ਕੁਝ ਕਹਿਣਾ, ਜ਼ਰਾ ਉਹਨੂੰ ਵੀ ਸੁਣ ਲੈਂਦੇ ਆਪਾਂ ਭਾਸ਼ਾ ਦੇ ਮਾਮਲੇ 'ਚ। ਹਾਂਜੀ, ਜਿੱਥੋਂ ਤੱਕ ਰਿਹਾ ਭਾਸ਼ਾ ਦਾ ਸਵਾਲ, ਭਾਸ਼ਾ ਕੋਈ ਵੀ ਸਿੱਖੋ, ਕੋਈ ਵੀ ਭਾਸ਼ਾ ਮਾੜੀ ਨਹੀਂ, ਔਰ ਜਿਹੜੀ ਸਾਡੀ ਮਾਂ ਬੋਲੀ ਹੈ ਇਹ ਪੱਕੇ ਤੌਰ ਤੇ ਲਾਗੂ ਹੋਣੀ ਚਾਹੀਦੀ ਹੈ। ਔਰ ਮੈਨੂੰ ਲੱਗਦਾ ਹੈ, ਮੇਰਾ ਖਿਆਲ ਹੈ ਕਿ ਜਿਹੜੇ ਪ੍ਰੋਫੈਸ਼ਨਲ ਕੋਰਸਿਸ ਹੈ ਉਹ ਵੀ ਸਾਡੀ ਭਾਸ਼ਾ 'ਚ ਹੁਣ ਤੁਸੀਂ ਸੋਚੋਗੇ ਇੱਦਾਂ ਕਿੱਦਾਂ ਹੋਊਗਾ। ਰਸ਼ੀਆ ਦੀ ਜਿਹੜੇ ਡਾਕਟਰ ਹੈ ਉਹ ਵੀ ਤਾਂ ਰਸ਼ੀਅਨ ਪੜ੍ਹਦੇ ਆ, ਉਸੇ ਭਾਸ਼ਾ 'ਚ ਉਹ ਆਪਦਾ ਕੋਰਸ ਕਰਦੇ ਆ, ਚੀਨ ਵਾਲੇ, ਯੂਰਪ ਵਾਲੇ, ਇਹ ਤਾਂ 34 ਮੁਲਕਾਂ 'ਚ ਹੈ ਅੰਗਰੇਜ਼ੀ ਤਾਂ। ਸੋ ਮੈਨੂੰ ਲੱਗਦਾ ਜਿਹੜੇ ਟੈਕਨੀਕਲ ਸਕਿੱਲਸ ਆ ਸਾਡੇ ਬੱਚਿਆਂ ਦੇ, ਉਹ ਆਪਣੀ ਭਾਸ਼ਾ 'ਚ ਅੱਛਾ ਇਜ਼ਹਾਰ ਕਰ ਸਕਦੇ ਆ। ਔਰ ਇਹ ਤਾਂ ਹੁਣ ਸਰਵੇ ਵੀ ਆਉਣ ਲੱਗੇ, ਤੁਸੀਂ ਆਮ ਨੈੱਟ 'ਤੇ ਪੜ੍ਹਦੇ ਹੋ ਕਿ ਜਿੰਨਾ ਅੱਛਾ ਐਕਸਪਲੇਨ ਅਸੀਂ ਆਪਣੀ ਮਾਂ ਬੋਲੀ 'ਚ ਕਰ ਸਕਦੇ ਹਾਂ ਕਿਸੇ ਵੀ ਚੀਜ਼ ਨੂੰ, ਹੋਰ ਭਾਸ਼ਾ 'ਚ ਨਹੀਂ ਕਰ ਸਕਦੇ। ਔਰ ਜਿੱਥੇ ਤੱਕ ਮੇਰਾ ਖਿਆਲ ਹੈ, ਤੁਸੀਂ ਵੀ ਸਹਿਮਤ ਹੋਵੋਗੇ ਕਿ 1 ਸਾਲ ਦਾ ਵਕਤ ਰੱਖਿਆ ਜਾਵੇ, ਜਿਹੜੀ ਵੀ ਸਰਕਾਰ ਤੁਸੀਂ ਚੁਣਦੇ ਹੋ, ਔਰ ਜਿੰਨੇ ਵੀ ਬੋਰਡ ਹੈ ਜਾਂ ਜਿਹੜੇ ਦਿੱਲੀ ਵਾਲੇ ਬੋਰਡ ਜੋ ਵੀ ਇੱਥੇ ਜਿਹਨਾਂ ਨੇ ਸਕੂਲ ਖੋਲ੍ਹੇ, ਉਹਨਾਂ ਨੂੰ ਸਖਤ ਸਰਕਾਰ ਜਿਹੜੀ ਨਵੀਂ ਬਣੀ ਉਹ ਹਦਾਇਤ ਕਰੇ ਕਿ ਤੁਸੀਂ ਸਾਡਾ ਜਿਹੜਾ ਮਾਧਿਅਮ ਹੈ ਸਾਡੇ ਬੱਚਿਆਂ ਦਾ ਉਹ ਪੰਜਾਬੀ ਹੋਣਾ ਚਾਹੀਦਾ। ਹਾਂ, ਬਾਕੀ ਜਿਹੜੀਆਂ ਭਾਸ਼ਾਵਾਂ ਈਵਨ ਭਾਰਤ ਦੀਆਂ ਜਿਹੜੀਆਂ ਹੋਰ ਭਾਸ਼ਾਵਾਂ ਜਿਹੜੇ ਸਿੱਖਣ ਦੇ ਸ਼ੌਕੀਨ ਆ ਬੱਚੇ, ਹਰ ਸਕੂਲ 'ਚ ਹਰ ਭਾਸ਼ਾ ਦਾ ਇੰਤਜ਼ਾਮ ਹੋਣਾ ਚਾਹੀਦਾ। ਹਾਂ ਬਾਬੂ, ਗੱਲ ਤੇਰੀ ਬਿਲਕੁਲ ਸਹੀ ਹੈ, ਇਹ ਤਾਂ ਕਰਨਾ ਹੀ ਚਾਹੀਦਾ ਆਪਾਂ ਨੂੰ। ਅੱਛਾ, ਅੱਗੇ ਸਾਡੀ ਉੱਚ ਸਿੱਖਿਆ ਦਾ ਵੀ ਬੜਾ ਮਾੜਾ ਹਾਲ ਹੈ। ਬਿਲਕੁਲ। ਹਾਂਜੀ, ਯੂਨੀਵਰਸਿਟੀਆਂ, ਕਾਲਜਾਂ, ਇਹਨਾਂ ਦੇ ਬੱਚੇ ਇਹਨੂੰ ਵੀ ਸਹੀ ਕਰਨ ਲਈ ਬਹੁਤ ਕੁਝ ਕਰਨਾ ਚਾਹੀਦਾ ਸਾਨੂੰ। ਦੇਖੋ, ਪੰਜਾਬ 'ਚ ਕੋਈ ਵੀ ਯੂਨੀਵਰਸਿਟੀ ਇਹੀ ਜਿਹੀ ਨਹੀਂ ਜਿਹਦਾ ਕੋਈ ਨੈਸ਼ਨਲ ਪੱਧਰ 'ਤੇ ਕੋਈ ਸਥਾਨ ਹੋਵੇ। ਕੋਈ ਸਾਡੇ ਸਟੇਟ 'ਚ ਇਹੋ ਜਿਹਾ ਸਕੂਲ ਨਹੀਂ ਜਿਹਦਾ ਨਾਂ ਦੇਸ਼ ਦੇ ਨੈਸ਼ਨਲ ਪੱਧਰ 'ਤੇ ਹੋਵੇ। ਤੁਸੀਂ ਮੈਨੂੰ ਦੱਸੋ, ਉਹਦਾ ਰੈਂਕ ਸਵਾਹ ਹੋਣਾ ਜਦੋਂ ਸਾਡੀਆਂ ਪੋਸਟਾਂ ਕਿੰਨੀਆਂ ਖਾਲੀ ਪਈਆਂ? ਪੋਸਟਾਂ 1783 ਪੋਸਟਾਂ ਸੀ ਟੋਟਲ। ਪਹਿਲੀ ਗੱਲ ਤਾਂ 40 ਸਾਲ 'ਚ ਸਾਡੇ ਕੋਲ 49 ਸਰਕਾਰੀ ਕਾਲਜ ਨੇ, ਡਿਗਰੀ ਕਾਲਜ। ਅਸੀਂ ਜਿਵੇਂ ਜਿਵੇਂ ਆਬਾਦੀ ਵੱਧਣੀ ਹੈ, ਜਿਵੇਂ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਹਾਇਰ ਐਜੂਕੇਸ਼ਨ ਦੇਣੀ ਸੀ, ਉਹੀ ਨਹੀਂ ਖੋਲ੍ਹੇ। ਉਦੋਂ ਬਾਅਦ ਉਨੀਆਂ ਹੀ ਪੋਸਟਾਂ ਨੇ ਇੰਨੇ ਸਾਲਾਂ 'ਚ, ਤੇ ਉਹਦੇ 'ਚੋਂ ਵੀ ਕੇਵਲ ਹੁਣ 15% ਰੈਗੂਲਰ ਰਹਿ ਗਈਆਂ। ਹੁਣ ਕਹਿੰਦੇ ਨੇ ਭਰਨੀਆਂ ਨੇ ਕੁਛ, ਉਹ ਵੀ 96 ਤੋਂ ਬਾਅਦ। ਦੱਸੋ, ਇੰਨਾ ਸਮਾਂ ਅਸੀਂ ਪੋਸਟਾਂ ਹੀ ਨਹੀਂ ਭਰੀ। ਦੇਖੋ, ਇੱਕ ਅਸੀਂ ਹੋਰ ਇੱਕ ਚੀਜ਼ ਪ੍ਰਪੋਜ਼ ਕਰ ਰਹੇ ਹਾਂ ਇਸ ਆਪਦੇ ਏਜੰਡੇ ਦੇ ਵਿੱਚ, ਜੂਝਦਾ ਪੰਜਾਬ ਦੇ 'ਚ, ਕਿ ਇੱਕ ਬੜਾ ਮਸਲਾ ਹੁੰਦਾ ਬੇਰੁਜ਼ਗਾਰੀ ਦਾ। ਜਦੋਂ ਅਸੀਂ ਉੱਚ ਸਿੱਖਿਆ ਲੈ ਕੇ ਸਿੱਧੂ ਸਾਹਿਬ ਪੈਸੇ ਵੀ ਲਾਉਣੇ ਹੈ ਔਰ ਫਿਰ ਬੇਰੁਜ਼ਗਾਰ ਤੁਰੇ ਫਿਰਦੇ ਹਾਂ, ਉਹਦਾ ਕਾਰਨ ਕੀ ਹੈ? ਜੋ ਆਪਾਂ ਸਾਰਿਆਂ ਨੇ ਆਪਾਂ ਦੱਸ ਰਹੇ ਹਾਂ ਔਰ ਜਿਹਨੂੰ ਕਿ ਅਸੀਂ ਤੁਹਾਨੂੰ ਪ੍ਰਪੋਜ਼ ਕਰ ਰਹੇ ਹਾਂ ਕਿ ਗੌਰਮੈਂਟ ਸਰਵੇ ਕਰਾਵੇ ਅਗਲੇ 10 ਸਾਲਾਂ ਤੱਕ ਡਾਕਟਰਸ, ਇੰਜੀਨੀਅਰ ਔਰ ਬਾਕੀ ਕੋਰਸਾਂ ਦੀਆਂ ਜੌਬਸ ਦੀ ਰਿਕੁਆਇਰਮੈਂਟ ਕੀ ਹੈ,
ਉਹਦੇ ਹਿਸਾਬ ਨਾਲ ਹੀ ਉਹਨਾਂ ਪ੍ਰੋਫੈਸ਼ਨਲ ਕਾਲਜ ਜਾਂ ਯੂਨੀਵਰਸਿਟੀਆਂ ਵਿੱਚ ਸੀਟਾਂ ਰੱਖੀਆਂ ਜਾਣ ਔਰ ਉਹਦੇ 'ਚ ਸਿਰਫ 20% ਦਾ ਉੱਪਰ ਰੱਖਿਆ ਜਾਵੇ। ਉਨੀਆਂ ਹੀ ਕੋਰਸਿਸ ਕਰਾਏ ਜਾਣ, ਬੱਚੇ ਪਾਸ ਹੋਣਗੇ ਤਾਂ ਉਹਨਾਂ ਨੂੰ ਜੌਬਸ ਵੀ ਮਿਲਣਗੀਆਂ। ਨਹੀਂ ਤਾਂ ਉੱਚ ਸਿੱਖਿਆ 'ਤੇ ਕਿੰਨਾ ਪੈਸਾ ਲੱਗਦਾ ਹੈ, ਉਹਨਾਂ ਪੈਸਾ ਲਾ ਕੇ ਤੁਸੀਂ ਬੇਰੁਜ਼ਗਾਰ ਤੁਰੇ ਫਿਰਦੇ ਹੋ, ਫਰਸਟ੍ਰੇਸ਼ਨ ਆਉਂਦੀ ਹੈ। ਉਹੀ ਪੈਸਾ ਤੁਸੀਂ ਦੂਜੇ ਕੋਰਸ ਤੇ ਲਾ ਸਕਦੇ ਹੋ ਜਾਂ ਪ੍ਰਾਈਵੇਟ ਕੰਮ ਚ ਲਾ ਸਕਦੇ ਹੋ, ਸਕਿੱਲ ਵੀ ਦੇ ਸਕਦੇ ਹੋ। ਨਹੀਂ ਜਿਵੇਂ ਹੁਣ ਬੀਐਡ ਵਾਲਾ ਬੇਸਿਕ ਗੱਲ ਤਾਂ ਐਕਚੁਅਲੀ ਜਿਹੜੀ ਹਮੀਰ ਸਿੰਘ ਨੇ ਕਹੀ ਸੀ ਵੀ ਸਰਕਾਰ ਦਾ ਤਾਂ ਉਹਦੇ 'ਚ ਸ਼ੇਅਰ ਹੀ ਬਹੁਤ ਘਟਦਾ ਜਾ ਰਿਹਾ। ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ, ਕੋਈ ਉਹਨਾਂ ਦੇ ਰੈਗੂਲੇਸ਼ਨ ਨਹੀਂ, ਉਹ ਆਪਣੀ ਮਰਜ਼ੀ ਨਾਲ ਲੋਕਾਂ ਨੇ ਐਗਰੀਕਲਚਰ ਸ਼ੁਰੂ ਕਰ ਲਈ ਹੈ ਔਰ ਉਹਨਾਂ ਕੋਲ ਫਾਰਮ ਦੇ ਨਾਂ 'ਤੇ 1 ਕਿੱਲਾ ਜ਼ਮੀਨ ਨਹੀਂ ਹੈ, ਕੋਈ ਲੈਬੋਰਟਰੀ ਨਹੀਂ ਹੈ। ਵੀ ਉਹਨਾਂ ਬੱਚਿਆਂ ਦੀ ਟ੍ਰੇਨਿੰਗ ਕਿਵੇਂ ਹੋਣੀ ਹੈ? ਉਹਨਾਂ ਬੱਚਿਆਂ ਦੇ ਵਿੱਚ ਜਦੋਂ ਉਹਨਾਂ ਨੇ ਉਹ ਜੋ ਨਿਕਲਦੇ ਨੇ ਕੋਈ ਉਹਨਾਂ ਕੋਲ ਸਕਿੱਲ ਨਹੀਂ ਹੈ, ਉਹ ਇੰਪਲਾਏਬਲ ਵੀ ਨਹੀਂ ਹੈਗੇ। ਸਕਿੱਲ ਵਾਲੀ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਜਿਵੇਂ ਬੀਐਡ ਦਾ ਕੋਰਸ ਹੈ, ਹਰੇਕ ਕਾਲਜ ਕਰਾਈ ਜਾਂਦਾ, ਹਰੇਕ ਯੂਨੀਵਰਸਿਟੀ ਕਰਾਈ ਜਾਂਦੀ ਹੈ, ਪਰ ਜੇ ਮਾਰਕੀਟ 'ਚ ਨੌਕਰੀ ਹੋਣੀ, ਸਰਕਾਰ ਨੌਕਰੀ ਨਹੀਂ ਦੇ ਰਹੀ, ਨੌਕਰੀ ਦਾ ਸਰਵੇ ਹੋਵੇ ਫਿਰ ਇਸ ਲਈ ਉਸ ਆਧਾਰ ਤੇ ਕੋਰਸ ਹੋਣ। ਇਹਦੇ ਨਾਲ ਜੁੜੀ ਇੱਕ ਹੋਰ ਗੱਲ ਹੈ, ਜਿਹੜੇ ਵੀ ਪ੍ਰੋਫੈਸ਼ਨਲ ਟੈਕਨੀਕਲ ਵੋਕੇਸ਼ਨਲ ਕੋਰਸਿਸ ਨੇ ਜਿਨ੍ਹਾਂ ਲਈ ਸਰਕਾਰ ਲੋਨ ਦਿੰਦੀ ਹੈ, ਉਹ ਲੋਨਸ ਦਾ ਪ੍ਰੋਸੈਸ, ਪ੍ਰਕਿਰਿਆ ਤੇ ਫਾਰਮੈਲਿਟੀਜ਼ ਆਸਾਨ ਕੀਤੀਆਂ ਜਾਣ। ਪ੍ਰੋਪਰਟੀ ਨੂੰ ਕ੍ਰਾਈਟੇਰੀਆ ਨਾ ਰੱਖਦੇ ਹੋਏ ਉਹਨਾਂ ਦੀ ਟੈਲੈਂਟ ਤੇ ਹੁਨਰ ਦੇ ਬੇਸਿਸ ਤੇ ਲੋਨ ਦਿੱਤੇ ਜਾਣ ਤੇ ਸਿਕਿਉਰਿਟੀ ਦੇ ਤੌਰ ਤੇ ਇਹ ਲੋਨ ਦੀ ਜਿਹੜੀ ਰਕਮ ਹੈ ਉਹ ਡਾਇਰੈਕਟਲੀ ਟ੍ਰਾਂਸਫਰ ਕੀਤੀ ਜਾਵੇ ਯੂਨੀਵਰਸਿਟੀ ਨੂੰ। ਇਹਦੇ ਨਾਲ ਨਾਲ ਇਹ ਵੀ ਗੱਲ ਸੋਚਣੇ ਵਾਲੀ ਹੈ ਕਿ ਬਹੁਤ ਸਾਰੇ ਸਿਲੇਬਸ 'ਚ ਇਹੋ ਜਿਹੇ ਕੋਰਸਿਸ ਨੇ ਜਿਹੜੇ ਪ੍ਰੋਫੈਸ਼ਨਲ ਟੈਕਨੀਕਲ ਤੇ ਵੋਕੇਸ਼ਨਲ ਕੋਰਸਿਸ ਨੇ ਜਿਹੜੇ ਹੁਣ ਆਊਟਡੇਟ ਹੋ ਚੁੱਕੇ ਨੇ, ਉਹਨਾਂ ਨੂੰ ਅਪਡੇਟ ਕੀਤਾ ਜਾਵੇ ਉਹ ਕੋਰਸਿਸ ਨਾਲ ਜਿਹੜੇ ਅੱਜ ਦੇ ਮਾਹੌਲ 'ਚ ਅਹਿਮੀਅਤ ਰੱਖਦੇ ਨੇ। ਉਹਦੇ ਨਾਲ 10ਵੀਂ ਕਲਾਸ ਤੱਕ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ ਸਰਕਾਰੀ ਨੌਕਰੀਆਂ ਦੇ ਲਈ। ਪੁਆਇੰਟ ਹੈਗਾ ਘੱਗਾ ਕਿ ਪਹਿਲਾਂ 80 ਦੇ ਦਹਾਕੇ ਵਿੱਚ ਕਾਲਜਾਂ ਵਿੱਚ ਯੂਥ ਫੈਸਟੀਵਲ ਹੁੰਦੇ ਸੀ, ਇਲੈਕਸ਼ਨਾਂ ਹੁੰਦੀਆਂ ਸੀ। ਯੂਥ ਫੈਸਟੀਵਲਾਂ ਦੇ ਵਿੱਚ ਵੱਖ-ਵੱਖ ਵੰਨਗੀਆਂ ਹੁੰਦੀਆਂ ਸੀ, ਚਾਹੇ ਉਹ ਕਵਿਤਾ ਬੋਲਣਾ, ਚਾਹੇ ਤੁਸੀਂ ਕੋਈ ਡਿਬੇਟ ਕਰਨੀ, ਕਿਸੇ ਨੂੰ ਪੋਲੀਟੀਕਲ ਇੰਟਰਸਟ ਹੁੰਦਾ ਸੀ, ਪੋਲੀਟਿਕਸ 'ਤੇ ਬੋਲਦਾ ਸੀ, ਕੋਈ ਸਮਾਜ 'ਤੇ ਬੋਲਦਾ ਸੀ, ਕੋਈ ਸੋਸ਼ਲ ਏਜੰਡੇ 'ਤੇ ਬੋਲਦਾ ਸੀ। ਉਹ ਚੀਜ਼ਾਂ ਮੁੜ ਕੇ ਬਹਾਲ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਉਹਨਾਂ ਦੇ ਵਿੱਚੋਂ ਸਮਾਜ ਵਿੱਚ ਚੰਗੇ ਕਲਾਕਾਰ ਆਉਂਦੇ ਆ, ਚੰਗੇ ਲੀਡਰ ਆਉਂਦੇ ਆ ਜਿਹੜੇ ਸਾਡੇ ਸਮਾਜ ਵਿੱਚ ਇੱਕ ਨਵੀਆਂ ਪੈੜਾਂ ਪਾਉਂਦੇ ਆ। ਹੁਣ ਅੱਜ ਆਪਾਂ ਵੇਖਦੇ ਵੀ ਹਰੇਕ ਸਾਥ 'ਚ ਮੋੜਾਂ ਦੇ ਮੁੰਡੇ ਵਿਹਲੇ ਖੜੇ ਨੇ, ਠੀਕ ਹੈ ਜੀ, ਸਾਰੇ ਆਪਣੇ ਮੋਬਾਈਲਾਂ ਦੇ ਵਿੱਚ ਬਿਜ਼ੀ ਨੇ, ਕੋਈ ਘਰ ਦਾ ਕੰਮ ਜਾਂ ਕੋਈ ਖੇਡਾਂ ਵਾਲੇ ਪਾਸੇ ਨੂੰ ਤੁਰ ਨਹੀਂ ਰਿਹਾ। ਬਿਲਕੁਲ। ਤੇ ਕੁਝ ਆਪਣੀਆਂ ਪਾਲਿਸੀਆਂ ਇਹੋ ਜਿਹੀਆਂ ਨੇ ਪੰਜਾਬ ਸਰਕਾਰ ਦੀਆਂ ਕਿ ਜਿਨ੍ਹਾਂ ਨੂੰ ਵੇਖਦਿਆਂ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਕ੍ਰਾਈਮ ਦਾ ਹੀ ਰਸਤਾ ਜਿਹੜਾ ਇਹ ਸਾਡੇ ਲਈ ਬਿਹਤਰ ਰਹੂਗਾ, ਜਦ ਕਿ ਉਹ ਇੱਕ ਦਲਦਲ 'ਚ ਧੱਸਦੇ ਨੇ। ਉਹਨਾਂ ਦੇ ਕੁਝ ਹੱਲ ਨੇ ਜੀ ਜਿਹੜੇ ਸਪੋਰਟਸਮੈਨਾਂ ਤੋਂ ਪੁੱਛ ਕੇ ਕੁਝ ਉਹਨਾਂ ਦੇ ਪੁਆਇੰਟ ਬਣਾਏ ਗਏ ਨੇ। ਇੱਕ ਜਿਵੇਂ ਇਨਫਰਾਸਟ੍ਰਕਚਰ ਦਾ ਰੇਟ ਸਭ ਤੋਂ ਪਹਿਲਾਂ ਵੀ ਆਪਣੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਮਲਟੀਪਰਪਸ ਖੇਡ ਸਟੇਡੀਅਮ ਹੋਵੇ ਜਿੱਥੇ ਸਾਰੇ ਸਪੋਰਟਸਮੈਨ ਆ ਕੇ ਜਿਹੜੇ ਆ ਆਪਣੀ ਪ੍ਰੈਕਟਿਸ ਕਰਨ ਤੇ ਸਕੂਲ ਪੱਧਰ ਤੇ ਜਿਹੜੇ ਡੀਪੀ ਨੇ ਟੀਚਰ ਉਹਨਾਂ ਨੂੰ ਸਪੋਰਟਸ ਡਿਪਾਰਟਮੈਂਟ ਦੇ ਅੰਡਰ ਕੀਤਾ ਜਾਵੇ ਤਾਂ ਕਿ ਉਹ ਇਸ ਚੀਜ਼ ਲਈ ਜਵਾਬਦੇਹ ਹੋਣ। ਉਸ ਤੋਂ ਬਾਅਦ ਜੀ ਹੈਗਾ ਆ ਜਿਹੜੇ ਖੇਡ ਸੰਸਥਾਵਾਂ ਦੇ ਮੁਖੀ ਨੇ ਉਹ ਸਿਆਸਤਦਾਨਾਂ ਦੀ ਬਜਾਏ ਜਿਹੜੇ ਪੁਰਾਣੇ ਪਲੇਅਰ ਨੇ ਉਹਨਾਂ ਨੂੰ ਲਾਇਆ ਜਾਵੇ, ਜਿਹੜੇ ਸੀਨੀਅਰ ਪਲੇਅਰ ਨੇ, ਤਾਂ ਕਿ ਉਹਨਾਂ ਦੇ ਤਜਰਬੇ ਦਾ ਫਾਇਦਾ ਪਲੇਅਰਾਂ ਨੂੰ ਹੋ ਸਕੇ ਜੀ। ਤੇ ਸਟੀਰੋਇਡ ਦੀ ਆਪਾਂ ਗੱਲ ਕੀਤੀ ਜਿਹੜਾ ਅੱਗੇ, ਇਹਦੇ ਲਈ ਸਰਕਾਰ ਨੂੰ ਪ੍ਰੋਪਰ ਇੱਕ ਚੈਨਲ ਬਣਾਉਣਾ ਚਾਹੀਦਾ ਕਾਉਂਸਲਿੰਗ ਵਾਸਤੇ। ਉਹਨਾਂ ਦੀ ਮਹੀਨੇ ਬਾਅਦ ਜਾਂ ਛਮਾਈ ਤਮਾਈ ਉਹਨਾਂ ਦੀ ਕਾਉਂਸਲਿੰਗ ਹੋਵੇ, ਉਹਨਾਂ ਨੂੰ ਸਟੀਰੋਇਡ ਦੀ ਦੁਰਵਰਤੋਂ ਦਾ ਦੱਸਿਆ ਜਾਵੇ ਕਿ ਇਹਦੇ ਤੁਹਾਨੂੰ ਨੁਕਸਾਨ ਕੀ ਨੇ, ਤੇ ਉਹਨਾਂ ਨੂੰ ਚੰਗੀ ਖੁਰਾਕ ਇੱਕ ਪ੍ਰੋਪਰ ਸ਼ਡਿਊਲ ਬਣਾ ਕੇ ਹਰ ਇੱਕ ਗੇਮ ਦੇ ਅਕੋਰਡਿੰਗ ਡਾਈਟ ਪਲਾਨ ਬਣਾ ਕੇ ਉਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਉਹ ਇਸ ਰਸਤੇ ਤੋਂ ਬਚ ਕੇ ਆਪਣਾ ਡਾਈਟ ਵੱਲ ਮੁੜਨ ਜੀ। ਉਸ ਤੋਂ ਬਾਅਦ ਹੈ ਜੀ ਟੈਲੈਂਟ ਮੁਕਾਬਲੇ ਕਰਾਉਣੇ ਚਾਹੀਦੇ ਨੇ ਜੀ, ਜਿਹੜੇ ਜ਼ਿਲ੍ਹਾ ਪੱਧਰੀ ਜਾਂ ਜ਼ਿਲ੍ਹਾ ਪੱਧਰੀ, ਸਕੂਲ ਪੱਧਰੀ, ਮਤਲਬ ਗ੍ਰਾਸ ਰੂਟ ਲੈਵਲ ਤੋਂ ਬੱਚਿਆਂ ਨੂੰ ਚੁੱਕਣਾ ਚਾਹੀਦਾ ਹਰੇਕ ਬਲਾਕ 'ਚ ਜਾਂ ਹਰੇਕ ਜ਼ਿਲ੍ਹੇ ਦੇ ਵਿੱਚ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਹੈਗਾ ਜਿਹੜੀਆਂ ਸਥਾਨਕ ਖੇਡਾਂ ਨੇ, ਜਿਵੇਂ ਆਪਣੀਆਂ ਪੇਂਡੂ ਖੇਡਾਂ ਅਲੋਪ ਹੋ ਰਹੀਆਂ ਨੇ, ਉਹਨਾਂ ਨੂੰ ਬਰਾਬਰ ਦੇ ਹੱਕ ਦਿੱਤੇ ਜਾਣ, ਉਹਨਾਂ ਦੇ ਖਿਡਾਰੀਆਂ ਨੂੰ ਬਰਾਬਰ ਦੇ ਮੁਆਵਜ਼ੇ ਦਿੱਤੇ ਜਾਣ, ਉਹਨਾਂ ਵਾਸਤੇ ਵੀ ਇੱਕ ਪ੍ਰੈਕਟਿਸ ਕਰਨ ਲਈ ਇੱਕ ਪ੍ਰੋਪਰ ਸਟੇਡੀਅਮ ਵਾਂਗੂ ਇੱਕ ਜਗ੍ਹਾ ਬਣਾਈ ਜਾਵੇ ਤਾਂ ਕਿ ਜਿਹੜੀ ਸਾਡੀ ਪੰਜਾਬੀ ਵਿਰਾਸਤ ਆ ਉਹ ਜਿੰਦਾ ਰਹਿ ਸਕੇ। ਉਸ ਤੋਂ ਬਾਅਦ ਹੈ ਜੀ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਪਲੇਅਰਾਂ ਨੂੰ ਆਉਂਦੀ ਉਹ ਹੈ ਜੀ ਪੜ੍ਹਾਈ ਦੀ। ਕਈ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਇਹੋ ਜਿਹੇ ਨੇ ਜਿਨ੍ਹਾਂ ਕੋਲੋਂ BA ਕਲੀਅਰ ਨਹੀਂ ਹੁੰਦੀ। ਪੜ੍ਹਾਈ ਵੀ ਬਹੁਤ ਜ਼ਰੂਰੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਆ, ਬਟ ਜੇ ਆਪਾਂ ਇੱਕ ਟੌਪ ਦਾ ਸਪੋਰਟਸਮੈਨ ਬਣਨਾ ਲੋਚਦੇ ਆ
ਤੇ ਆਪਾਂ ਨੂੰ ਕਿਤੇ ਨਾ ਕਿਤੇ ਪੜ੍ਹਾਈ ਜਿਹੜੀ ਪਿੱਛੇ ਛੁੱਟ ਜਾਂਦੀ ਆ। ਉਹਦੇ ਲਈ ਇਹ ਹੈ ਜੀ ਇਹਨਾਂ ਨੂੰ ਗ੍ਰੇਸ ਮਾਰਕਸ ਦੇਣੇ ਚਾਹੀਦੇ ਨੇ ਇਹਨਾਂ ਦੇ ਪਰਫਾਰਮੈਂਸ ਦੇ ਆਧਾਰ ਤੇ, ਕਿ ਜ਼ਿਲ੍ਹੇ ਵਾਲੇ ਨੂੰ ਇੰਨੇ ਪਰਸੈਂਟ, ਸਟੇਟ ਵਾਲੇ ਨੂੰ ਇੰਨੇ ਪਰਸੈਂਟ, ਨੈਸ਼ਨਲ ਇੰਟਰਨੈਸ਼ਨਲ ਨੂੰ ਫਿਰ ਉਸ ਹਿਸਾਬ ਨਾਲ ਇਹਨਾਂ ਦੀ ਪਰਸੈਂਟੇਜ ਦੇ ਹਿਸਾਬ ਨਾਲ ਗ੍ਰੇਸ ਮਾਰਕਸ ਦੇਣੇ ਚਾਹੀਦੇ ਆ ਜੀ। ਜੱਸਾ ਸਿੰਘ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਖੇਡਾਂ ਸਿਹਤ ਵਾਸਤੇ, ਜਵਾਨੀ ਵਾਸਤੇ ਬਹੁਤ ਮਹੱਤਵਪੂਰਨ ਨੇ, ਪਰ ਜਦੋਂ ਆਪਾਂ ਦੇਖਦੇ ਹਾਂ ਜੇ ਸਾਡੇ ਕੋਲ ਵਾਤਾਵਰਨ ਹੀ ਨਾ ਹੋਇਆ ਤੇ ਸਿਹਤ ਕਿੱਥੋਂ ਰਹੇਗੀ। ਅੱਜ ਜਦੋਂ ਪੰਜਾਬ ਦੀਆਂ ਹੋਰ ਸਮੱਸਿਆਵਾਂ ਦੀ ਚਰਚਾ ਕਰਦੇ ਹਾਂ ਤਾਂ ਸਾਡੇ ਸਾਹਮਣੇ ਵਾਤਾਵਰਨ ਪੰਜਾਬ ਦਾ ਜੋ ਦੂਸ਼ਿਤ ਹੈ ਉਹ ਸਭ ਤੋਂ ਵੱਡੀ ਸਮੱਸਿਆ ਦੇ ਤੌਰ 'ਤੇ ਦਿਖਾਈ ਦੇ ਰਿਹਾ। ਮਿਸਾਲ ਦੇ ਤੌਰ 'ਤੇ ਅਸੀਂ ਕੀ ਦੇਖਦੇ ਹਾਂ ਕਿ ਸਾਡੇ ਜਿੰਨੇ ਨਾਲੇ ਨੇ, ਬੁੱਢਾ ਨਾਲਾ ਹੈ, ਕਾਲੀ ਵਈ ਹੈ, ਜਾਂ ਹੋਰ ਪੰਜਾਬ ਦੇ ਅੰਦਰ ਇੱਦਾਂ ਦੇ ਨਾਲੇ ਨੇ ਜਿਹੜੇ ਇੰਨੇ ਦੂਸ਼ਿਤ ਨੇ ਕਿ ਜਿਨ੍ਹਾਂ ਦੇ ਪਾਣੀ ਦੇ ਨਾਲ ਜ਼ਿੰਦਗੀਆਂ ਤਬਾਹ ਹੋ ਰਹੀਆਂ ਨੇ। ਉਹਨਾਂ ਦੇ ਵਾਸਤੇ ਜੋ ਅੱਜ ਤੱਕ ਦਾ ਪ੍ਰਬੰਧ ਹੋ ਜਾਣਾ ਚਾਹੀਦਾ ਸੀ ਉਹ ਤੇ ਸਰਕਾਰਾਂ ਨੇ ਕੀਤਾ ਨਹੀਂ। ਇਹ ਸਾਡੇ ਸਾਹਮਣੇ ਵੱਡੀ ਸਮੱਸਿਆ ਬਣ ਕੇ ਮੌਤ ਦਾ ਖੌਅ ਬਣੇ ਹੋਏ ਨੇ। ਇਸ ਤਰ੍ਹਾਂ ਕੀ ਹੈ, ਪੰਜਾਬ ਦੇ ਅੰਦਰ ਦਰਿਆਵਾਂ ਦਾ ਜੋ ਪਾਣੀ ਹੈ ਉਹ ਸਾਡੇ ਦਰਿਆਵਾਂ 'ਚ ਜਦੋਂ ਬਰਸਾਤਾਂ ਪੈਂਦੀਆਂ ਨੇ ਉਹ ਛੱਡਿਆ ਜਾਂਦਾ ਹੈ। ਉਹਦੇ ਨਾਲ ਕੋਈ ਵਾਤਾਵਰਨ ਸਾਫ ਸੁਥਰਾ ਨਹੀਂ ਹੋ ਸਕਦਾ, ਕਿਉਂਕਿ ਉਹ ਜ਼ਹਿਰੀਲਾ ਪਾਣੀ ਜਿਹੜਾ ਸਾਡੇ ਕੋਲ ਹੈ ਉਹ ਜਿਉਂ ਦਾ ਤਿਉਂ ਅੱਗੇ ਜਾ ਕੇ ਦਰਿਆਵਾਂ ਵਿੱਚ ਪੈ ਕੇ ਜ਼ਿੰਦਗੀ ਨੂੰ ਮੌਤ ਦੇ ਮੂੰਹ 'ਚ ਪਾ ਰਹੇ। ਇਸ ਤਰ੍ਹਾਂ ਅੱਗੇ ਚੱਲ ਕੇ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡੇ ਘਰਾਂ ਦਾ ਕੂੜਾ ਕਰਕਟ ਹੈ ਉਹ ਵੀ ਆਮ ਨਾਲੋਂ ਵੱਧ ਜਿਹੜਾ ਪ੍ਰਤੀ ਮਨੁੱਖ ਅਸੀਂ ਪੈਦਾ ਕਰ ਰਹੇ ਹਾਂ। ਉਹਦਾ ਬੰਦੋਬਸਤ ਕਰਨਾ, ਟ੍ਰੀਟਮੈਂਟ ਕਰਨਾ, ਉਹਦੇ ਲਈ ਪਲਾਂਟ ਲੱਗਣੇ, ਇਹਦੇ ਲਈ ਜੋ ਸਾਡੇ ਪ੍ਰਬੰਧ ਨੇ ਸੂਬੇ ਦੇ, ਇਹ ਬਿਲਕੁਲ ਨਕਾਰਾਤਮਕ ਨੇ। ਜੇ ਦੇਖਿਆ ਜਾਏ ਪੰਜਾਬ ਦੀ ਵੱਡੀ ਸਮੱਸਿਆ ਸਾਡੀ ਜਦੋਂ ਇਹਨਾਂ ਰਾਹੀਂ ਬਣਦੀ ਹੈ ਤੇ ਸਾਰਾ ਪੰਜਾਬ ਪੀੜਤ ਹੈ। ਇਸ ਤੋਂ ਅੱਗੇ ਚੱਲ ਕੇ ਅਸੀਂ ਕੀ ਦੇਖਦੇ ਹਾਂ ਕਿ ਸਾਡੇ ਅੰਦਰ ਅਜੇ ਤੱਕ ਕੋਈ ਜਿਹੜੀ ਫੈਕਟਰੀਆਂ ਲਾਉਣ ਦੀ ਜੋ ਨੀਤੀ ਹੈ, ਜੇ ਅਸੀਂ ਕੈਮੀਕਲ ਦੀ ਗੱਲ ਕਰਦੇ ਹਾਂ ਉਹਦੇ ਆਧਾਰ 'ਤੇ ਜੋ ਫੈਕਟਰੀਆਂ ਲੱਗਦੀਆਂ ਨੇ ਉਹਦਾ ਜੋ ਪਾਣੀ ਨਿਕਲਦਾ ਹੈ ਜ਼ਮੀਨ ਦੇ ਥੱਲੇ ਜਾਂਦਾ ਹੈ ਤੇ ਧਰਤੀ ਦਾ ਅੰਦਰਲਾ ਪਾਣੀ ਵੀ ਖਰਾਬ ਕਰਦਾ ਹੈ, ਬਾਹਰਲਾ ਪਾਣੀ ਵੀ ਖਰਾਬ ਕਰਦਾ ਹੈ। ਅਜੇ ਤੱਕ ਪੰਜਾਬ ਦੇ ਵਾਸਤੇ ਕੋਈ ਰਣਨੀਤੀ ਨਹੀਂ ਬਣਾਈ ਗਈ ਤੇ ਜਦੋਂ ਤੱਕ ਪੰਜਾਬ ਦੇ ਲਈ ਰਣਨੀਤੀ ਨਹੀਂ ਬਣੇਗੀ, ਇਹਦੇ ਲਈ ਯੋਜਨਾ ਨਹੀਂ ਬਣੇਗੀ ਤੇ ਸਾਡਾ ਪੰਜਾਬ ਬਚੇਗਾ ਕਿਵੇਂ। ਦੇਖੋ ਗੱਲ ਇਹਦੇ ਨਾਲ ਨਾਲ ਨਾ ਪਾਣੀ ਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਪਾਣੀ ਦੀ ਪੋਲਿਊਸ਼ਨ ਦੀ ਹੈ। ਅਸੀਂ ਸਾਡਾ ਜਿੰਨਾ ਵੀ ਸਾਡਾ ਫਰੈਸ਼ ਪਾਣੀ ਪੀਣ ਯੋਗ ਸੀ, ਨਲਕਿਆਂ ਦਾ ਪਾਣੀ ਪੀਣ ਜੋਗਾ ਨਹੀਂ ਰਿਹਾ ਕਿਤੇ ਵੀ, ਸਾਨੂੰ ਮੁੱਲ ਲੈ ਕੇ ਪਾਣੀ ਪੀਣਾ ਪੈਂਦਾ। ਪ੍ਰਦੂਸ਼ਣ ਨੂੰ ਬਹੁਤ ਅੱਛੀ ਤਰ੍ਹਾਂ ਚੈੱਕ ਕਰਨ ਦੀ ਲੋੜ ਹੈ। ਦੂਜੀ ਗੱਲ ਹੈ ਵੀ ਸਭ ਤੋਂ ਵੱਡਾ ਜਿਹੜਾ ਪਾਣੀ ਦਾ ਖਪਤ ਹੈ ਉਹ ਖੇਤੀਬਾੜੀ ਖੇਤਰ 'ਚ ਹੁੰਦੀ ਹੈ। ਤਾਂ ਖੇਤੀ ਦੇ ਵਿੱਚ ਸਾਨੂੰ ਪਾਣੀ ਨੂੰ ਰੀਸਰਕੂਲੇਟ ਕਰਨ ਦੀ ਵੀ ਲੋੜ ਹੈ। ਜਿਹੜਾ ਵੀ ਸਾਡਾ ਪਾਣੀ ਨਿਕਲਦਾ ਹੈ ਸ਼ਹਿਰਾਂ 'ਚੋਂ ਉਹਨੂੰ ਟਰੀਟ ਕਰਕੇ ਦੁਬਾਰਾ ਖੇਤੀਬਾੜੀ ਲਈ ਵਰਤਣਾ ਚਾਹੀਦਾ। ਸਾਰੇ ਟ੍ਰੀਟਮੈਂਟ ਪਲਾਂਟ ਲੱਗਣੇ ਚਾਹੀਦੇ ਨੇ। ਜਿਹੜੇ ਇੰਡਸਟਰੀਅਲ ਟਾਊਨ ਨੇ ਲੁਧਿਆਣੇ ਵਰਗੇ, ਮੰਡੀ ਗੋਬਿੰਦਗੜ੍ਹ ਵਰਗੇ, ਉਹਨਾਂ ਦੇ ਵਿੱਚ ਕੈਮੀਕਲ ਟ੍ਰੀਟਮੈਂਟ ਪਲਾਂਟ ਵੀ ਲੱਗਣੇ ਚਾਹੀਦੇ ਨੇ। ਦੂਜਾ ਸਾਨੂੰ ਫਰੈਸ਼ ਪਾਣੀ ਦੀ ਸੰਭਾਲ ਦੇ ਵਿੱਚ ਵੀ ਜ਼ੋਰ ਦੇਣਾ ਚਾਹੀਦਾ। ਸਾਨੂੰ ਜਿਹੜੀ ਪਾਣੀ ਦੀ ਰਿਚਾਰਜਿੰਗ ਲਈ ਜਿਹੜਾ ਸਾਡੇ ਕੋਲ 2 ਮਹੀਨੇ ਬਰਸਾਤਾਂ ਦੇ ਵਿੱਚ ਪਾਣੀ ਹੁੰਦਾ, ਕਿਉਂਕਿ ਸਾਡੇ ਦਾ 80 ਦਿਨ ਮੀਂਹ ਪੈਂਦਾ ਹੈ ਸਾਲ ਦੇ ਵਿੱਚ, ਤੇ ਉਹ ਪਾਣੀ ਨੂੰ ਵੀ ਸੰਭਾਲਣ ਦੀ ਲੋੜ ਹੈ। ਉਹਦੇ ਵਿੱਚ ਸਾਨੂੰ ਭਾਵੇਂ ਜਿਹੜੇ ਸਾਡੇ ਸ਼ਹਿਰ ਨੇ ਜਿਹੜੇ ਸਾਰੇ ਕੰਕਰੀਟ ਦੇ ਬਣ ਗਏ ਨੇ, ਸੜਕਾਂ ਪੱਕੀਆਂ, ਥਾਂ ਥਾਂ ਦੇ ਉੱਤੇ ਸਾਨੂੰ ਰਿਚਾਰਜ ਵੈੱਲ ਬਣਾਉਣੇ ਚਾਹੀਦੇ ਨੇ। ਸਾਨੂੰ ਸਾਰੀਆਂ ਜਿਹੜੀਆਂ ਵੱਡੀਆਂ ਬਿਲਡਿੰਗਸ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਪਾਣੀ ਦੀ ਰੇਨ ਵਾਟਰ ਦੀ ਹਾਰਵੈਸਟਿੰਗ ਮੈਂਡੇਟਰੀ ਕੰਪਲਸਰੀ ਕਰ ਦੇਣੀ ਚਾਹੀਦੀ ਹੈ ਕਾਨੂੰਨ ਅਨੁਸਾਰ, ਕਿਉਂਕਿ ਗਰਾਊਂਡ ਵਾਟਰ ਜਿਹੜਾ ਜ਼ਮੀਨ ਦੇ ਵਿੱਚ ਪਾਣੀ ਹੈ ਇਹ ਸਭ ਤੋਂ ਅੱਛਾ ਸਰੋਤ ਹੈ। ਇਹ ਤੁਹਾਨੂੰ ਜਦੋਂ ਤੁਸੀਂ ਚਾਹੋ ਇਹਨੂੰ ਉਦੋਂ ਕੱਢ ਕੇ ਤੁਸੀਂ ਵਰਤ ਸਕਦੇ ਹੋ। ਸਿਰਫ ਤੁਹਾਨੂੰ ਇਹਦੇ ਵਾਸਤੇ ਪਾਵਰ ਦੀ ਲੋੜ ਹੈ। ਕਿ ਇੰਡੀਆ ਦੇ ਵਿੱਚ ਸਭ ਤੋਂ ਜਿਹੜੀ ਮਹਿੰਗੀ ਬਿਜਲੀ ਆ ਉਹ ਸਾਡੇ ਪੰਜਾਬ ਦੇ ਵਿੱਚ ਸਾਨੂੰ ਦਿੱਤੀ ਜਾ ਰਹੀ ਹੈ। ਸਭ ਤੋਂ ਵੱਧ ਰੇਟ ਜਿਹੜਾ ਬਿਜਲੀ ਦਾ ਹੈ ਉਹ ਪੰਜਾਬ ਦੇ ਵਿੱਚ ਹੈ। ਈਵਨ ਸਾਡੇ ਜਿਹੜੇ ਗਵਾਂਢੀ ਸੂਬੇ ਨੇ ਜਿਵੇਂ ਹਿਮਾਚਲ ਹੈ ਤੇ ਹਰਿਆਣਾ, ਉੱਥੋਂ ਦੀਆਂ ਸਰਕਾਰਾਂ ਬਹੁਤ ਘੱਟ ਰੇਟ 'ਤੇ ਜਿਹੜੀ ਬਿਜਲੀ ਹੈ ਉਹਨਾਂ ਨੂੰ ਪ੍ਰੋਵਾਈਡ ਕਰਵਾ ਰਹੇ ਨੇ। ਤੁਹਾਨੂੰ ਪਤਾ ਹੋਵੇ ਤਾਂ ਇਹ ਸਮਝੌਤੇ ਹੋਏ ਸੀ ਸਾਡੀਆਂ ਸਰਕਾਰਾਂ ਵੱਲੋਂ। ਉਸ ਸਮਝੌਤਿਆਂ ਦੇ ਤਹਿਤ ਹੀ ਜਿਹੜੀ ਬਿਜਲੀ ਦੇ ਰੇਟ ਜਿਹੜੇ ਆ ਉਹ ਇਹ ਜਿਹੜੇ ਰੇਟ ਅਸੀਂ ਹੁਣ ਦੇ ਰਹੇ ਹਾਂ, ਜਿਹੜਾ ਅਸੀਂ ਇੰਨੀ ਮਹਿੰਗੀ ਬਿਜਲੀ ਸਾਨੂੰ ਮਿਲ ਰਹੀ ਹੈ, ਇਹ ਉਹਨਾਂ ਸਮਝੌਤਿਆਂ ਦੇ ਤਹਿਤ ਹੀ ਹੋਈ ਹੈ। ਸੋ ਜਿਹੜੀਆਂ ਸਰਕਾਰਾਂ ਨੇ ਸਮਝੌਤੇ ਕੀਤੇ ਸੀ ਉਹਨਾਂ ਦੀ ਜਿਹੜੀ ਪੜਤਾਲ ਹੋਣੀ ਚਾਹੀਦੀ ਆ, ਉਹਨਾਂ ਨੂੰ ਸਰਚ ਕਰਨਾ ਚਾਹੀਦਾ। ਤੇ ਜਿਹੜਾ ਭਵਿੱਖ ਆ ਉਹ ਸੋਲਰ ਦਾ ਹੈ। ਸੋ ਜਿੰਨੀਆਂ ਵੀ ਸਰਕਾਰੀ ਸੰਸਥਾਵਾਂ ਨੇ ਜਾਂ ਜਿਹੜੀਆਂ ਵੱਡੀਆਂ ਫੈਕਟਰੀਆਂ ਨੇ ਸਰਕਾਰੀ, ਜਾਂ ਸਕੂਲ ਨੇ ਜਾਂ ਕਾਲਜ ਨੇ, ਇਹਨਾਂ ਦੀ ਜਿਹੜੀਆਂ ਛੱਤਾਂ ਨੇ ਵਿਹਲੀਆਂ ਪਈਆਂ ਨੇ, ਇਹਨਾਂ ਦੇ ਉੱਪਰ ਸੋਲਰ ਜਿਹੜੇ ਪੈਨਲ ਲਾ ਕੇ ਇਹਨਾਂ ਦੀ ਜਿਹੜੀ ਐਨਰਜੀ ਆ ਉਹ ਸੋਲਰ ਦੇ ਉੱਪਰ ਚਲਾਉਣੀ ਚਾਹੀਦੀ ਆ। ਇਸ ਤੋਂ ਬਿਨਾਂ ਸਰਕਾਰ ਸਬਸਿਡੀ ਦੇ ਵੀ ਰਹੀ ਹੈ, ਬਟ ਸ਼ਾਇਦ ਲੋਕਾਂ ਨੂੰ ਨੌਲੇਜ ਨਹੀਂ।
ਲਓ ਜੀ, ਅਸੀਂ ਆਪਾਂ ਟਰਾਂਸਪੋਰਟ ਮਾਫੀ ਬਾਰੇ ਵੀ ਗੱਲ ਕਰ ਲਈਏ। ਹਾਂਜੀ। ਬੜੀਆਂ ਮਾਫੀ ਦੀਆਂ ਗੱਲਾਂ ਹੋਈਆਂ ਨੇ, ਪਰ ਸਭ ਤੋਂ ਵੱਡਾ ਇੱਕ ਟਰਾਂਸਪੋਰਟ ਮਾਫੀਆ ਵੀ ਹੈਗਾ, ਇਹਦੀ ਆਮ ਤੌਰ ਤੇ ਅਕਸਰ ਅਸੀਂ ਗੱਲ ਕਰਦੇ ਰਹੇ ਹਾਂ। ਇਹ ਸਭ ਤੋਂ ਵੱਡੀ ਗੜਬੜ ਜਿਹੜੀ ਹੈਗੀ ਉਹ ਟਾਈਮ ਟੇਬਲ 'ਚ ਹੈ। ਟਾਈਮ ਟੇਬਲ ਜਿਹੜੀ ਹੇਰਾਫੇਰੀ ਕਰਦੇ ਨੇ ਵੱਡੇ ਟਰਾਂਸਪੋਰਟਰ, ਉਹ ਸਭ ਤੋਂ ਵੱਡੀ ਗੜਬੜ ਹੈਗੀ ਹੈ। ਉਹ ਇੰਨਾ ਮੈਨੂਪਲੇਟ ਹੁੰਦਾ ਟਾਈਮ ਟੇਬਲ ਕਿ ਕਿਸੇ ਨੂੰ ਮਤਲਬ ਵੀ ਪਤਾ ਹੀ ਨਹੀਂ ਲੱਗਦਾ ਵੀ ਕੀ ਗੜਬੜ ਹੋ ਗਈ। ਕਈਆਂ ਨੂੰ ਤਾਂ ਜਿਵੇਂ ਸਰਕਾਰੀ ਬੱਸਾਂ ਨੂੰ ਤਾਂ 2-2 ਮਿੰਟ ਮਿਲਦੇ ਨੇ, ਕਈਆਂ ਨੂੰ 7-7 ਮਿੰਟ ਮਿਲ ਜਾਂਦੇ ਨੇ, ਕਈਆਂ ਨੂੰ 15-15 ਮਿੰਟ ਵੀ ਮਿਲ ਜਾਂਦੇ ਨੇ। ਬੱਸ ਸਟੈਂਡ 'ਤੇ ਸਵਾਰੀ ਬੱਸਾਂ ਉੱਪਰ ਭਰ ਕੇ ਜਾਂਦੀਆਂ ਨੇ ਬੱਸਾਂ। ਇਹ ਗੜਬੜ ਹੁੰਦੀ ਹੈ, ਸ਼ੁਰੂ ਹੁੰਦੀਆਂ ਇਹ ਡਿਪੂਆਂ ਤੋਂ, ਜਿਹੜੇ ਪਾਵਰਾਂ ਨੇ ਉਹ ਥੱਲੇ ਦਿੱਤੀਆਂ ਹੋਈਆਂ ਨੇ, ਉੱਥੋਂ ਇਹ ਚੱਲਦਾ, ਉੱਥੋਂ ਸ਼ੁਰੂਆਤ ਉੱਥੋਂ ਹੁੰਦੀ ਹੈ ਵੀ ਟਾਈਮ ਟੇਬਲ ਬਣਨਾ ਕਿਵੇਂ ਹੈ। ਗਾਹਾਂ ਆ ਕੇ ਫਿਰ ਉੱਪਰ ਹੌਲੀ ਹੌਲੀ ਚੱਲਦਾ ਰਹਿੰਦਾ ਹੈ। ਇਹ 'ਚ ਰਿਸ਼ਵਤਖੋਰੀ ਬਹੁਤ ਚੱਲਦੀ ਹੈ, ਮਤਲਬ ਇਹਦੇ ਵਿੱਚ ਬਹੁਤ ਜ਼ਿਆਦਾ ਕਰਪਸ਼ਨ ਵੀ ਹੈਗੀ ਸਾਰੇ ਟਾਈਮ ਟੇਬਲ 'ਚ। ਤਾਂ ਇੱਕ ਟਾਈਮ ਟੇਬਲ ਵੱਡਾ ਹੈ, ਥੱਲੇ ਗਰਾਊਂਡ ਤੋਂ ਸ਼ੁਰੂ ਹੁੰਦਾ, ਉਹ ਖਤਮ ਹੋਣਾ ਚਾਹੀਦਾ। ਮੇਰਾ ਖਿਆਲ ਹੈ ਕਿ ਇਹ ਅਸੀਂ ਆਪਣੇ ਜਿਹੜਾ ਏਜੰਡਾ ਹੈਗਾ ਜੁਬੀਦਾ ਪੰਜਾਬ, ਉਹਦੇ 'ਚ ਵੀ ਲਿਖਿਆ ਹੈਗਾ ਕਿ ਇੱਕ ਸੈਂਟਰਲ ਅਥਾਰਟੀ ਬਣਨੀ ਚਾਹੀਦੀ ਹੈ ਟਾਈਮ ਟੇਬਲ ਵਾਸਤੇ। ਉਹੀ ਟਾਈਮ ਟੇਬਲ ਬਣਾਵੇ ਸਾਰਾ, ਅਤੇ ਪਹਿਲਾਂ ਲਿਖਿਆ ਹੋਣਾ ਚਾਹੀਦਾ ਕਿ ਸਲੋਟ ਕਿੱਥੇ ਖਾਲੀ ਹੈ। ਫਰਜ਼ ਕਰੋ ਵੀ ਕਈ ਵਾਰੀ ਕਹਿੰਦੇ ਵੀ ਇੱਥੇ ਕਾਹ ਰੂਟ 'ਤੇ ਬੱਸਾਂ ਚੱਲਣੀਆਂ ਨੇ, ਉਹਦਾ ਇੱਕ ਸਿੱਧੀ ਐਡਵਰਟਾਈਜ਼ਮੈਂਟ ਦੇ ਦਿੰਦੇ ਨੇ। ਇਹ ਨਹੀਂ ਲਿਖਦੇ ਵੀ ਕਿਹੜਾ ਟਾਈਮ ਖਾਲੀ ਹੈ, ਕਿੰਨੇ ਵਜੇ ਬੱਸ ਚੱਲੇਗੀ, ਕਿੰਨੇ ਵਜੇ ਆਏਗੀ, ਕਿੰਨੇ ਵਜੇ ਜਾਏਗੀ, ਕਿੰਨੇ ਟ੍ਰਿਪ ਲਾਏਗੀ। 7000 ਬੱਸਾਂ ਦੇ ਪਰਮਿਟ ਨੇ ਤੇ 22000 ਬੱਸਾਂ ਚੱਲਦੀਆਂ ਨੇ। ਇਹ ਆਡਿਟ ਹੋਣਾ ਚਾਹੀਦਾ ਵੀ ਬੱਸਾਂ 22000 ਕਿਉਂ ਨੇ, ਕਿੱਥੇ ਚੱਲਦੀਆਂ ਨੇ, ਜਾਲੀ ਗੱਡੀ ਕਿੰਨੇ ਲਾਉਂਦੀਆਂ ਨੇ। ਤਾਂ ਇਹ ਕਹਿ ਰਿਹਾ ਸੀ ਮੈਂ ਕਿਹਾ ਵੀ ਜਿਹੜੀ ਟ੍ਰੈਫਿਕ ਵੀ ਹੈ ਨਾ, ਜਿਹੜੇ ਲੋਕਾਂ ਨੇ ਸਫ਼ਰ ਕਰਨ ਦਾ ਟਾਈਮ ਹੈ, ਜਿਹੜੀ ਸੈਂਟਰਲ ਅਥਾਰਟੀ ਆ ਉਹ ਵੀ ਦੇਖਣਾ ਚਾਹੀਦਾ ਵੀ ਕਿਹੜੇ ਵੇਲੇ ਕਿੰਨੇ ਬੰਦੇ ਸਵਾਰੀਆਂ ਜਿਹੜੀਆਂ ਆਉਂਦੀਆਂ ਨੇ। ਜਿਹੜੀਆਂ ਲੰਬੀਆਂ ਰੂਟ ਦੀਆਂ ਬੱਸਾਂ ਨੇ ਉਹਨਾਂ ਲਈ ਸਵੇਰੇ ਉਹਨਾਂ ਲਈ ਲੋਕ ਜਲਦੀ ਆਉਂਦੇ ਨੇ। ਜਿਹਨੇ ਮੰਡੀ 'ਚ ਕੰਮ ਕਰਨਾ ਹੁੰਦਾ ਛੋਟੇ ਰੂਟਾਂ ਤੇ, ਉੱਥੇ 10-11 ਵਜੇ ਸਵਾਰੀ ਜ਼ਿਆਦਾ ਪੈਂਦੀ ਹੈ। ਤੇ ਉਹ ਫਿਰ ਜਿਹੜਾ ਮੈਨੂਪੂਲੇਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਟਾਈਮ ਟੇਬਲ ਦੀ, ਉਹ ਉਸ ਵੇਲੇ ਹੁੰਦੀ ਹੈ ਵੀ ਉਸ ਵੇਲੇ ਪ੍ਰਾਈਵੇਟ ਬੱਸ ਨੂੰ ਟਾਈਮ ਜ਼ਿਆਦਾ ਦੇ ਕੇ ਉਹਦੀ ਤਾਂ ਜਾਂਦੀ ਹੈ ਫੁੱਲ 52 ਦੀ ਥਾਂ 'ਤੇ 80 ਸਵਾਰੀਆਂ ਲੈ ਕੇ, ਤੇ ਸਰਕਾਰੀ ਨੂੰ ਦੇ ਦਿੰਦੇ ਨੇ ਭਾਵੇਂ 5 ਮਿੰਟ ਉਹ ਦਿੰਦੇ ਨੇ ਉਹਨੂੰ ਦੁਪਹਿਰੇ 2 ਵਜੇ। ਉਦੋਂ ਲੋਕਾਂ ਦੇ ਮੁੜਨ ਦਾ ਟਾਈਮ ਹੁੰਦਾ, ਉਹ ਜਾਣ ਦਾ ਟਾਈਮ ਹੁੰਦਾ। ਬੱਸ ਅੱਡੇ ਆ ਨਾ, ਇੱਥੇ ਹੀ ਬੜੀ ਹੇਰਾਫੇਰੀ ਹੁੰਦੀ ਹੈ। ਇਹਨਾਂ ਦੀ ਜਿਹੜੀ ਮੈਨੇਜਮੈਂਟ ਆ ਉਹ ਵੱਖਰੀ ਹੋਣੀ ਚਾਹੀਦੀ ਹੈ, ਇੰਡੀਪੈਂਡੈਂਟ ਹੋਣੀ ਚਾਹੀਦੀ। ਟਰਾਂਸਪੋਰਟ ਵਿਭਾਗ ਕੋਲ ਨਹੀਂ ਹੋਣੀ ਚਾਹੀਦੀ ਵੱਖਰੀ, ਮਤਲਬ ਇੱਕ ਇੰਡੀਪੈਂਡੈਂਟ ਅਥਾਰਟੀ ਬਣੀ ਚਾਹੀਦੀ। ਕਿਵੇਂ ਬੱਸ ਅੰਦਰ ਚਲੀ ਗਈ, ਕੋਈ ਟੈਕਸ ਨਹੀਂ ਕਟਾਇਆ, ਕੋਈ ਪਰਚੀ ਨਹੀਂ ਕਟਾਈ, ਬਾਹਰੋਂ ਅੰਦਰੋਂ ਭਰ ਕੇ ਆ ਗਈ, ਐਂ ਹੇਰਾਫੇਰੀ ਬਹੁਤ ਚੱਲਦੀ ਹੈ। ਮਤਲਬ ਇਹ ਕਿ ਹਿਊਮਨ ਕਰਪਸ਼ਨ ਨੂੰ ਰੋਕਣ ਲਈ ਕੈਮਰਾਜ਼ ਇਹਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਨੇ। ਹੁਣ ਸਰ ਅਸੀਂ ਵੀ ਆਪਦੀ ਲਾਈਨ ਤੇ ਵੀ ਆ ਜਾਈਏ ਜੀ, ਬੱਸਾਂ ਫਲਾਨਾ ਸਾਰਾ ਕੁਝ ਹੋ ਗਿਆ, ਸਾਡੇ ਸਾਹਿਤ ਦੀ ਵੀ ਗੱਲ ਕਰ ਦਿਓ, ਕਲਾ ਦੀ ਵੀ ਗੱਲ ਕਰੋ ਮਾੜੀ। ਕਹਿੰਦੇ ਕਿ ਸਿਨੇਮੇ ਦਾ ਤੇ ਮਿਊਜ਼ਿਕ ਦਾ ਜਿਹੜਾ ਚੰਗਾ ਤੇ ਮਾੜਾ ਅਸਰ ਜਿਹੜਾ ਸਾਡੇ ਯੂਥ ਤੇ ਪੈਂਦਾ ਆ, ਸਾਡੀ ਸੱਭਿਅਤਾ ਤੇ ਸਾਡੇ ਕਲਚਰ ਤੇ ਪੈਂਦਾ, ਤੇ ਉਹਨਾਂ ਵਾਸਤੇ ਵੀ ਅਸੀਂ ਸਰਕਾਰ ਅੱਗੇ ਇੱਕ ਮੰਗ ਰੱਖਦੇ ਹਾਂ ਕਿ ਜਦੋਂ ਤੁਸੀਂ ਕਿਸੇ ਵੀ ਹੋਰ ਸਟੇਟ ਵਿੱਚ ਜਾਓ ਤਾਂ ਹਰੇਕ ਸਟੇਟ ਦੇ ਵਿੱਚ ਉਹ ਆਪਣੀ ਲੈਂਗੁਏਜ ਨੂੰ ਬੂਸਟ ਕਰਦੇ ਆ। ਜਿਹੜੀਆਂ ਲੈਂਗੁਏਜ ਦੇ ਵਿੱਚ ਚੰਗੀਆਂ ਚੀਜ਼ਾਂ ਨੇ ਉਹਨਾਂ ਨੂੰ ਬੂਸਟ ਕਰਦੇ ਆ, ਉਹਨਾਂ ਨੂੰ ਪੁਸ਼ ਕਰਦੇ ਆ, ਪਿੱਛੋਂ ਧੱਕਾ ਲਾਉਂਦੇ ਆ ਤਾਂ ਕਿ ਉਹ ਲੋਕਾਂ ਤੱਕ ਪਹੁੰਚ ਸਕੇ। ਇਸ ਤੋਂ ਇਲਾਵਾ ਵੀ ਅਸੀਂ ਇੱਕ ਜਿਹੜੀ ਗੱਲ ਕਰਨੀ ਚਾਹੁੰਦੇ ਸੀਗੇ ਲੈ ਵੀ ਸਾਡੇ ਨਾ ਛੋਟੇ ਲੈਵਲ ਕਹਿ ਲਓ ਜਾਂ ਕੰਟਰੀ ਸਾਈਡ ਜਾਂ ਡਿਸਟ੍ਰਿਕਟ ਲੈਵਲ ਤੇ ਨਾ ਤਾਂ ਕੋਈ ਥੀਏਟਰ ਹੈ, ਨਾ ਕੋਈ ਆਰਟ ਗੈਲਰੀ ਹੈ, ਬਲਕਿ ਉਹ ਤਾਂ ਮਤਲਬ ਆਪਣੇ ਇੱਥੇ ਚੰਡੀਗੜ੍ਹ ਭਲਾ ਹੋਵੇ ਤਾਂ ਹੋਵੇ, ਹੋਰ ਕਿਤੇ ਹੈ ਹੀ ਨਹੀਂ। ਇਹ ਆਪਾਂ ਇਹਦੇ 'ਚ ਪ੍ਰਪੋਜ਼ ਕਰ ਰਹੇ ਹਾਂ ਕਿ ਇੱਕ ਆਰਟ ਗੈਲਰੀ, ਥੀਏਟਰ ਹਰ ਇੱਕ ਡਿਸਟ੍ਰਿਕਟ ਔਰ ਡਿਵੀਜ਼ਨਲ ਹੈੱਡਕੁਆਟਰ ਤੇ ਬਣਾਏ ਜਾਣ, ਔਰ ਉਹਦੇ ਨਾਲ ਹੀ ਇੱਕ ਲਾਇਬ੍ਰੇਰੀ। ਰਸ਼ੀਆ ਦੇ ਮਤਲਬ ਤਾਂ ਮੈਂ ਤਾਂ ਸਾਰੇ ਰਾਈਟਰ ਅਨੁਵਾਦ ਹੋ ਕੇ ਜਿਹੜੀਆਂ ਬੁੱਕਸ ਆਉਂਦੀਆਂ ਸੀ ਭਾਸ਼ਾ ਵਿਭਾਗ ਵੱਲੋਂ, ਬਹੁਤ ਅੱਛਾ ਕੰਮ ਕੀਤਾ। ਉਹ ਬੁੱਕਸ ਸਾਰਾ ਲਿਟਰੇਚਰ ਵਰਲਡ ਦਾ ਅਨੁਵਾਦਿਤ ਹੋ ਕੇ ਆਵੇ, ਉਹ ਲਾਇਬ੍ਰੇਰੀ ਹੋਵੇ, ਨਾਲ ਥੀਏਟਰ ਹੋਵੇ, ਨਾਲ ਉਹਦੇ ਆਰਟ ਗੈਲਰੀ ਹੋਵੇ। ਤਾਂ ਤੁਸੀਂ ਸੋਚੋ ਡਿਸਟ੍ਰਿਕਟ ਲੈਵਲ ਤੇ ਹੋਵੇ ਤਾਂ ਸਾਡੇ ਬੰਦੇ ਬੱਚੇ ਉੱਥੇ ਆਉਣ, ਪੜ੍ਹਨ, ਪਲੇ ਕਰਨ, ਆਪਦੀ ਪ੍ਰਦਰਸ਼ਨੀ ਕਰਨ, ਕਿਉਂਕਿ ਜਿਹੜਾ ਸਾਡਾ ਇੱਕ ਅਖਾੜਾ ਕਲਚਰ ਹੈ ਨਾ ਸਿੰਗਿੰਗ ਵਾਲਾ, ਉਹ ਅਖਾੜਾ ਕਲਚਰ ਨੇ ਬਾਕੀ ਵੰਨਗੀਆਂ ਜਿਹੜੀਆਂ ਸਾਡੀਆਂ ਕਲਾ ਦੀਆਂ ਉਹ ਦੱਬ ਲੀਆਂ ਨੇ। ਤਾਂ ਸੋ ਸਾਡਾ ਫਰਜ਼ ਬਣਦਾ ਉਹਨਾਂ ਨੂੰ ਤਾਂ ਚੱਕੀਏ, ਕਿਉਂਕਿ ਉਹਦੇ ਨਾਲ ਹੀ ਬੱਚਿਆਂ ਦੇ ਜਾਂ ਇਨਸਾਨਾਂ ਦੇ ਕਰੈਕਟਰ 'ਚ ਬਿਹਤਰੀ ਹੁੰਦੀ ਹੈ, ਤੇ ਜਦੋਂ ਕਿਰਦਾਰ ਬੈਟਰ ਹੋ ਗਿਆ ਤਾਂ ਸਾਰਾ ਕੁਝ ਹੀ ਬੈਟਰ ਹੋ ਗਿਆ, ਹੈ ਨਾ ਜੀ। ਉਹ ਚੀਜ਼ ਅਸੀਂ ਪ੍ਰਪੋਜ਼ ਕਰਦੇ ਹਾਂ ਇਹਦੇ 'ਚ। ਮੈਨੂੰ ਲੱਗਦਾ ਹਮੀਰ ਜੀ ਅੱਗੇ ਇੱਕ ਬਹੁਤ ਵੱਡਾ ਮਸਲਾ ਹੋਰ ਚੱਲ ਰਿਹਾ ਜਿਵੇਂ ਟਰਾਂਸਪੋਰਟ ਸੀ, ਐਕਸਾਈਜ਼ ਦਾ ਮਾਫੀਆ ਦਾ ਹੀ ਮਾਮਲਾ ਸਾਰਾ। ਹਾਂ, ਸ਼ਰਾਬ ਮਾਫੀਆ ਜਿਹਨੂੰ ਕਿਹਾ ਜਾਂਦਾ। ਮੈਨੂੰ ਲੱਗਦਾ ਪੰਜਾਬ ਪਹਿਲਾਂ ਹੈਲਥ ਨਾਲ ਜੁੜਦਾ ਸੀ, ਖਾਣ ਨਾਲ ਜੁੜਦਾ ਸੀ, ਹੁਣ ਅੱਜ ਕੱਲ ਮਾਫੀਆ ਨਾਲ ਜ਼ਿਆਦਾ ਜੁੜਦਾ, ਕਿਉਂਕਿ ਮਾਫੀਆ ਕਈ ਟਾਈਪ ਦਾ ਹੋ ਗਿਆ, ਬੜਾ ਘੱਟ ਮਾਫ ਹੁੰਦਾ ਸੀ। ਇੱਕ ਤਾਂ ਮਾਫੀਆ ਜਿਹੜਾ ਮਤਲਬ ਮੋਨੋਪੋਲੀ ਜਿਹੜੀ ਹੈ, ਇਜਾਰੇਦਾਰੀ ਜਿਹੜੀ ਹੋਈ ਹੈ ਨਾ ਵੱਡੀਆਂ ਕੰਪਨੀਆਂ ਦੀ, ਜਦੋਂ ਤੋਂ ਪੰਜਾਬ ਦੇ ਵਿੱਚ ਸਾਰੇ ਸ਼ਰਾਬ ਦੇ ਧੰਦੇ ਦੇ ਵਿੱਚ ਆਏ ਤੇ ਉਦੋਂ ਤੋਂ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਇਹਦਾ ਆਪਰੇਸ਼ਨ ਸ਼ੁਰੂ ਹੋ ਗਿਆ।
ਇਹ ਸਾਰੇ ਮਾਮਲੇ ਨੂੰ ਤੋੜਨ ਦੇ ਲਈ, ਮਾਫੀਏ ਨੂੰ ਤੋੜਨ ਦੇ ਵਾਸਤੇ ਜਿਹੜਾ ਇਹ ਪ੍ਰਪੋਜ਼ ਕੀਤਾ ਏਜੰਡੇ ਦੇ ਵਿੱਚ ਉਸ ਲੈਵਲ ਤੇ, ਇੱਕ ਤਾਂ ਸਰਕਾਰ ਨੂੰ ਡਾਇਰੈਕਟ ਦਖਲ ਦੇਣਾ ਚਾਹੀਦਾ। ਡਾਇਰੈਕਟ ਦਖਲ ਦੇ ਕੇ ਇਹਦੇ ਜ਼ਿਲ੍ਹਾ ਲੈਵਲ ਤੇ ਡਿਪੂ ਖੋਲ੍ਹ ਦੇ, ਲਾਇਸੈਂਸ ਮਿਲਣ ਹੇਠਲੇ ਲੈਵਲ ਤੇ ਜਿਹੜੇ ਵੀ ਬੰਦੇ ਇਹ ਸ਼ਰਾਬ ਵੇਚਣਾ ਚਾਹੁੰਦੇ ਨੇ। ਮੈਂ ਕਲੀਅਰ ਕਰ ਦਿਆਂ ਕਿ ਅਸੀਂ ਜੋ ਆਲਰੇਡੀ ਹੁੰਦਾ ਹੈ ਕਿ ਬਿਡਿੰਗ ਹੁੰਦੀ ਹੈ, ਬੋਲੀ ਲੱਗਦੀ ਹੈ ਔਰ ਠੇਕੇ ਲਏ ਜਾਂਦੇ ਨੇ, ਉਹਨੂੰ ਚੇਂਜ ਕਰਕੇ ਇੱਕ ਨਵੀਂ ਪ੍ਰਪੋਜ਼ ਕਰ ਰਹੇ ਗੱਲ, ਉਹ ਦੱਸ ਰਹੇ ਨੇ ਹਮੀਦ ਜੀ, ਫਿਰ ਸੁਣਿਓ ਜੇ ਧਿਆਨ ਨਾਲ। ਨਵੀਂ ਪ੍ਰਪੋਜ਼ਲ ਇਹੀ ਹੈ ਕਿ ਇਹ ਸਾਰੇ ਬਿਜ਼ਨਸ ਦੇ ਉੱਤੇ ਸਰਕਾਰ ਆਪਣਾ ਕੰਟਰੋਲ ਰੱਖੇ, ਬਿਡਿੰਗ ਬੰਦ ਕਰ ਦੇ ਤੇ ਫਿਰ ਡਿਸਟ੍ਰਿਕਟ ਲੈਵਲ ਤੇ ਆਪਰੇਸ਼ਨ ਆਪਣੇ ਡਿਪੂ ਖੋਲ ਕੇ, ਜਿਵੇਂ ਤੇਲ ਦੇ ਡਿਪੂ, ਬਾਕੀ ਡਿਪੂ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕਰਦੇ ਨੇ, ਉਹ ਫਿਰ ਹੇਠਲੇ ਲੈਵਲ ਤੇ ਦੇਖ ਕੇ ਜਿਹੜੀ ਆਪਰੇਸ਼ਨ ਨੂੰ ਦੇਖੇ ਕਿ ਜਿੱਥੇ ਵੀ ਉਹਦੀ ਲੋੜ ਹੈ ਜਾਂ ਲਾਇਸੈਂਸ ਲੈਂਦੇ ਨੇ ਬੰਦੇ, ਕਿੰਨੀ ਜਾਣੀ ਹੈ ਕਿੰਨੀ ਨਹੀਂ ਜਾਣੀ, ਉਹ ਉੱਥੇ ਤੱਕ ਜਾਵੇ ਤਾਂ ਕਿ ਇੱਕ ਤਾਂ ਉਹ ਟੈਕਸੇਬਲ ਹੋ ਜਾਏਗੀ ਟੋਟਲ। ਜਿਹੜੀ ਬਿਨਾਂ ਮਤਲਬ ਜਿਹੜੀ ਪ੍ਰਾਈਵੇਟ ਧੰਦਾ ਉਹਨੂੰ ਬੰਦ ਕਰਨਾ ਪਏਗਾ ਜਿਹੜਾ ਬਾਹਰਲਾ, ਔਰ ਉਹ ਤਾਂ ਹੀ ਬੰਦ ਹੋਏਗਾ ਜੇਕਰ ਟੋਟਲ ਸਰਕਾਰ ਨੂੰ ਪਤਾ ਲੱਗੇਗਾ ਕਿ ਮੇਰੇ ਹੀ ਕੰਟਰੋਲ 'ਚ ਹੈ, ਮੇਰੇ ਕੰਟਰੋਲ ਤੋਂ ਬਿਨਾਂ ਕਿੱਥੇ ਵਿਕ ਰਹੀ ਹੈ ਕਿੱਥੇ ਨਹੀਂ ਹੈ। ਪੰਜਾਬ 'ਚ ਦੋ ਟਾਈਪ ਦਾ ਕੰਮ ਹੈ, ਇੱਕ ਤਾਂ ਜਾਲੀ ਤੇ ਹੋਰ ਟਾਈਪ ਦੀ ਸ਼ਰਾਬ, ਘਟੀਆ ਕਿਸਮ ਦੀ ਜਿਹੜੀ ਵਿਕ ਰਹੀ ਹੈ ਪਿੰਡਾਂ 'ਚ, ਉਹ ਸਿਹਤ ਦਾ ਵੀ ਕਬਾੜਾ ਕਰ ਰਹੀ ਹੈ ਤੇ ਪੈਸੇ ਤਾਂ ਬਾਹਰ ਜਾ ਹੀ ਰਹੇ ਨੇ, ਸਟੇਟ ਦੀ ਟੈਕਸ ਦੀ ਵੀ ਲੁੱਟ ਹੋ ਰਹੀ ਹੈ। ਤੇ ਇੱਥੋਂ ਬਹੁਤ ਸਾਰੀਆਂ ਇਹੋ ਜਿਹੀਆਂ ਫੈਕਟਰੀਆਂ ਜਿਹੜੀਆਂ ਫੜੀਆਂ ਗਈਆਂ ਨੇ ਪਿਛਲੇ ਦਿਨਾਂ ਦੇ ਵਿੱਚ, ਮਤਲਬ ਕਿੰਨੀ ਗਿਣਤੀ ਦੇ ਵਿੱਚ, ਉਹ ਇੱਥੋਂ ਬਣਾ ਕੇ ਬਾਹਰ ਵੀ ਕਿਤੇ ਨਾ ਕਿਤੇ ਵੇਚ ਲੈਂਦੇ ਨੇ, ਭੱਜ ਜਾਂਦੇ ਨੇ, ਇੱਥੇ ਟੈਕਸ ਨਹੀਂ ਹੈ। ਆਪਾਂ ਵੀ ਇਹਦੇ ਨਾਲ ਰੈਵਨਿਊ ਵਧੇਗਾ, ਇਹ ਮਾਲੀਆ ਇਕੱਠਾ ਹੋਏਗਾ ਵੱਧ ਤੋਂ ਵੱਧ, ਔਰ ਲੋਕ ਮਾੜੀ ਸ਼ਰਾਬ ਤੋਂ ਬਚ ਜਾਣਗੇ ਘੱਟੋ ਘੱਟ, ਜਿਹੜੇ ਮਾੜੇ ਪੀ ਕੇ। ਬਟ ਇਹ 'ਚ ਹਮੀਰ ਜੀ ਆਪਾਂ ਲਿਖਿਆ ਵੀ ਇਹ ਉਦੋਂ ਹੀ ਇਹ ਸਕੀਮ ਲਾਗੂ ਕੀਤੀ ਜਾਵੇ ਜਦੋਂ ਅਸੀਂ ਜਿਹੜੀ ਡੁਪਲੀਕੇਸੀ ਹੈ ਜਾਂ ਨਕਲੀ ਸ਼ਰਾਬ ਹੈ ਉਹਦੇ ਤੇ ਸਾਡਾ ਇੱਕ ਕਮੇਟੀ ਜਾਂ ਕਮਿਸ਼ਨ ਬਣੇ, ਔਰ ਉਹਨੂੰ ਕਿਵੇਂ ਬੰਦ ਕਰ ਲਾਂਗੇ, ਉਹ ਬੰਦ ਕੰਟਰੋਲ 'ਚ ਹੋ ਜੇ, ਫਿਰ ਇਹਨੂੰ ਲਾਗੂ ਕਰੀਏ। ਉਹ ਕੰਟਰੋਲ ਮੈਨੂੰ ਲੱਗਦਾ ਨਾਲ ਦੀ ਨਾਲ ਇਹਦੇ ਨਾਲ ਦੋਨੋਂ ਸਾਈਮਲਟੇਨੀਅਸਲੀ ਵੀ ਕੰਮ ਚੱਲ ਦੋਨੋਂ ਨਾਲ ਦੀ ਨਾਲ ਚੱਲਣਗੇ। ਉਧਰ ਓਕੇ, ਆਪਾਂ ਇਹ ਸ਼ੁਰੂ ਕਰਾਂਗੇ ਤੇ ਤਾਂ ਉਹ ਚੈੱਕ ਹੋਊਗੀ, ਦੂਜੀ ਨਹੀਂ ਤਾਂ ਉਹ ਚੈੱਕ ਨਹੀਂ ਹੋਊਗੀ। ਜਦੋਂ ਸਰਕਾਰ ਆਪਣੇ ਉਹਨੂੰ ਕੰਟਰੋਲ 'ਚ ਲੈ ਲੂਗੀ ਤੇ ਉਹਨੂੰ ਕਹੇਗੀ ਫਿਰ ਇਹ ਕੌਣ ਵੇਚ ਰਿਹਾ ਹੈ, ਜਿਹੜਾ ਜਦੋਂ ਸਾਡੇ ਤੋਂ ਬਿਨਾਂ ਵਿਕ ਰਹੀ ਹੈ, ਜਿਹੜੀ ਕਿੱਧਰੋਂ ਆ ਰਹੀ ਹੈ ਕਿੱਧਰ ਜਾ ਰਹੀ ਹੈ। ਅੱਛਾ, ਇਹ ਚੇਲ ਵੀ ਜਦੋਂ ਤੱਕ ਉਹ ਨਹੀਂ ਆਪਾਂ ਕਰ ਪਾਉਂਦੇ, ਮੰਨ ਲਓ ਉਹਨੂੰ ਟਾਈਮ ਲੱਗ ਜਾਂਦਾ 3 ਮਹੀਨੇ 6 ਮਹੀਨੇ, ਤਾਂ ਜੋ ਆਲਰੇਡੀ ਸਿਸਟਮ ਚੱਲ ਰਿਹਾ ਹੈ ਆਪਾਂ ਉਹ 'ਚ ਲਿਖਿਆ ਕਿ ਉਦੋਂ ਤੱਕ ਇਹਨੂੰ ਪਾਰਦਰਸ਼ੀ ਬਣਾਇਆ ਜਾਵੇ ਬਿਹਤਰ। ਵੈਸੇ ਤਾਂ ਟਾਈਮ ਬਾਉਂਡ ਨਹੀਂ ਹੋਣਾ ਚਾਹੀਦਾ ਕਿ ਪਹਿਲੇ ਸਾਲ ਦੇ ਅੰਦਰ 6 ਮਹੀਨੇ 'ਚ ਇੰਨਾ ਕਰਨਾ ਕੀ ਹੈ। ਸਰਕਾਰ ਨੇ ਇੱਕ ਆਰਡਰ ਪਾਸ ਕਰਨਾ ਹੈ ਕਿ ਹੁਣ ਸਾਡਾ ਮੋਨੋਪੋਲੀ ਇਸ ਤੋਂ ਬਾਅਦ ਸਾਡੀ ਪਾਲਿਸੀ ਹੁਣ ਅਗਲੀ ਆ ਹੋਊਗੀ, ਇਸ ਤਰ੍ਹਾਂ ਐਲੋਕੇਸ਼ਨ ਹੋਏਗੀ। ਇੱਕ ਸਰਕਾਰੀ ਆਪਣੇ ਜਿਹੜੀਆਂ ਪ੍ਰਾਈਵੇਟ ਡਿਸਟਿਲਰੀਆਂ ਲੱਗੀਆਂ ਨਾ, ਇਹਨਾਂ ਤੇ ਵੀ ਕਾਬੂ ਪਾਉਣ ਦੀ ਲੋੜ ਹੈ। ਇੱਥੋਂ ਬਹੁਤ 2 ਨੰਬਰ ਸ਼ਰਾਬ ਨਿਕਲਦੀ ਹੈ ਜਿਹੜੀ ਕਿ ਸਰਕਾਰ ਦਾ ਟੈਕਸ ਹੀ ਨਹੀਂ ਪੇ ਕਰਦੀ। ਉੱਥੇ ਹਾਲਾਂਕਿ ਸਰਕਾਰੀ ਬੰਦੇ ਬੈਠਦੇ ਨੇ ਪਰ ਉਹ ਕੋਈ ਕੰਟਰੋਲ ਜਾਂ ਹੈ ਨਹੀਂ ਹੈਗਾ, ਮਤਲਬ ਉੱਥੇ ਵੀ ਬਹੁਤ ਜ਼ਿਆਦਾ ਨਿਗਰਾਨੀ। ਦੇਖੋ, ਇਹਨਾਂ ਸਾਰੀਆਂ ਚੀਜ਼ਾਂ ਸਾਡਾ ਲੋਕਪਾਲ ਵੀ ਬਹੁਤ ਸਹਾਈ ਹੋਊਗਾ, ਕਿਉਂਕਿ ਉਹਨੇ ਵੀ ਸਾਡੇ ਕੋਲੇ ਉਹਦੀ ਰੇਟ ਦੀ ਔਰ ਜੋ ਆਪਾਂ ਉਹਦੇ ਚ ਪ੍ਰੋਵੀਜ਼ਨ ਕਰ ਰਹੇ ਹਾਂ ਉਹਦੇ ਵਿੱਚ ਉਹਨੇ ਨਾਲ ਬਹੁਤ ਕੁਝ ਹੋਊਗਾ। ਅੱਛਾ, ਆਪਣੇ ਸ਼ਹਿਰੀ ਵਿਕਾਸ ਬਾਰੇ ਕੁਝ ਰਵਿੰਦਰ ਜੀ ਹੋਰੀ ਕੁਝ ਕਹਿਣਗੇ, ਜ਼ਰਾ ਸੁਣ ਲੈਂਦੇ ਹਾਂ। ਤੁਸੀਂ ਮਿਹਨਤ ਕਰਕੇ ਆਪਣਾ ਇੱਕ ਛੋਟਾ ਜਿਹਾ ਘਰ ਬਣਾ ਲਿਆ ਕਿਸੇ ਸ਼ਹਿਰ ਦੇ ਵਿੱਚ, ਜਾਂ ਕੋਈ ਦੁਕਾਨ ਪਾ ਲਈ, ਕੁਝ ਸਾਲ ਹੋਏ, ਤੁਸੀਂ ਥੋੜ੍ਹਾ ਜਿਹਾ ਉਹਨੂੰ ਵਧਾਉਣਾ ਚਾਹੁੰਦੇ ਹੋ ਜਾਂ ਉਹਦੀ ਛੋਟੀ ਮੋਟੀ ਮੁਰੰਮਤ ਕਰਾਉਣਾ ਚਾਹੁੰਦੇ ਹੈਗੇ ਹੋ, ਜਿਹਦੇ ਵਾਸਤੇ ਤੁਹਾਨੂੰ ਕਿਸੇ ਅਰਬਨ ਬਾਡੀ ਦੀ ਪਰਮਿਸ਼ਨ ਰਿਕੁਆਇਰਡ ਹੈਗੀ ਹੈ। ਸੋ ਤੁਸੀਂ ਅੱਜ ਦੀ ਡੇਟ ਵਿੱਚ ਇਹ ਮੰਨ ਕੇ ਚੱਲੋ ਵੀ ਤੁਹਾਨੂੰ ਸਿਰਫ ਪੂਰੇ ਸਿਸਟਮ ਨੂੰ ਸਮਝਣ ਲਈ, ਧੱਕੇ ਖਾਣ ਲਈ ਘੱਟੋ ਘੱਟ 1-2 ਮਹੀਨੇ ਇਸੇ ਕੰਮ 'ਚ ਨਿਕਾਲਣੇ ਪੈਣਗੇ। ਕਿਉਂ? ਕਿਉਂਕਿ ਇੰਨੇ ਸਾਰੇ ਅਲੱਗ-ਅਲੱਗ ਅਥਾਰਟੀ ਦੇ ਸੈਂਟਰ ਬਣੇ ਪਏ ਨੇ ਕਿ ਆਮ ਆਦਮੀ ਤਾਂ ਇਹ ਸਾਰੇ ਪ੍ਰੋਸੈਸ ਦੇ ਵਿੱਚ ਗੁੰਮ ਹੀ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਨਿਰਾਸ਼ ਹੋ ਜਾਂਦਾ ਹੈ, ਜਾਂ ਉਹਨੂੰ ਜਦ ਤੱਕ ਪੈਸੇ ਆਪਣੇ ਕਿਤੇ ਨਾ ਕਿਤੇ ਵੰਡੇ ਨਾ, ਉਹਦਾ ਸੋਲੂਸ਼ਨ ਉਹਨੂੰ ਕਿਤੇ ਨਹੀਂ ਮਿਲਦਾ। ਜਦ ਸਾਡੇ ਕੋਲ ਇੱਕ ਇਲੈਕਟਿਡ ਬਾਡੀ ਹੈ ਮਿਊਨਿਸਪਲ ਕਾਰਪੋਰੇਸ਼ਨ ਦੇ, ਸਾਡੇ ਕੋਲ ਉਹਨਾਂ ਦੇ ਇਲੈਕਟਿਡ ਰਿਪਰੈਜ਼ੈਂਟੇਟਿਵ ਬੈਠੇ ਹੋਏ ਨੇ, ਫਿਰ ਅਸੀਂ ਕੋਈ ਅਰਬਨ ਅਥਾਰਟੀ, ਕੋਈ ਗਮਾਡਾ, ਕੋਈ ਗਲਾਡਾ, ਕੋਈ ਇੰਪਰੂਵਮੈਂਟ ਸੈਂਟਰ, ਇੰਪਰੂਵਮੈਂਟ ਟਰਸਟ, ਜਾਂ ਇੱਥੇ ਕਿਉਂ ਧੱਕੇ ਖਾਂਦੇ ਫਿਰੀਏ ਜਦ ਕਿ ਅਸੀਂ ਇੱਕੋ ਜਗ੍ਹਾ ਜਾਈਏ, ਉੱਥੇ ਹੀ ਸਾਨੂੰ ਸਾਰੀ ਸਰਵਿਸਿਜ਼ ਮਿਲ ਜਾਣ। ਅਸੀਂ ਇਹ ਸਾਰੇ ਅਲੱਗ ਸੈਂਟਰਸ ਇਸੇ ਕਰਕੇ ਬਣਾਏ ਨੇ ਨਾ ਕਿ ਆਮ ਆਦਮੀ ਜਿਹੜਾ ਇਹਨਾਂ 'ਚ ਗੁੰਮ ਹੋ ਜਾਏ ਤੇ ਜਾਂ ਜਿਹੜੀ ਉਪਰੀ ਕਮਾਈ ਲੋਕਾਂ ਦੀ ਹੁੰਦੀ ਹੈ ਉਹ ਨਾ ਬੰਦ ਹੋਏ। ਸੋ ਇਸ ਕੰਮ ਨੂੰ ਪਲੀਜ਼ ਸਿੰਪਲੀਫਾਈ ਕਰਵਾਈਏ ਤਾਂ ਕਿ ਆਪਣਾ ਵੀ ਜੀਵਨ ਥੋੜਾ ਸੁਖਾਲਾ ਹੋ ਸਕੇ। ਸ਼ਹਿਰੀ ਖੇਤਰ ਜਿਸ ਤਰੀਕੇ ਨਾਲ ਵੱਧਦਾ ਜਾ ਰਿਹਾ ਪੰਜਾਬ ਦੇ ਵਿੱਚ, ਉਹ ਇੱਕ ਬਹੁਤ ਵੱਡਾ ਮੁੱਦਾ ਆ ਜਿਹਦਾ ਕਰਕੇ ਖੇਤੀਯੋਗ ਜ਼ਮੀਨ ਆ ਜਿਹੜੀ ਉਹ ਘਟਦੀ ਜਾ ਰਹੀ ਆ। ਸਾਨੂੰ ਇੱਕ ਇਹੋ ਜਿਹਾ ਕਾਨੂੰਨ, ਇਹੋ ਜਿਹਾ ਇੱਕ ਮਹਿਕਮਾ ਬਣਾਉਣਾ ਚਾਹੀਦਾ ਆ ਜਿਹਦੇ ਨਾਲ ਸਾਨੂੰ ਹਰ ਇੱਕ ਕੋਈ ਨਵਾਂ ਕੰਮ ਕਰਨ ਲਈ ਸਾਨੂੰ ਪਰਮਿਸ਼ਨ ਲੈਣੀ ਪਵੇ।
ਐਂਡ ਅਸੀਂ ਜਿਹੜੀ ਐਗਰੀਕਲਚਰ ਆ, ਅਸੀਂ ਐਗਰੀਕਲਚਰ ਦੇ ਵਿੱਚ ਇੱਕ ਜਸਟ ਐਗਰੀਕਲਚਰ ਹੀ ਕਰ ਸਕਦੇ ਹਾਂ। ਉਹਦੇ ਵਿੱਚ ਆਪਣੇ ਰਹਿਣ ਦੇ ਲਈ ਇੱਕ ਛੋਟਾ ਘਰ ਬਣਾ ਸਕਦੇ ਹਾਂ, ਉਸ ਤੋਂ ਜ਼ਿਆਦਾ ਸਾਨੂੰ ਪਰਮਿਸ਼ਨ ਨਹੀਂ ਮਿਲਦੀ। ਇਦਾਂ ਦੀ ਚੀਜ਼ ਕੋਈ ਸਾਨੂੰ ਪੰਜਾਬ ਦੇ ਵਿੱਚ ਲਿਆਉਣੀ ਚਾਹੀਦੀ ਆ, ਲਿਆਉਣੀ ਪੈਣੀ ਆ, ਬਿਕਾਜ਼ ਇਦਾਂ ਕਰ ਜੇ ਸ਼ਹਿਰ ਇਦਾਂ ਵੱਧਦੇ ਜਾਣਗੇ ਉਹਦੇ ਨਾਲ ਸਾਨੂੰ ਖੇਤੀਯੋਗ ਜ਼ਮੀਨ ਆ ਜਿਹੜੀ ਉਹ ਬਹੁਤ ਜ਼ਿਆਦਾ ਘਟਦੀ ਮਿਲੂਗੀ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ। ਜਿਹੜੇ ਸ਼ਹਿਰ ਆ ਉਹਨਾਂ ਦੀ ਹੱਦ ਆ ਜਿਹੜੀ, ਇੱਕ ਉਹਨਾਂ ਦਾ ਡੈਡ ਪੁਆਇੰਟ ਆ ਜਿਹੜਾ, ਉਹ ਇੱਕ ਨਿਸ਼ਚਿਤ ਕੀਤਾ ਜਾਵੇ ਕਿ ਇੱਕ ਸਿਟੀ ਆ ਜਿਹੜੀ ਉਹ ਇਸ ਦਾਇਰੇ ਦੇ ਵਿੱਚੋਂ ਬਾਹਰ ਨਹੀਂ ਜਾ ਸਕਦੀ। ਹਰ ਇੱਕ ਸ਼ਹਿਰ ਨੂੰ ਉਹਦੀ ਇੰਡਸਟਰੀਅਲ ਏਰੀਆ, ਹਰ ਇੱਕ ਸ਼ਹਿਰ ਨੂੰ ਉਹਦਾ ਲਿਵਿੰਗ ਏਰੀਆ ਜਿਹੜਾ ਆ ਉਹ ਵੱਖਰਾ ਦਿੱਤਾ ਜਾਵੇ ਕਿ ਜਿੱਥੇ ਲੋਕ ਰਹਿ ਸਕਣ ਐਂਡ ਜਿੱਥੇ ਆਪਣੀਆਂ ਇੰਡਸਟਰੀਆਂ ਲਾ ਸਕਣ। ਪੰਜਾਬ ਸਰਹੱਦੀ ਸੂਬਾ ਹੈ, ਇਹਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਕਿਉਂਕਿ ਇਸ ਮੁਲਕ ਦੀ ਆਜ਼ਾਦੀ ਵੇਲੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਔਰ ਸਾਡੇ ਪੂਰੀ ਦੁਨੀਆ 'ਚ ਪੰਜਾਬੀ ਫੈਲੇ ਹੋਏ ਹੈ। ਉਹਨਾਂ ਨੂੰ ਦਿੱਲੀ ਉਤਰ ਕੇ ਧੱਕੇ ਖਾਣੇ ਪੈਣੇ, ਫਿਰ 7 ਘੰਟੇ ਲਾ ਕੇ ਪੰਜਾਬ ਆਉਣੇ। ਅੰਤਰਰਾਸ਼ਟਰੀ ਜਿੰਨੀਆਂ ਵੀ ਫਲਾਈਟਾਂ ਸਾਰੇ ਮੁਲਕਾਂ ਨਾਲ ਡਾਇਰੈਕਟ ਸੰਪਰਕ ਹੋ ਕੇ ਸਾਡੇ ਪੰਜਾਬ 'ਚ ਲੈਣੀਆਂ ਚਾਹੀਦੀਆਂ ਔਰ ਇਹਨਾਂ ਏਅਰਲਾਈਨਾਂ ਨੂੰ ਕੈਟ 3 ਦੀ ਫੈਸਿਲਿਟੀ ਦਿੱਤੀ ਜਾਵੇ ਕਿਉਂਕਿ ਜਿਹੜੀ ਫੀਸ ਹੁੰਦੀ ਹੈ ਨਾ ਪਾਰਕਿੰਗ ਦੀ, ਉਹ ਆਮ ਤੌਰ 'ਤੇ ਸਟੇਟਾਂ 'ਚ ਬਹੁਤ ਜ਼ਿਆਦਾ ਹੁੰਦੀ ਹੈ। ਇਹ ਵੀ ਇੱਕ ਚਾਲ ਹੁੰਦੀ ਹੈ। ਜਿਹੜਾ ਸਾਡਾ ਅੰਤਰਰਾਸ਼ਟਰੀ ਏਅਰਪੋਰਟ ਹੈ ਦਿੱਲੀ, ਉਹਨਾਂ ਨੇ ਵੀ ਇਹ ਸਿਸਟਮ ਬਣਾਤਾ, ਪਰ ਸਾਨੂੰ ਇਹ ਫੀਸ ਘਟਾਉਣੀ ਪਊਗੀ ਤਾਂ ਕਿ ਏਅਰਲਾਈਨ ਵਾਲੇ ਆਉਣ ਸਾਡੇ ਕੋਲ। ਔਰ ਦੂਜਾ ਜਿਹੜਾ ਵੈਟ ਹੈ ਉਹ ਘਟਾਇਆ ਜਾਵੇ, ਉਹ ਸਟੇਟ ਗੌਰਮੈਂਟ ਦੇ ਅੰਡਰ ਵੀ ਆਊਗਾ। ਤਾਂ ਕੋਸ਼ਿਸ਼ ਕਰੀਏ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਣਗੀਆਂ ਤਾਂ ਸਾਡੇ ਜਹਾਜ਼ ਆਉਣਗੇ ਔਰ ਸਾਡੇ ਜਿਹੜੇ ਬਾਹਰ ਵਾਲੇ ਵੀਰ ਭੈਣ ਉਹਨਾਂ ਨੂੰ ਰੋਲਣਾ ਨਹੀਂ ਪਊਗਾ, ਦਿੱਲੀ ਉਤਰ ਕੇ ਖੱਜਲ ਖੁਆਰੀ ਨਹੀਂ ਹੋਊਗੀ, ਸਿੱਧਾ ਲੈਂਡ ਕਰਨਗੇ, ਆਪਣੇ ਘਰਾਂ 'ਚ ਜਾਣਗੇ। ਹਾਂ ਬੱਬੂ, ਬਿਲਕੁਲ ਸਹੀ ਗੱਲ ਹੈ। ਇੱਕ ਨਾ ਹੋਰ ਗੱਲ ਵੀ ਆ ਆਪਣੇ, ਜਿਵੇਂ ਜਿੱਦਾਂ ਸਭ ਵਰਲਡ 'ਚ ਜਾਂਦੇ ਕਿਤੇ ਵੀ ਵੇਖਦੇ ਆਪਾਂ, ਜਿਹੜਾ ਪੰਜਾਬ ਮਾਡਲ ਹੈ ਨਾ ਜਾਂ ਚਲੋ ਬ੍ਰਾਂਡ ਪੰਜਾਬ ਹੈ, ਇਹ ਦੁਨੀਆ ਭਰ 'ਚ ਹੈ। ਮਤਲਬ ਮੈਂ ਮਾਸਕੋ ਦੇ ਏਅਰਪੋਰਟ 'ਤੇ ਵੀ ਵੇਖਿਆ ਪੰਜਾਬ ਨਾਲ ਜੋੜ ਕੇ ਰੈਸਟੋਰੈਂਟ ਦਾ ਨਾਂ ਹੈ, ਕਿਤੇ ਖੇਡਾਂ ਦਾ ਜੋੜ ਕੇ ਨਾਂ ਤੁਸੀਂ ਲੰਡਨ, ਟੋਰਾਂਟੋ ਕਿਤੇ ਵੀ ਵੇਖ ਲਓ। ਅਤੇ ਪੰਜਾਬ ਖੁਦ ਆਪਦੇ ਬ੍ਰਾਂਡ ਦਾ ਫਾਇਦਾ ਨਹੀਂ ਉਠਾ ਰਿਹਾ ਕਿਤੇ ਵੀ। ਜਿਵੇਂ ਆਪਾਂ ਪਿੰਡਾਂ ਦੇ ਵਿੱਚ ਆਪਣੇ ਛੋਟੇ ਛੋਟੇ ਕਿੱਤੇ ਨੇ, ਧੰਦੇ ਆ, ਮੰਨ ਲਓ ਫੁਲਕਾਰੀ ਆ ਆਪਣੀ, ਇਹਦੀ ਇੰਨੀ ਡਿਮਾਂਡ ਹੈ। ਇਸੇ ਤਰ੍ਹਾਂ ਨਾਲ ਹੋਰ ਕਿੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹਦੀ ਸਾਡੀ ਬਾਹਰ ਡਿਮਾਂਡ ਹੈ। ਔਰ ਕਦੇ ਬਟਾਲਾ ਇਸ ਲੈਵਲ ਦਾ ਮੰਨਿਆ ਜਾਂਦਾ ਸੀਗਾ ਮਸ਼ੀਨਾਂ ਦੇ ਵਿੱਚ, ਮਸ਼ੀਨ ਟੂਲਸ ਦੇ ਵਿੱਚ ਬਹੁਤ ਵੱਡਾ ਸਾਡੇ ਕੋਲ ਸੀ। ਆਇਰਨ ਓਰ ਦੇ ਮਾਮਲਿਆਂ ਦੇ ਵਿੱਚ ਸਾਰਾ ਗੋਬਿੰਦਗੜ੍ਹ ਜਿਹੜਾ, ਬਾਕੀ ਸਾਰੇ ਮਾਮਲੇ ਸਾਡੇ ਸਾਰੇ ਸ਼ਹਿਰ ਕਸਬੇ ਕਿਸੇ ਨਾ ਕਿਸੇ ਚੀਜ਼ ਨਾਲ ਪਹਿਚਾਣ ਰੱਖਦੇ ਸੀ। ਉਹ ਜਿਹੜੀ ਪਛਾਣ ਸੀ, 2-3 ਫਾਇਦੇ ਸੀ ਨਾ ਉਹਦੇ। ਇੱਕ ਤਾਂ ਇਹ ਸੀ ਵੀ ਤੁਹਾਡੇ ਕੋਲੇ ਸਕਿਲਡ ਲੇਬਰ ਜਿਹੜੀ ਆ ਉਸ ਕੰਮ ਦੀ ਉੱਥੇ ਪੈਦਾ ਹੋ ਜਾਂਦੀ ਸੀ। ਤੁਹਾਨੂੰ ਜਦੋਂ ਵੀ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਤੁਹਾਨੂੰ ਸਕਿਲਡ ਲੇਬਰ ਦੀ ਘਾਟ ਨਹੀਂ ਸੀ ਆਉਂਦੀ। ਦੂਜਾ ਇੱਕ ਪਰਟੀਕੂਲਰ ਤੁਹਾਨੂੰ ਰਾਹ ਮਟੀਰੀਅਲ ਦੀ ਜਿਹੜੀ ਹੈਗੀ ਆ ਵੀ ਇੱਕੋ ਥਾਂ ਤੇ ਆ ਗਿਆ, ਉੱਥੋਂ ਰਾਹ ਮਟੀਰੀਅਲ ਸਾਰਿਆਂ ਨੇ ਲੈ ਲਿਆ, ਸਾਰਿਆਂ ਨੂੰ ਕੋਸਟ ਜਿਹੜੀ ਹੈ ਉਹ ਕੋਸਟ ਕਟਿੰਗ ਹੋ ਜਾਂਦੀ। ਕਿਉਂਕਿ ਪੰਜਾਬ ਦੇ ਵਿੱਚ ਬੇਸਿਕਲੀ ਗੱਲ ਇਹ ਹੈ ਵੀ ਸਾਨੂੰ ਰਾਹ ਮਟੀਰੀਅਲ ਸਾਰਾ ਇੰਡਸਟਰੀਅਲੀ ਤਕਰੀਬਨ ਬਾਹਰੋਂ ਮੰਗਵਾਉਣਾ ਪੈਂਦਾ। ਤਾਂ ਇਸ ਲਈ ਇਹ ਜਿਹੜੇ ਹੱਬਸ ਬਣ ਗਈਆਂ ਸੀਗੀਆਂ ਵੀ ਮਸ਼ੀਨ ਟੂਲ ਦੀ ਬਟਾਲਾ ਬਣ ਗਿਆ, ਇਹਦੀ ਜਿਹੜੀ ਹੈਗੀ ਆ ਜਲੰਧਰ ਬਣ ਗਿਆ ਤੁਹਾਡੇ ਹੈਂਡ ਟੂਲਸ ਦੀ, ਜਾਂ ਸਪੋਰਟਸ ਗੁੱਡਸ ਦੀ, ਜਾਂ ਲੁਧਿਆਣਾ ਬਣ ਗਿਆ ਸਾਈਕਲ ਦੀ, ਹੌਜਰੀ ਦੀ। ਇਹ ਚੀਜ਼ਾਂ ਜਿਹੜੀਆਂ ਸੀ ਨਾ ਐਕਚੁਅਲੀ ਇੱਕ ਬੜੀ ਸੋਚ ਸਮਝ ਕੇ ਡਿਵੈਲਪ ਕੀਤੀਆਂ ਹੋਈਆਂ ਸੀ, ਪਰ ਇਹ ਗਲੋਬਲਾਈਜੇਸ਼ਨ ਦੀ ਭੇਟ ਚੜ੍ਹ ਗਈਆਂ। ਕੁਝ ਸਾਡੀਆਂ ਨੀਤੀਆਂ ਦੀ ਭੇਟ ਚੜ੍ਹ ਗਈਆਂ। ਡਾਇਵਰਸਿਫਿਕੇਸ਼ਨ ਦਾ ਜਿਹੜਾ ਕੁਐਸਚਨ ਪਹਿਲਾਂ ਆਪਾਂ ਖੇਤੀ ਦਾ ਕੀਤਾ, ਉਹ ਇਹ ਚੀਜ਼ਾਂ ਨੂੰ ਰਿਵਾਈਵ ਕਰ ਸਕਦਾ ਬਹੁਤ। ਉਹ ਕਰ ਸਕਦਾ ਕਿਉਂਕਿ ਜਿਹੜੇ ਏਰੀਏ ਦੇ ਵਿੱਚ ਚਾਹੀਦੀ ਕੋਈ ਚੀਜ਼ ਹੋਊ ਉਹ ਲੋਕਲ ਸਾਡੇ ਮਿਸਤਰੀ ਹੀ ਬਣਾ ਸਕਦੇ ਨੇ, ਉਹ ਲੋਕਲ ਬੰਦੇ ਹੀ ਬਣਾ ਸਕਦੇ ਨੇ। ਅਮੀਰ ਜੀ, ਉਹ ਲੋੜ ਅਨੁਸਾਰ ਸੀਗਾ। ਇਹ ਬਹੁਤ ਜ਼ਰੂਰੀ। ਤੁਸੀਂ ਵੇਖੋ ਦੁਨੀਆ ਦੇ ਵੱਡੇ ਤੋਂ ਵੱਡੇ ਸ਼ਹਿਰ ਜਾਂ ਬੰਬੇ ਵਰਗੇ 'ਚ ਵੇਖੀਦੇ ਆ, ਹਵੇਲੀ ਨਾਂ ਰੱਖਿਆ ਜਾਂਦਾ ਹੈ ਰੈਸਟੋਰੈਂਟਾਂ ਦਾ। ਪਤਾ ਕਿ ਬੰਬੇ 'ਚ ਮੈਂ ਗਿਆ, ਉੱਥੇ ਚਾਵਲਾ ਢਾਬਾ ਜਾਂ ਪਤਾ ਨਹੀਂ ਕਿਹੜਾ ਢਾਬਾ ਹੈ, ਉੱਥੇ ਮੰਜੇ ਰੱਖੇ ਨੇ, ਬੜੇ ਨਹੀਂ ਮਨਜੂਦਾ ਢਾਬਾ, ਮੰਜੇ ਰੱਖਦੇ ਨੇ। ਹੁੱਕਾ ਤਾਂ ਚਲੋ ਹਰਿਆਣੇ ਵਾਲਾ ਉਹ ਰੱਖਦੇ ਨੇ। ਫਿਰ ਆ ਕੇ ਨਾ ਜਿੰਨੀਆਂ ਦੇਸੀ ਚੀਜ਼ਾਂ ਹੁੰਦੀਆਂ ਖੂਹ ਬਣਾ ਦੇਣਗੇ, ਕੁੜਤੇ ਚਾਦਰੇ ਪਵਾ ਦੇਣਗੇ ਜਿਹੜੇ ਮੁੰਡੇ ਸਰਵ ਕਰਦੇ ਨੇ। ਮਤਲਬ ਪੁਰਾਣੀ ਚੀਜ਼ ਚਿੱਤਰਦੇ ਆ। ਜਿੱਥੇ ਸਾਡੇ ਪੁਰਾਣਾ ਹੈਗਾ ਅਸੀਂ ਉਹਦੀ ਮਾਰਕੀਟਿੰਗ ਕਿਉਂ ਨਹੀਂ ਕਰਦੇ? ਨਹੀਂ, ਸਾਡੀ ਇੱਕ ਸਮੱਸਿਆ ਹੋਰ ਵੀ ਬਹੁਤ ਵੱਡੀ ਹੈ ਨਾ, ਅਸੀਂ ਸਾਰਾ ਜਿੰਨਾ ਵੀ ਕੁਝ ਪੈਦਾ ਕਰਦੇ ਆ ਉਹਨੂੰ ਅਜੇ ਰਾ ਮਟੀਰੀਅਲ ਹੀ ਭੇਜੀਆਂ ਨੇ ਬਾਹਰ। ਅਸੀਂ ਹੁਣ ਫਾਰ ਕਣਕ ਹੈ, ਕਣਕ ਦੀ ਅਸੀਂ ਕਦੇ ਵੀ ਉਹਦੀ ਪ੍ਰੋਸੈਸਿੰਗ ਨਹੀਂ ਕਰਦੇ, ਅਸੀਂ ਇਹਨੂੰ ਆਟੇ 'ਚ ਕਨਵਰਟ ਨਹੀਂ ਕਰਦੇ, ਜਾਂ ਹੋਰ ਕਣਕ ਦੀਆਂ ਬਹੁਤ ਸਾਰੀਆਂ ਚੀਜ਼ਾਂ ਆਈਟਮਾਂ ਬਣ ਸਕਦੀਆਂ ਨੇ। ਆ ਮੈਗੀ ਕਿੱਥੋਂ ਆਉਂਦੀ ਹੈ, ਆ ਪੀਜ਼ਾ ਕਿੱਥੋਂ ਆਉਂਦਾ ਹੈ, ਇਹ ਸੀਰੀਅਲ ਸਾਰੇ ਜਿਹੜੇ ਨੇ ਬ੍ਰੇਕ। ਹਾਂਜੀ, ਸੀਰੀਅਲ ਕਿੰਨੇ ਹੈਗੇ ਸਾਡੇ ਕੋਲ। ਮਤਲਬ ਜੇ ਇੱਕ ਸ਼ਬਦ 'ਚ ਕਹੀਏ ਤਾਂ ਕਿਸਾਨ ਜਾਂ ਪਿੰਡੂ ਬੰਦਾ ਆਪਦਾ ਕਾਰਪੋਰੇਟ ਆਪ ਬਣ ਜਾਏ। ਜਿਹੜਾ ਸਾਡਾ ਅਸੀਂ ਆਪ ਉਹ ਸਮਾਨ ਬਣਾ ਕੇ ਔਰ ਉਹ 'ਚ ਗਵਰਨਮੈਂਟ ਮਦਦ ਕਰੇ, ਜੋ ਅਸੀਂ ਪ੍ਰਪੋਜ਼ ਵੀ ਕਰ ਰਹੇ ਹਾਂ। ਜਿਵੇਂ ਆਪਾਂ ਪਹਿਲਾਂ ਵੀ ਕਿਹਾ ਕਿ ਬਾਹਰ ਭੇਜਣਾ ਤਾਂ ਬਾਹਰ ਭੇਜੇ, ਸਾਡੇ ਦੇਸ਼ ਦੀਆਂ ਜਾਂ ਵੱਡੇ ਸ਼ਹਿਰਾਂ 'ਚ ਭੇਜਣਾ ਤਾਂ ਭੇਜੇ, ਔਰ ਇਹਨਾਂ ਬੰਦਿਆਂ ਨੂੰ ਉਹਦਾ ਮੁਨਾਫਾ ਮਿਲੇ। ਅੱਜ ਵੀ ਸਾਡੇ ਰੁਜ਼ਗਾਰ ਦਾ ਬਹੁਤ ਵੱਡਾ ਸਾਧਨ ਹੈ। ਹਰ ਕੁੜੀ ਪਿੰਡ ਦੇ ਵਿੱਚ ਕੱਪੜਾ ਸੀਣਾ ਜਾਣਦੀ ਹੈ। ਉਹ ਹੁਣ ਸ਼ਹਿਰਾਂ ਤੋਂ ਲੈ ਕੇ ਆਉਂਦੇ ਨੇ,
ਉਹ ਕੱਟ ਕੇ ਦਿੰਦੇ ਨੇ। ਜਿਹੜੇ ਚੰਗੇ ਦਰਜੀ ਕੋਲ ਆਪਾਂ ਕਹਿੰਦੇ ਨਾ ਦਿੰਦੇ ਆ ਉਥੋਂ 2000 ਰੁਪਈਆ, ਉਹ ਪਿੰਡ 'ਚ ਸਮਾਉਂਦੇ ਨੇ। ਉੱਥੇ ਸਮਾਉਂਦੇ ਨੇ। ਬੰਗਲਾਦੇਸ਼ ਦੁਨੀਆ 'ਚ ਛਾ ਗਿਆ। ਦੁਨੀਆ 'ਚ ਦੇਖੋ, ਸਾਰੀ ਦੁਨੀਆ 'ਚ ਐਸੇ ਬੜੇ ਜੇ ਕਲੋਥ ਸਪਲਾਈ ਕਰ ਰਿਹਾ, ਜਿਹੜੇ ਮਤਲਬ ਰੈਡੀਮੇਡ ਕੱਪੜੇ ਸਪਲਾਈ ਕਰ ਰਹੇ ਆ, ਜਿਹੜੇ ਸ਼ਰਟਾਂ ਹੁੰਦੀਆਂ, ਕਿਤੇ ਅਮਰੀਕਾ 'ਚ ਵਗ ਜਾਓ, ਕੈਨੇਡਾ 'ਚ ਵਗ ਜਾਓ, ਤੁਹਾਨੂੰ ਉੱਥੇ ਮੇਡ ਇਨ ਬੰਗਲਾਦੇਸ਼ ਲਿਖਿਆ, ਮੇਡ ਇਨ ਬੰਗਲਾਦੇਸ਼ ਮਿਲੇਗਾ। ਉਹਨਾਂ ਨੇ ਲੋਕਲ ਇੰਡਸਟਰੀ ਜਿਹੜੀ ਪਿੰਡਾਂ ਵਾਲੀ ਸੀ ਉਹਨੂੰ ਦੇਖੋ। ਪੰਜਾਬ ਦੀ ਬਦਕਿਸਮਤੀ ਦੇਖੋ, ਪੰਜਾਬ 'ਚ ਫੂਡ ਪ੍ਰੋਸੈਸਿੰਗ ਮਿਨਿਸਟਰੀ ਨਹੀਂ, ਸੈਂਟਰ ਵਿੱਚ ਹੈਗੀ ਹੈ। ਪੰਜਾਬ ਜਿਹੜਾ ਅਸੀਂ ਵੀਟ ਸਰਪਲਸ ਹਾਂ, ਅਸੀਂ ਰਾਈਸ ਸਰਪਲਸ ਹਾਂ, ਅਸੀਂ ਦੁੱਧ ਸਰਪਲਸ ਹਾਂ, ਅਸੀਂ ਕਿੰਨੀਆਂ ਚੀਜ਼ਾਂ ਸਰਪਲਸ ਹਾਂ ਮਤਲਬ, ਪਰ ਸਾਡੇ ਪ੍ਰੋਸੈਸਿੰਗ ਸਿਸਟਮ ਹੀ ਨਹੀਂ। ਪੰਜਾਬ ਮਾਡਲ ਟੋਟੈਲਿਟੀ 'ਚ ਜੇ ਆਪਾਂ ਕਹੀਏ ਕਿ ਸਾਡਾ ਪੰਜਾਬ ਮਾਡਲ ਏਜੰਡੇ 'ਚ ਆਪਣੇ 'ਚ ਲਿਖਿਆ ਹੋਇਆ ਹੈ ਕਿ ਵੈਲਿਊ ਐਡੀਸ਼ਨ ਐਟ ਦਾ ਵਿਲੇਜ ਲੈਵਲ, ਐਟ ਦਾ ਮਤਲਬ ਪਿੰਡ ਦੇ ਕਿਵੇਂ ਕਰਨਾ ਹੈ, ਪ੍ਰੋਸੈਸਿੰਗ ਕਿਵੇਂ, ਉਹਦੇ 'ਚ ਆਪਣੇ ਏਜੰਡੇ 'ਚ ਹੈਗਾ। ਪੰਜਾਬ ਦੀ ਤਰੱਕੀ ਪਿੰਡਾਂ ਦੀ ਤਰੱਕੀ ਨਾਲ ਜੁੜੀ ਹੈ, ਔਰ ਸ਼ਹਿਰਾਂ ਦੀ ਤਰੱਕੀ ਪਿੰਡਾਂ ਨਾਲ ਇਸ ਲਈ ਜੁੜੀ ਹੈ ਕਿ ਜੇ ਪਿੰਡ ਹੋਣਗੇ, ਇੱਕ ਬੜੀ ਵਧੀਆ ਗੱਲ ਕਰਦੇ ਹੁੰਦੇ ਆ ਆਪਣੇ ਦਵਿੰਦਰ ਜੀ ਵੀ ਕਹਿੰਦੇ ਹੁੰਦੇ ਕਿ ਜੇ ਪਿੰਡਾਂ 'ਚ ਕਮਾਈ ਵਧੂਗੀ ਨਾ ਤਾਂ ਉਹ ਕਮਾਈ ਆ ਕੇ ਸ਼ਹਿਰਾਂ 'ਚ ਖਰਚ ਹੋਣੀ ਹੈ, ਖਰਚ ਸ਼ਹਿਰਾਂ 'ਚ ਹੋਣੀ ਹੈ। ਬਿਲਕੁਲ ਆਤਮ ਨਿਰਭਰ ਪੰਜਾਬ ਬਣ ਸਕਦਾ ਹੈ, ਬਿਲਕੁਲ ਇਹਦੇ 'ਚ ਕੋਈ ਰੌਲਾ ਹੀ ਨਹੀਂ ਹੈਗਾ। ਸਾਨੂੰ ਕਿਸੇ ਵੱਲ ਝਾਕਣ ਦੀ ਲੋੜ ਨਹੀਂ, ਪਰ ਸਾਡੀ ਜਿਹੜੀ ਸਰਕਾਰ ਹੈ, ਜੇ ਮੁੜ ਕੇ ਫੋਕਸ ਕਰੇ ਜਿਹੜੀਆਂ ਚੀਜ਼ਾਂ ਮੁੱਖ ਨੇ ਜਾਂ ਪ੍ਰਮੁੱਖ ਨੇ ਉਹਨਾਂ ਵੱਲ, ਤਾਂ ਬਹੁਤ ਤਬਦੀਲੀ ਬੜੀ ਜਲਦੀ। ਮਤਲਬ ਮੈਂ ਨਾ ਹੈ ਜੇ ਐਵ ਜਾਂ ਰਿਸੋਰਸ ਕਿਸੇ ਕੋਲੇ ਹੋਵੇ ਤਾਂ ਸਾਡੇ ਵਰਗੀਆਂ ਜ਼ਮੀਨ, ਪਾਣੀ, ਔਰ ਉਸ ਤੋਂ ਵੀ ਅਹਿਮ ਜਿਹੜੇ ਸਾਡੇ ਬਾਹਰ ਬੈਠੇ ਲੋਕ ਸਾਡੇ ਕੋਲੇ, ਤਾਂ ਤੁਸੀਂ ਵੇਖੋ ਡਾਲਰ ਪਾਉਂਡ ਦਾ ਕਿੰਨਾ ਫਰਕ ਹੈ ਕਰੰਸੀ ਦਾ। ਅਸੀਂ ਆਪਦੀਆਂ ਇਹ ਚੀਜ਼ਾਂ ਉਹ ਖਰੀਦਦੇ ਨੇ, ਉਹ ਕਿਤੇ ਪਾਕਿਸਤਾਨ ਵਾਲੇ ਭਰਾਵਾਂ ਦੀਆਂ ਖਰੀਦਦੇ ਨੇ, ਕਿਤੇ ਉਹ ਵਿਚਾਰੇ ਆਪ ਕੋਸ਼ਿਸ਼ ਕਰਦੇ ਨੇ। ਅਸੀਂ ਇੱਥੋਂ ਬਣੀਆਂ ਬਣਾਈਆਂ ਕਿੰਨਾ ਵੱਡਾ ਪੰਜਾਬ ਮਾਡਲ ਕਿਤੇ ਤੁਸੀਂ ਸੁਣਿਆ ਵੀ ਨਹੀਂ ਹੋਣਾ, ਜਦ ਕਿ ਇਹ ਸਾਡੇ ਲੋਕਾਂ ਦੀ ਤਕਦੀਰ ਬਦਲ ਸਕਦਾ ਹੈ। ਇਹ ਪੰਜਾਬ ਮਾਡਲ ਪਿੰਡ ਚੋਂ ਨਿਕਲ ਸਕਦਾ ਹੈ। ਇਹ ਏਜੰਡੇ ਦਾ ਹਿੱਸਾ ਹੈ, ਜਿਹਨੂੰ ਬਹੁਤ ਛੋਟਾ ਸਮਝਿਆ ਜਾਂਦਾ, ਸਭ ਤੋਂ ਵੱਡੀ ਗੇਮ ਬਣ ਸਕਦਾ ਹੈ ਇਹ ਪੰਜਾਬ ਮਾਡਲ। ਬ੍ਰਾਂਡ ਪੰਜਾਬ, ਲੋਕ ਬ੍ਰਾਂਡ ਤੇ ਪੈਸੇ ਖਰਚਦੇ ਨੇ ਇੱਥੇ ਲਿਖਣ ਦੇ, ਸਾਡੇ ਕੋਲੇ ਬਣਿਆ ਬਣਾਇਆ ਹੈ, ਦੂਜੇ ਇਸਤੇਮਾਲ ਕਰ ਰਹੇ, ਅਸੀਂ ਕਰ ਨਹੀਂ ਰਹੇ। ਚਲੋ ਖੈਰ ਜੀ, ਇੱਕ ਕਰੇ ਅੱਗੇ ਮਾੜਾ ਜਿਹਾ ਕਹਿਣ ਵਾਲੇ ਚ ਕੋਈ ਟੋਲ ਪਲਾਜ਼ੇ ਤੇ ਮੈਂ ਟੋਲ ਵਾਲਾ ਇਸ ਸਮੇਂ ਜੇਕਰ ਆਪਾਂ ਦੇਖੀਏ ਤਾਂ ਸਭ ਤੋਂ ਵੱਡੀ ਲੁੱਟ ਆਮ ਵਿਅਕਤੀ ਦੀ ਟੋਲ ਤੇ ਹੋ ਰਹੀ ਹੈ। ਬਿਲਕੁਲ ਜੀ, ਆ ਦੁਬਾਰਾ ਹੋਣ ਨੂੰ ਫਿਰਦੀ ਹੈ। ਬਿਲਕੁਲ ਦੁਬਾਰਾ ਫਿਰ ਜਦੋਂ ਅਸੀਂ ਰੋਡ ਟੈਕਸ ਲੈਂਦੇ ਆ, ਫਿਰ ਟੋਲ ਟੈਕਸ ਦਾ ਕੀ ਮਤਲਬ, ਇਹ ਆਪਣੇ ਆਪ 'ਚ ਵੱਡਾ ਸਵਾਲ ਕਰਾਂ। ਫਿਰ ਉਹਦੇ ਨਾਲ ਦੂਸਰਾ ਸਭ ਤੋਂ ਵੱਡਾ ਪਹਿਲੂ ਇਹ ਹੈ ਕਿ ਜੇਕਰ ਤੁਸੀਂ ਟੋਲ ਟੈਕਸ ਲਾਏ ਨੇ ਤਾਂ ਉਹ ਕਿਉਂ ਆਮ ਲੋਕਾਂ ਤੇ ਲਾਏ ਨੇ, ਉਹਦੀ ਬਜਾਏ ਜਿਹੜਾ ਉਸ ਸੜਕ ਦੇ ਆਲੇ ਦੁਆਲੇ ਕੋਈ ਉਦਯੋਗਿਕ ਅਦਾਰਾ ਹੈ, ਕੋਈ ਵਪਾਰਕ ਅਦਾਰਾ ਹੈ, ਉਹਨਾਂ ਤੋਂ ਵਸੂਲ ਹੋ ਜਾਂਦੀ ਹੈ। ਪਰ ਜਿਹੜੀ ਇੱਕ ਠੱਗੀ ਹੋਰ ਚੱਲ ਰਹੀ ਹੈ ਉਹ ਇਹ ਹੈ ਕਿ ਜੇਕਰ ਰੇਲਵੇ ਦਾ ਪੁਲ ਬਣਦਾ ਹੈ ਤਾਂ ਬੰਦਾ ਉੱਪਰੋਂ ਵੀ ਲੰਘ ਸਕਦਾ, ਫਾਟਕ ਤੋਂ ਵੀ ਲੰਘ ਸਕਦਾ। ਜੇਕਰ ਕਿਤੇ ਓਵਰ ਬ੍ਰਿਜ ਬਣਦਾ ਤਾਂ ਬੰਦਾ ਉੱਪਰੋਂ ਜਾਵੇ ਜਾਂ ਥੱਲੇ ਜਾਵੇ। ਪਰ ਜਿੱਥੇ ਟੋਲ ਵਾਲੀਆਂ ਸੜਕਾਂ ਨੇ ਉੱਥੇ ਤੁਹਾਨੂੰ ਸਧਾਰਨ ਸੜਕ ਦਿੱਤੀ ਹੋਣੀ ਜਾ ਰਹੀ ਹੈ। ਬੜੀ ਠੱਗੀ ਹੈ ਕਿ ਤੁਹਾਨੂੰ ਬਦਲ ਵੀ ਸੜਕ ਦਾ ਹੋਵੇ। ਮੇਰਾ ਜੀਓ ਨਹੀਂ ਕਰਦਾ, ਮੇਰੀ ਸਮਰੱਥਾ ਹੀ ਨਹੀਂ ਕਿ ਮੈਂ ਟੋਲ ਵਾਲੀ ਸੜਕ ਤੋਂ ਜਾਵਾਂ, ਮੈਂ ਪੁਰਾਣੀ ਸੜਕ ਤੋਂ ਚੱਲ ਜਾਊਂ, ਮੈਂ ਛੋਟੀ ਸੜਕ ਤੋਂ ਚੱਲ ਜਾਊਂ। ਜਿਵੇਂ ਕਿਹਾ ਸ਼ਰਮਾ ਜੀ ਨੇ, ਟੋਰਾਂਟੋ ਦੇ ਵਿੱਚ ਇੱਕ 407 ਆ, ਬਹੁਤ ਮਸ਼ਹੂਰ ਰੋਡ ਹੈ ਜੀ, ਉਹਦੇ ਤੇ ਜੇ ਤੁਸੀਂ ਜਾਣਾ ਹੈ ਤਾਂ ਤੁਹਾਨੂੰ ਟੋਲ ਲਿਆ ਜਾਂਦਾ, ਪਰ ਉਹਦੇ ਨਾਲ ਆਲਟਰਨੇਟਿਵ ਸੜਕ ਹੈ। ਜੇ ਤੁਸੀਂ ਟੋਲ ਨਹੀਂ ਦੇਣਾ ਚਾਹੁੰਦੇ ਤਾਂ ਇੱਕ ਦੂਜੀ ਸੜਕ ਵੀ ਅਵੇਲੇਬਲ ਹੈ, ਜੋ ਸ਼ਾਇਦ ਛੋਟੀ ਹੋਊਗੀ ਜਾਂ ਭੀੜ ਜ਼ਿਆਦਾ, ਟ੍ਰੈਫਿਕ ਜ਼ਿਆਦਾ ਹੋਊਗੀ, ਪਰ ਉਹ ਅਵੇਲੇਬਲ ਤਾਂ ਹੋਵੇ। ਇੱਥੇ ਬਦਲ ਨਹੀਂ ਹੈ। ਨਹੀਂ, ਇਹਦੇ ਨਾਲ ਮਤਲਬ ਇਹ ਹੈ ਕਿ ਸੰਵਿਧਾਨ ਜਿਹੜਾ ਸਾਨੂੰ ਤੁਰਨ ਫਿਰਨ ਦਾ ਬੁਨਿਆਦੀ ਹੱਕ ਦਿੰਦਾ ਹੈ, ਉਹ ਹੱਕ ਕੁਚਲਿਆ ਜਾ ਰਿਹਾ ਨਾ। ਬੇਸਿਕਲੀ ਸੰਵਿਧਾਨਕ ਹੱਕ ਕੁਚਲਿਆ ਜਾ ਰਿਹਾ ਕਿ ਮੈਂ ਦੇਸ਼ 'ਚ ਜਿੱਥੇ ਮਰਜ਼ੀ ਘੁੰਮ ਸਕਦਾ, ਜਾ ਸਕਦਾ। ਮੈਂ ਤਾਂ ਘੁੰਮ ਹੀ ਨਹੀਂ ਸਕਦਾ ਜਦ ਉਦੋਂ ਕੇ ਸਾਹਮਣੇ ਬੈਠੇ ਨੇ, ਪੈਸੇ ਮੈਂ ਦੇ ਨਹੀਂ ਰਿਹਾ। ਨਹੀਂ ਹੋਰ ਵੀ ਹੈ, ਕਿਹੜੀ ਨਹੀਂ ਅਪਰੂਵ ਕਿਵੇਂ ਕਰਦੀ ਹੈ ਲਾ ਮੇਕਿੰਗ, ਜਿਹੜੇ ਕਾਨੂੰਨ ਬਣਾਉਣ ਵਾਲੀ ਪਾਰਲੀਮੈਂਟ ਜਾਂ ਵਿਧਾਨ ਸਭਾਵਾਂ ਇਹਨੂੰ ਅਪਰੂਵ ਕਿਵੇਂ ਕਰਦੀਆਂ ਨੇ, ਮਨਜ਼ੂਰ ਕਿਵੇਂ ਕਰਦੇ ਨੇ, ਤੇ ਅਦਾਲਤਾਂ ਮੂਕ ਦਰਸ਼ਕ ਬਣ ਕੇ ਬੈਠੀਆਂ ਕਿਵੇਂ ਜਦੋਂ ਲੋਕਾਂ ਦਾ ਬੁਨਿਆਦੀ ਹੱਕ ਕੁਚਲਿਆ ਜਾ ਰਿਹਾ। ਹਮੀਰ ਸਿੰਘ ਭਾਜੀ, ਇਹਦੇ ਵਿੱਚ ਇੱਕ ਹੋਰ ਦੇਖੋ ਤੁਸੀਂ ਕਿ ਉਹ ਕਿੰਨੇ ਸਮੇਂ ਤੱਕ ਲਿਆ ਜਾਣਾ, ਕਿੰਨਾ ਰੇਟ ਹੈ, ਕਦੋਂ ਤੱਕ ਉਹਦੀ ਵਸੂਲੀ ਚੱਲਣੀ, ਉਹਦੇ ਬਾਰੇ ਕੋਈ ਪ੍ਰੋਜੈਕਟ ਤੇ ਕਿੰਨੇ ਪੈਸੇ ਲੱਗੇ, ਉੱਥੇ ਕੋਈ ਬੋਰਡ ਨਹੀਂ। ਸੋ ਉਹ ਬੋਰਡ ਲੱਗਣੇ ਜ਼ਰੂਰੀ ਨੇ, ਉੱਥੇ ਘੱਟੋ ਘੱਟ ਲਿਖਿਆ ਤਾਂ ਹੋਵੇ ਕਿ ਭਾਈ ਇੰਨੇ ਪ੍ਰੋਜੈਕਟ ਤੇ ਲੱਗਿਆ, ਇੰਨੇ ਸਮੇਂ ਲਈ ਵਸੂਲਣਾ ਹੈ, ਇਹ ਸਮੇਂ ਤੱਕ ਰਹੇਗਾ। ਇੱਥੇ ਰੋਪੜ ਵਾਲਾ ਕਾਂਡ, ਇਹਦੇ ਵਿੱਚ ਬੇਸਿਕ ਠੱਗੀ ਹੋਈ ਇੱਥੇ ਹੈ। ਹਾਂ, ਰੋਪੜ ਮੈਂ ਤੁਸੀਂ ਟੋਲ ਦੀ ਐਡਵਰਟਾਈਜ਼ਮੈਂਟ ਆਈ ਵੀ ਸੀ, ਆ ਸੜਕ ਟੋਲ ਰੋਡ ਬਣਾਉਣੀ ਹੈ, ਵੀ ਮੈਂ ਹੀ ਉਹਦਾ ਐਸਟੀਮੇਟ ਦੇਣਾ ਵੀ ਇਹ 100 ਕਰੋੜ 'ਚ ਨਹੀਂ ਤੇ ਇਹ ਸੜਕ 300 ਕਰੋੜ 'ਚ ਬਣੂਗੀ। ਮੈਂ ਹੀ ਉਹਦਾ ਵਸੂਲੀ ਕਰਨੀ, ਮੈਂ ਹੀ ਉਹਦੀ ਵਸੂਲੀ ਕਰਨੀ। ਨਹੀਂ ਇੱਥੇ ਰੋਪੜ ਵਾਲਾ ਸਰਕਾਰੀ ਨਹੀਂ ਹੈ, ਇਸ ਲਈ ਕੋਈ ਆਡਿਟ ਨਹੀਂ ਹੈ। ਰੋਪੜ ਵਾਲਾ ਪੁਲ ਉਦਾਹਰਨ ਰਿਹਾ ਮਾਨ ਸਾਹਿਬ ਕਿ ਸਮਾਂ ਹੱਦ ਤੋਂ ਬਾਅਦ ਧੱਕੇ ਨਾਲ ਚਲਾਈ ਗਈ, ਮਿਲੀ ਭੁਗਤ ਨਾਲ, ਉਹ ਕੋਰਟ ਕਚਹਿਰੀਆਂ ਜਾ ਕੇ ਫਿਰ ਮਾਮਲਾ ਛੁਡਵਾਇਆ। ਐਤਕੀ ਸਾਲ 'ਚ ਜਿਹੜਾ ਫਿਗਰ ਹੈ ਸਾਡੇ ਸਾਹਮਣੇ 1250 ਕਰੋੜ ਰੋਡ ਟੈਕਸ ਲਿਆ ਸਰਕਾਰ ਨੇ, ਲਗਭਗ ਇੰਨਾ ਹੀ ਟੋਲ ਟੈਕਸ ਲਿਆ। ਜੇ ਸਰਕਾਰ ਚਾਹੁੰਦੀ
ਤਾਂ 1250 ਨਾਲ 200 ਕਰੋੜ ਹੋਰ ਲਾ ਕੇ ਸੜਕਾਂ ਕਿਉਂ ਨਹੀਂ ਬਣ ਸਕਦੀ ਉਨੇ ਪੈਸੇ 'ਚ? ਬਿਲਕੁਲ ਉਹਨਾਂ ਵਸੂਲ ਸਕਦੀ। ਇਹ ਕਿਉਂ ਪ੍ਰਾਈਵੇਟ ਨੂੰ ਸਾਰਾ ਕੁਝ ਬਣਾ ਕੇ ਦਿੱਤਾ ਜਾ ਰਿਹਾ ਕੰਪਨੀਆਂ ਨੂੰ? ਹੋਰ ਕਿਹਦੇ ਨਾਲ ਨਿੱਜੀ ਜੇਬਾਂ ਭਰੀਆਂ ਜਾ ਰਹੀਆਂ ਨੇ। ਇੱਕ ਹੋਰ ਗੱਲ ਮੈਂ ਕਹਿ ਰਿਹਾ, ਹਰ 3 ਮਹੀਨਿਆਂ ਬਾਅਦ 6 ਮਹੀਨੇ ਦਾ ਟੋਲ ਵੱਧਦਾ ਹੈ ਜੀ। ਜਦੋਂ ਵੀ ਗੱਡੀਆਂ ਦੀ ਗਿਣਤੀ ਵਧ ਰਹੀ ਹੈ, ਹਰ ਸਾਲ 10-15% ਗੱਡੀਆਂ ਵਧ ਰਹੀਆਂ, ਟੋਲ ਘਟਣਾ ਚਾਹੀਦਾ ਹੈ। ਹਾਂ ਇਹ ਵੱਧਣਾ ਚਾਹੀਦਾ। ਜੋ ਸ਼ਰਮਾ ਜੀ ਨੇ ਇਹ ਕਹੀ ਦੁਨੀਆ ਦਾ ਕੌਣ ਕਹਿੰਦਾ ਕਿਹੜਾ ਜੋਤ ਸੀ ਜੀ ਕਿ ਉਹਨਾਂ ਹੀ ਬੈਂਕਾਂ ਤੋਂ ਲੋਨ ਦਬਾ ਕੇ ਸਰਕਾਰਾਂ ਦੀ ਗਾਰੰਟੀ ਨਾਲ 25 ਸਾਲਾਂ ਦਾ ਹੀ ਉਹ ਲੋਨ ਹੈ, ਤੁਹਾਡੀ ਜੇਬ ਚੋਂ ਹੀ ਭਰਨਾ ਹੈ, ਤਾਂ ਸਰਕਾਰ ਆਪ ਕਿਉਂ ਨਹੀਂ ਕਰ ਸਕਦੀ? ਬਸ ਸੋ ਸਰ ਇਹ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਹੈ। ਬਿਲਕੁਲ ਸਹੀ ਗੱਲ ਹੈ। ਇਹ ਪਹਿਲੀ ਗੱਲ ਹੈ ਕਿ ਟੋਲ ਦੀ ਪਹਿਲੀ ਗੱਲ ਤਾਂ ਪ੍ਰਾਈਵੇਟ ਕੋਈ ਬਣਾਵੇ ਦੀ ਲੋੜ ਹੀ ਨਹੀਂ ਪੈ ਸਕਦੀਗੀ। ਆਲਰੇਡੀ ਸਾਤੋਂ ਟੈਕਸ ਲਿਆ ਜਾ ਰਿਹਾ, ਤੋਂ ਸਰਕਾਰ ਖੁਦ ਬਣਾ ਕੇ ਮੁਫਤ 'ਚ ਦੇ ਸਕਦੀ ਹੈ। ਅਗਲੀ ਗੱਲ, ਜੇ ਮੰਨ ਲਓ ਐ ਕਰ ਹੀ ਲਿਆ, ਕਮ ਸੇ ਕਮ ਜੋ ਕੰਟਰੈਕਟ ਹੋਇਆ ਹੈ ਉਹ ਤਾਂ ਲਿਖ ਕੇ ਲਾਓ। ਸਾਰੀ ਦੁਨੀਆ 'ਚੋਂ ਲਿਖ ਕੇ ਲਾਇਆ ਜਾਂਦਾ ਹੈ, ਇੰਨੇ 'ਚ ਕੰਟਰੈਕਟ ਹੋਇਆ ਸੀ, ਇੰਨੇ ਚਰਚੇ ਦੀ ਰਿਕਵਰੀ ਹੋ ਜੂਗੀ, ਇੰਨਾ ਪਰ ਗੱਡੀ ਰਹੂਗਾ, ਇਹ ਤਾਂ ਲਿਖ ਕੇ ਰਹੋ। ਔਰ ਉਹਦੇ 'ਚ ਇੱਕ ਹੋਰ ਨਵੀਂ ਚੀਜ਼ ਆਈ ਹੈ ਕਿ ਨਾਲ ਹਾਈਵੇ ਜਾਂ ਸੜਕਾਂ ਦੇ ਕਮਰਸ਼ੀਅਲ ਦੀ ਮਨਜ਼ੂਰੀ ਦਿੱਤੀ ਹੈ। ਜੇ ਤੁਸੀਂ ਕਮਰਸ਼ੀਅਲ ਦੀ ਮਨਜ਼ੂਰੀ ਦਿੱਤੀ ਹੈ ਤਾਂ ਉਹਦੇ ਨਾਲ ਪੈਸਾ ਜਿਹੜਾ ਆਊਗਾ ਉਹਦੇ ਨਾਲ ਪਹਿਲਾਂ ਟੋਲ ਪਲਾਜ਼ੇ ਹਟਾਓ। ਬਿਲਕੁਲ ਉਹ ਸਾਡੀਆਂ ਖੇਤਾਂ ਵਿੱਚ ਦੀ ਸੜਕ ਜਾ ਰਹੀ ਹੈ, ਅਸੀਂ ਵੇਖਣਾ ਉਸ ਪਬਲਿਸਿਟੀ ਨੂੰ, ਤਾਂ ਪਹਿਲਾਂ ਪੈਸਾ ਤਾਂ ਉਹ ਟੋਲ ਪਲਾਜ਼ੇ ਤਾਂ ਹਟਾਓ, ਉਹ ਤਾਂ ਚੱਲੀ ਜਾਊਗਾ, ਬਾਅਦ ਚ ਕਮਾਈ ਚੱਲੀ ਹੋ ਜੇ। ਸੋ ਇਹ ਚੀਜ਼ਾਂ ਅਤੀ ਜ਼ਰੂਰੀ। ਮੈਟਰੋ ਸਟੇਸ਼ਨ ਲੱਗੀਆਂ ਜੀ, ਇਹ ਸਾਰੇ ਥਾਂ ਹੀ ਲੱਗੀਆਂ, ਦੁਨੀਆ ਛੱਡ ਤਾਂ ਹੀ ਲੱਗਦੀਆਂ, ਪੈਸੇ ਪੇ ਕਰ ਰਹੇ ਨੇ। ਬਿਲਕੁਲ। ਅੱਛਾ, ਅੱਗੇ ਗਿਆਨੀ ਜੀ ਨੇ ਕੁਝ, ਯਾਨੀ ਕੇਵਲ ਸਿੰਘ ਜੀ ਨੇ ਦੱਸਣਾ ਜੋ ਸਾਡੇ ਕਾਨੂੰਨ ਬਣਾਏ ਜਾਂਦੇ ਨੇ ਖਾਸ ਕਰ ਇਨਸਾਨੀਅਤ ਦਾ ਗਲਾ ਘੁੱਟਣ ਲਈ। ਦੱਸੋ ਜੀ ਗਿਆਨੀ ਜੀ। ਹਾਂਜੀ ਅਮਨਜੋਤ ਜੀ, ਪੰਜਾਬ ਸਦੀਆਂ ਤੋਂ ਲੜਾਈ ਲੜਦਾ ਆਇਆ, ਪਰ ਪੰਜਾਬ ਦੇ ਉੱਤੇ ਜਿਹੜੇ ਕਾਲੇ ਕਾਨੂੰਨ ਬਣਾ ਕੇ ਲਾਗੂ ਕੀਤੇ ਗਏ, ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਸਾਡੇ ਲੋਕਾਂ ਨੂੰ ਜੋ ਦੁੱਖ ਪਹੁੰਚਾਏ ਨੇ, ਜਿੱਦਾਂ ਦੇ ਕਾਲੇ ਕਾਨੂੰਨ ਸਾਡੇ ਲਾਗੂ ਕੀਤੇ ਗਏ ਨੇ, ਇਹ ਪੰਜਾਬ ਦੇ ਲਈ ਬੜੇ ਪੀੜਾਜਨਕ ਨੇ। ਅਸੀਂ ਦੇਖਦੇ ਹਾਂ ਕਿ ਆਜ਼ਾਦੀ ਤੋਂ ਬਾਅਦ ਵੀ ਅੰਗਰੇਜ਼ਾਂ ਵਾਲੇ ਉਹ ਕਾਲੇ ਕਾਨੂੰਨ ਜਿਨ੍ਹਾਂ 'ਚ ਦੇਸ਼ ਧਰੋਹੀ ਦੇ ਮੁਕੱਦਮੇ ਦਰਜ ਕੀਤੇ ਜਾਂਦੇ ਨੇ, ਜਾਂ UAPA ਨਵਾਂ ਕਾਨੂੰਨ ਬਣਾ ਕੇ ਸਾਡੇ ਸਿਰ 'ਤੇ ਮੜਿਆ ਗਿਆ। ਸਾਡੇ ਹਜ਼ਾਰਾਂ ਨੌਜਵਾਨ ਜਿਹੜੇ ਨੇ ਉਹ ਜੇਲ੍ਹਾਂ 'ਚ ਤਾੜ ਕੇ ਉਹਨਾਂ ਦੀ ਜ਼ਿੰਦਗੀ ਦੇ ਅਧਿਕਾਰ ਖੋਹ ਲਏ ਗਏ। ਅੱਜ ਵੀ ਬਹੁਤ ਸਾਰੀ ਸਾਡੀ ਜਵਾਨੀ ਜੇਲ੍ਹਾਂ 'ਚ ਬੰਦ ਹੈ ਇਹਨਾਂ ਕਾਲੇ ਕਾਨੂੰਨਾਂ ਰਾਹੀਂ। ਸਾਡੀ ਸੂਬਾ ਸਰਕਾਰ ਨੂੰ ਇਹਨਾਂ ਕਾਲੇ ਕਾਨੂੰਨਾਂ ਨੂੰ ਜਿਹੜੇ ਰੱਦ ਕਰਨਾ ਚਾਹੀਦਾ ਹੈ। ਕੇਂਦਰੀ ਹਕੂਮਤ ਦੇ ਕੋਲੋਂ ਇਹ ਕਾਨੂੰਨ ਰੱਦ ਕਰਵਾ ਕੇ ਪੰਜਾਬ ਦੇ ਅੰਦਰ ਜਿਹੜਾ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ ਉਹਨੂੰ ਬਰਕਰਾਰ ਕਰਨ ਦੇ ਲਈ ਪਹਿਲ ਦੇ ਆਧਾਰ 'ਤੇ ਕੰਮ ਕਰਨ ਦੀ ਜ਼ਰੂਰਤ ਹੈ, ਤਾਂ ਕਿ ਅਸੀਂ ਕਾਲੇ ਕਾਨੂੰਨਾਂ ਦੀ ਮਾਰ ਤੋਂ ਪੰਜਾਬ ਨੂੰ, ਇੱਥੋਂ ਦੀ ਜਵਾਨੀ ਨੂੰ, ਇੱਥੋਂ ਦੇ ਵਾਸੀਆਂ ਨੂੰ ਬਚਾ ਸਕੀਏ। ਗਿਆਨੀ ਜੀ ਨੇ ਨਿਰੰਕੁਸ਼ ਕਾਨੂੰਨਾਂ ਦੀ ਗੱਲ ਬੜੀ ਖੂਬਸੂਰਤੀ ਨਾਲ ਕੀਤੀ ਹੈ, ਪਰ ਨਾਲ ਦੀ ਨਾਲ ਇੱਕ ਬਹੁਤ ਵੱਡਾ ਮਹੱਤਵਪੂਰਨ ਮੁੱਦਾ ਕਿਹਾ, ਜੋ ਹੈ ਪਾਣੀ ਦਾ ਮੁੱਦਾ। ਕਿਹਾ ਜਾਂਦਾ ਕਿ ਜੇ ਤੀਜੀ ਸੰਸਾਰ ਜੰਗ ਲੱਗੂਗੀ ਤਾਂ ਉਹ ਪਾਣੀ ਤੇ ਲੱਗੂਗੀ, ਬਾਕੀ ਸ਼ਾਇਦ ਕਿਸੇ ਤੇ ਨਾ ਲੱਗ ਸਕਦੀ ਹੋਵੇ, ਕਿਉਂਕਿ ਪਾਣੀ ਇੰਨਾ ਜ਼ਿਆਦਾ ਮਹੱਤਵਪੂਰਨ ਹੈ ਕਿ ਉਸ ਕਰਕੇ ਉਹਦਾ ਇੱਕ ਪਾਣੀ ਤਾਂ ਆਪਾਂ ਪਹਿਲਾਂ ਗੱਲ ਕਰ ਹਟੇ ਹਾਂ, ਜਿਹੜਾ ਜ਼ਮੀਨ ਦੋਜ ਪਾਣੀ ਹੈ। ਹੁਣ ਆਪਾਂ ਕਰਦੇ ਹਾਂ ਦਰਿਆਈ ਪਾਣੀਆਂ ਤੇ, ਜਿੱਥੇ ਪਹਿਲਾਂ ਬਾਂਡੇ ਦੀ ਗਲਤ ਹੋਈ ਹੈ ਪਾਣੀਆਂ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਐਂਡੀ ਗੁਲਾਟੀ ਵਰਗੇ ਬੰਦੇ ਜਿਹੜੇ ਵਿੱਚ ਸੀ ਉਹ ਕਹਿੰਦੇ ਨੇ ਕਿ ਗਲਤ ਹੋਈ ਹੈ, ਜਿਹੜਾ ਪਾਣੀ ਤੁਸੀਂ ਰੇਗਿਸਤਾਨ ਦੇ ਵਿੱਚ ਛੱਡਤਾ ਹੈ ਨਾ, ਤੇ ਇਹ ਨਾ ਵਾਤਾਵਰਨ ਦੇ ਰੂਪ 'ਚ ਸਹੀ ਹੈ ਨਾ ਕਿਸੇ ਰੂਪ ਦੇ ਵਿੱਚ। ਇਹਦੇ ਲਈ ਜਿਹੜੀ ਵੰਡ ਹੈ, ਸਾਡੇ ਕੋਲ ਦੁਨੀਆ ਦੇ ਪੱਧਰ ਤੇ ਇੱਕ ਸਿਧਾਂਤ ਹੈ, ਜਿਹੜੇ ਹੈਲੈਂਸਕੀ ਰੂਲ ਜਦੋਂ ਉੱਥੇ ਕਾਨਫਰੰਸ ਹੋਈ ਹੈ, ਕਿ ਉਹ ਰੈਪੇਰੀਅਨ ਸਿਧਾਂਤ ਹੈ। ਰੈਪੇਰੀਅਨ ਸਿਧਾਂਤ ਦੇ ਨਾਂ ਤੇ ਦੁਨੀਆ ਦੇ ਵਿੱਚ ਵੀ, ਸਾਡੇ ਸੰਵਿਧਾਨ ਦੇ ਵਿੱਚ ਵੀ ਉੱਥੋਂ ਹੀ ਲੱਗਦਾ। ਸਾਡੇ ਸੰਵਿਧਾਨ ਦੇ ਵਿੱਚ ਵੀ ਰੈਪੇਰੀਅਨ ਦਾ ਮਤਲਬ ਹੈ ਜਿੱਥੋਂ ਦੀ ਪਾਣੀ ਗੁਜ਼ਰਦੇ ਨੇ, ਜਿੱਥੋਂ ਆਉਂਦੇ ਨੇ, ਜਿੱਥੇ ਤੱਕ ਜਾਂਦੇ ਨੇ, ਉਹਦੇ ਰਸਤੇ 'ਚ ਜਿਹੜਾ ਕੋਈ ਸੂਬਾ ਜਾਂ ਦੇਸ਼ ਆਉਂਦਾ ਉਹਦੀ ਉਹਦੇ ਤੇ ਮਲਕੀਅਤ ਹੁੰਦੀ। ਔਰ ਕਮਾਲ ਦੀ ਗੱਲ ਇਹ ਹੈ ਕਿ ਦੁਨੀਆ 'ਚ ਵੀ, ਸਾਡੇ ਦੇਸ਼ 'ਚ ਵੀ, ਸਿਰਫ ਪੰਜਾਬ 'ਚ ਨਹੀਂ ਉਹ ਲਾਗੂ। ਉਹੀ ਗੱਲ ਹੈ ਕਿ ਜਦੋਂ ਵੀ ਇਹਦੇ 'ਚ ਨਾ ਸੁਪਰੀਮ ਕੋਰਟ ਦਾ ਦਖਲ ਹੋ ਸਕਦਾ ਕਾਨੂੰਨੀ ਤੌਰ ਤੇ, ਨਾ ਕਿਸੇ ਪਾਰਲੀਮੈਂਟ ਦਾ, ਨਾ ਕਿਤੇ ਹੋਰ। ਸੁਪਰੀਮ ਕੋਰਟ ਦਾ ਬਣਾਇਆ ਗਿਆ, ਫਿਰ ਜਿਹੜਾ ਕੀ ਹੋਇਆ ਉਹ ਬਣਿਆ ਕਿਵੇਂ ਆ? ਇਦੋਂ ਪਹਿਲਾਂ ਕ੍ਰਿਸ਼ਨਾ ਤੇ ਗੋਦਾਵਰੀ ਤੇ ਨਰਮਦਾ ਤੇ ਟ੍ਰਿਬਿਊਨਲ ਬਣੇ ਨੇ। ਟ੍ਰਿਬਿਊਨਲ ਫਿਰ ਫੈਸਲਾ ਕਰਦੇ ਨੇ ਕਿ ਇੰਨੀ ਜ਼ਮੀਨ ਇਸ ਸਟੇਟ ਦੀ ਆਉਂਦੀ ਹੈ, ਇੰਨੀ ਫਲਾਣੇ ਦੀ, ਉਹਨੂੰ ਇੰਨਾ ਪਾਣੀ ਆਊਗਾ। ਸਾਡਾ ਰੌਲਾ ਪਿਆ 1966 ਦੇ ਕਾਨੂੰਨ 'ਚ, ਪੰਜਾਬ ਪੁਨਰਗਠਨ ਐਕਟ। ਉਹ ਐਕਟ ਦੇ ਵਿੱਚ ਧਾਰਾਵਾਂ 78, 79, 80 ਗੈਰ ਸੰਵਿਧਾਨਕ ਪਾਈਆਂ ਗਈਆਂ, ਜਿਹਦੇ ਕਰਕੇ ਸਿੱਧਾ ਦਖਲ ਬਣਾਤਾ ਕੇਂਦਰ ਦਾ ਕਿ ਤੁਸੀਂ ਜਾ ਕੇ ਜੀ ਇਹ ਗੱਲ ਕਰੋਗੇ। ਇਹ ਇੱਕ ਬਹੁਤ ਵੱਡਾ ਇੱਕ ਮਤਲਬ
ਗੈਰ ਸੰਵਿਧਾਨਕ ਗੱਲ ਹੈ, ਗੈਰ ਕਾਨੂੰਨੀ ਗੱਲ ਹੈ। ਔਰ ਇਹਨੂੰ ਜੇ ਦੇਸ਼ ਦੇ ਵਿੱਚ ਕੋਈ ਇਨਸਾਫ ਕਰਨਾ ਹੋਵੇ ਤਾਂ ਇਨਸਾਫ ਕਾਨੂੰਨ ਦੇ ਨਜ਼ਰ 'ਚ ਬਰਾਬਰੀ ਨਾਲ ਹੁੰਦਾ, ਉਹ ਗੈਰ ਬਰਾਬਰੀ ਨਾਲ ਨਹੀਂ ਹੁੰਦਾ ਕਿਸੇ ਵੀ ਰੂਪ ਦੇ ਵਿੱਚ। ਔਰ ਇਸੇ ਕਰਕੇ ਮੁਕੱਦਮੇਬਾਜ਼ੀ ਲਗਾਤਾਰ ਚੱਲਦੀ ਆ ਰਹੀ ਹੈ। ਹੁਣ ਅਸੀਂ ਕੀ ਕੀਤਾ, ਜਿਹੜਾ ਅਸੀਂ ਇਹਦੇ 'ਚ ਇੱਕ ਗੱਲ ਤੁਰੰਤ ਦੀ ਵੀ ਪ੍ਰਪੋਜ਼ ਕੀਤੀ ਹੈ। ਇੱਕ ਤਾਂ ਇਹ ਹੈ ਕਿ ਇਹਦਾ ਰਿਪੇਰੀਅਨ ਸਿਧਾਂਤ ਦੇ ਮੁਤਾਬਕ ਵੰਡ ਹੋਣੀ ਵਾਪਸ ਆਇਆ ਜਾਵੇ ਰਿਪੇਰੀਅਨ ਤੇ, ਔਰ ਜੋ ਸੁਪਰੀਮ ਕੋਰਟ ਦਾ ਦਖਲ ਬਣਾਇਆ ਗਿਆ ਉਹ ਆਪਣੇ ਆਪ ਚ ਗਲਤ ਹੈ, ਖਤਮ ਕੀਤਾ ਜਾਵੇ, ਰਿਪੇਰੀਅਨ ਤੇ ਆਇਆ ਜਾਵੇ, ਰਿਪੇਰੀਅਨ ਤੇ ਜੋ ਸਾਡਾ ਸੰਵਿਧਾਨ ਕਹਿੰਦਾ, ਕਾਨੂੰਨ ਕਹਿੰਦਾ। ਦੂਜੀ ਗੱਲ, ਜਿਹੜਾ SYL ਦਾ ਸਾਡੇ ਚੱਲ ਰਿਹਾ ਸੀ ਝਗੜਾ, ਉਹਨੂੰ ਕਾਊਂਟਰ ਕਰਨ ਦੇ ਵਾਸਤੇ 2004 ਦੇ ਵਿੱਚ ਇੱਕ ਕਾਨੂੰਨ ਬਣਾਇਆ ਪੰਜਾਬ ਦੀ ਵਿਧਾਨ ਸਭਾ ਨੇ। ਉਹ ਕਾਨੂੰਨ ਕਿਹੜਾ ਬਣਾਇਆ, ਉਹ ਹੈ ਸਾਰੇ ਜਲ ਸਮਝੌਤੇ ਰੱਦ ਕਰਨ ਦਾ ਕਾਨੂੰਨ, ਪੰਜਾਬ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004। 12 ਜੁਲਾਈ 2004 ਨੂੰ ਇਹ ਐਕਟ ਪੰਜਾਬ ਦੀ ਵਿਧਾਨ ਸਭਾ ਨੇ ਪਾਸ ਕੀਤਾ। ਉਸ ਐਕਟ ਦੇ ਵਿੱਚ ਇੱਕ ਸਭ ਤੋਂ ਖਤਰਨਾਕ ਗੱਲ ਇਹ ਹੋਈ ਕਿ ਉਹਦੇ 'ਚ ਕਲੌਜ਼ 5 ਪਾ ਦਿੱਤੀ ਗਈ। 5 ਧਾਰਾ ਜਿਹੜੀ ਹੈ ਉਹਨੇ ਇਹ ਕਹਿਤਾ ਕਿ ਜਿੰਨਾ ਪਾਣੀ ਪਹਿਲੇ ਤਾਂ ਇਹ ਵੀ ਜਿੰਨਾ ਪੰਜਾਬ ਨੂੰ ਹੁਣ ਤੱਕ ਮਿਲਦਾ ਉਹ ਤਾਂ ਮਿਲਦਾ ਹੀ ਰਹੂਗਾ, ਤੇ ਦੂਜੀ 'ਚ ਇਹ ਪਾਤਾ ਵੀ ਜਿੰਨਾ ਵੱਖ-ਵੱਖ ਰਾਜਾਂ ਨੂੰ ਜਾਂਦਾ ਉਹ ਵੀ ਜਾਂਦਾ ਰਹੂ, ਹੈ ਨਾ। ਇਹ ਪਹਿਲੀ ਕਾਨੂੰਨੀ ਪ੍ਰਵਾਨਗੀ ਹੈ ਕਿ ਜਿੱਥੇ ਅਸੀਂ ਹੱਕ ਛੱਡਿਆ ਕਾਨੂੰਨ ਦੇ ਤੌਰ ਤੇ, ਪਹਿਲਾਂ ਧੱਕੇ ਦੇ ਤੌਰ ਤੇ ਸੀ ਤੇ ਅਸੀਂ ਕਾਨੂੰਨ ਦੇ ਤੌਰ ਤੇ। ਇਹ ਵਿਡੰਬਣਾ ਸਮਝ ਰਹੇ ਹੋ ਤੁਸੀਂ? ਇਹ ਖੇਡ ਹੈ ਪੰਜਾਬ ਨਾਲ। ਨਹੀਂ, ਇਹ ਸੋਚੋ ਕਿ ਜਿਹੜੀ ਚੀਜ਼ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਕੀਤੀ ਗਈ, ਜਦ ਕਿ ਉਲਟਾ ਕੀਤਾ ਗਿਆ। ਜੋ ਪਾਣੀ ਜਾ ਰਿਹਾ ਸੀ, ਜਿਹਦੇ ਅਸੀਂ ਮੁਆਵਜ਼ੇ ਦੀ ਗੱਲ ਕਰਦੇ ਹਾਂ ਜਾਂ ਉਹਨੂੰ ਬੰਦ ਕਰਨ ਦੀ ਗੱਲ ਕਰਦੇ ਹਾਂ, ਇਹ 2004 ਦੇ ਐਕਟ ਦੇ ਤਹਿਤ ਅਸੀਂ ਉਹਨੂੰ ਕਾਨੂੰਨੀ ਮਾਨਤਾ ਦੇਤੀ ਪੰਜਾਬ ਵੱਲੋਂ ਕਿ ਭਾਈ ਜਾਣ ਦਿਓ, ਇਹ ਤਾਂ ਹੱਕ ਹੈ ਬਾਹਰ ਦੇਣ ਦਾ ਸਾਡਾ। ਖਿਤਾਬ ਲੈ ਕੇ ਅਸੀਂ ਪਾਣੀ ਦੇ ਰੱਖੇ। ਇਹਦੇ ਨਾਲ ਅਸੀਂ ਸਿਧਾਂਤਕ ਤੌਰ ਤੇ ਸਾਡਾ ਕੇਸ ਕਮਜ਼ੋਰ ਕਰਤਾ, ਜਿਹੜਾ ਬਾਕੀ ਕਰਨਾ ਸੀ। ਇਹ ਕਲੌਜ਼ ਤੁਰੰਤ ਪੰਜਾਬ ਦੀ ਵਿਧਾਨ ਸਭਾ ਕੱਢ ਸਕਦੀ ਹੈ। ਇਸ ਪੂਰਾ ਜੋ ਕਾਨੂੰਨ ਪਾਸ ਹੋਇਆ ਕਰਨ ਦੀ ਗੱਲ ਹੈ, ਜੋ ਕਾਨੂੰਨ ਪਾਸ ਹੋਇਆ ਸੀ ਉਹ ਚੋਂ ਇਹ ਧਾਰਾ 5 ਸਾਡੀ ਵਿਧਾਨ ਸਭਾ ਦੇ ਵਿੱਚ ਰੱਦ ਕਰਨੀ ਚਾਹੀਦੀ, ਇਹਨੂੰ ਅਮੈਂਡਮੈਂਟ ਕਰਕੇ ਪਹਿਲਾਂ ਸਾਡੀਆਂ ਪਾਰਟੀਆਂ ਸਾਡਾ ਏਜੰਡਾ ਮੰਗ ਕਰਦਾ ਇਹਦੀ। ਸਾਡੀਆਂ ਪਾਰਟੀਆਂ ਨੇ 2007 ਤੋਂ ਲੈ ਕੇ ਆਪਣੇ ਮੈਨੀਫੈਸਟੋ 'ਚ ਪਾਇਆ ਕਿ ਅਸੀਂ ਕੱਢਾਂਗੇ, ਪਰ ਕੱਢਿਆ ਕਿਸੇ ਨੇ। ਇਸ ਲਈ ਕੱਲਾ ਮੈਨੀਫੈਸਟੋ 'ਚ ਪਾਉਣ ਤੱਕ ਦਾ ਕੁਐਸਚਨ ਨਹੀਂ ਹੈ, ਇਹਨੂੰ ਉਹਦੇ 'ਚੋਂ ਕੱਢਣ ਦੀ ਜ਼ਰੂਰਤ ਤੇ ਹਿੰਮਤ ਦਾ ਸਵਾਲ ਵੀ ਹੈ ਨਾਲ, ਕਿ ਜੇ ਤੁਸੀਂ ਪੰਜਾਬ ਦੇ ਨਾਲ ਐਵੇਂ ਖੜਨਾ ਚਾਹੁੰਦੇ ਹੋ, ਉਹਦਾ ਸਿਧਾਂਤਕ ਕੇਸ ਅੱਗੇ ਪੁੱਟ ਕਰਨਾ ਚਾਹੁੰਦੇ ਹੋ, ਤਾਂ ਇਹਨੂੰ ਕੱਢਣਾ ਪਊਗਾ। ਇਹਨੂੰ ਕੱਢਣਾ ਚਾਹੀਦਾ। ਔਰ ਬਲਕਿ ਉਹ ਕੁਮੇਦਾਨ ਸਾਹਿਬ ਨੇ ਜੋ ਕੁਮੇਦਾਨ ਸਾਹਿਬ ਨੇ ਕਿ ਹਿਸਾਬ ਕਿਤਾਬ ਬਣਾਇਆ ਹੈ, ਉਹ ਪੈਸੇ ਉਸ ਮੁਆਵਜ਼ੇ ਦੀ ਦਾ ਜਿਹੜਾ ਸਵਾਲ ਹੈ, ਕਿਉਂਕਿ ਕਾਰਨ ਇਹ ਸੀ ਜਿਹੜਾ ਬ੍ਰਿਟਿਸ਼ ਪੰਜਾਬ ਸੀ, 2 ਨਹਿਰਾਂ ਲਿਖੀਆਂ ਨੇ, ਇੱਕ ਪਟਿਆਲੇ ਵਾਲਾ ਜਦੋਂ ਰਾਜਾ ਸੀ ਕਿਉਂਕਿ ਪੈਪਸੂ ਸੀ, ਤੇ ਦੂਜੀ ਗੰਗ ਕਨਾਲ ਜਿਹੜੀ ਰਾਜਸਥਾਨ ਵਾਲੀ ਹੈ। ਪਹਿਲੀ ਦੇ ਵਿੱਚ ਵੀ ਰਾਇਲਟੀ 1956 ਤੱਕ ਆਉਂਦੀ ਰਹੀ, ਚਾਹੇ ਨੋਮੀਨਲ ਸੀ, ਅੰਗਰੇਜ਼ਾਂ ਵੇਲੇ ਨਿਕਲੀਆਂ ਸੀ, ਉਦੋਂ ਆਉਂਦੀ ਰਹੀ, ਕਿਉਂਕਿ ਅੰਗਰੇਜ਼ ਨੇ ਪੰਜਾਬ ਦਾ ਹੱਕ ਨਹੀਂ ਅਸੀਂ ਹੱਕ ਗਵਾਤਾ। ਗੁਲਜ਼ਾਰੀ ਲਾਲ ਨੰਦਾ ਦੀ ਅਗਵਾਈ 'ਚ ਜਿਹੜੀ ਕਮੇਟੀ ਬਣੀ 1956 'ਚ, ਜਿਹੜੀ ਉਹਦੀ ਮੀਟਿੰਗ ਹੋਈ, ਉਹ ਮੀਟਿੰਗ 'ਚ ਕਹਿਤਾ ਕਿ ਜਿਹੜਾ ਰਾਇਲਟੀ ਦਾ ਮਾਮਲਾ ਹੈ ਬਾਅਦ 'ਚ ਵਿਚਾਰਾਂਗੇ, ਉਹ ਬਾਅਦ ਅਜੇ ਤੱਕ ਨਹੀਂ ਮੁੜਿਆ, ਬੰਦ ਨਹੀਂ ਕੀਤਾ ਸੀ, ਬਲਕਿ ਅਸੀਂ 2004 'ਚ ਕਹਿਤਾ ਕਿ ਦਿੱਤਾ, ਸੋ ਉਹਨੂੰ ਰੱਦ ਕੀਤਾ ਜਾਵੇ। ਚਲੋ ਜੀ, ਇਹ ਤਾਂ ਸਾਨੂੰ ਜਦੋਂ ਮਿਲੂਗਾ ਕੁਮੇਦਾਨ ਸਾਹਿਬ ਦੇ ਹਿਸਾਬ ਨਾਲ ਜਾਂ ਕਿਸੇ ਵੀ ਹਿਸਾਬ ਨਾਲ ਰਾਇਲਟੀ, ਉਦੋਂ ਤੱਕ ਕਹਿਤਾ ਅਸੀਂ ਆਪਦਾ ਰੈਵਨਿਊ ਕੁਝ ਨਵੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਕੇ ਪੰਜਾਬ ਦਾ ਕਿਵੇਂ ਵਧਾ ਸਕਦੇ ਹਾਂ, ਉਹਦੇ ਵਿੱਚ ਆਪਾਂ ਪ੍ਰਪੋਜ਼ ਕੀਤਾ IT ਸੈਕਟਰ। ਜੀ, ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਤੇ ਇੱਥੇ ਜਿਹੜੀ ਲੈਂਡ ਦੀ ਵੈਲਿਊ ਹੈ ਉਹ ਕਾਫੀ ਜ਼ਿਆਦਾ ਹੈ। ਸੋ ਸਾਨੂੰ ਇਹ ਚਾਹੀਦਾ ਕਿ ਜ਼ਿਆਦਾ ਉਹਦੇ 'ਚ ਜ਼ਮੀਨ ਦਾ ਉਪਯੋਗ ਵੀ ਨਾ ਹੋਵੇ ਤੇ ਉਹਦੇ ਨਾਲ ਪੈਸਾ ਕਿਵੇਂ ਕਮਾਇਆ ਜਾਵੇ, ਪੈਸਾ ਵੀ ਵੱਧ ਆਵੇ। ਤਾਂ ਮੈਨੂੰ ਲੱਗਦਾ IT ਇੱਕ ਇੱਦਾਂ ਦਾ ਸੈਕਟਰ ਹੈ ਕਿ ਜਿੱਥੇ ਬਿਲਡਿੰਗ ਬਣਾਉਣ ਲਈ ਥੋੜ੍ਹੀ ਥਾਂ ਚਾਹੀਦੀ ਹੈ, ਜਿੱਥੇ ਬਹੁਤ ਇੱਕ ਬਿਲਡਿੰਗ ਦੇ ਵਿੱਚ ਲੋਕ ਕੰਮ ਕਰ ਸਕਦੇ ਹੈ, ਤੇ ਉਹਦੇ ਨਾਲ ਨਾਲ ਇਹਦੇ 'ਚ ਇੰਨਾ ਕੁ ਜ਼ਿਆਦਾ ਸਕੋਪ ਹੈ, ਫਿਊਚਰ ਹੈ, ਕਿਉਂਕਿ ਬਹੁਤ ਸਾਡੇ ਮੁੰਡੇ ਅਮਰੀਕਾ ਕੈਨੇਡਾ ਤੱਕ ਜਾ ਕੇ, ਤੁਸੀਂ ਦੇਖੋ ਨਾਸਾ ਦੇ ਵਿੱਚ, ਦੁਨੀਆ ਦੀ ਮਲਟੀਨੈਸ਼ਨਲ ਕੰਪਨੀਜ਼ ਦੇ ਵਿੱਚ ਸਾਡੇ ਪੰਜਾਬ ਦੇ ਸਾਡੇ ਭੈਣ ਭਰਾ ਕੰਮ ਕਰ ਰਹੇ ਆ। ਤਾਂ ਉਹ ਪੰਜਾਬ 'ਚ ਰਹਿ ਕੇ ਕੰਮ ਕਰਨ, ਨਾਲੇ ਤਾਂ ਸੂਬੇ ਦੇ ਰੈਵਨਿਊ ਦੇ ਵਿੱਚ ਹਿੱਸਾ ਪਾਉਣਗੇ, ਨਾਲੇ ਇੱਥੇ ਇੱਕ ਵਧੀਆ ਇੱਕ ਵਾਈਟ ਕਾਲਰ ਜੌਬ ਜਿਹਨੂੰ ਕਹਿ ਦਿੱਤਾ ਜਾਂਦਾ ਹੈ, ਉਹਦਾ ਸਕੋਪ ਹੋਊਗਾ ਅੱਗੇ। ਜੇ IT ਡਿਵੈਲਪ ਹੋਊਗੀ, ਫੋਰ ਐਗਜ਼ਾਮਪਲ ਸਾਡੇ ਮੋਹਾਲੀ ਦੇ ਵਿੱਚ ਕਾਫੀ IT ਸੈਕਟਰਸ ਨੇ, ਕਾਫੀ ਬਿਲਡਿੰਗਸ ਨੇ, ਤਾਂ ਇੱਥੇ ਨੌਕਰੀਆਂ ਬਹੁਤ ਨੇ, ਲੋਕ ਨੇੜੇ ਤੇੜੇ ਤੋਂ ਆ ਕੇ ਹਰ ਇੱਕ ਟਾਈਪ ਦੀ ਨੌਕਰੀ ਆ, ਹਰ ਇੱਕ ਐਜੂਕੇਸ਼ਨ ਲੈਵਲ 'ਤੇ ਮੈਨੂੰ ਲੱਗਦਾ ਜੇ ਕੋਈ
ਸਪੋਜ਼ ਕਰੋ ਕਿਸੇ ਨੇ ਇੰਜੀਨੀਅਰਿੰਗ ਕੀਤੀ ਹੈ ਜਾਂ ਕਿਸੇ ਨੇ ਡਿਪਲੋਮਾ ਕੀਤਾ, ਡਿਗਰੀ ਕੀਤੀ ਹੈ, ਉਹਦੇ ਲਈ ਅਲੱਗ ਕੈਟਾਗਰੀ ਦੀ ਜੋਬ ਹੈ। ਕੋਈ ਕਿਸੇ ਨੇ +2 ਕੀਤੀ ਹੈ, ਉਹਦੇ ਲਈ ਅਲੱਗ ਕੈਟਾਗਰੀ ਦੀ ਜੋਬ ਹੈ। ਇੱਕ ਤਾਂ ਰੁਜ਼ਗਾਰ ਬਹੁਤ ਪੈਦਾ ਹੁੰਦਾ ਅਤੇ ਦੂਜਾ ਪੋਲਿਊਸ਼ਨ ਤੋਂ ਵੀ ਬਚਿਆ ਜਾ ਸਕਦਾ ਹੈ, ਕਿਉਂਕਿ ਕੋਈ ਕਾਰਖਾਨੇ ਨਹੀਂ ਲਾਉਣੇ ਪੈਂਦੇ ਅਤੇ ਨਵੀਂ ਦੁਨੀਆ ਵਰਲਡ ਵਾਈਡ ਇੱਕ ਦੂਜੇ ਨਾਲ ਕਨੈਕਟ ਹੁੰਦੀ ਹੈ। ਮੈਨੂੰ ਲੱਗਦਾ ਕਿ ਗੌਰਮੈਂਟ ਨੂੰ ਇਹਦੇ 'ਤੇ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। NRIs ਦੀਆਂ ਆਪਣੀਆਂ ਵੀ ਕੁਝ ਪ੍ਰੋਬਲਮਸ ਨੇ। ਸਾਡੇ ਘਰ ਅਤੇ ਵਾਰ ਪੰਜਾਬ ਵਿੱਚ ਹੋਣ ਕਰਕੇ, ਜ਼ਮੀਨਾਂ ਪੰਜਾਬ ਵਿੱਚ ਹੋਣ ਕਰਕੇ ਸਾਨੂੰ ਅਕਸਰ ਇੱਥੇ ਆਉਣਾ ਜਾਣਾ ਰਹਿੰਦਾ ਹੈ, ਜਿਸ ਕਰਕੇ ਕਦੇ ਕਦਾਈ ਸਾਡੇ ਉੱਪਰ ਘਰੇਲੂ ਝਗੜਿਆਂ ਦੀ ਵਜ੍ਹਾ ਕਰਕੇ, ਜ਼ਮੀਨੀ ਝਗੜਿਆਂ ਦੀ ਵਜ੍ਹਾ ਕਰਕੇ ਤੇ ਬਹੁਤ ਸਾਰੇ ਟਾਈਮ ਨਜਾਇਜ਼ ਪਰਚੇ NRIs ਉੱਪਰ ਹੋ ਜਾਂਦੇ ਨੇ। ਪ੍ਰੋਬਲਮ ਉਦੋਂ ਕ੍ਰੀਏਟ ਹੁੰਦੀ ਹੈ ਜਦੋਂ ਇਹਨਾਂ ਮੁਕੱਦਮਿਆਂ ਨੂੰ ਨਜਿੱਠਣ ਲਈ ਸਾਨੂੰ ਘਰ-ਬਾਰ ਛੱਡ ਕੇ, ਕੰਮਕਾਰ ਛੱਡ ਕੇ ਹਮੇਸ਼ਾ ਪੰਜਾਬ ਤਰੀਕ ਉੱਪਰ ਆਉਣਾ ਪੈਂਦਾ ਹੈ ਤੇ ਜਿਸ ਤਰੀਕ ਦੀ ਕੋਈ ਵੀ ਗਾਰੰਟੀ ਨਹੀਂ ਹੁੰਦੀ ਕਿ ਉਹ ਤਰੀਕ 2 ਸਾਲ ਚੱਲੇਗੀ, 2 ਮਹੀਨੇ ਚੱਲੇਗੀ ਤੇ ਕਈ ਵਾਰ ਤਾਂ 6-6 ਸਾਲ ਤੱਕ ਵੀ ਉਹ ਕੇਸ ਚੱਲਦੇ ਰਹਿੰਦੇ ਨੇ। ਅਸੀਂ ਜੂਝਦਾ ਪੰਜਾਬ ਦੇ ਮੰਚ ਵੱਲੋਂ ਇਹ ਪ੍ਰਪੋਜ਼ ਕਰਦੇ ਹਾਂ ਕਿ ਜਿੰਨੇ ਵੀ NRIs ਉੱਪਰ ਮੁਕੱਦਮੇ ਨੇ ਉਹ ਉਹਨਾਂ ਮੁਕੱਦਮਿਆਂ ਨੂੰ ਬਿਨਾਂ ਪੰਜਾਬ ਆਏ ਆਨਲਾਈਨ ਪੇਸ਼ੀ ਦੁਆਰਾ ਭੁਗਤ ਸਕਣ। ਇਹ ਐਗਜ਼ੈਜਰੇਸ਼ਨ ਨਹੀਂ ਹੋਏਗੀ ਜੇ ਮੈਂ ਕਹਾਂ ਕਿ ਅਸੀਂ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਕੋਈ ਇੱਕ ਐਸੇ NRI ਨੂੰ ਜਾਣਦੇ ਹਾਂ ਜਿਹੜਾ ਸਿਸਟਮ ਦਾ ਸਤਾਇਆ ਹੋਇਆ ਆਪਣਾ ਨਿਰਾਸ਼ ਹੋ ਕੇ ਬੈਠਾ ਹੋਇਆ ਆਪਣੇ ਘਰ, ਕਿਉਂਕਿ ਉਹ ਜਦ ਇੰਡੀਆ ਵਿੱਚ ਆਉਂਦਾ ਹੈ ਤੇ ਉਸ ਨੂੰ ਆਪਣੇ ਕੰਮ ਕਰਾਉਣ ਲਈ ਐਸੀ ਦਰਬਦਰ ਠੋਕਰਾਂ ਖਾਣੀਆਂ ਪੈਂਦੀਆਂ ਹੈ ਕਿ ਉਹ ਕਦੀ ਕਦਾਰ ਤੇ ਇਹ ਸੋਚਦਾ ਵੀ ਇੱਥੇ ਆਓ ਹੀ ਨਾ। ਇਹਦਾ ਇੱਕ ਸਿੰਪਲ ਜਿਹਾ ਸੋਲੂਸ਼ਨ ਹੈਗਾ ਵੀ ਉਹਦੀ ਜਿਹੜੀ ਸਾਰੀ ਸਰਵਿਸਿਜ਼ ਲੋੜੀਂਦੀਆਂ ਹੈਗੀਆਂ ਨੇ ਉਹਨਾਂ ਨੂੰ ਆਪਾਂ ਰਾਈਟ ਟੂ ਸਰਵਿਸ ਐਕਟ ਦੇ ਨਾਲ ਜੋੜ ਕੇ ਉਹਨੂੰ ਇੱਕ ਪ੍ਰੋਪਰ ਸਮਾਧਾਨ ਦਿੱਤਾ ਜਾਏ। ਬਾਹਰਲਾ NRI ਇੰਡੀਆ ਜਾ ਕੇ ਬਿਜ਼ਨਸ ਕਰਨਾ ਚਾਹੁੰਦਾ, ਪਰ ਸਾਨੂੰ ਮੁਸ਼ਕਲਾਂ ਇਹ ਆਉਂਦੀਆਂ ਇੰਡੀਆ ਦੇ ਵਿੱਚ ਕਿ ਸਾਨੂੰ ਇੱਕ ਜਗ੍ਹਾ ਤੋਂ ਉਸ ਚੀਜ਼ ਦੀ ਪਰਮਿਸ਼ਨ ਨਹੀਂ ਮਿਲ ਰਹੀ। ਇੱਕ ਇਹੋ ਜਿਹੀ ਸਿੰਗਲ ਵਿੰਡੋ ਹੋਵੇ ਜਿਹਦੇ ਤੋਂ ਸਾਨੂੰ ਹਰ ਇੱਕ ਬਿਜ਼ਨਸ ਦਾ ਜੋ ਉਸ 'ਤੇ ਪੇਪਰ ਵਰਕ ਆ ਉਹ ਇੱਕ ਜਗ੍ਹਾ ਤੋਂ ਸਾਨੂੰ ਮਿਲ ਜਾਣ ਅਤੇ ਉਹਦੇ ਨਾਲ ਇਹ ਹੁੰਦਾ ਕਿ ਸਾਨੂੰ ਟਾਈਮ ਦੀ ਸ਼ੋਰਟੇਜ ਕਰਕੇ ਸਾਨੂੰ ਇੰਨਾ ਟਾਈਮ ਨਹੀਂ ਕਿ ਅਸੀਂ ਅਲੱਗ-ਅਲੱਗ ਥਾਂ ਤੋਂ ਜਾ ਕੇ ਪਰਮਿਸ਼ਨ ਲਈਏ। ਇਸ ਦੇ ਲਈ ਸਿੰਗਲ ਵਿੰਡੋ ਕਲੀਅਰੈਂਸ ਦਾ ਹੋਣਾ ਬਹੁਤ ਜ਼ਰੂਰੀ ਆ ਤਾਂ ਜੋ ਉਹਨਾਂ ਨੂੰ ਥਾਂ-ਥਾਂ 'ਤੇ ਭਟਕਣਾ ਨਾ ਪਵੇ। ਇੱਕ ਜਗ੍ਹਾ ਦੇ ਉੱਤੇ ਫਾਈਲ ਸਬਮਿਟ ਕੀਤੀ ਜਾਵੇ ਅਤੇ ਹਰ ਜਗ੍ਹਾ ਤੋਂ ਸਾਈਨ ਹੋ ਕੇ ਉਸੇ ਜਗ੍ਹਾ 'ਤੇ ਹੀ ਆ ਜਾਣ ਅਤੇ ਉਹਦੇ ਲਈ ਇੱਕ ਨੋਬਲ ਆਫਿਸਰ ਅਪਾਇੰਟ ਕੀਤਾ ਜਾਣਾ ਚਾਹੀਦਾ ਹੈ ਜੋ ਹਰ ਡਿਪਾਰਟਮੈਂਟ ਤੋਂ ਐਪਲੀਕੇਸ਼ਨਸ 'ਤੇ ਸਾਈਨ ਕਰਵਾ ਕੇ ਉਹਨਾਂ ਦੀ ਕਲੀਅਰੈਂਸ ਕਰਵਾ ਕੇ ਐਪਲੀਕੈਂਟ ਨੂੰ ਵਾਪਸ ਦੇਵੇ ਤਾਂ ਜੋ ਇਹ ਪ੍ਰੋਸੈਸ ਫਾਸਟ ਕੀਤਾ ਜਾ ਸਕੇ। ਸੋ ਇਸ ਲਈ ਸਿੰਗਲ ਵਿੰਡੋ ਕਲੀਅਰੈਂਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇੱਕ ਕਾਲੀ ਸੂਚੀ ਬਣੀ ਹੋਈ ਹੈ ਜੋ ਕਿ ਬਹੁਤ ਪੁਰਾਣੇ ਸਮੇਂ ਤੋਂ ਬਣੀ ਹੋਈ ਹੈ। ਉਸ ਕਾਲੀ ਸੂਚੀ ਨੂੰ ਕਲੀਅਰ ਕੀਤਾ ਜਾਵੇ। ਉਸ ਕਾਲੀ ਸੂਚੀ ਵਿੱਚ ਬਹੁਤ ਸਾਰੇ NRI ਭੈਣ ਭਰਾਵਾਂ ਦੇ ਨਾਮ ਨੇ ਤੇ ਉਹਨਾਂ ਨੂੰ ਉਹ ਪੰਜਾਬ ਗੌਰਮੈਂਟ ਪਹਿਲਾਂ ਤਾਂ ਉਸ ਕਾਲੀ ਸੂਚੀ ਨੂੰ ਖੁਦ ਕਲੀਅਰ ਕਰੇ ਤੇ ਫਿਰ ਸੈਂਟਰ ਗੌਰਮੈਂਟ ਤੋਂ ਵੀ ਉਸ ਸੂਚੀ ਨੂੰ ਕਲੀਅਰ ਕਰਵਾਇਆ ਜਾਵੇ ਤਾਂ ਕਿ ਉਹ ਆਪੋ ਆਪਣੇ ਘਰਾਂ ਵਿੱਚ ਵਾਪਸ ਆ ਸਕਣ, ਆਪਣੇ ਵਤਨ ਵਿੱਚ ਵਾਪਸ ਆ ਸਕਣ। ਭਰਾ ਜਿਹੜੇ ਬੰਦੀ ਨੇ, ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ, ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਚਾਹੇ ਉਹ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ, ਸਾਡੇ ਸਿੰਘ ਨੇ, ਸਾਡੇ ਹੋਰ ਕਮਿਊਨਿਟੀ ਦੇ ਭਰਾ ਨੇ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ। ਸਰਕਾਰ ਨੂੰ ਉਹਦੇ ਲਈ ਕਦਮ ਚੁੱਕਣੇ ਚਾਹੀਦੇ ਨੇ ਤਾਂ ਕਿ ਉਹ ਵਾਪਸ ਆਪਣੇ ਪਰਿਵਾਰਾਂ ਨਾਲ ਆ ਕੇ ਇੱਕ ਵਧੀਆ ਜ਼ਿੰਦਗੀ ਬਤੀਤ ਕਰ ਸਕਣ। ਕਿ ਮੰਤਰੀ ਮੰਡਲ ਦੀਆਂ ਮੀਟਿੰਗਾਂ, ਕੈਬਨਿਟ ਦੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਮੀਟਿੰਗਾਂ ਹੁੰਦੀਆਂ ਨੇ, ਅਸੀਂ ਨਹੀਂ ਕਹਿੰਦੇ ਕਿ ਉਹ ਲਾਈਵ ਚੱਲਣੀਆਂ ਚਾਹੀਦੀਆਂ ਨੇ, ਬਟ ਇੱਕ ਪ੍ਰੋਸੈਸ ਹੁੰਦਾ ਹੈ ਕਿ ਕੈਬਨਿਟ ਦੇ ਵਿੱਚ ਕੋਈ ਵੀ ਫੈਸਲੇ ਲਏ ਜਾਂਦੇ ਆ ਉਹਨਾਂ ਦਾ ਲਿਖਤੀ ਰੂਪ ਦੇ ਵਿੱਚ ਰਿਕਾਰਡ ਹੈ ਜਿਹੜਾ ਉਹ ਰੱਖਿਆ ਜਾਂਦਾ। ਅਸੀਂ ਚਾਹੁੰਦੇ ਹਾਂ ਕਿ ਗੌਰਮੈਂਟ ਦੀ ਇੱਕ ਵੈਬਸਾਈਟ ਹੋਵੇ ਅਤੇ ਉਹ ਜਿਹੜਾ ਲਿਖਤੀ ਰੂਪ ਦੇ ਵਿੱਚ ਰਿਕਾਰਡ ਹੈ ਕੈਬਨਿਟ ਦੇ ਵਿੱਚ ਕੀ ਫੈਸਲੇ ਕਿਹੜੇ ਮੁੱਦਿਆਂ ਨੂੰ ਲੈ ਕੇ ਲਏ ਗਏ ਆ, ਉਹ ਸਾਰਾ ਉਸ ਵੈਬਸਾਈਟ ਦੇ ਉੱਤੇ ਪਾਇਆ ਜਾਵੇ ਅਤੇ ਜਨਤਕ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਸਾਡੇ ਵੱਲੋਂ ਜਿਹੜੇ ਚੁਣੇ ਹੋਏ ਸਾਡੇ ਨੁਮਾਇੰਦੇ ਆ, ਸਾਡੇ ਮੰਤਰੀ ਆ, ਸਾਡੇ ਸੂਬੇ ਦੀ ਸਰਕਾਰ ਨੂੰ ਚਲਾਉਂਦੇ ਆ, ਉਹ ਸਾਡੇ ਲਈ ਕੀ ਫੈਸਲੇ ਕਿਹੜੇ ਸੈਸ਼ਨ ਵਿੱਚ ਲੈਂਦੇ ਆ। ਇਹ ਸਾਰਾ ਕੁਛ ਹੈ ਜਿਹੜਾ ਉਸ ਵੈਬਸਾਈਟ ਦੇ ਉੱਤੇ ਐਜ਼ ਐਨ ਰਿਕਾਰਡ ਦੇ ਤੌਰ 'ਤੇ ਹੋਣਾ ਚਾਹੀਦਾ ਹੈ। ਜਿਨ੍ਹਾਂ ਨੇ ਵੀ ਇਹ ਰਿਕਾਰਡ ਦੇਖਣਾ ਕਿ ਕਿਹੜੀ ਕੈਬਨਿਟ ਦੇ ਵਿੱਚ ਕਿਹੜਾ ਫੈਸਲਾ ਲਿਆ ਗਿਆ ਸੀ, ਉਹਨਾਂ ਲਈ ਉਹ ਚੀਜ਼ਾਂ ਅਵੇਲੇਬਲ ਹੋਣ। ਬਜ਼ੁਰਗਾਂ, ਵਿਕਲਾਂਗਾਂ, ਵਿਧਵਾਵਾਂ ਤੇ ਬੀਬੀਆਂ ਦੀ ਜਿਹੜੀ ਪੈਨਸ਼ਨ ਹੈ ਨਾ ਉਹ 1500 ਹੈ, ਹਰਿਆਣੇ 'ਚ 2500 ਹੈ। ਸੋ ਮੈਨੂੰ ਲੱਗਦਾ ਹੈ ਘੱਟੋ ਘੱਟ 2500 ਮੁਕਰਰ ਕਰੀ ਜਾਵੇ ਔਰ ਉਸ ਤੋਂ ਬਾਅਦ ਆਪਦੇ ਬਜਟ ਸੈੱਟ ਕਰਕੇ ਸਰਕਾਰ ਜਦੋਂ ਕੋਈ ਵੀ ਤੁਸੀਂ ਜਿਹੜੀ ਚੁਣਦੇ ਹੋ ਉਹ ਆਵੇ ਤਾਂ ਸਾਲ ਬਾਅਦ ਹੋਰ ਵਧਾਉਣ ਦੀ ਕੋਸ਼ਿਸ਼ ਕਰੇ
ਤਾਂ ਕਿ ਉਹ ਆਪਦੀ ਰੱਜ ਕੇ ਰੋਟੀ ਖਾ ਸਕਣ। ਜਿੰਨੇ ਵੀ ਵਿਭਾਗਾਂ ਦੇ ਮੁਖੀ ਨੇ ਉਹ ਟੈਕਨੋਕ੍ਰੇਟ ਜਿਹੜੇ ਬੰਦੇ ਨੇ ਉਹ ਲਾਏ ਜਾਣ। ਟੈਕਨੋਕ੍ਰੇਟ ਕੀ ਹੈ ਜੀ? ਟੈਕਨੋਕ੍ਰੇਟ ਕਿਸੇ ਵੀ ਫੀਲਡ ਦਾ ਜਿਹੜਾ ਮਾਹਿਰ ਬੰਦਾ ਆ ਉਹਨੂੰ ਟੈਕਨੋਕ੍ਰੇਟ ਕਹਿੰਦੇ ਨੇ। ਹੁਣ ਜਿਵੇਂ IAS ਲਾਉਂਦੇ ਨੇ ਇਹਨਾਂ ਦੇ ਉੱਪਰ ਜਿਹੜੇ ਪ੍ਰਬੰਧਕੀ ਹੁੰਦੇ ਨੇ, ਜੇ ਤੁਸੀਂ IAS ਅਫਸਰ ਨੂੰ ਉਹਦਾ ਪ੍ਰਬੰਧਕੀ ਇੰਚਾਰਜ ਲਾਉਣਾ ਆ, ਉਹਦੇ ਨਾਲ ਨਾਲ ਉਸ ਫੀਲਡ ਦਾ ਕੋਈ ਮਾਹਿਰ ਬੰਦਾ ਵੀ ਲਾਓ, 2 ਲਾ ਦਿਓ ਉਹਦੇ ਜਿਹੜੇ ਮੁਖੀ ਨੇ, ਜਿਵੇਂ ਸਪੋਰਟਸ ਦਾ ਅਲੱਗ, ਐਗਰੀਕਲਚਰ ਦਾ ਅਲੱਗ, ਜਿੰਨੇ ਕਿ ਪ੍ਰੈਕਟੀਕਲੀ ਵੀ ਕੰਮ ਕੀਤਾ ਹੋਵੇ। ਹਾਂਜੀ ਬਿਲਕੁਲ, এনवायरमेंट ਦਾ ਵੀ ਅਲੱਗ। ਸਰਕਾਰੀ ਨੌਕਰੀਆਂ ਦੇ ਵਿੱਚ ਪਾਰਦਰਸ਼ਤਾ, ਤੁਸੀਂ ਪਿਛਲੇ ਦਿਨਾਂ 'ਚ ਵੀ ਦੇਖਿਆ ਹੋਊਗਾ ਕਿ ਬਹੁਤ ਭਰਤੀਆਂ ਜਾਂ ਬਹੁਤ ਨੌਕਰੀਆਂ ਖੁੱਲੀਆਂ ਜਿਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਕਿਉਂ, ਕੀ ਕਾਰਨ ਬਣਿਆ ਕਿ ਕੋਈ ਪੇਪਰ ਲੀਕ ਹੋ ਗਿਆ ਜਾਂ ਕਿਸੇ ਤੇ ਸਟੇ ਹੋ ਗਈ, ਰੌਲਾ ਪੈ ਗਿਆ। ਸੋ ਅਸੀਂ ਚਾਹੁੰਦੇ ਹਾਂ ਕਿ ਗਵਰਨਮੈਂਟ ਜਿੰਨੀਆਂ ਵੀ ਵੈਕੈਂਸੀਜ਼ ਖੋਲ੍ਹਦੀ ਹੈ, ਜਿੰਨੀਆਂ ਵੀ ਭਰਤੀਆਂ ਹੁੰਦੀਆਂ ਨੇ, ਉਹਦੀ ਟੋਟਲ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ। ਉਹ ਵੀਡੀਓਗ੍ਰਾਫੀ ਤਾਂ ਹੋਣੀ ਚਾਹੀਦੀ ਹੈ ਕਿਉਂਕਿ ਜੇ ਕੋਈ ਬੰਦਾ ਰਿਟ ਪਾ ਦਿੰਦਾ, ਅਸੀਂ ਨਹੀਂ ਚਾਹੁੰਦੇ ਕਿ ਉਹ ਵੀਡੀਓਗ੍ਰਾਫੀ ਜਨਤਕ ਕੀਤੀ ਜਾਵੇ, ਬਟ ਜਦੋਂ ਉਹਦੇ ਤੇ ਕੋਈ ਰਿਟ ਆ ਜਾਂਦੀ ਹੈ ਤਾਂ ਉਹਨੂੰ ਅਸੀਂ ਕੱਢ ਕੇ ਦੇਖ ਸਕੀਏ ਕਿ ਇਹਦੇ ਪਿੱਛੇ ਇਹਦਾ ਕਾਰਨ ਕੀ ਬਣਿਆ। ਉਹਦਾ ਕਾਰਨ ਇਹ ਹੈ ਕਿ ਬਹੁਤ ਨੌਕਰੀਆਂ ਨਿਕਲਦੀਆਂ ਨੇ, ਬਹੁਤ ਵੈਕੈਂਸੀਜ਼ ਨਿਕਲਦੀਆਂ ਨੇ, ਇਸੇ ਕਾਰਨਾਂ ਕਰਕੇ ਉਹਨੂੰ ਤੇ ਸਟੇ ਹੋ ਜਾਂਦੀ ਹੈ ਤੇ ਕਾਫੀ ਜਿਹੜਾ ਇੱਕ ਲੰਬਾ ਟਾਈਮ ਹੈ ਉਹ ਕੋਰਟ ਕੇਸ ਜਾਂ ਹੋਰ ਪ੍ਰੋਸੈਸ ਦੇ ਵਿੱਚ ਉਲਝ ਜਾਂਦਾ। ਇਸੇ ਚੱਕਰ ਦੇ ਵਿੱਚ ਕਈ ਬੰਦਿਆਂ ਦੀਆਂ ਉਮਰਾਂ ਨਿਕਲ ਜਾਂਦੀਆਂ ਨੇ। ਸੋ ਵੀਡੀਓਗ੍ਰਾਫੀ ਹੈ ਜਿਹੜੀ ਉਹ ਤਾਂ ਕਰਕੇ ਬਹੁਤ ਜ਼ਰੂਰੀ ਹੈ। ਜਿੰਨੀਆਂ ਵੀ ਸਰਕਾਰੀ ਨੌਕਰੀਆਂ ਨੇ, ਸਰਕਾਰੀ ਭਰਤੀ ਹੈ, ਉਹਦੀ ਵੀਡੀਓਗ੍ਰਾਫੀ ਜਿਹੜੀ ਲਾਜ਼ਮੀ ਹੈ। ਜਿੰਨੇ ਵੀ ਸਿਆਸੀ ਪਾਰਟੀਆਂ ਚੋਣ ਵਾਅਦੇ ਕਰਦੀਆਂ ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ। ਅਸੀਂ ਨਹੀਂ ਕਰ ਸਕਦੇ, ਤੁਸੀਂ ਨਹੀਂ ਕਰ ਸਕਦੇ, ਕੰਮ ਪਾਰਲੀਮੈਂਟ ਦਾ ਹੈ। ਪਰ ਜਦੋਂ ਤੱਕ ਉਹ ਨਹੀਂ ਕਰਦੇ, ਪਾਰਟੀਆਂ ਨੂੰ ਆਪਣੇ ਪੱਧਰ ਤੇ ਲੋਕਾਂ ਨਾਲ ਜਦੋਂ ਵਾਅਦੇ ਕਰਨ ਜਾਂਦੀਆਂ ਤਾਂ ਉਹਨਾਂ ਨੂੰ ਇਹ ਲਿਖਤੀ ਰੂਪ 'ਚ ਕਾਨੂੰਨਨ ਦਸਤਾਵੇਜ਼ ਤੇ ਦੇਣਾ ਚਾਹੀਦਾ ਲੋਕਾਂ ਨੂੰ ਕਿ ਅਸੀਂ ਆਪਣੇ ਵਾਅਦਿਆਂ ਤੇ ਖਰੇ ਉਤਰਾਂਗੇ। ਦੁਨੀਆ ਦੇ ਕਿੰਨੇ ਹੀ ਦੇਸ਼ਾਂ 'ਚ ਇਹ ਪ੍ਰੋਵੀਜ਼ਨ ਹੈ ਤੇ ਸਾਡੇ ਵੀ ਕਈ ਦੇਸ਼ਾਂ ਦੇ ਵਿੱਚ ਪੰਚਾਇਤੀ ਰਾਜ ਕਾਨੂੰਨਾਂ ਦੇ ਵਿੱਚ ਤਾਂ ਹੈਗੀ ਹੈ। ਸਟੇਟਾਂ 'ਚ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੂੰ, ਬਲਾਕ ਸੰਮਤੀਆਂ ਦੇ ਚੇਅਰਮੈਨਾਂ ਨੂੰ ਜੇਕਰ ਵਾਪਸ ਬੁਲਾਉਣਾ ਤੇ ਸਰਪੰਚਾਂ ਨੂੰ ਜੀ। ਈਵਨ ਸਾਡੇ ਪੰਚਾਇਤੀ ਰਾਜ ਐਕਟ ਦੇ ਵਿੱਚ ਵੀ ਇਹ ਸੋਚ ਸੀਗੀ, ਬਟ ਅਸੀਂ ਕਮਾਲ ਕੀਤਾ ਹੈ, ਪੰਜਾਬ ਨੇ ਕਮਾਲ ਕੀਤਾ ਹੈ ਕਿ 2 ਸਾਲ ਦੇਖਣਾ, ਜੇ ਕੋਈ ਸਰਪੰਚ ਠੀਕ ਕੰਮ ਨਹੀਂ ਕਰਦਾ ਤਾਂ 2 ਸਾਲਾਂ ਤੋਂ ਬਾਅਦ ਅਸੀਂ ਬੇਭਰੋਸਗੀ ਦਾ ਮਤਾ ਪਾ ਕੇ ਵਾਪਸ ਬੁਲਾ ਸਕਦੇ ਹਾਂ। ਹੁਣ ਵੀ ਸਾਡੇ ਕੋਲ ਜਿਹੜੇ ਚੁਣੇ ਨੁਮਾਇੰਦੇ ਨੇ, ਜਿਵੇਂ MLA ਨੂੰ ਹੱਕ ਦਿੱਤਾ ਹੋਇਆ ਸੀ ਕਿ ਜੇ ਤੁਹਾਡੀ ਬਹੁ ਗਿਣਤੀ ਚੀਫ ਮਿਨਿਸਟਰ ਦੇ ਖਿਲਾਫ ਹੋ ਜੇ ਤੁਸੀਂ ਉਹਨੂੰ ਜਦ ਮਰਜ਼ੀ ਲਾ ਦਿਓ। MP ਨੂੰ ਵੀ ਹੱਕ ਦਿੱਤਾ ਹੋਇਆ ਸੀ ਕਿ ਜੇ ਪਾਰਲੀਮੈਂਟ ਦੇ ਵਿੱਚ ਤੁਸੀਂ ਬਹੁਤੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨੂੰ ਲਾਉਣਾ ਚਾਹੋ ਲਾ ਸਕਦੇ ਹੋ। ਪਰ ਅਸੀਂ ਜਿਨ੍ਹਾਂ ਨੇ ਉਹ ਚੁਣੇ ਨੇ ਉਹਨਾਂ ਨੂੰ ਇਹ ਹੱਕ ਨਹੀਂ ਦਿੱਤਾ ਹਜੇ ਤੱਕ ਕਿ ਅਸੀਂ ਤੁਹਾਨੂੰ ਵੀ ਵਾਪਸ ਬੁਲਾ ਸਕਦੇ ਹਾਂ, ਕੋਈ ਗੱਲ ਨਹੀਂ ਜੀ ਕਰੀਏ। ਇਸੇ ਕਰਕੇ ਇਹ ਤਜਵੀਜ਼ ਜਿਹੜੀ ਦਿੱਤੀ ਗਈ ਹੈ ਇਸ ਜੂਝਦਾ ਪੰਜਾਬ ਦੇ ਏਜੰਡੇ ਦੇ ਵਿੱਚ ਕਿ ਜਿਹੜੇ ਨੁਮਾਇੰਦੇ ਹੁਣ ਵਿਧਾਇਕ ਵੀ ਹੋਣਗੇ ਉਹਨਾਂ ਨੂੰ ਵੀ ਵਾਪਸ ਬੁਲਾਉਣ ਦਾ ਹੱਕ ਹੋਣਾ ਚਾਹੀਦਾ ਹੈ। ਔਰ ਜੇਕਰ ਉਹ 2 ਸਾਲ ਉਹਨਾਂ ਦੇ ਕਾਰਗੁਜ਼ਾਰੀ ਦੇਖੀ ਜਾਵੇ, 2 ਸਾਲ ਦੇ ਵਿੱਚ ਕਾਰਗੁਜ਼ਾਰੀ ਭਰੋਸੇਯੋਗ ਨਹੀਂ ਹੈ ਤਾਂ ਉਹਦੇ ਹਲਕੇ ਦੀਆਂ 66% ਦੇ ਕਰੀਬ ਗ੍ਰਾਮ ਸਭਾਵਾਂ ਤੇ ਸ਼ਹਿਰਾਂ ਦੀਆਂ ਵਾਰਡ ਸਭਾਵਾਂ ਜੇ ਉਹ ਮਤੇ ਪਾ ਦਿੰਦੀਆਂ ਨੇ ਕਿ ਤੂੰ ਭਾਈ ਸਾਡੇ ਫਿੱਟ ਨਹੀਂ ਹੈ, ਹੁਣ ਤੈਨੂੰ ਵਾਪਸ ਆਉਣਾ ਪਏਗਾ, ਤੂੰ ਕੁਝ ਨਹੀਂ ਕੀਤਾ ਤਾਂ ਉਹਨੂੰ ਅਸਤੀਫਾ ਦੇਣਾ 2 ਸਾਲਾਂ ਬਾਅਦ। 2 ਸਾਲ ਦੇਖਣਾ। 66% ਗ੍ਰਾਮ ਸਭਾਵਾਂ ਤੇ ਉਨੀਆਂ ਹੀ ਵਾਰਡ ਸਭਾਵਾਂ ਤੇ ਇਸ ਗੱਲ ਨੂੰ ਵੀ ਤੇ ਬਾਕੀ ਦੀਆਂ ਸਾਰੀਆਂ ਗੱਲਾਂ ਨੂੰ ਵੀ ਸਿੱਧੂ ਸਾਹਿਬ ਕਿ ਆਪਾਂ ਇੱਕ ਪ੍ਰਤੀਗਿਆ ਪੱਤਰ ਵੀ ਰੱਖਿਆ ਹੈ ਕਿ ਐਫੀਡੇਵਿਟ ਕਹਿ ਲਓ ਜਿਹਨੂੰ, ਜਿਹਦੇ ਚ ਕੋਈ ਵੀ ਜੋ ਅੱਗੇ MLA ਬਣ ਸਕਦਾ ਹੈ ਜਾਂ ਕਹਿ ਲਓ ਉਮੀਦਵਾਰ, ਚਾਹੇ ਆਜ਼ਾਦ ਕਿਸੇ ਪਾਰਟੀ ਦਾ, ਜਿਹਨੂੰ ਜੂਝਦਾ ਪੰਜਾਬ ਜਾਂ ਸਾਡੀ ਮਦਦ ਚਾਹੀਦੀ ਹੈ ਜਾਂ ਕਹਿ ਲਓ ਲੋਕਾਂ ਦੀ ਮਦਦ ਚਾਹੀਦੀ ਹੈ, ਹਾਂਜੀ, ਉਹ ਇੱਕ ਐਫੀਡੇਵਿਟ ਦੇ ਵਿੱਚ ਮੈਂਸ਼ਨ ਕਰੂਗਾ ਗੱਲ ਕਿ ਆ ਸਾਰੇ ਏਜੰਡੇ ਦੇ ਨਾਲ ਮੈਂ ਇਹਦੇ ਤੇ ਕੰਮ ਕਰੂੰਗਾ ਔਰ ਮੇਰੀ ਪਾਰਟੀ ਨੂੰ 2 ਪਾਸੇ ਵੰਡਿਆ ਹੈ। ਪਾਰਟੀ ਦਾ ਪ੍ਰੈਜ਼ੀਡੈਂਟ ਪਾਰਟੀ ਦੇ ਬਿਹਾਫ ਤੇ ਇਹ ਦੇਊਗਾ ਸਾਨੂੰ ਸਾਰੇ ਉਮੀਦਵਾਰਾਂ ਵੱਲੋਂ, ਸਾਰੀ ਪਾਰਟੀ ਵੱਲੋਂ ਪ੍ਰਤੀਗਿਆ ਪੱਤਰ ਭਰੂਗਾ ਕਿ ਅਸੀਂ ਆ ਕਰਾਂਗੇ, ਜੇ ਅਸੀਂ ਨਾ ਕਰ ਪਾਏ ਤਾਂ ਅਸੀਂ ਛੱਡ ਦਿਆਂਗੇ ਗਵਰਨਮੈਂਟ। ਅਸੀਂ ਲੋਕਾਂ ਦੀ ਕਚਹਿਰੀ 'ਚ ਪ੍ਰੋਮਿਸ ਕਰਾਉਣੇ ਆ ਕਿ ਜੇ ਸਾਥੋਂ ਆ ਨਾ ਹੋਇਆ ਤਾਂ ਅਸੀਂ ਅਸਤੀਫਾ ਦੇਵਾਂਗੇ। ਹੁਣ ਸਮੁੱਚੇ ਸਿਵਲ ਸੁਸਾਇਟੀ ਨੂੰ ਉੱਠਣਾ ਚਾਹੀਦਾ ਕਿ ਉਹ ਕਹੇ ਸਾਡੇ ਨਾਲ ਕੰਟਰੈਕਟ ਜਵਾਬਦੇਹ ਕਰੋ ਤੇ ਜਦੋਂ ਚੁਣੇ ਜਾਂਦੇ ਉਹ ਕਹਿੰਦੇ ਸੇਵਾ ਕਰਨੀ ਹੈ, ਵੀ ਜਦੋਂ ਸੇਵਾ ਕਰਨੀ ਹੈ ਬਾਅਦ ਦਿਖਾਓ ਤਾਂ ਸਹੀ ਵੀ ਸੇਵਾ ਕੀਤੀ ਹੈ, ਨਹੀਂ ਤਾਂ ਵਾਪਸ ਆ ਜਾਓ। ਉਹ ਬੋਰਡ ਲਾ ਕੇ ਨਹੀਂ ਦਿਖਦੀ। ਅਸੀਂ MLA ਨੂੰ ਵੀ ਆਨੇ ਕਿ ਭਾਈ ਜੇ ਮੰਨ ਲਾ ਤੇਰੀ ਪਾਰਟੀ, ਤੇਰੀ ਸਰਕਾਰ ਜਾਂ ਤੂੰ ਆਪੋਜੀਸ਼ਨ 'ਚ ਵੀ ਆ ਤਾਂ ਤੇਰੀ ਗੱਲ ਨਹੀਂ ਸੁਣੀ ਜਾਂਦੀ ਔਰ ਤੂੰ ਵੀ ਜੇ ਉਹਦੇ ਲਈ ਲੜਦਾ ਹੋਇਆ ਨਜ਼ਰ ਨਾ ਆਇਆ
ਤੇ ਇਹਨਾਂ ਨੇ ਸਾਰਿਆਂ ਨੇ ਕਹਿਤਾ ਤਾਂ ਤੂੰ ਅਸਤੀਫਾ ਦੇਗਾ, ਇਹ ਉਹ ਖੁਦ ਲਿਖ ਕੇ ਦੇਊਗਾ ਮੈਂ ਅਸਤੀਫਾ ਦੇਊਗਾ, ਉਹਦਾ ਇੱਕ ਪਰਫਾਰਮਾ ਵੀ ਆਪਾਂ ਬਣਾ ਕੇ ਦੇਵਾਂਗੇ। ਉਹ ਇਹ ਕਹੂਗਾ, ਕਮਿਟ ਕਰੂਗਾ, ਔਰ ਮੰਨ ਲਓ ਜੇ ਉਹ ਇਹ ਨਹੀਂ ਕਰਦਾ ਤਾਂ ਆ ਸਾਰੇ ਕੈਮਰਿਆਂ ਦੇ ਸਾਹਮਣੇ ਉਹਦਾ ਲਿਖਿਆ ਹੋਇਆ ਵੀ ਸਾਡੇ ਕੋਲੇ ਹੋਊਗਾ। ਫਿਰ ਉਹਦਾ ਪਿੰਡਾਂ 'ਚ, ਸ਼ਹਿਰਾਂ 'ਚ ਜਾਂ ਕਿਸੇ ਵੀ ਲੈਵਲ ਤੇ ਕਿਤੇ ਵੀ ਵਿਚਰਨਾ ਮੁਸ਼ਕਲ ਹੋ ਜਾਊਗਾ। ਇਹ ਉਹਨੂੰ ਪਤਾ ਰਵੇ। ਤੇ ਅੱਗੇ ਵੀ ਇਹ ਸਾਰੀਆਂ ਵਾਪਸ ਬੁਲਾਉਣ ਦਾ ਹੱਕ ਵੀ ਤੇ ਮੂੰਹ ਜਵਾਨੀ ਸਾਰੀਆਂ ਕਹੀਆਂ ਕਾਨੂੰਨੀ ਦਸਤਾਵੇਜ਼ ਦਾ ਮੂੰਹ ਜਵਾਨੀ ਪਬਲਿਕ ਕੋਲ ਸਾਰੀਆਂ ਕਹੀਆਂ ਦੀਆਂ ਵੀ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਪਰ ਜਦੋਂ ਗੱਲ ਆਉਂਦੀ ਹੈ ਉੱਥੇ ਪਹਿਲ ਕੋਈ ਨਹੀਂ ਕਰਦੇ। ਸੋ ਜੀ ਅਸੀਂ ਜਿਹੜੇ ਲੋਕ ਲਵਾਊ ਨਾਰੇ ਨੇ ਜਿਹੜੇ ਉਹ ਦਿੰਦੇ ਨੇ, ਜਿਹੜੇ ਜੁਮਲੇ ਪੇਸ਼ ਕੀਤੇ ਜਾਂਦੇ ਨੇ, ਬੇਸਿਕਲੀ ਉਹ ਪੂਰੇ ਤਾਂ ਕਦੇ ਵੀ ਨਹੀਂ ਹੋਏ ਅਜੇ ਤੱਕ। ਤੇ ਉਹਨਾਂ ਨੂੰ ਪੂਰੇ ਕਰਨ ਵਾਸਤੇ ਜਿਹੜੀ ਉਹਨਾਂ ਦੀ ਜਵਾਬਦੇਹੀ ਨਿਰਧਾਰਿਤ ਹੋਣੀ ਚਾਹੀਦੀ ਹੈ, ਔਰ ਐਫੀਡੇਵਿਟ ਉਹੀ ਉਹਨਾਂ ਤੋਂ ਨਿਰਧਾਰਿਤ ਕਰਦਾ ਵੀ ਲੋਕਾਂ 'ਚੋਂ ਜਾਣਾ ਹੈ ਤਾਂ ਲੋਕਾਂ ਨੂੰ ਦੱਸੋ ਵੀ ਤੁਸੀਂ ਵਾਅਦਾ ਕੀਤਾ ਸੀ ਪਿਛਲੀ ਵਾਰੀ ਪੂਰਾ ਕੀਤਾ ਕਿ ਨਹੀਂ ਕੀਤਾ। ਜਿਵੇਂ ਸਿੱਧੂ ਸਾਹਿਬ ਨੇ ਕਿਹਾ ਕਿ ਨਾਰੇ, ਸੋ ਮੇਰੇ ਭਰਾਵੋ, ਦੋਸਤੋ, ਪੰਜਾਬੀਓ, ਪੰਜਾਬ ਵਾਲਿਓ, ਨਾਰਿਆਂ ਦੇ ਪਿੱਛੇ ਨਹੀਂ ਜਾਣਾ, ਪਾਲਿਸੀਆਂ ਤੇ ਏਜੰਡੇ ਦੇ ਪਿੱਛੇ ਜਾਣਾ ਹੈ। ਔਰ ਇੱਕ ਗੱਲ ਤੁਹਾਨੂੰ ਅਸੀਂ ਕਵਾਂਗੇ ਹੱਥ ਜੋੜ ਕੇ ਕਿ ਅਸੀਂ ਕਿਉਂ ਆਏ ਹਾਂ। ਅਸੀਂ ਕਿਸੇ MLA, MP, ਮਿਨਿਸਟਰ, ਮੁੱਖ ਮੰਤਰੀ ਬਣਨ 'ਚ ਇੰਟਰਸਟਡ ਨਹੀਂ। ਅਸੀਂ ਆਪਦੇ ਕੰਮ ਭਲੀ ਭਾਂਤ ਜਾਣਦੇ ਤੇ ਕਰ ਰਹੇ ਹਾਂ। ਸਾਡੀ ਇੱਕੋ ਇੱਕ ਕੋਸ਼ਿਸ਼ ਹੈ ਕਿ ਕੁਝ ਸਾਲਾਂ ਬਾਅਦ ਜੇ ਅਸੀਂ 27 ਤੱਕ ਵੀ ਖਰਾਬ ਸਰਕਾਰ ਬਣਾ ਲਈ, ਸਾਡੇ ਪੱਲੇ ਕੁਛ ਨਹੀਂ ਰਹਿਣਾ। ਨਾ ਸਾਡਾ ਪਾਣੀ ਬਚਣਾ, ਨਾ ਸਾਡੀ ਪਨੀਰੀ ਨੌਜਵਾਨ ਬਚਣੇ, ਖਾਲੀ ਹੋ ਜੂਏ। ਕੈਨੇਡਾ, ਅਮਰੀਕਾ, ਆਸਟ੍ਰੇਲੀਆ 'ਚ ਕੋਠੀਆਂ, ਬੰਗਲੇ ਬਣਾਏ ਧਰੇ ਰਹਿ ਜਾਣਗੇ ਜਦੋਂ ਤੁਹਾਡਾ ਬੇਸ ਹੀ ਨਾ ਰਿਹਾ। ਹਵਾ 'ਚ ਲਟਕਾਂਗੇ। ਜਿੱਥੇ ਸਾਡੇ ਗੁਰੂਆਂ ਦਾ, ਬਜ਼ੁਰਗਾਂ ਦਾ ਖੂਨ ਪਸੀਨਾ ਡੁੱਲਿਆ, ਐਂ ਛੱਡ ਜਾਾਂਗੇ ਉਹਨੂੰ, ਐਂ ਵਿਰਾਨ ਕਰ ਲਾਂਗੇ, ਬੰਜਰ ਹੋ ਜੂ। UNO ਦੀ ਸਟੱਡੀ ਹੈ ਸਾਡੇ ਪਾਣੀ ਦਾ ਕੀ ਹਾਲ ਹੈ, ਸਾਡੇ ਇਨਵਾਇਰਮੈਂਟ ਦਾ ਕੀ ਹਾਲ ਹੈ। ਮਸ਼ਹੂਰ ਗੱਲ ਸੀ, ਪਾਣੀ ਦਾ ਪਾਣੀ ਆ ਪੰਜਾਬ ਦਾ ਪਾਣੀ ਪੀ ਕੇ ਡੰਡ ਮਾਰ ਲਓ ਸਿਹਤ ਬਣ ਜਾਂਦੀ ਹੈ। ਅੱਜ ਕੱਲ੍ਹ ਸਿੱਧਾ ਪਾਣੀ ਪੀ ਲਓ ਕੈਂਸਰ ਹੋ ਜਾਂਦਾ ਹੈ। ਕਿੱਧਰ ਗਈ ਸਾਡੀ ਨੌਜਵਾਨੀ? ਜਿੱਥੇ ਸਰਾਭਾ ਭਗਤ ਸਿੰਘ ਸੀ, ਅੱਜ ਅਸੀਂ ਉੱਥੇ ਡਰੱਗ ਲੈਣ ਦੇ ਵਿੱਚ, ਕ੍ਰਾਈਮ ਦੇ ਵਿੱਚ, ਆ ਗੈਂਗਸਟਰਾਂ ਵਾਲਾ ਕੰਮ ਬੰਦ ਹੋ ਗਿਆ ਸੀਗਾ UP ਬਿਹਾਰ 'ਚ ਵੀ, ਤੇ ਸਾਡੇ ਮੁੰਡੇ ਇੱਧਰਲੇ ਪਾਸੇ ਤੁਰੇ ਜਾ ਰਹੇ ਨੇ, ਸਾਡੇ ਮੁੰਡੇ ਬਾਹਰ ਤੁਰੇ ਜਾ ਰਹੇ ਨੇ। ਕਿਉਂ? ਕਿਉਂਕਿ ਐਡਮਿਨਿਸਟ੍ਰੇਟਿਵ ਲੈਵਲ ਤੇ ਸੱਤਿਆਨਾਸ਼ ਹੋ ਗਿਆ। ਸਿਵਾਏ ਆਪਦੇ ਪੈਸੇ ਭਰਨ ਤੋਂ, ਇੱਕ ਆਪਦੀ ਇਕਨੋਮੀ ਖੜੀ ਕਰਨ ਤੋਂ ਸਾਰਾ ਕੁਝ ਖਰਾਬ ਕਰਤਾ। ਕੀ ਇਹ ਸਾਡਾ ਫਰਜ਼ ਨਹੀਂ? ਇਹ ਸਾਥੋਂ ਵੀਰ ਕੇ ਤਾਂ ਨਹੀਂ ਬਣ ਜਾਂਦੇ, ਉੱਤੋਂ ਤਾਂ ਨਹੀਂ ਡਿੱਗ ਪੈਂਦੇ, ਅਸੀਂ ਬਣਾਉਣੇ ਹੈ ਤਾਂ ਅਸੀਂ ਇਹਨਾਂ ਨੂੰ ਹਟਾ ਨਹੀਂ ਸਕਦੇ, ਅਸੀਂ ਇਕੱਠੇ ਨਹੀਂ ਹੋ ਸਕਦੇ। ਆਹ ਕਿਸਾਨ ਅੰਦੋਲਨ 'ਚ ਕੀ ਹੋਇਆ? ਜੇ ਸੈਂਟਰ ਦੀ ਸਰਕਾਰ ਡਰ ਸਕਦੀ ਹੈ, ਮੰਨ ਸਕਦੀ ਸਾਡੀ ਗੱਲ, ਜਿਹ 'ਚ ਅਸੀਂ ਲੀਡ ਕੀਤੀ, ਤਾਂ ਅਸੀਂ ਆਪਦੀ ਸਟੇਟ ਦੀ ਸਰਕਾਰ ਨਹੀਂ ਸਹੀ ਕਰ ਸਕਦੇ? ਅਸੀਂ ਇਹਨਾਂ ਨੂੰ ਸਬਕ ਨਹੀਂ ਸਿਖਾ ਸਕਦੇ? ਹੁਣ ਤੁਸੀਂ ਘੇਰ ਕੇ ਪੁੱਛ ਰਹੇ ਹੋ ਤਾਂ ਪੁੱਛੋ ਏਜੰਡੇ। ਫਿਰ ਕਵਾਂਗੇ ਬੰਦੇ ਬਦਲ ਨਾਲ, ਪਾਰਟੀਆਂ ਬਦਲ ਨਾਲ ਕੁਝ ਨਹੀਂ ਹੋਣਾ, ਏਜੰਡੇ ਬਦਲ ਨਾਲ ਹੋਊਗਾ, ਪਾਲਿਸੀਆਂ ਬਦਲ ਨਾਲ ਹੋਊਗਾ। ਔਰ ਦੁਨੀਆ ਕਦੇ ਵੀ ਲੀਡਰਾਂ ਨੇ ਸਹੀ ਨਹੀਂ ਕੀਤੀ, ਉੱਥੋਂ ਦੇ ਲੋਕਾਂ ਨੇ ਸਹੀ ਕੀਤੀ ਹੈ। ਤੁਹਾਡੀ ਸੋਚ ਬਦਲ ਗਈ ਤਾਂ ਸਮਝੋ ਸਭ ਕੁਝ ਸਹੀ ਹੋਊ। ਡਿਮਾਂਡ ਕਰਨੀ ਸਿੱਖੋ ਤਾਂ ਹੀ ਸਪਲਾਈ ਵਧੀਆ ਹੋਊਗੀ। ਸਾਡਾ ਲੈ ਦੇ ਕੇ ਤੁਹਾਨੂੰ ਹੱਥ ਜੋੜ ਕੇ ਆਹੀ ਗੁਜ਼ਾਰਿਸ਼ ਹੈ। ਜੋ ਅਸੀਂ ਕੰਮ ਕਰਦੇ, ਨਾ ਮੈਂ ਫਿਲਮਾਂ ਬਣਾ ਪਾਉਣੀਆਂ, ਨਾ ਕਿਸੇ ਨੇ ਪੱਤਰਕਾਰਤਾ ਕਰ ਪਾਉਣੀ ਹੈ, ਨਾ ਸਿੱਧੂ ਸਾਹਿਬ ਨੇ ਜਾਂ ਦੀਪਕ ਜੀ ਨੇ ਬਿਜ਼ਨਸ ਕਰ ਪਾਉਣਾ ਹੈ। ਜੇ ਪੰਜਾਬ ਨਾ ਰਿਹਾ ਤਾਂ, ਜੇ ਪੰਜਾਬ ਰਿਹਾ ਤਾਂ ਅਸੀਂ ਸਭ ਕੁਝ ਕਰ ਪਾਵਾਂਗੇ। ਤਾਂ ਸਾਡੀ ਸਾਰਿਆਂ ਦੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ, ਏਜੰਡਿਆਂ ਦੀ, ਪਾਲਿਸੀਆਂ ਦੀ ਸਿਆਸਤ ਹੋਣੀ ਚਾਹੀਦੀ ਹੈ। ਉਹਦੇ ਨਾਂ 'ਤੇ ਸਰਕਾਰਾਂ ਬਣਨੀਆਂ ਚਾਹੀਦੀਆਂ। ਅੱਗੇ ਅਸੀਂ ਇਹਦਾ ਹੋਰ ਵਿਸਥਾਰ ਪੂਰਵਕ, ਕਿਉਂਕਿ ਕਈ ਵਾਰੀ ਲਿਖਣ ਤੋਂ ਜ਼ਿਆਦਾ ਬੋਲਣ ਦਾ ਅਸਰ ਹੁੰਦਾ, ਇਸ ਲਈ ਅਸੀਂ ਬੋਲੇ ਹਾਂ, ਪਰ ਹਜੇ ਹੋਰ ਵੀ ਡਿਟੇਲ ਆ ਸਾਡੇ ਕੋਲੇ ਬੜੀ ਲੰਬੀ ਚੌੜੀ, ਜਿਹਦੇ ਨਾਲ ਸਰਕਾਰ ਬਣਨੀ ਚਾਹੀਦੀ ਹੈ। ਉਹ ਸਾਡੀ ਵੈਬਸਾਈਟ 'ਤੇ ਅਵੇਲੇਬਲ ਹੋਊਗੀ। ਪਲੀਜ਼ ਇਹਨੂੰ ਪੜ੍ਹਿਓ ਜੇ, ਕੰਠ ਕਰਿਓ ਜੇ, ਕਿਉਂਕਿ ਇਹਦੇ ਨਾਲ ਹੀ ਅਸੀਂ ਪੰਜਾਬ ਨੂੰ ਬਦਲ ਸਕਦੇ ਹਾਂ। ਅੱਗੇ ਲੈਣੇ ਅੱਜ ਫਿਰ ਆਪਾਂ ਬਹੁਤ